What is this? What is this mind? ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਰਮਨ ਰੇਡੀਓ ਤੇ ਇੰਡੋਰਸ ਟੀਮ ਪਹੁੰਚ ਚੁੱਕੀ ਹੈ ਆਸਟ੍ਰੇਲੀਅਨ ਗੇਮਸ ਮੈਲਬਨ ਕਵਰ ਕਰਨ ਵਾਸਤੇ। ਆਪ ਸਭ ਦਾ ਸਵਾਗਤ ਹੈ। ਸਵੇਰ ਦੇ ਤੁਸੀਂ ਤਕਰੀਬਨ 1 ਘੰਟੇ ਤੋਂ ਸਾਡੇ ਨਾਲ ਜੁੜੇ ਹੋਏ ਹੋ ਤੇ ਵਿੱਚ ਥੋੜੀ ਸਮੱਸਿਆ ਆਈ ਸੀ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਰੀਅਲ ਟਾਈਮ 'ਚ ਕੁਝ ਹੋ ਜਾਂਦਾ, ਵੈਸੇ ਕੱਲ੍ਹ ਟੈਸਟਿੰਗ ਕੀਤੀ ਸੀ। ਸੋ ਆਪ ਸਭ ਦਾ ਸਵਾਗਤ ਦੋਨਾਂ ਚੈਨਲ ਵੱਲੋਂ। ਔਰ ਅਸੀਂ ਉਮੀਦ ਕਰਦੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਕਿ 3 ਦਿਨ ਤੋਂ ਲਾਈਵ ਅਸੀਂ ਬ੍ਰੌਡਕਾਸਟ ਦਿਖਾਈਏ। ਹਾਲਾਂਕਿ ਤੁਸੀਂ ਮੈਲਬਨ 'ਚ ਵੀ ਰਹਿੰਦੇ ਹੋਵੋਗੇ, ਗੇਮਾਂ 'ਤੇ ਆਉਣਾ ਵੀ ਹੋਊਗਾ, ਪਰ ਤੁਸੀਂ ਸਾਰਾ ਕੁਝ ਨਹੀਂ ਦੇਖ ਸਕਦੇ। ਸੋ ਤੁਹਾਡੇ ਫਿੰਗਰ ਟਿਪਸ, ਤੁਹਾਡੀ ਜੇਬ ਦੇ ਵਿੱਚ ਸਾਰੇ ਗੇਮਾਂ ਦਾ ਬ੍ਰੌਡਕਾਸਟ ਰਹੇਗਾ। ਸੋ ਗੇਮਾਂ ਦੇ ਫੀਲਡ ਦੇ ਵਿੱਚ ਵੀ ਤੁਸੀਂ ਖੜ ਕੇ ਆਪਣਾ ਲਾਈਵ ਕਵਰੇਜ ਦੇਖ ਸਕਦੇ। ਔਰ ਮੈਂ ਬੜੀ ਖੁਸ਼ੀ ਨਾਲ ਦੱਸ ਰਿਹਾ ਕਿ ਅਸੀਂ ਜੁਆਇੰਟਲੀ ਕਵਰ ਕਰ ਰਹੇ ਹਾਂ ਯੂਨੀਵਰਸਿਟੀ ਦੀ। ਰਿਸ਼ਪਾਲ ਭਾਜੀ ਇੱਥੇ ਉਹ ਮੇਰੇ ਨਾਲ ਨੇ, ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰਦਾ। ਤੇ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ। ਤੇ ਰਿਸ਼ਪਾਲ ਹੈ ਇੰਡੋਰ ਦੇ ਡਾਇਰੈਕਟਰ ਤੇ ਮੈਂ ਹਾਰਮਨ ਰੇਡੀਓ ਦਾ, ਪਰ ਆਪਾਂ ਡਾਇਰੈਕਟਰ ਤੋਂ ਪਹਿਲਾਂ ਕਾਮੇ ਬੰਦੇ ਹਾਂ। ਡਾਇਰੈਕਟਰ ਹੋਏ ਹਾਂ। ਹਾਂਜੀ, ਡਾਇਰੈਕਟਰ ਇਹ ਫੀਲਡ ਜਾਣ ਵਾਲੇ ਬੰਦੇ ਆ, ਕੰਮ ਕਰਦੇ ਆ, ਮਿਹਨਤ ਕਰਦੇ ਆ। ਮੈਂ ਰਿਸ਼ਪਾਲ ਭਾਜੀ ਬਾਰੇ ਦੱਸਾਂ ਤੇ ਜਿਹੜੀਆਂ 92 ਗੇਮਾਂ ਹੋਈਆਂ ਸੀ ਤੇ ਇਹ ਉਹਨਾਂ ਦੇ ਮੋਢੀਆਂ ਪਹਿਲੀ ਵਾਰੀ ਜਿਹੜੀਆਂ ਉਸ ਤੋਂ ਬਾਅਦ ਸਟੇਡੀਅਮ 'ਚ ਹੋਈਆਂ, ਬੜੇ ਤਰੱਕੀਆਂ ਕੀਤੀਆਂ। ਕਲਚਰਲ ਪ੍ਰੋਗਰਾਮ, ਰੇਡੀਓ ਪ੍ਰੋਗਰਾਮ ਤੇ ਨਾਟਕ, ਥੀਏਟਰ, ਬਹੁਤ ਕੁਛ ਇਹਨਾਂ ਨੇ। ਤੇ ਮਤਲਬ ਇੰਨਾ ਐਕਸਪੀਰੀਅੰਸ ਤੋਂ ਬਾਅਦ ਨਾਲ ਦੀ ਨਾਲ ਉਹਨੇ ਟੀਵੀ ਵੀ ਚਲਾ ਰਹੇ ਨੇ, ਚੰਗੀ ਗੱਲ ਹੈ। ਤੇ ਅਸੀਂ ਜੁਆਇੰਟਲੀ ਕਰ ਰਹੇ ਹਾਂ, ਕੋਲੈਬੋਰੇਸ਼ਨ ਕਰ ਰਹੇ ਹਾਂ। ਹੋਰ ਵੀ ਮੀਡੀਆ ਸਾਡੇ ਨਾਲ ਜੁਆਇਨ ਕਰੇਗਾ, ਨਿਊਜ਼ੀਲੈਂਡ ਤੋਂ ਵੀ ਕਰੇਗਾ, ਇੱਥੋਂ ਵੀ ਹੋਰ ਮੀਡੀਆ ਕਰੇਗਾ। तो ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਰਕੇ ਸੁਣਾਈਏ। ਭਾਜੀ ਸਵਾਗਤ ਹੈ ਜੀ ਆਇਆਂ ਨੂੰ। ਤੇ ਬਹੁਤ ਬਹੁਤ ਧੰਨਵਾਦ ਵੀਰ। ਅਸੀਂ ਪਿਛਲੇ 3-4 ਦਿਨ ਤੋਂ ਇਕੱਠੇ ਹਾਂ ਔਰ ਸੈਟਅਪ ਕਰ ਰਹੇ ਹਾਂ ਔਰ ਤੁਹਾਡੇ ਤੱਕ ਲਾਈਵ ਫੀਡ ਭੇਜ ਰਹੇ ਹਾਂ। ਹੁਣੇ ਮੈਲਬਨ ਦੇ ਲੋਰਡ ਮੇਅਰ ਵੱਲੋਂ ਉਹਨਾਂ ਗੇਮਾਂ ਦਾ ਉਦਘਾਟਨ ਕੀਤਾ ਗਿਆ ਤੇ ਗੇਮਾਂ ਦੀ ਸ਼ੁਰੂਆਤ ਹੋ ਚੁੱਕੀ ਆ। ਸਾਡੇ ਖੱਬੇ ਹੱਥ ਦੇ ਉੱਤੇ ਹਾਕੀ ਫੀਲਡ ਆ, ਜਿੱਥੇ ਇਸ ਵੇਲੇ ਹਾਕੀ ਦੇ ਮੈਚ ਚੱਲ ਰਹੇ ਨੇ। ਦੂਸਰੇ ਪਾਸੇ ਸੌਕਰ ਚੱਲ ਰਿਹਾ, ਲੰਗਰ ਵੀ ਜੋਰਾਂ ਸ਼ੋਰਾਂ ਦੇ ਵਰਤਾਇਆ ਜਾ ਰਿਹਾ ਤੇ ਬਹੁਤ ਰੌਣਕਾਂ ਆ। ਤੇ ਸਾਨੂੰ ਪੂਰੀ ਉਮੀਦ ਹੈ ਕਿ ਕਾਫੀ ਰੌਣਕਾਂ ਲੱਗਣਗੀਆਂ। ਤੇ ਬਾਕੀ ਜਿਹੜੇ ਸਾਡੇ ਵੀਰ ਭਰਾ ਹਜੇ ਵੀ ਬੈਠੇ ਆ ਨਾ, ਸੋਚਦੇ ਵੀ ਜਾਈਏ ਕਿ ਨਾ ਜਾਈਏ, ਉਹਨਾਂ ਨੂੰ ਸਾਡਾ ਕਹਿਣਾ ਵੀ ਆ ਜਾਓ ਹੌਸਲਾ ਕਰਕੇ। ਅਸੀਂ ਇੰਨੀ ਦੂਰੋਂ ਆ ਗਏ, ਮੈਲਬਨ ਵਾਲੇ ਇੱਥੋਂ ਹੀ ਆ ਰਹੇ ਹਨ। ਹੋਣਾ ਚਾਹੀਦਾ ਬਈ। ਇਹ ਦੇਖੋ ਤੁਸੀਂ ਕੰਪਲੇਨ ਨਹੀਂ ਤੁਹਾਡੇ ਆਉਣ ਦੀ ਗੱਲ ਕਰੋ, ਉਹਨੂੰ ਇੱਥੇ ਮਿਲਦੇ ਆ। ਅਗਰ ਕਿਸੇ ਕਾਰਨ ਨਹੀਂ ਆ ਸਕਦੇ ਤਾਂ ਫਿਰ ਤੁਹਾਡੇ ਕੋਲ ਇੰਡੋ ਟੈਲੀਵਿਜ਼ਨ ਹੈ, ਹਾਰਮਨ ਰੇਡੀਓ ਆ। ਸਾਡੇ ਦੋਨਾਂ ਵੱਲੋਂ ਜੁਆਇੰਟ ਲਾਈਵ ਕਵਰੇਜ ਹੋ ਰਹੀ ਹੈ। ਅਗਲੇ 3 ਦਿਨ ਅਸੀਂ ਕੋਸ਼ਿਸ਼ ਕਰਾਂਗੇ ਹਰ ਇਵੈਂਟ ਤੁਹਾਡੇ ਲਈ ਟੀਵੀ ਉੱਤੇ ਲਿਆਂਦਾ ਜਾਵੇ ਤੇ ਤੁਸੀਂ ਉਸ ਦਾ ਆਨੰਦ ਮਾਣ ਸਕੋ। ਜਿੱਦਾਂ ਵੀਰ ਨੇ ਕਿਹਾ ਵੀ ਅਗਰ ਤੁਸੀਂ ਫੀਲਡ ਵਿੱਚ ਵੀ ਫਿਰਦੇ ਹੋ ਨਾ ਤਾਂ ਤੁਹਾਡਾ ਮਨ ਕਿਸੇ ਹੋਰ ਪਾਸੇ ਭੜ ਕੇ ਤਾਂ ਤੁਸੀਂ ਟੀਵੀ ਦੇਖ ਲਓ। ਬਹੁਤ ਫੋਨ ਤੁਹਾਡੀ ਜੇਬ 'ਚ ਆਲੇ ਦੁਆਲੇ ਕੀ ਹੋ ਰਿਹਾ, ਹਾਂ ਕੀ ਹੋ ਰਿਹਾ ਪਤਾ ਲੱਗਦਾ ਰਹੇ। ਕਈ ਵਾਰ ਏਦਾਂ ਹੈ ਕਿ ਮੌਕੇ ਤੇ ਲੰਗਰ ਰਿਪੋਰਟ ਵੀ ਆ ਜਾਂਦੀ ਹੈ ਨਾ। ਬਿਲਕੁਲ ਜੀ, ਭੁੱਖ ਲੱਗਣੀ ਆ, ਲੰਗਰ 'ਚ ਕੀ ਖਾਣਾ ਵੀ ਆ, ਹਾਂਜੀ, ਤੇ ਵੀ ਦੇਖਣਾ ਹੈ। ਹਾਂਜੀ, ਸੋ
ਇੱਕ ਆਪਾਂ ਮਤਲਬ ਜਿਹੜੀ ਸ਼ੇਅਰ ਕਰਨੀ ਹੈ ਬੜੀ ਇੰਟਰਸਟਿੰਗ ਗੱਲ ਵੀ ਆ, ਇੱਕ ਲੈਂਡਮਾਰਕ ਵੀ ਆ ਕਿ ਸਾਨੂੰ ਹਰਮਨ ਰੇਡੀਓ ਨੂੰ ਨਾ ਐਸਾ ਅੱਜ 20 ਸਾਲ ਹੋ ਜਾਣੇ ਆ 20 ਸਾਲ ਮੁਬਾਰਕ। ਆਸਟ੍ਰੇਲੀਅਨ ਸਿੱਖ ਗੇਮਸ ਕਵਰ ਕਰਦੇ ਆ। ਵਾਹ ਜੀ ਵਾਹ, ਬਹੁਤ ਬਹੁਤ ਪਹਿਲੀ ਮੁਬਾਰਕ। ਵਾਰੀ ਕਿਸੇ ਮੀਡੀਆ ਨੇ ਲਾਈਵ ਕਵਰੇਜ ਕੀਤਾ ਸੀ ਸਿੱਖ ਗੇਮਸ ਦਾ 2006 ਚ, ਪਹਿਲੀ ਵਾਰੀ ਸਿਡਨੀ ਤੋਂ 3 ਦਿਨ ਰੇਡੀਓ ਦੇ ਰੇਡੀਓ ਤੁਸੀਂ ਲਾਈਵ ਕੀਤਾ ਲਾਈਵ ਕੀਤਾ ਸੀ। ਹਾਂਜੀ, ਅੱਜ 2026 ਹੋ ਗਿਆ ਤੇ 20 ਸਾਲ ਹੋ ਉਹ ਗਏ ਕਰਦੇ ਹਨ। ਤੇ ਕੱਲ ਦੀ ਗੱਲ ਲੱਗਦੀ ਹੈ ਨਾ। ਹਾਂ ਉਦੋਂ ਯੰਗ ਹੁੰਦੇ ਸੀ ਹਾਂ, young ਹੁੰਦੇ ਸੀ। ਹਜੇ ਕਿਹੜੇ ਬੁੱਢੇ ਹੋ ਗਏ ਆਪਾਂ, ਬਾਲਾਂ 'ਚ ਕੀ ਰੱਖਿਆ, ਇਹ ਤਾਂ ਚਿੱਟੇ ਕਾਲੇ ਹੁੰਦੇ। ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ, ਮੈਂ ਤੁਹਾਨੂੰ ਪਰ ਇਦਾਂ ਹੈ ਕਿ ਗੇਮਾਂ ਨੇ ਵੀ ਬਹੁਤ ਤਰੱਕੀ ਕੀਤੀ ਹੈ। ਬਿਲਕੁਲ ਜੀ, ਬਹੁਤ ਵੱਡੀ ਪੱਧਰ ਤੇ ਹੋ ਗਿਆ। ਲਗਾਤਾਰਤਾ ਨਾਲ ਵੱਧ ਰਹੀਆਂ ਨੇ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਵੀ ਐਜ਼ ਇੱਕ ਸਟੇਬਲ ਪਲੇਟਫਾਰਮ ਪੇਸ਼ ਯਾਰ ਕੀਤਾ ਕਰੀ, ਹੈ ਹਾਂਜੀ। ਪੇਸ਼ ਕੀਤਾ ਹੈ ਔਰ ਤੁਸੀਂ ਵੀ ਪਿਛਲੇ 5-6 ਸਾਲ ਤੋਂ ਮਤਲਬ ਬਹੁਤ ਡਟੇ ਹੋਏ ਆ। ਹਾਂਜੀ। ਇਦਾਂ ਨਹੀਂ ਕਿ ਚਾਲ ਹੈ ਗਿਆ ਬੰਦ ਹੋ ਗਿਆ ਹੋਵੇ। ਹੁਣ ਤੁਹਾਨੂੰ ਕਿਤੇ ਅਸੀਂ ਉਹ ਪਿਛਲਾ ਰੂਮ ਮੇਰੇ ਪਿੱਛੇ ਦੇਖੋਗੇ ਤੁਸੀਂ, ਮੇਰੀ ਭੈਣ ਜੀ ਕਿਹੜੇ ਨੇ ਉਹ ਕਿਤੇ ਦਿਖਾ ਲਾਂਗੇ ਤੁਹਾਨੂੰ ਡਿਊਰਿੰਗ ਦਾ ਬ੍ਰੌਡਕਾਸਟ। ਹਾਂਜੀ। ਤੇ ਤੁਸੀਂ ਉੱਥੇ ਜੰਕਸ਼ਨ ਕਿੰਨਾ next of ਕਿੰਨਾ ਪਿਆ ਤੇ ਸਮਾਨ। ਖਲਾਰਾ ਦੇਖਿਓ ਤੇ ਘੱਟੋ ਘੱਟ ਮਤਲਬ 50-60 ਹਜ਼ਾਰ ਦਾ ਸਮਾਨ ਉੱਥੇ ਐਟਲੀਸਟ ਪਿਆ। ਉੱਥੇ ਐਟਲੀਸਟ ਇਕਵਿਪਮੈਂਟ ਪਈ ਹੈ ਤੇ ਬਾਕੀ ਟੈਕਨੀਸ਼ੀਅਨ ਆਪਣੇ ਲਵੀ ਹੁਣੀ ਆਏ ਹੋਏ ਨੇ, ਸਾਰਾ ਸਾਹਿਬ ਆਏ ਹੋਏ ਨੇ, ਦਲਜੀਤ ਆਇਆ ਹੋਇਆ ਤੇ ਹੋਰ ਵੀ ਬਹੁਤ ਸਾਰੇ ਨਾਮ ਹੋਰ ਵੀ ਸਾਡੇ। ਬਹੁਤ ਸਾਰੇ ਹੁਣ ਜਦੋਂ ਅਸੀਂ ਮਾਈਕ ਦੇ ਮੂਹਰੇ ਬਹਿ ਜਾਣੇ ਕਿ ਵੀ ਨਾ ਜਿੱਤਣਾ ਨਾ ਜਾਂਦਾ। ਮਾਫੀ ਚਾਹੁੰਦੇ ਪਰ ਤੇਰੇ ਪਿੱਛੇ ਗੁਰਵਿੰਦਰ ਖੜਾ ਹੈ, ਗੁਰਵਿੰਦਰ ਕਹਿੰਦੇ ਗੁਰਸ਼ਾਨ ਖੜਾ ਇੱਧਰ। ਗੁਰਸ਼ਾਨ ਨੇ ਖੜਾ ਤੇ ਹਾਂ। ਇਹ ਨਾ ਅਸਲ ਦੇ ਵਿੱਚ ਟੀਮ ਬੜੀ ਵੱਡੀ ਆ। ਇੱਧਰੋਂ ਰੇਡੀਓ ਨੂੰ ਵੀ ਅਮਰਜੀਤ ਭੈਣ ਜੀ, ਪਰਮਜੀਤ ਕੌਰ ਤੇ ਹੋਰ ਵੀ ਸਾਨੂੰ ਅੱਜ ਜੁਆਇਨ ਕਰ ਰਹੇ ਨੇ ਹਨ। ਬਿਲਕੁਲ। ਤੇ ਸਾਰਿਆਂ ਦਾ ਜੀ ਸਾਰਿਆਂ ਦਾ ਬਹੁਤ ਵੱਡਾ ਐਫਰਟ ਹੈ। ਲਗਾਤਾਰਤਾ ਜਿਹੜੀ ਕੰਟੀਨਿਊਟੀ ਇਹ ਬਹੁਤ ਜ਼ਰੂਰੀ ਹੈ। ਬਹੁਤ ਜ਼ਰੂਰੀ ਹੈ। ਹਾਂਜੀ। ਤੇ ਤੁਸੀਂ ਅੱਜ ਦੇਖਿਆ ਕਿ ਮੇਅਰ ਨੇ Opening ਕੀਤੀ। ਤੇ ਸਾਡੇ ਸਾਰੇ ਪਤਵੰਤੇ ਸੱਜਣ ਤੇ ਮੈਨੇਜਮੈਂਟ ਸੀਗੀ ਤੇ ਇੰਟਰਵਿਊ ਵੀ ਸੁਣੀ ਤੇ ਹੁਣ ਅਸੀਂ ਫੀਲਡ ਦੇ ਵਿੱਚੋਂ ਵੀ ਗੱਲਾਂ ਬਾਤਾਂ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਆਪਾਂ ਬ੍ਰੌਡਕਾਸਟ ਕਰੀਏ। ਭਾਜੀ ਇੱਕ ਮਾੜਾ ਜਿਹਾ ਤੁਸੀਂ ਗਰਾਊਂਡਾਂ ਦੇ ਵਿੱਚ ਘੁੰਮੇ ਹੋ ਤੇ ਥੋੜਾ ਇੱਕ ਓਵਰਵਿਊ ਦੱਸ ਦਿਓ ਵੀ ਏਰੀਆ ਕਿੱਦਾਂ ਦਾ ਹੈ, ਮੌਸਮ ਬਾਰੇ ਵੀ ਦੱਸ ਦਿਓ ਜਦ ਤੱਕ ਮੈਂ ਲਿੰਕ ਵਗੈਰਾ ਭੇਜਾਂ, ਤੁਸੀਂ ਜਦ ਤੱਕ ਇਹ ਦੱਸ ਰਹੇ ਹੋ। ਹਾਂਜੀ, ਮੌਸਮ ਇੱਦਾਂ ਕਿ ਮਾੜੀ ਮੋਟੀ ਕਿਣਮਣ ਜੀ ਹੋ ਰਹੀ ਹੈ, ਉਹ ਖਾਸ ਨਹੀਂ ਹੈ। ਤੇ ਉਧਰ ਅਸੀਂ ਲੰਗਰ ਵੱਲ ਵੀ ਜਾ ਚੁੱਕੇ ਹਾਂ, ਉੱਧਰ ਕਾਫੀ ਰੌਣਕਾਂ ਨੇ, ਸੌਕਰ ਵੀ। ਜੇ ਤੁਸੀਂ ਆਪਣਾ ਹੱਬ 1 ਤੇ ਹੱਬ 2, ਹੱਬ 1 ਹੈ ਜਿੱਥੇ ਕਿ ਨੈਟਬਾਲ ਸਟੇਟ ਹਾਕੀ ਸੈਂਟਰ ਹੈ, ਜਿੱਥੇ ਅਸੀਂ ਹੁਣ ਬੈਠੇ ਹਾਂ। ਇੱਥੇ ਹਾਕੀ ਚੱਲ ਰਹੀ ਹੈ, ਨੈਟਬਾਲ ਵੀ ਲੱਗ ਗਈ ਆ। ਇਹਦੇ ਇਸੇ ਬਿਲਡਿੰਗ ਦੇ ਵਿੱਚ ਹੀ ਸਿੱਖ ਫੋਰਮ ਹੋਣਾ ਆ ਤੇ ਕੌਰ ਰਾਈਜ਼ਿੰਗ ਇੱਕ ਨਵਾਂ ਇਵੈਂਟ ਹੈ, ਉਹ ਵੀ ਇੱਥੇ ਸ਼ੁਰੂ ਹੋਣਾ ਆ। ਇਸ ਤੋਂ 400 ਮੀਟਰ ਤੇ ਆਪਾਂ ਜਾਈਏ ਤਾਂ ਉਧਰ ਲੰਗਰ ਵਰਤਾਇਆ ਜਾ ਰਿਹਾ, ਗਰਾਊਂਡਾਂ ਬੜੀਆਂ ਖੁੱਲੀਆਂ ਨੇ। ਤੇ ਉਹ ਤੋਂ ਜੇ ਖੱਬੇ ਹੱਥ ਆਪਾਂ ਚੱਲਦੇ ਟ੍ਰੇਨ ਦੇ ਦੂਸਰੇ ਪਾਸੇ ਤੇ ਫਿਰ ਉਧਰ ਕਬੱਡੀ ਦੀ ਗਰਾਊਂਡ ਆ, ਖੋ-ਖੋ ਦੀ ਗਰਾਊਂਡ ਆ ਤੇ ਥੋੜੇ ਗਾਂਹ ਜਾ ਕੇ ਸੌਕਰ ਦੇ ਮੈਚ ਵੀ ਹੋਣੇ ਆ। ਸੋ ਇਹ ਕਾਫੀ ਵੱਡੀ ਆ ਗਰਾਊਂਡ ਤੇ ਫਿਰ ਤੁਰ ਕੇ ਅਸੀਂ ਵੀ ਦੇਖਿਆ ਤਾਂ ਤੁਸੀਂ ਵੀ ਦੇਖੋ। ਬਾਕੀ ਜਿੰਨਾ ਵੀ ਸਾਡੇ ਕੋਲ ਆ, ਸਾਡੀਆਂ ਟੀਮਾਂ ਬੜੀ ਥੋੜੀ ਦੇਰ ਨੂੰ ਬਾਹਰ ਗਰਾਊਂਡ ਦੇ ਵਿੱਚ ਜਾਣਗੀਆਂ। ਉਹ ਤੁਹਾਨੂੰ ਜਿਹੜੇ ਵੀ ਸਪੋਰਟ ਹੋ ਰਹੇ ਨੇ ਇਸ ਵੇਲੇ ਜਾਂ ਹੋ ਜਾ ਰਹੇ ਨੇ, ਉਹਨਾਂ ਦੀ ਰਿਪੋਰਟ ਤੁਹਾਨੂੰ ਦੇਣਗੇ। ਪਰ ਤੁਸੀਂ ਇੱਦਾਂ ਵੀ ਸਾਡੇ ਨਾਲ ਜੁੜੇ ਰਹੋ, ਚਾਹ ਦਾ ਕੱਪ ਬਣਾਓ, ਜਿਹੜੇ ਵੇਲੇ ਚਾਹ ਨਹੀਂ ਪੀਂਦੇ ਔਰੰਜ ਜੂਸ ਵਗੈਰਾ ਲੈ ਲਓ, ਹੋਰ ਕੁਛ ਮੈਂ ਨਹੀਂ ਕਹਿਣਾ, ਬੇਲਾ ਸਿਆ ਰਿਹਾ। ਤੁਸੀਂ ਖਾਓ ਪੀਓ ਤੇ ਸਾਡੇ ਨਾਲ ਜੁੜੋ ਤੇ ਮੈਚ ਦੇਖੋ। ਅਸੀਂ ਜੋ ਕੁਛ ਵੀ ਹੋ ਰਿਹਾ ਇੱਥੇ ਉਹ ਤੁਹਾਡੇ ਰੂਬਰੂ ਕਰਾਂਗੇ ਇੰਡੋਜ਼ ਤੇ ਹਰਮਨ ਰੇਡੀਓ ਦੇ ਥਰੂ। ਔਰ ਤੁਸੀਂ ਸਾਡੇ ਨਾਲ ਆਉਣ ਵਾਲੇ ਜੁੜੇ ਰਹਿਣਾ। ਬਾਕੀ ਮੇਰੇ ਵੀਰ ਅਮਨਦੀਪ ਵੀ ਹੁਣ ਪਤਾ ਨਹੀਂ ਕੰਨਾਂ ਦੇ ਵਿੱਚ ਟੂਟੀਆਂ ਜਿਹੀਆਂ ਲੈ ਰਹੇ ਆ, ਪਤਾ ਨਹੀਂ ਕੀ ਸੱਪ ਕੱਢਣੀ ਹੁਣ ਇਸ ਵੇਲੇ। ਹਾਂਜੀ, ਹੁਣ ਏਦਾਂ ਆ ਕਿ ਲਾਈਵ ਚੱਲ ਰਿਹਾ ਹੈ। ਹਾਂਜੀ। ਤੇ ਮੈਂ ਇਹ ਵੀ ਗੱਲ ਕਹਿਣੀ ਸੀਗੀ ਕਿ ਏਦਾਂ ਨਾ ਕਿਉਂਕਿ ਇੱਥੇ ਅਸੀਂ ਕੋਈ ਫਾਰਮਲ ਕਰ ਰਹੇ ਹਾਂ ਕਿ ਅਸੀਂ ਬੜਾ ਸੰਸਲੀਕੇਟ ਬ੍ਰੌਡਕਾਸਟ ਹੈ। ਹਾਂਜੀ। ਤੇ ਬੜਾ ਪੋਲਿਸ਼ ਹੋਊਗਾ ਜੀ। ਹਾਂਜੀ। ਤੇ ਮਾਈਕ ਲੈਣਗੇ ਅਸੀਂ ਲਵਾਂਗੇ, ਥੋੜੀ ਆਵਾਜ਼ ਕਲੀਅਰ ਨਹੀਂ ਆਉਂਦੀ। ਹਾਂਜੀ, ਮੇਰੀ ਤਾਂ ਵੈਸੇ ਹੀ ਕਲੀਅਰ ਨਹੀਂ ਹੁੰਦੀ, ਨਾਲੇ ਸਾਫ ਆਪੇ ਕਰ ਲੈਂਦੇ। ਤੇ ਇੱਕ ਦੂਜਾ ਇਹ ਹੈ ਵੀ ਅਸੀਂ ਹਾਲਵੇ ਦੇ ਵਿੱਚ ਹੀ ਸੈੱਟ ਕੀਤਾ। ਹਾਂਜੀ। ਸਾਡੇ ਕੋਲ ਪਿੱਛੇ ਮੀਡੀਆ ਰੂਮ ਹੈਗਾ ਪਰ ਉਹ ਛੋਟਾ ਹੈ ਤੇ ਪਰ ਸਾਡੇ ਸਰੋਤੇ, ਸਾਡੇ ਦਰਸ਼ਕ, ਸਾਡਾ ਭਾਈਚਾਰਾ ਉਹਨਾਂ ਨੂੰ ਪਤਾ ਹੈ ਕਿ ਅਸੀਂ ਗਰਾਊਂਡ ਤੋਂ ਅਰਥ ਜਿਹੜੇ ਬੰਦੇ ਆ, ਗਰਾਊਂਡ ਲੈਵਲ ਦੇ ਬੰਦੇ ਆ ਤੇ ਅਸੀਂ ਪ੍ਰੋਫੈਸ਼ਨ ਨਹੀਂ ਹੈਗਾ ਸਾਡਾ, ਪਰ ਅਸੀਂ ਮਚ ਮੋਰ ਦੈਨ ਪ੍ਰੋਫੈਸ਼ਨਲ ਬ੍ਰੌਡਕਾਸਟ ਕਰ ਰਹੇ ਹਾਂ। ਅਸੀਂ ਲੋਕਾਂ ਲਈ ਕੰਮ ਕਰਦੇ ਹਾਂ, ਅਸੀਂ ਆਮ ਲੋਕ ਆ, ਆਮ ਲੋਕਾਂ ਲਈ ਕੰਮ ਕਰਦੇ ਹਾਂ।
ਔਰ ਪੈਸ਼ਨ ਤੇ ਸ਼ੌਂਕ ਲਈ ਕੰਮ ਕਰਦੇ ਇਹ ਲੋਕ ਬ੍ਰੌਡਕਾਸਟ ਹੈ, ਹਾਂਜੀ। ਪਬਲਿਕ ਬ੍ਰੌਡਕਾਸਟ। ਬਿਲਕੁਲ ਜੀ। ਤੇ ਇਹਦੇ ਵਿੱਚ ਆਵਾਜ਼ਾਂ ਵੀ ਆਉਣਗੀਆਂ, ਹਾਂਜੀ। ਇਹਦੇ ਵਿੱਚ ਇਹ ਵੀ ਆਏਗਾ ਵੀ ਉਹ ਚਾਹ ਪੀ ਲੈ, ਮੇਰੇ ਲਈ ਚਾਹ ਲਿਆ ਦੇ, ਹਨਾ, ਤੇਰਾ ਮਾਈਕ ਨਹੀਂ ਚੱਲਦਾ। ਫਿਰ ਮੇਲਾ ਹੈ ਨਾ, ਹਾਂ, ਮੇਲਾ ਹੈ। ਮੇਲੇ ਦੀ ਤਰ੍ਹਾਂ। ਸੋ ਇਦਾਂ ਦੀ ਫੀਲਿੰਗ ਹੋਏਗੀ। ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ, ਦਰਸ਼ਕ ਜੁੜੇ ਹੋਏ ਨੇ ਵੱਖ-ਵੱਖ ਚੈਨਲ, ਹਾਂਜੀ। ਚੈਨਲ ਤੇ, ਫੇਸਬੁੱਕ ਤੇ, YouTube ਤੇ। ਤਾਂ ਬੇਨਤੀ ਹੈ ਕਿ ਗਾਂ ਵੀ ਤੁਸੀਂ ਪਲੀਜ਼ ਸੱਟ ਇਹਦੇ ਭੇਜੋ ਆਪਣੇ ਲਿੰਕ ਜਿਹੜੇ ਹੈਗੇ ਨੇ ਤੁਸੀਂ ਦੇਖ ਰਹੇ ਹੋ। ਹਾਂਜੀ। ਤੇ ਅਸੀਂ ਕੋਸ਼ਿਸ਼ ਕਰਾਂਗੇ ਰੇਡੀਓ ਵੱਲੋਂ ਵੀ ਤੇ ਇੰਡੋਜ਼ ਟੀਵੀ ਵੱਲੋਂ ਵੀ ਆਪਣੇ ਦਰਸ਼ਕਾਂ ਨੂੰ ਮੈਸੇਜ ਪਾਵਾਂਗੇ ਜੋ ਫਾਰਵਰਡ ਕਰ ਸਕਦੇ ਆ, ਦੇਖ ਸਕਦੇ ਆ। ਤਾਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਗਰਾਊਂਡਾਂ ਦੇ ਵਿੱਚੋਂ ਦੀ ਫੀਡ ਲਈਏ, ਉੱਥੋਂ ਦੇਖੀਏ ਕੀ ਹੋ ਰਿਹਾ, ਹਾਂਜੀ। ਚੈੱਕ ਕਰੀਏ। ਤਾਂ we will continue with that। ਤੇ ਬਾਹਰ ਹਾਕੀ ਦਾ ਮੈਚ ਚੱਲਦਾ ਇਸ ਵੇਲੇ, ਚੱਲ ਰਿਹਾ, ਅਰਦਾਸ ਤੋਂ ਬਾਅਦ ਸ਼ੁਰੂ ਹੋ ਗਿਆ ਸੀਗਾ। ਹਾਂਜੀ, ਮੇਰੇ ਸੌਕਰ ਦੀਆਂ ਖੇਡਾਂ ਵੀ ਚੱਲ ਰਹੀਆਂ ਨੇ ਉੱਧਰ। ਤੇ ਵੈਸੇ ਮੈਚ ਤਾਂ ਪਹਿਲੇ ਹੀ ਸ਼ਡਿਊਲ ਸ਼ੁਰੂ ਹੋ ਗਿਆ ਕਿਉਂਕਿ ਪਤਵੰਤੇ ਸੀਜ਼ਨ ਥੋੜੇ ਲੇਟ ਹੋ ਗਏ। ਹਾਂਜੀ। ਤੇ ਮੈਚ ਸ਼ੁਰੂ ਹੋ ਚੁੱਕਾ ਸੀ, ਪਰ ਜਦੋਂ ਅਰਦਾਸ ਹੋ ਰਹੀ ਸੀ ਤਾਂ ਮੈਚ ਰੋਕ ਕੇ ਸਾਰੇ ਪਲੇਅਰ ਜਿਹੜੇ ਨੇ ਉਹ ਅਰਦਾਸ ਦੇ ਵਿੱਚ ਜੁੜ ਗਏ ਸੀ, ਸ਼ਾਮਲ ਹੋਏ ਸੀ। ਹੋਰ ਪਾਸੇ ਵੀ ਇਹੋ ਜਿਹਾ ਮਾਹੌਲ ਸੀਗਾ। ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਬੜੇ ਚਿਰਾਂ ਬਾਅਦ ਮੈਂ ਦੇਖਿਆ ਕਿ ਜਿਹੜੀ ਇੱਥੇ ਦੀ ਮੈਨੇਜਮੈਂਟ ਕਮੇਟੀ ਆ ਨਾ, ਜਿਹੜੀ ਯੰਗਸਟਰ ਮਿਲਣ ਮੋਹਰੇ ਕੀਤੇ ਆ, ਉਹ ਸਾਰੇ ਬੜੇ ਮਿਲਣਸਾਰ ਤੇ ਬਹੁਤ ਹੀ ਹੈਲਪਫੁਲ ਆ। ਕਈ ਵਾਰੀ ਸਾਨੂੰ ਕੀ ਹੁੰਦਾ, ਅਸੀਂ ਮੀਡੀਆ ਵਾਲੇ ਜਾਂਦੇ ਆ, ਮਿਹਨਤਾਂ ਕਰਦੇ, ਸਾਨੂੰ ਪ੍ਰੋਮਿਸ ਤਾਂ ਬਹੁਤ ਕੀਤਾ ਜਾਂਦਾ ਪਰ ਮਿਲਦਾ ਬਾਅਦ ਦੇ ਵਿੱਚ ਕੁਝ ਵੀ ਨਹੀਂ। ਸਾਨੂੰ ਇਦਾਂ ਕਹੀ ਜਾਂਦਾ ਜਿੱਦਾਂ ਕਹਿੰਦੇ ਵੀ ਬਾਜੀ ਵਾਲੇ ਆਏ ਹੁੰਦੇ ਸੀ, ਬਾਹਰ ਜਾ ਕੇ ਕੋਈ ਨਹੀਂ ਕਰਦੇ ਤੁਹਾਡੇ ਲਈ। ਪਰ ਇਹਨਾਂ ਨੇ ਸਾਡੀ ਬੜੀ ਹੈਲਪ ਕੀਤੀ ਹੈ, ਬੜੀ ਕਦਰ ਕੀਤੀ ਆ, ਸਾਨੂੰ ਸੋਹਣੀ ਜਗ੍ਹਾ ਦਿੱਤੀ ਆ ਬੈਠਣ ਲਈ। ਇਹਨਾਂ ਦੇ ਧੰਨਵਾਦੀ ਆ। ਔਰ ਯੰਗ ਮੁੰਡੇ ਆ, ਆਪਣੀ ਮਿਹਨਤ ਕਰ ਰਹੇ ਆ। ਤਾਂ ਅਸੀਂ ਚਾਹੁੰਦੇ ਹਾਂ ਕਿ ਮੈਲਬਰਨ ਦੀ ਜਿਹੜੀ ਸੰਗਤ ਵੀ ਆ ਇਹਨਾਂ ਦਾ ਸਾਥ ਦੇਵੇ ਕਿ ਹਰ ਬੰਦਾ ਇੱਕ ਬੰਦਾ ਹਰ ਕੰਮ ਨਹੀਂ ਕਰ ਸਕਦਾ ਨਾ, ਸਾਰਿਆਂ ਦੀ ਵੋਲੰਟਰੀ ਦੀ ਲੋੜ ਹੁੰਦੀ ਆ, ਲੋਕਾਂ ਦੇ ਸਾਥ ਦੀ ਲੋੜ ਹੁੰਦੀ ਆ। ਸਾਰੇ ਜਾਣੇ ਆਪਾਂ ਜ਼ਰੂਰੀ ਨਹੀਂ ਕਿ ਮੈਲਬਰਨ ਵਾਲੇ, ਜਿਹੜੇ ਅਸੀਂ ਬਾਹਰੋਂ ਵੀ ਆਏ ਆ, ਜਿੰਨਾ ਵੀ ਹੋ ਸਕਦਾ ਆਪਾਂ ਇਹਨਾਂ ਦਾ ਸਾਥ ਦਈਏ। ਜੇ ਆਪਾਂ ਬਾਹਰ ਕੁਝ ਖਾਣ ਪੀਣ ਲੱਗੇ ਆ, ਜੋ ਪੇਪਰ ਵਗੈਰਾ ਆ ਉਹ ਬਿਨ ਪ੍ਰਵਾਹ ਕੀਤੀ ਆ, ਉਹਦੇ ਵਿੱਚ ਸਿਰ ਦਈਏ, ਹਨਾ। ਤੇ ਇਹਦੀ ਸੋਭਾ ਆਪਣੀ ਸਾਰੀ ਕਮਿਊਨਿਟੀ ਨੂੰ ਮਿਲਦੀ ਹੈ। ਤੇ ਭਾਜੀ ਜਿੱਦਾਂ ਇਹ ਐਥੀਕਲ ਜਿਹੜੀਆਂ ਗੱਲਾਂ ਨੇ ਉਹ ਕਰਨੀਆਂ ਜ਼ਰੂਰੀ ਹੈ। ਹਾਂਜੀ। ਤੁਸੀਂ ਰਬਿਸ਼ ਦੀ ਗੱਲ ਕੀਤੀ ਹੈ ਨਾ, ਹਾਂਜੀ। ਆਪਣੀ ਜ਼ਿੰਮੇਵਾਰੀ ਦੀ ਗੱਲ ਕੀਤੀ। ਹਾਂਜੀ। ਤੇ ਪ੍ਰਬੰਧਕਾਂ ਵੱਲੋਂ ਵੀ ਦੱਸਿਆ ਜਾ ਰਿਹਾ, ਵੈਸੇ 2018-19 ਚ ਮੈਲਬਰਨ ਚ ਪਲਾਨ ਬਣਿਆ ਸੀ ਕਿ ਬੋਤਲਾਂ ਆਪਣੀਆਂ ਲੈ ਕੇ ਆਓ, ਪਾਣੀ ਭਰੋਗੇ, ਤੇ ਹੁਣ ਇਹਨਾਂ ਨੇ ਇੰਪਲੀਮੈਂਟ ਕੀਤਾ। ਬਹੁਤ ਵਧੀਆ ਗੱਲ। ਬਹੁਤ ਵਧੀਆ ਗੱਲ। ਮੇਰਾ ਖਿਆਲ ਘੱਟੋ ਘੱਟ $70-80 ਹਜ਼ਾਰ ਦੀ ਸੇਵਿੰਗ ਹੋਈ ਹੈ। ਤੇ ਬਾਕੀ ਜਿਹੜਾ এনवायरमेंट ਤੇ ਲੋਡ ਪੈਂਦਾ ਹੈ ਉਹ ਵੱਖਰਾ ਹੈ। ਤੇ ਦੂਜੀ ਗੱਲ ਕਿ ਆਪਾਂ ਸਫਾਈ ਦਾ ਖਿਆਲ ਰੱਖਣਾ, ਆਪਣੇ ਬਿਹੇਵੀਅਰ ਦਾ ਖਿਆਲ ਰੱਖਣਾ ਕਿ ਐਵੇਂ ਗੁੱਸੇ ਰਾਜੀ ਵਾਲਾ ਕੋਈ ਕੰਮ ਨਹੀਂ ਕਰਨਾ ਇੱਥੇ। ਤੀਜੀ ਗੱਲ ਸਾਰਿਆਂ ਨੂੰ ਵੱਡੀ ਹੈ ਕਿ ਜਿਹੜਾ ਉਹ ਬੂਟ ਕਲਚਰ ਹੈ ਉਹਨੂੰ ਬੰਦ ਕਰੋ। ਜਿਹੜਾ ਸ਼ਾਮ ਨੂੰ ਜਾਂ ਤਕਾਲਾਂ ਨੂੰ ਬੂਟ ਖੋਲ ਕੇ ਮਤਲਬ ਕਮ ਸੇ ਕਮ ਸਪੋਰਟਸ ਵੈਨਿਊ ਚ ਨਾ ਕਰੋ। ਇਹ ਪੀਓ ਕੰਮ ਹੈ ਨਾ, ਖਾਣ ਪੀਣ ਦਾ ਖਾਓ ਜ਼ਰੂਰ ਪਰ ਪੀਣ ਨਹੀਂ। ਤੇ ਹਰ ਇੱਕ ਚੀਜ਼ ਦੀ ਜਗ੍ਹਾ। ਹਾਂ, ਕਿਉਂਕਿ ਇਹ ਇੱਕ ਮੇਰੇ ਹਿਸਾਬ ਨਾਲ ਨਾ ਡਿਸਰਿਸਪੈਕਟ ਹੈ ਪਲੇਅਰਸ ਦੀ, ਇਵੈਂਟ ਦੀ, ਪਰਿਵਾਰਾਂ ਦੀ, ਪਰਿਵਾਰਾਂ ਦੀ ਹਰ ਪਾਸਿਓਂ ਇਹ ਡਿਸਰਿਸਪੈਕਟ ਹੈ ਕਿ ਅਸੀਂ ਉਹੀ ਜਿਹੜਾ ਆਪਣਾ ਖਾਣ ਪੀਣ ਦਾ ਕਲਚਰ ਹੈ, ਘਰੋਂ ਆਪਾਂ ਮਹਿਫਲਾਂ ਲਾਉਂਦੇ ਹਾਂ, ਉਹ ਅਸੀਂ ਇੱਕ ਸਿੱਖਾਂ ਦੇ ਥਾਂ ਤੇ ਆ ਕੇ, ਸਿੱਖ ਗੇਮਾਂ ਦੇ ਵਿੱਚ ਆ ਕੇ, ਪਬਲਿਕ ਦੇ ਵਿੱਚ ਖੜ ਕੇ ਮਤਲਬ ਕੀ ਸਾਬਿਤ ਕਰਨਾ ਚਾਹੁੰਦੇ ਕਿ ਅਸੀਂ ਇੰਨੇ ਕੁ ਸੱਭਿਅਕ ਹੋ ਗਏ ਹਾਂ ਕਿ ਸਾਡੇ ਤੋਂ ਰਹਿ ਹੀ ਨਹੀਂ ਹੁੰਦਾ। ਨਾਲੇ ਵੀਰਾ ਮੈਂ ਗੱਲ ਦੇਖੀ ਆ, ਇੰਗਲੈਂਡ ਤੋਂ ਆਇਆ ਤੇ ਇੰਗਲੈਂਡ ਦੇ ਵਿੱਚ ਵੀ ਉੱਥੇ ਆਪਣੇ ਕਬੱਡੀ ਦੇ ਮੈਚ ਵਗੈਰਾ ਬਹੁਤ ਹੁੰਦੇ ਸੀ। ਮੈਂ ਗੱਲ ਕਰਦਾ 1970s ਦੇ ਦਹਾਕੇ ਦੇ ਮੈਚ ਵਗੈਰਾ ਹੁੰਦੇ ਸੀ। ਪਰ ਉੱਥੇ ਕੀ ਹੁੰਦਾ ਸੀਗਾ, ਸਾਰੇ ਬੰਦੇ ਜਾਂਦੇ ਸੀ। ਆ ਪਰਿਵਾਰ, ਬੱਚੇ ਜਾਂ ਸਾਡੀਆਂ ਭੈਣਾਂ, ਮਾਤਾਵਾਂ, ਕੋਈ ਨਹੀਂ ਸੀ ਜਾਂਦਾ। ਇਹੀ ਵਜ੍ਹਾ ਸੀ ਕਿ ਉੱਥੇ ਉਹਨਾਂ ਨੇ ਜਾਣਾ, ਖਾਣਾ ਪੀਣਾ, ਬਾਹਰ ਲੱਗੇ ਹੋਣੇ, ਢਾਣੇ ਵੱਡੇ ਹੋਣੇ, ਫਿਰ ਉੱਥੇ ਲੜਾਈਆਂ ਵੀ ਹੋਣੀਆਂ, ਝਗੜੇ ਵੀ ਹੋਣੇ। ਉਹ ਕਲਚਰ ਜਿਹੜਾ ਨਾ ਬਹੁਤ ਮਾੜਾ ਕਲਚਰ ਸੀ। ਅਸੀਂ ਇਦੋਂ ਬਹੁਤ ਲੱਕੀ ਕਹਿ ਲਓ, ਕਿਸਮਤ ਨਾਲ ਕਹਿ ਲਓ ਕਿ ਜੋ ਆਸਟ੍ਰੇਲੀਅਨ ਸੀ ਖੇਡਾਂ ਜਦੋਂ ਤੋਂ ਚੱਲੀਆਂ ਨੇ ਪਰਿਵਾਰਕ ਨੇ। ਇੱਥੇ ਪਰਿਵਾਰ ਆਉਂਦੇ ਨੇ, ਬੱਚੇ ਆਉਂਦੇ ਨੇ, ਸਾਡੀਆਂ ਭੈਣਾਂ ਆਉਂਦੀਆਂ ਨੇ, ਗੇਮਾਂ 'ਚ ਹਿੱਸਾ ਲੈਂਦੀਆਂ ਨੇ ਨਾ, ਬਹੁਤ ਸੋਹਣਾ ਮਾਹੌਲ ਬਣਦਾ ਹੈ। ਔਰ ਇਹਨੂੰ ਇੱਦਾਂ ਦਾ ਮਾਹੌਲ ਰੱਖਣ ਲਈ ਇਹ ਸਾਰਿਆਂ ਦਾ ਸਾਡਾ ਆਪਣਾ ਫਰਜ਼ ਬਣਦਾ ਕਿ ਅਸੀਂ ਰਲ ਮਿਲ ਕੇ ਇਹਨੂੰ ਇੱਦਾਂ ਦਾ ਹੀ ਰੱਖੀਏ ਤਾਂ ਕਿ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਵੀ ਆਉਂਦੀਆਂ ਰਹਿਣ। ਜੀ
ਹੁਣ ਮੈਂ ਅੱਗੇ ਚੱਲਦੇ ਹਾਂ ਆਪਾਂ ਤੇ ਸ਼ਾਇਦ ਉਧਰ ਫੋਰਸ ਵਾਲਿਆਂ ਦਾ ਫੰਕਸ਼ਨ ਸ਼ੁਰੂ ਹੋ ਗਿਆ ਤੇ ਭਾਜੀ ਉਹਨਾਂ ਨੇ ਤੁਸੀਂ ਜਾਣਾ ਉੱਧਰ ਲਾਈਵ ਕਰਨ। ਹਾਂਜੀ ਤੇ ਮੇਰੇ ਨਾਲ ਪਰਮਜੀਤ ਸਿੰਘ ਗਰੇਵਾਲ ਹਾਜ਼ਰ ਨੇ, ਜਿਹੜੇ ਕਿ ਜਦੋਂ ਵੀ ਉਧਰ ਆਪਾਂ ਕੋਰਸ ਦਾ ਫੰਕਸ਼ਨ ਲਾਈਵ ਕਰਾਂਗੇ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ। ਤੇ ਮੇਰੇ ਨਾਲ ਪਰਮਜੀਤ ਸਿੰਘ ਗਰੇਵਾਲ ਜੀ ਸ਼ਾਮਲ ਨੇ, ਜੋ ਕਿ ਗੁਰਦੁਆਰਾ ਕਲੇਟੀਗੜ੍ਹ ਸਾਹਿਬ ਦੇ ਪ੍ਰਧਾਨ ਨੇ। ਤੇ ਗਰੇਵਾਲ ਸਾਹਿਬ, ਸਵਾਗਤ ਹੈ ਪ੍ਰੋਗਰਾਮ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹਾਂ ਜੀ ਅਮਰ ਰੇਡੀਓ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਗੇਮਾਂ ਦੀ ਸ਼ੁਰੂਆਤ ਹੋਈ ਹੈ, ਤੁਸੀਂ ਵੀ ਸਪੀਚ ਦਿੱਤਾ ਤੇ ਗੁਰਦੁਆਰਾ ਸਾਹਿਬ ਵੱਲੋਂ ਸੰਗਤਾਂ ਵੱਲੋਂ, ਤੇ ਬਹੁਤ ਬਹੁਤ ਮੁਬਾਰਕਾਂ ਮੈਲਬਨ ਵਾਸੀਆਂ ਨੂੰ ਕਿ ਗੇਮਾਂ ਦਾ ਆਗਾਜ਼ ਬੜਾ ਖੂਬਸੂਰਤ ਹੋਇਆ। ਦੇਖੋ, ਪਹਿਲੀ ਗੱਲ ਤਾਂ ਵੀ ਜਿਹੜੀਆਂ ਸਿੱਖ ਗੇਮਜ਼ ਨੇ, ਸਿੱਖ ਗੇਮਾਂ ਲਈ ਵੀ ਸਾਨੂੰ ਗੁਰੂ ਨੇ ਇੱਕ ਸਿਧਾਂਤ ਦਿੱਤਾ ਸੀਗਾ, ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ। ਉਹਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀਆਂ ਸਿੱਖ ਗੇਮਾਂ 1987 'ਚ ਸ਼ੁਰੂ ਹੋਈਆਂ, ਦੇਖੋ ਕੋਈ ਸ਼ੱਕ ਨਹੀਂ, ਆਪਣੇ ਮਹਾਂਵੀਰ ਸਿੰਘ ਗਰੇਵਾਲ ਜੋ ਐਡਲੈਡ ਤੋਂ ਨੇ, ਉਹਨਾਂ ਨੇ ਸ਼ੁਰੂ ਕੀਤੀਆਂ ਸੀਗੀਆਂ। ਸਿੱਖ ਗੇਮਾਂ 'ਚ ਇਹ ਨਹੀਂ ਕਿ ਸਿਰਫ ਇਹ ਸਿੱਖ ਗੇਮਾਂ ਤੱਕ ਹੀ ਸੀਮਿਤ ਨੇ। ਜਿਹੜੀਆਂ ਸਿੱਖ ਗੇਮਾਂ ਨੇ, ਇਹਨਾਂ ਨਾਲ ਪਹਿਲਾਂ ਤਾਂ ਸਾਡਾ ਜਿਹੜਾ ਧਰਮ ਉਹ ਜੁੜਿਆ ਹੋਇਆ, ਧਰਮ ਜੁੜਿਆ ਸਾਡੀ ਲੈਂਗੁਏਜ, ਸਾਡਾ ਕਲਚਰ, ਸਾਡੀ ਇੱਕ ਦੂਏ ਨਾਲ ਭਾਈਬੰਦੀ, ਪਿਆਰ ਮੁਹੱਬਤ, ਸਾਡਾ ਸਿੱਖੀ ਦਾ ਵਜੂਦ, ਇਹ ਸਾਡਾ ਖਾਣਾ ਪੀਣਾ, ਰਹਿਣਾ ਬੋਲਣਾ ਕਹਿੰਦੇ ਹੁੰਦੇ ਨੇ, ਸਾਰੀਆਂ ਚੀਜ਼ਾਂ ਦੇ ਨਾਲ ਜੁੜੀਆਂ ਹੋਈਆਂ ਨੇ। ਇਹ ਬਹੁਤ ਵੱਡੀ ਇੱਕ ਪ੍ਰਾਪਤੀ ਹੈ ਆਸਟ੍ਰੇਲੀਆ ਵਿੱਚ। ਸਿੱਖ ਕੌਮ ਦੀ ਲੈ ਲਈਏ ਜਾਂ ਪੰਜਾਬੀ ਕੌਮ ਦੀ ਲੈ ਲਈ, ਕਹਿ ਦਈਏ ਕਿ ਅਸੀਂ ਅੱਜ ਆਸਟ੍ਰੇਲੀਆ ਦੇ ਵਿੱਚ ਇੱਕ ਛੋਟੀ ਜਿਹੀ ਕਮਿਊਨਿਟੀ ਕਰਕੇ ਵੀ ਅੱਜ ਸਾਡੀਆਂ ਕਿਹੜੀ ਸਿੱਖ ਗੇਮਾਂ ਨੇ, ਇਹ ਆਸਟ੍ਰੇਲੀਆ ਦੀ ਇੱਕ ਓਲੰਪਿਕ ਗੇਮ ਬਣ ਚੁੱਕੀ ਆ। ਐਡੀਆਂ ਵੱਡੀਆਂ ਗੇਮਾਂ ਮੇਰੇ ਹਿਸਾਬ ਨਾਲ ਕਿਤੇ ਵੀ ਨਹੀਂ ਆਸਟ੍ਰੇਲੀਆ 'ਚ ਹੋ ਰਹੀਆਂ, ਨਹੀਂ ਵਰਲਡ 'ਚ ਨਹੀਂ ਹੋ ਰਹੀ, ਵਰਲਡ 'ਚ ਨਹੀਂ ਹੋ ਰਹੀਆਂ। ਹੁਣ ਦੇਖੋ, ਇਹਦੇ ਵਿੱਚ 9,565 ਪਲੇਅਰ ਖੇਲ ਰਹੇ ਨੇ, ਬਹੁਤ ਵੱਡੀ ਪ੍ਰਾਪਤੀ ਹੈ। ਇੰਨੇ ਓਲੰਪਿਕ 'ਚ ਹੁੰਦੇ ਹੋਣਗੇ ਮੇਰੇ ਹਿਸਾਬ ਨਾਲ ਤਾਂ, ਹਾਂਜੀ 8,000 ਉਹਨਾਂ ਨੂੰ ਵੱਧ ਨੇ ਸਾਡੇ ਕੋਲ। ਹੁਣ ਤੁਸੀਂ ਦੇਖੋ ਵੀ ਏਡੀ ਵੱਡੀ ਪ੍ਰਾਪਤੀ ਕੀ ਹੋ ਸਕਦੀ ਹੈ। ਪਰ ਇੱਕ ਜ਼ਰੂਰਤ ਵੀ ਕਿਹੜੀਆਂ ਸਿੱਖ ਗੇਮਾਂ ਨੇ, ਇਹਨਾਂ ਨੂੰ ਨਸ਼ਿਆਂ ਤੋਂ ਰਹਿਤ ਕੀਤਾ ਜਾਵੇ। ਜੋ ਵੀ ਇੱਥੇ ਸਾਡੇ ਭੈਣ ਭਰਾ, ਸਾਡੇ ਬੱਚੇ ਆਉਂਦੇ ਨੇ, ਉਹ ਨਸ਼ੇ ਤੋਂ ਰਹਿਤ ਰਹਿਣ, ਕਿ ਸਭ ਨੂੰ ਵੱਡਾ ਕਿਹੜਾ ਰੋਗ ਆ ਉਹ ਨਸ਼ਿਆਂ ਦਾ। ਬਾਕੀ ਕਿਹੜੇ ਧੰਨਵਾਦ ਉਹਨਾਂ ਕਲੱਬਾਂ ਦਾ, ਸਪੋਰਟਸ ਕਲੱਬਾਂ ਦਾ, ਕਿਹੜੇ ਇਹਨਾਂ ਬੱਚਿਆਂ ਨੂੰ ਸੇਧ ਦੇ ਕੇ ਇੱਕ ਵਧੀਆ ਸਪੋਰਟਸ ਲਾ ਰਹੇ ਨੇ। ਇਹ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ, ਸਾਰੇ ਸਪੋਰਟਸ ਕਲੱਬਾਂ ਦਾ। ਕਹਿਣ ਨੂੰ ਤਾਂ ਛੁੱਟੀ ਲੱਗਦੀ ਗੱਲ, ਪਰ ਬਹੁਤ ਵੱਡੀ ਆਪਦਾ ਟਾਈਮ ਕੱਢ ਕੇ ਬੱਚਿਆਂ ਨੂੰ ਇੱਧਰ ਜੋੜਨਾ ਸਪੋਰਟਸ ਨਾਲ। ਖਰਚਾ ਕਾਫੀ ਆ ਜਾਂਦਾ ਹੈ ਪਰਿਵਾਰਾਂ ਦਾ, ਹਨਾ। ਦੇਖੋ ਤਿਆਰੀ ਕਰੀ ਜਾਣੀ, ਇਕਵਿਪਮੈਂਟ ਲੈਣੀ, ਤੇ ਟਿਕਟਾਂ ਲਾਉਣੀਆਂ, ਅਕੋਮੋਡੇਸ਼ਨ। ਤੇ ਅਸੀਂ ਪਹਿਲਾਂ ਹਿਸਾਬ ਲਾਉਂਦੇ ਸੀ ਜਦੋਂ ਸਾਰਾ ਵਰਕਆਊਟ ਕੀਤਾ ਸੀ ਕਿ ਇੱਕ ਪਰਿਵਾਰ ਦਾ $8,000 ਤੋਂ $12,000 ਲੱਗ ਜਾਂਦਾ ਹੈ। ਤੇ ਦੇਖੋ 9,000 ਪਲੇਅਰ ਆ ਗਿਆ, ਤੇ ਕਿੰਨਾ ਖਰਚਾ ਸਾਡੀ ਕਮਿਊਨਿਟੀ ਕੌਮ ਜਿਹੜੀ ਕਰ ਰਹੀ ਹੈ। ਚੰਗੇ ਪਾਸੇ ਨੂੰ ਆਸਟ੍ਰੇਲੀਆ ਲਈ ਬਹੁਤ ਵੱਡਾ, ਵਿਕਟੋਰੀਆ ਲਈ ਬਹੁਤ ਵੱਡੀ ਇਕਨੋਮਿਕ ਮਦਦ ਆ। ਲੱਖਾਂ ਡਾਲਰ ਖਰਚ ਕਰਕੇ ਜਾਣਾ, GST 'ਚ ਜਾਣੇ ਆ, GST ਜਾਣੇ, ਹਾਂਜੀ। ਇਸ ਕਰਕੇ ਬਹੁਤ ਵਧੀਆ ਗੱਲ ਆ ਕਿ ਅਸੀਂ ਇਹਨੂੰ ਅੱਗੇ ਵਧਾਈਏ, ਅੱਗੇ ਵੀ ਵਧਾਈਏ। ਤੇ ਚਲੋ ਤਾਂ ਪ੍ਰਬੰਧਕਾਂ ਨੇ ਮੈਨੇਜ ਕਰਨਾ ਵੀ ਸਾਡੀ ਅਜੇ ਆਮ ਬੰਦਿਆਂ ਵਾਂਗਰ ਇਹ ਫਰਜ਼ ਬਣਦੇ ਨੇ, ਹਾਂਜੀ, ਕਿ ਅਸੀਂ ਵੱਧ ਤੋਂ ਵੱਧ ਸਪੋਰਟ ਕਰੀਏ, ਸਾਥ ਦੇਈਏ, ਹਾਂਜੀ। ਤੇ ਇੱਦਾਂ 3 ਦਿਨ ਜਿਹੜੇ ਆ ਉਹਦੇ ਵਿੱਚ ਜਿੰਨੀ ਸਾਡੇ ਵੱਲੋਂ ਇਹ ਮਦਦ ਹੋ ਸਕਦੀ ਹੈ ਕਿ ਸਾਫ਼ ਸਫਾਈ ਦਾ ਖਿਆਲ ਰੱਖੀਏ, ਹਨਾ, ਲਾਈ ਕਢਾਈ ਤੋਂ ਬਚ ਰਹੀਏ, ਆ ਜਿਹੜੇ ਸ਼ਾਮ ਦਾ ਕਲਚਰ। ਚਲੋ ਦੂਜੀ ਗੱਲ ਕਿ ਤੁਹਾਨੂੰ ਪਤਾ ਕਿ ਵੀ ਕਿਹੜੀ ਸਿੰਘ ਸਭਾ ਆਸਟ੍ਰੇਲੀਆ ਦੀ ਵੱਡੀ ਸੰਸਥਾ, ਇਹਦੇ ਵੱਲੋਂ ਜਦ ਵੀ ਇੱਥੇ ਗੇਮਾਂ ਵਿਕਟੋਰੀਆ 'ਚ ਹੁੰਦੀਆਂ ਨੇ, ਪੂਰਾ ਯੋਗਦਾਨ ਪਾਇਆ ਜਾਂਦਾ।
ਹਾਂਜੀ, ਇਸ ਵਾਰੀ ਵੀ ਸਿੰਘ ਸਭਾ ਗੁਰਦੁਆਰਾ ਕਰੀਬਨ ਸਾਹਿਬ ਨੇ ਤੁਸੀਂ ਸਾਰਿਆਂ ਨੇ ਪ੍ਰਬੰਧਕਾਂ ਨੇ ਸੰਗਤਾਂ ਨੇ ਤਕਰੀਬਨ ਲੱਖ ਡਾਲਰ ਦੇ ਕਰੀਬ ਹਾਂਜੀ, ਲੱਖ ਸਪੋਰਟ ਕੀਤੀ ਯੋਗਦਾਨ ਕੀਤਾ। ਕਿਹੜਾ ਉਦੋਂ ਲੰਗਰ ਕੀਤੀ ਆ, ਜਦੋਂ ਲੋੜ ਸੀ। ਕਿਹੜਾ ਲੰਗਰ ਆ ਉਹ ਵੀ ਉੱਥੋਂ ਬਣ ਕੇ ਆ ਰਿਹਾ। ਠੀਕ ਹੈ, ਬਹੁਤ ਵਧੀਆ ਲੱਗਾ ਜੀ। ਬੜਾ ਕਿਹੜੀ ਸਾਡੇ ਜੰਗ ਬੱਚਿਆਂ ਨੇ ਕਿਹੜਾ ਪ੍ਰਬੰਧ ਕੀਤਾ, ਕਿਉਂਕਿ ਬਹੁਤ ਵਧੀਆ ਸਾਨੂੰ ਜੰਗ ਜਨਰੇਸ਼ਨ ਅੱਗੇ ਲੈ ਕੇ ਆਉਣੀ ਚਾਹੀਦੀ ਹੈ ਕਿ ਉਹਨਾਂ 'ਚ એનર્ਜੀ ਵੀ ਹੁੰਦੀ ਹੈ, ਉਹਨਾਂ ਦੀ ਸੋਚ ਵੀ ਬਖਸ਼ੀ ਹੈ। ਚਲੋ ਇਹਨਾਂ ਕਹਿੰਦਾ ਹਾਕਿਮ ਦਾ ਦਾਤ ਕਿਉਂ ਵਾਹਿਗੁਰੂ ਜੀ ਕਾ ਖਾਲਸਾ। ਥੈਂਕ ਯੂ। ਸੋ ਕਰਿਓ ਇਸ ਸਾਲ ਤੇ ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ ਤੇ ਕਰੀਬਨ ਗੁਰਦੁਆਰਾ ਸਾਹਿਬ ਤੋਂ ਹੋਰ ਵੀ ਸਾਡੇ ਪਤਵੰਤੇ ਸੱਜਣ ਆਉਣਗੇ ਗਰੇਵਾਲ ਸਾਹਿਬ ਦੇ ਨਾਲੇ ਬੈਠੇ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਾਉਂਦੇ ਰਹਾਂਗੇ। ਗਰਾਊਂਡਾਂ ਤੋਂ ਵੀ ਫੀਡਬੈਕ ਆਉਂਦੀ ਰਹੇਗੀ, ਵੀਡੀਓ ਕੈਮਰੇ ਜਾ ਚੁੱਕੇ ਨੇ, ਉੱਤੇ ਜਾ ਰਹੇ ਨੇ, ਤਾਂ ਉਹਨਾਂ ਦੀ ਵੀ ਆਪਾਂ ਕਰਾਂਗੇ। ਤਾਂ ਚਲੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਇੱਕ ਹੋਰ ਬੜੀ ਅਹਿਮ ਗੱਲਬਾਤ ਕਰਨੀ ਹੈ, ਕਿਉਂਕਿ ਇੱਥੇ ਸਾਰੇ ਕਮੇਟੀ ਮੈਂਬਰ ਸਾਡੇ ਆਸ-ਪਾਸ ਹੀ ਸਨ, ਅਸੀਂ ਉਹਨਾਂ ਦੇ ਆਸ-ਪਾਸ ਸੀ ਕਿਉਂਕਿ ਓਪਨਿੰਗ ਹੋਣੀ ਸੀ। ਸਾਡਾ ਕੁਦਰਤੀ ਮੀਡੀਆ ਰੂਮ ਵੀ ਬਿਲਕੁਲ ਨਾਲ ਹੀ ਸੀ। ਓਪਨਿੰਗ ਤਾਂ ਪਹਿਲਾਂ ਦੂਸਰੇ ਗਰਾਊਂਡਾਂ ਨੂੰ ਤਾਂ ਥੋੜੀ ਬਾਰਿਸ਼ ਕਰਕੇ ਇੱਧਰ ਕਰਨੀ ਪਈ। ਸੋ ਮੇਰੇ ਨਾਲ ਸੁਖਚੈਨ ਸਿੰਘ ਪਾਵਲਾ ਜੋ ਕਿ ਉਹ ਸ਼ਾਮਲ ਨੇ, ਤੇ ਮੈਂ ਉਹਨਾਂ ਦਾ ਸਵਾਗਤ ਕਰਦਾ। ਤੇ ਜੀ ਆਇਆਂ ਨੂੰ ਪਾਵਲਾ ਸਾਹਿਬ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਵਿੱਚ। ਸਤਿ ਸ੍ਰੀ ਅਕਾਲ ਅਮਨਦੀਪ ਭਾਜੀ, ਤੁਹਾਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਨਾਲ ਜਿੰਨੇ ਵੀ ਹਰਮਨ ਰੇਡੀਓ ਤੇ ਸਰੋਤੇ ਜੁੜੇ ਆ ਜਾਂ ਤੁਸੀਂ ਲਾਈਵ ਚੱਲ ਰਹੇ ਆ ਦਰਸ਼ਕ ਜੁੜੇ ਆ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਚਲੋ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਪਹਿਲਾਂ ਤਾਂ ਕਿ ਗੇਮਾਂ ਦੀ ਸ਼ੁਰੂਆਤ ਹੋਈ ਆ ਅਰਦਾਸ ਦੇ ਨਾਲ ਹੋਈ ਹੈ। ਤੇ ਲਾਰਡ ਮੇਅਰ ਆਏ ਹੋਏ ਸੀ। ਹਾਂਜੀ, ਮੈਲਬਨ ਦੇ ਲਾਰਡ ਮੇਅਰ ਜਿਹੜੇ ਪਹੁੰਚੇ ਹੋਏ ਸੀਗੇ ਜੀ, ਸੋ ਬੜੀ ਖੁਸ਼ੀ ਦੀ ਗੱਲ ਹੈ ਵੀ। ਵੈਸੇ ਇਹ ਚਲੋ ਇਹ ਤਾਂ ਅਰਦਾਸ ਸੀਗੀ, ਅਫੀਸ਼ੀਅਲ ਓਪਨਿੰਗ ਕੱਲ੍ਹ ਨੂੰ ਅਫੀਸ਼ੀਅਲ ਆਪਾਂ ਨੂੰ ਓਪਨਿੰਗ ਨਹੀਂ ਆਉਂਦਾ, ਮਤਲਬ ਗੇਮਸ ਸੈਰੇਮਨੀ ਕੱਲ੍ਹ ਨੂੰ 4:30 ਵਜੇ ਜਿਹੜੀ ਆਪਣੇ ਦਿਖ ਰਹੀ ਹੈ ਗਰਾਊਂਡ ਆਪਣੇ ਤੁਹਾਡੇ ਸੱਜੇ ਹੱਥ ਜਾਂ ਮੇਰੇ ਖੱਬੇ ਹੱਥ ਹੈਗੀ ਆ ਹਾਕੀ ਦਾ ਸਟੇਡੀਅਮ ਹੈ, ਇਹਦੇ ਵਿੱਚ ਜਿਹੜੀ ਆ ਗੇਮਸ ਸੈਰੇਮਨੀ ਔਰ ਜਿਹੜੀ ਸਾਰੇ ਜਿੰਨੇ ਵੀ ਪਾਰਟਿਸਪੈਂਟ ਹੈਗੇ ਆ ਉਹ ਸਾਰਿਆਂ ਨੂੰ ਮਤਲਬ ਪਰੇਡ ਜਿਹੜੀ ਹੈ ਪਰੇਡ ਦੀ ਬਣੀ ਹੈ। ਸੋ ਉਸ ਮਕਸਦ ਲਈ ਜਿਹੜਾ ਆ ਕੁਝ ਟਾਈਮ ਲਈ ਸਾਰੀਆਂ ਗੇਮਾਂ ਜਿਹੜੀਆਂ ਪੌਜ਼ ਹੋਣਗੀਆਂ। ਸੋ ਸਾਰੇ ਜਿਹੜੇ ਖਿਡਾਰੀ ਆ ਦਰਸ਼ਕ ਆ ਸਾਰਿਆਂ ਨੂੰ ਬੇਨਤੀ ਹੈ ਕਿ ਇੱਥੇ ਜ਼ਰੂਰ ਪਹੁੰਚਣ ਔਰ ਜਿਹੜੀ ਹੈ ਪਰੇਡ ਤੇ ਮਤਲਬ ਜਿਹੜੀ ਗੇਮ ਸੈਰੇਮਨੀ ਆ ਉਹਦਾ ਪਾਰਟ। ਦੇਖੋ ਭਾਜੀ, ਸਮੇਂ ਤੁਸੀਂ ਬਹੁਤ ਦੇਰ ਤੋਂ ਜਦੋਂ ਦੇ ਸਟੇਡੀਅਮ ਗੇਮਾਂ ਵਾਲੇ ਗੁਰਦੁਆਰਾ ਪ੍ਰਬੰਧਕੀ ਚ ਵੀ, ਤੇ ਤੁਸੀਂ ਵੀ ਨੋਟ ਕੀਤਾ ਹੈ ਕਿ ਸਮੇਂ-ਸਮੇਂ ਸਿਰ ਬਦਲਾਵ ਕਰਨੇ ਪੈਂਦੇ ਨੇ। ਪਹਿਲਾਂ ਓਪਨਿੰਗ ਹੁੰਦੀ ਸੀ ਸ਼ੁਰੂ, ਉਹ ਤੋਂ ਬਾਅਦ ਮੈਚ ਸ਼ੁਰੂ ਹੁੰਦੇ ਸੀ, ਕਿਉਂਕਿ ਟੀਮਾਂ ਥੋੜ੍ਹੀਆਂ ਹੁੰਦੀਆਂ ਸੀ। ਫਿਰ ਵਿਚਾਲੇ ਵਾਲੇ ਦਿਨ ਕੀਤੀ ਹੈ ਤੇ ਹੁਣ ਉਹਦੇ ਲਈ ਹਾਂਜੀ, ਕੁਛ ਤਾਂ ਜਿੱਦਾਂ ਕਹ ਲਓ ਵੀ ਗੇਮਸ ਦਾ ਜਿਹੜਾ ਸਾਈਜ਼ ਹੈ ਜਾਂ ਜਿਹੜੀ ਸਕੇਲ ਆ ਬਹੁਤ ਵੱਡੀ ਹੋ ਗਈ ਹੈ। ਹੁਣ ਅਗਰ ਅਸੀਂ ਇਹ ਦੇਖੀਏ ਕਿ 8-9 ਵਜੇ ਪਹਿਲੇ ਦਿਨ ਅਰਦਾਸ ਬੇਨਤੀ ਜਾਂ ਓਪਨਿੰਗ ਸੈਰੇਮਨੀ ਕਰਕੇ ਉਹ ਤੋਂ ਬਾਅਦ ਗੇਮਾਂ ਦਾ ਆਗਾਜ਼ ਕਰੀਏ ਤਾਂ ਮੇਰਾ ਖਿਆਲ ਹੈ ਵੀ ਅਸੀਂ ਫਿਰ ਸਮੇਂ ਸਿਰ ਜਿਹੜਾ ਉਹਨੂੰ ਨਹੀਂ ਸਮਾਪਤੀ ਕਰ ਪਾਵਾਂਗੇ ਜਿੰਨੇ ਕਿ ਮਤਲਬ ਹੋ ਗਏ। ਮੇਰਾ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਕਿ ਜਿਹੜੇ ਸੋਕਰ ਫੁੱਟਬਾਲ ਜਿਹੜਾ ਮਤਲਬ ਖਾਸ ਕਰਕੇ ਉਹਦੇ ਵਿੱਚ ਬੱਚੇ ਦੀਆਂ ਟੀਮਾਂ ਬਹੁਤ ਜ਼ਿਆਦਾ ਹੋ ਗਈਆਂ, ਜਿਹੜੀ ਕਿ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਡੇ ਲਈ ਕਿ ਸਾਡੇ ਜਿਹੜੇ ਬੱਚੇ ਉਹ ਖੇਡਾਂ ਦੇ ਨਾਲ ਜੁੜ ਰਹੇ ਆ। ਖੇਡਾਂ ਜਿਹੜੀਆਂ ਸਰੀਰਕ ਤੰਦਰੁਸਤੀ ਦਿੰਦੀਆਂ ਮਾਨਸਿਕ ਜਿਹੜੀ ਹੈ ਤੰਦਰੁਸਤੀ ਉਹਦੇ ਚ ਬੜਾ ਵੱਡਾ ਯੋਗਦਾਨ ਹੈ ਖੇਡਾਂ ਦਾ। ਚਾਅ ਵੀ ਰਹਿੰਦਾ ਬੱਚਿਆਂ ਨੂੰ ਤੇ ਅਸੀਂ ਜਾਣਾ ਹੈ ਖੇਲਣਾ ਹੈ, ਫਿਰ ਸੋਸ਼ਲਾਈਜ਼ ਵੀ ਹੋਣਾ, ਮਿਲਣਾ ਗਿਲਣਾ ਵੀ ਇੱਕ ਦੂਜੇ ਨੂੰ। ਮੇਰਾ ਖਿਆਲ ਵੀ ਜੇ ਅਸੀਂ ਜਾਂ ਪਾਰਟੀ ਜਾਂ ਵਿਆਹ ਸ਼ਾਦੀ ਜਾਂ ਕਿਸੇ ਹੋਰ ਚੀਜ਼ ਤੇ ਜਾਣਾ ਹੋਵੇ ਨਾ ਇੰਨਾ ਉਤਸ਼ਾਹ ਨਹੀਂ ਹੁੰਦਾ, ਬੱਚੇ ਜਾਂਦੇ ਹੀ ਜਿੰਨਾ ਕਿ ਸਿੱਖ ਖੇਡਾਂ ਤੇ ਮਤਲਬ ਪਹੁੰਚਣ ਦਾ ਬੱਚਿਆਂ ਨੂੰ ਛੱਡੋ ਬਜ਼ੁਰਗਾਂ ਨੂੰ ਹਰ ਇੱਕ ਨੂੰ ਹੀ ਚਾਅ ਹੁੰਦਾ ਕਿ ਜਾਣਾ। ਜਿੱਦਾਂ ਮਤਲਬ ਬੱਚਿਆਂ ਨਾਲ ਇੱਕ ਦੂਜੇ ਨੂੰ ਮਿਲਦੇ ਆ, ਜਿਹੜੇ ਸਿਆਣੇ ਬਜ਼ੁਰਗ ਮਤਲਬ ਉਹ ਕਹਿੰਦੇ ਕਿ ਸਾਡੇ ਹਾਣੀ ਉੱਥੇ ਪਤਾ ਨਹੀਂ ਇੱਕ ਜਗ੍ਹਾ ਤੇ ਕਿੰਨੇ ਜਿੱਦਾਂ ਰੂਹਾਂ ਦੇ ਦਰਸ਼ਨ ਹੋਣੇ। ਸੋ ਇਹ ਜਿਹੜੀਆਂ ਖੇਡਾਂ ਤਾਂ ਹੈ ਹੀ ਆ, ਇਹ ਭਾਈਚਾਰਕ ਸੁਮੇਲ ਦਾ ਵੀ ਬਹੁਤ ਵੱਡਾ ਇਹ ਜਿਹੜਾ ਸਾਧਨ ਹੈ। ਦੇਖੋ ਜੇ ਮੈਲਬਨ ਚ ਆ ਕੇ ਅਸੀਂ ਤੁਹਾਨੂੰ ਮਿਲਣਾ, ਸੁਖਵੰਤ ਭਾਈ ਨੂੰ ਮਿਲਣਾ ਜਾਂ ਇੱਧਰ ਸਾਊਥ ਚ ਮਿਲਣਾ, ਔਰ ਤੇ ਮਿਲਣਾ ਮਿਲ ਨਹੀਂ ਸਕਦੇ। ਹੁਣ ਸਾਰਿਆਂ ਨੂੰ ਮਿਲਣਾ ਜਿੱਦਾਂ ਕਹ ਲਓ ਵੀ
ਉਹ ਫਿਰ ਤੁਸੀਂ ਇਕੱਲੇ ਇਕੱਲੇ ਕੋਲ ਚੱਲ ਕੇ ਜਾਓਗੇ। ਹੁਣ ਸਾਰੇ ਜਣੇ ਚੱਲ ਕੇ ਇੱਕ ਥਾਂ ਪਹੁੰਚੇ ਆ, ਜਾਏ ਚਲੋ ਗੇਮਾਂ ਨੂੰ ਵੀ ਦੇਖਣ, ਆਨੰਦ ਮਾਣਨ, ਔਰ ਜਿਹੜੇ ਬਾਹਰੋਂ ਸਾਡੇ ਮਹਿਮਾਨ ਆਏ ਹੋਏ ਆ ਉਹਨਾਂ ਨੂੰ ਵੀ ਮਿਲਣ ਲਈ, ਜੀ ਆਇਆਂ ਕਹਿਣ ਲਈ। ਸੋ ਸਾਰੇ ਇਕੱਠੇ ਇੱਕ ਜਗ੍ਹਾ ਤੇ, ਮਤਲਬ ਇਕੱਠੇ ਸਾਰਿਆਂ ਦੇ ਦਰਸ਼ਨ ਇੱਕ ਜਗ੍ਹਾ ਤੇ ਹੋ ਜਾਣਗੇ। ਬਿਲਕੁਲ, ਤੇ ਬਹੁਤ ਬਹੁਤ ਧੰਨਵਾਦ ਭਾਜੀ। ਤੇ ਅਸੀਂ ਕੋਸ਼ਿਸ਼ ਕਰਨੀ ਹੈ ਤਿੰਨੇ ਨੇ ਲਾਈਵ ਕਰਨ ਦੀ, ਤੇ ਜਿਹੜੀ ਸਾਨੂੰ ਮਿਲੀ ਆ ਵਧੀਆ ਬਹੁਤ। ਤੇ ਅਸੀਂ ਗਰਾਊਂਡਾਂ 'ਚ ਵੀ ਕਰਾਂਗੇ, ਹੋ ਸਕਦਾ ਜਦੋਂ ਕਬੱਡੀ ਦੇ ਵਿੱਚ ਕਬੱਡੀ ਦਾ ਵੀ ਮੈਚ ਅਸੀਂ ਬ੍ਰੌਡਕਾਸਟ ਕਰ ਸਕਦੇ ਹਾਂ। ਤੇ ਇਹਦੇ ਬਾਰੇ ਰਿਸ਼ਪਾਲ ਭਾਜੀ ਤੁਹਾਡੇ ਨਾਲ ਗੱਲ ਕਰਨਗੇ, ਫੀਡ ਦੇ ਬਾਰੇ ਲੈ ਜਾਓ, ਤੇ ਪਬਲਿਕ ਹੈਗੀ ਆ ਕਬੱਡੀ ਦੀ। ਹਾਂਜੀ, ਮੈਂ ਉੱਧਰ ਵੀ ਜ਼ਰੂਰ ਕਰੂੰਗਾ। ਮੈਂ ਸਮੁੱਚੇ ਤੌਰ ਤੇ ਹਰਮਨ ਰੇਡੀਓ ਦਾ ਵੀ ਤੇ ਬਾਕੀ ਸਾਰੇ ਮੀਡੀਆ ਅਦਾਰੇ, ਇੰਡੋਸ ਟੀਵੀ, ਰੇਡੀਓ 4 EV, ਹੋਰ ਵੀ ਜਿੰਨੇ ਵੀ, ਸੌਰੀ ਕੇਵਲ ਦਾ ਜਾ ਚੁੱਕਿਆ, ਮੈਂ ਕਿਸੇ ਦਾ ਜਾਣ ਬੁੱਝ ਕੇ ਨਾਂ ਨਹੀਂ ਭੁੱਲਣਾ ਚਾਹੁੰਦਾ। ਸੋ ਸਾਰੇ ਹੀ ਸਮੁੱਚੇ ਜਿਹੜੇ ਮੀਡੀਆ ਅਦਾਰੇ ਇੱਥੇ ਪਹੁੰਚੇ ਹੋਏ ਆ, ਬਹੁਤ ਬਹੁਤ ਧੰਨਵਾਦ। ਮੈਂ ਅਕਸਰ ਕਹਿੰਦਾ ਮੀਡੀਆ ਦੇ ਹੱਥ 'ਚ ਪਾਵਰ ਹੈ ਕਿਸੇ ਚੀਜ਼ ਨੂੰ ਵੀ ਮੇਕ ਔਰ ਬ੍ਰੇਕ ਕਰਨਾ। ਸੋ ਜਦੋਂ ਵੀ ਮੈਂ ਕਹਿੰਦਾ ਹੁੰਦਾ ਵੀ ਆਪਾਂ ਇਹੋ ਜਿਹਾ ਕਰੀਏ, ਠੀਕ ਹੈ, ਜਦੋਂ ਐਡਾ ਬੜਾ ਪ੍ਰਬੰਧ ਕਰਨਾ, ਇੱਥੇ ਕੁਛ ਨਾ ਕੁਛ ਹੁਣ ਤਾਈਆਂ ਗਲਤੀਆਂ ਹੋਣੀਆਂ, ਉਹ ਪ੍ਰਬੰਧਕਾਂ ਦੇ ਕੰਨਾਂ 'ਚ ਫੂਕ ਮਾਰਦੇ। ਜੋ ਵਧੀਆ ਕੰਮ ਹੋਇਆ ਉਹ ਸਾਰੇ ਉਹ ਤਾਂ ਦਿਖਾਈ ਰਹੇ, ਅਸੀਂ ਖੋ-ਖੋ ਵੀ ਲਾਈਵ ਕਰ ਰਹੇ ਹਾਂ, ਸਾਰੇ ਕ੍ਰਿਕਟ, ਹਾਕੀ, ਅਸੀਂ ਸਾਰੇ ਕਰ ਰਹੇ। ਤੇ ਇੱਕ ਬੇਨਤੀ ਤੁਹਾਡੇ ਪ੍ਰਬੰਧਕਾਂ ਦਾ ਹੈਗਾ ਵੀ ਜੇ ਸਾਨੂੰ ਫੀਡ ਮਿਲ ਜਾਵੇ ਇੱਕ ਅੱਧਾ ਮੈਚ ਅਸੀਂ ਕਬੱਡੀ ਦਾ ਵੀ ਦਿਖਾ ਸਕਦੇ ਹਾਂ, ਤੇ ਕੋਸ਼ਿਸ਼ ਕਰਿਓ। ਹਾਂਜੀ, ਜ਼ਰੂਰ ਤੁਹਾਡੀ ਜਿਹੜੀ ਹੈ ਮੇਨ ਆਰਗੇਨਾਈਜ਼ਰ ਕਬੱਡੀ ਵਾਲੇ, ਉਹਨਾਂ ਤੱਕ ਤੁਹਾਡੀ ਬੇਨਤੀ ਜ਼ਰੂਰ ਪਹੁੰਚਦੀ ਕਰਾਂਗੇ ਜੀ। ਇਹਦੇ ਨਾਲ ਹੀ ਬੋਲਦੇ ਆ, ਕੋਈ ਭੁੱਲ ਹੋ ਗਈ ਹੋਵੇ ਤਾਂ ਕਿਵੇਂ ਦਾ ਜਾਂਚ ਕਿਹਾ ਜੀ। ਇੱਕ ਵਾਰੀ ਫਿਰ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਔਰ ਸਾਰੇ ਪ੍ਰਬੰਧਕਾਂ ਨੂੰ, ਸਾਰੇ ਖੇਡ ਪ੍ਰੇਮੀਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਸੋ ਇਹ ਸਨ ਸਤਨਾਮ ਸਿੰਘ ਪਾਵਲਾ ਜੀ ਸਾਡੇ ਨਾਲ ਜੁੜੇ ਸਨ, ਜੋ ਕਿ ਪ੍ਰਬੰਧਕੀ ਦੇ ਵਿੱਚ ਨੇ, ਤੇ ਸਾਨੂੰ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਗੇਮਾਂ ਜਿਹੜੀਆਂ ਪ੍ਰਬੰਧ ਕੀਤੀਆਂ ਜਾ ਰਹੀਆਂ, ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕੀ ਬ੍ਰੌਡਕਾਸਟ ਕਰਾਂਗੇ। ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਸਾਡਾ ਮੀਡੀਆ ਰੂਮ, ਸਾਡਾ ਕਮੈਂਟਰੀ ਰੂਮ, ਤੇ ਇਹਦੇ ਬਾਰੇ ਵੀ ਤੁਹਾਡੇ ਨਾਲ ਸਾਂਝ ਪਾਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ। ਤੇ ਸਾਹਮਣੇ ਦੇ ਬੈਕਗਰਾਊਂਡ ਦੇ ਵਿੱਚ ਕੋਰਟ ਦਾ ਫੰਕਸ਼ਨ ਚੱਲ ਰਿਹਾ। ਸੋ ਮੈਂ ਕੋਸ਼ਿਸ਼ ਕਰਦਾ ਕਿ ਆਪਾਂ ਪ੍ਰੋਗਰਾਮ ਜਾਰੀ ਰੱਖਦੇ ਹਾਂ। ਥੋੜ੍ਹੀ ਦੇਰ ਤੱਕ ਕ੍ਰਿਕਟ ਗਰਾਊਂਡ ਦੇ ਵਿੱਚ ਅਸੀਂ ਫੀਡ ਲਵਾਂਗੇ, ਤੇ ਉਸ ਤੋਂ ਬਾਅਦ ਅਸੀਂ ਲੰਗਰ ਏਰੀਏ 'ਚ ਫੀਡ ਲਵਾਂਗੇ। ਤੇ ਕੋਰਸ ਜਿਹੜੇ ਔਰਤਾਂ ਵਾਸਤੇ ਪ੍ਰੋਗਰਾਮ ਰੱਖਿਆ ਗਿਆ ਹੈ 3 ਦਿਨ, ਉਹਨਾਂ ਦੇ ਮਨੋਬਲ ਨੂੰ ਉੱਚਾ ਕਰਨ ਦੇ ਲਈ, ਉਹਨਾਂ ਦੀ ਮਨ ਸ਼ਕਤੀ ਨੂੰ ਉੱਚਾ ਕਰਨ ਦੇ ਲਈ। ਤੇ ਉਹ ਡਿਸਪਲੇ ਵੀ ਲਾ ਰਹੀਆਂ, ਕਲਚਰ ਵੀ ਦਿਖਾ ਰਹੀਆਂ, ਕਿਉਂਕਿ ਸਿੱਖ ਖੇਡਾਂ ਦੇ ਵਿੱਚ ਨਾ ਜਿਹੜੀ ਔਰਤਾਂ ਦੀ ਸ਼ਮੂਲੀਅਤ ਹੈ ਤਕਰੀਬਨ 60% ਹੈ, ਤੇ ਉਹਨਾਂ ਵਾਸਤੇ ਬਹੁਤ ਵਧੀਆ ਵਧੀਆ ਡਿਸਪਲੇ ਰੱਖੇ ਹੋਏ ਨੇ। ਤੇ ਅਸੀਂ ਪੰਜਾਬੀ ਸੱਥ ਵੀ ਤੁਹਾਨੂੰ ਦਿਖਾਵਾਂਗੇ, ਜਿੱਥੇ ਸਾਡੇ ਕਲਚਰ ਦੀ ਗੱਲ ਕੀਤੀ ਜਾਂਦੀ ਹੈ। ਤੇ ਉਸ ਤੋਂ ਬਾਅਦ ਹੁਣ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਮੇਰੇ ਕੋਲ ਸਾਰੇ ਕਮਾਉਂਦੇ ਆ ਪੈਸਿਆਂ ਥੋੜੀ ਕੋਈ ਕੰਪੈਰੀ ਹੁੰਦਾ। ਜਿਹੜੇ ਆਹ ਚੀਜ਼ਾਂ ਕੀਤੀਆਂ ਆ ਇਹਨਾਂ ਨੇ ਤੁਹਾਨੂੰ ਗ੍ਰੇਟ ਬਣਾਉਣਾ, ਹਨਾ, ਤੇ ਯੂ ਆਰ ਔਨ ਦਾ ਰਾਈਟ ਟਰੈਕ। ਯੈਸ, ਹਸਬੈਂਡ ਨੇ ਵੀ $100 ਮੈਨੂੰ ਕਹਿ ਦਿੰਦੇ ਕੈਮਿਸਟਰੀ ਦੀ ਟਿਊਸ਼ਨ ਪੜ੍ਹਾ ਦਿੰਦੀ, $100 ਘੰਟਾ ਦਿੰਦੇ। ਮੈਂ ਕਿਹਾ ਜੀ ਕਮਿਊਨਿਟੀ ਦਾ ਕੰਮ ਵੀ ਕਿਸੇ ਨੂੰ ਕਰਨਾ। ਨਹੀਂ ਸਹੀ ਹੈ, ਨਹੀਂ ਬਾਤ ਤੁਹਾਡੀ ਟੀਚਿੰਗ ਦੀ ਬਹੁਤ ਵਧੀਆ, ਮੈਂ ਦੇਖਦਾ ਤੁਹਾਡਾ ਬਹੁਤ ਵਧੀਆ ਐਪਰੀਸ਼ੀਏਟ। ਤੁਸੀਂ ਜੀ ਇੱਕ ਦਿਨ ਜੀ ਜਦੋਂ ਗੱਲ ਸ਼ੁਰੂ ਕਰਨੀ ਹੈ ਨਾ, ਬ੍ਰਿਸਬਨ ਦੀ ਇੰਟਰੋਡਕਸ਼ਨ ਦੇ ਕੇ, ਸਾਡੀ ਇੱਥੇ ਮੈਲਬਨ ਦੇ ਵਿੱਚ ਜਿਹੜੀ ਵੂਮਨ ਲੀਗ ਦੇ ਵਿੱਚ ਹੈਗੀਆਂ ਕੁੜੀਆਂ, ਆਹ ਦੋਨੋਂ ਆ, ਤੇ ਨਾਲ ਕਲਚਰਲ ਵਾਲੇ ਹੈਗੇ, ਤੇ ਇਹਨਾਂ ਦੀ ਕਿੱਦਾਂ ਸਪੋਰਟ ਆ ਮੈਲਬਨ ਨੂੰ, ਇਦਾਂ ਦੀ ਗੱਲ ਸ਼ੁਰੂ ਕਰਿਓ। ਤੇ ਅਸੀਂ ਕਿਸਮਤ ਵਾਲੇ ਹਾਂ ਕਿ ਸਾਡੇ ਨਾਲ ਉਹ ਕੁੜੀ ਵੀ ਹੈਗੀ ਹੈ ਜਿਨ੍ਹਾਂ ਦੇ ਪਰਿਵਾਰਾਂ ਨੇ ਬ੍ਰਿਸਬਨ ਦੇ ਵਿੱਚ ਸ਼ੁਰੂ ਚ ਗੇਮਾਂ ਸ਼ੁਰੂ ਕੀਤੀਆਂ। ਤੁਸੀਂ ਭੈਣ ਜੀ ਸਤਵਿੰਦਰ ਹਨ? ਹਾਂਜੀ, ਤੁਸੀਂ ਪਰਸੋਂ? ਵਾਹ ਜੀ ਵਾਹ, ਠੀਕ ਆ। ਮੈਲਬੌਰਨ, ਬ੍ਰਿਸਬੇਨ, ਪਰਥ। ਨਹੀਂ, ਇਹ ਵੀ ਬ੍ਰਿਸਬਨ ਦੀ ਹੈ। ਨਹੀਂ, ਹੁਣ ਤੁਸੀਂ ਹੁਣ ਇੱਥੇ ਮੂਵ ਹੋਏ ਜਾਂ ਵੈਸੇ? ਅੱਛਾ, ਮੈਂ ਕਿਹਾ ਸ਼ਾਇਦ ਮੂਵ ਹੋ ਗਿਆ। ਅੱਛਾ ਤੁਸੀਂ, ਠੀਕ ਆ, ਹਾਂ ਠੀਕ ਹੈ। ਇੱਥੇ ਵੀ ਆਈ ਹੋਈ ਸਰਨੇ ਦੀ ਕੁੜੀ, ਇੱਥੇ ਵੀ ਆਈ। ਅੱਛਾ ਠੀਕ ਆ, ਚਲੋ ਕਰੀਏ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਮੈਂ ਦਲਜੀਤ ਸਿੰਘ। 38ਵੀਆਂ ਸਿੱਖ ਗੇਮਸ ਜਿਹੜੀਆਂ ਕਿ ਮੈਲਬੌਰਨ ਦੇ ਵਿੱਚ ਹੋ ਰਹੀਆਂ, ਤੇ ਅਸੀਂ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ ਹਰ ਈਵੈਂਟਸ ਦੇ ਨਾਲ ਜਿਹੜੇ ਕਿ ਇੱਥੇ ਹੋ ਰਹੀਆਂ ਨੇ। ਤੇ 4 ਚੰਨ ਲੱਗੇ ਹੋਏ ਆ, ਤੇ 4 ਚੰਨ ਲਾਉਣ ਦੇ ਵਿੱਚ ਸਾਡੀਆਂ ਭੈਣਾਂ, ਮਾਤਾਵਾਂ, ਸਾਡੀਆਂ ਧੀਆਂ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਤੇ ਕੌਰ ਸ਼ਾਈਨਿੰਗ, ਜਦੋਂ ਅਸੀਂ ਇੱਥੇ 3rd ਫਲੋਰ ਹਾਕੀ ਸੈਂਟਰ ਦੇ ਵਿੱਚ ਆਏ ਹਾਂ, ਤੇ ਜਿੱਦਾਂ ਦਾ ਮਾਹੌਲ, ਜਿੱਦਾਂ ਦਾ ਇੱਥੇ ਡੈਕੋਰੇਸ਼ਨ ਇਹਨਾਂ ਨੇ ਕੀਤੀ ਆ, ਮਨ ਜਿੱਦਾਂ ਕਹਿ ਲਓ ਵੀ ਬਾਗੋ ਬਾਗ ਹੋ
ਗਿਆ ਤੇ ਖੈਰ ਤੇ ਸਾਡੇ ਨਾਲ ਬਹੁਤ ਹੀ ਖੂਬਸੂਰਤ ਜਿਹੜੇ ਨੇਚਰ ਵਾਲੀਆਂ ਸਾਡੀਆਂ ਭੈਣਾਂ ਸਾਡੇ ਨਾਲ ਹੈ। ਤੇ ਸਭ ਤੋਂ ਪਹਿਲਾਂ ਦੇਖੋ ਇਹ ਤੁਸੀਂ ਜਾਣਦੇ ਹੋਵੋਗੇ ਪਰ ਮੇਰਾ ਫਰਜ਼ ਬਣਦਾ ਇੰਟਰੋਡਕਸ਼ਨ ਕਰਾਉਣ ਦਾ। ਬ੍ਰਿਸਬੇਨ ਦੀ ਸ਼ਾਨ ਨੇ ਸਾਡੇ ਜੋਤੀ ਭੈਣ ਜੀ, ਸਾਡੀ ਜੈਸਿਕਾ ਬ੍ਰਿਸਬੇਨ ਤੋਂ ਨੇ, ਸਤਵਿੰਦਰ ਭੈਣ ਜੀ ਸਾਡੇ ਭਾਰਤ ਤੋਂ ਨੇ। ਤੇ ਇਹ ਕੋਈ ਕਹਿ ਲਓ ਕਿ ਜਿਹੜੇ ਈਵੈਂਟਸ ਹੁੰਦੇ ਆ ਉਹਦੇ ਵਿੱਚ ਸਾਡੀਆਂ ਜਿਹੜੀਆਂ ਭੈਣਾਂ ਆ ਉਹਨਾਂ ਦਾ ਬਹੁਤ ਵੱਡਾ ਇੱਕ ਯੋਗਦਾਨ ਆ। ਇਕੱਲੇ ਜਿਹੜੇ ਮਰਦੇ ਆ ਸ਼ਾਇਦ ਕਿਉਂਕਿ ਜੇ ਘਰ ਤੋਂ ਸਪੋਰਟ ਨਹੀਂ ਮਿਲਦੀ ਅਸੀਂ ਇਹ ਕੰਮ ਜਿਹੜੇ ਨੇਪਰੇ ਨਹੀਂ ਚਾੜ ਸਕਦੇ। ਤੇ ਜੋਤੀ ਜੀ ਦੀ ਭੂਮਿਕਾ ਤਾਂ ਪਹਿਲਾਂ ਤੋਂ ਹੀ ਆਲੇ ਦਰਜੇ ਦੀ ਰਹੀ ਆ। ਹਰ ਵਾਰੀ ਜਿਹੜੀ ਮੁੱਖ ਲੀਡ ਦੇ ਵਿੱਚ ਜਿਹੜਾ ਇਹਨਾਂ ਨੇ ਭੂਮਿਕਾ ਨਿਭਾਈ ਆ। ਤੇ ਸਭ ਤੋਂ ਪਹਿਲਾਂ ਬਹੁਤ ਬਹੁਤ ਤੁਹਾਡਾ ਸਵਾਗਤ ਆ। ਤੇ ਕੁਛ ਕੁ ਦੱਸੋ ਇਦਾਂ ਦਾ ਕਿਉਂਕਿ ਤੁਸੀਂ ਬਹੁਤ ਲੰਬੇ ਸਮੇਂ ਤੋਂ ਹਰ ਵਾਰ ਚਾਹੇ ਬ੍ਰਿਸਬੇਨ ਹੁੰਦੀਆਂ ਹੋਣ, ਸਿਡਨੀ ਹੁੰਦੀਆਂ ਹੁਣ, ਕਿਤੇ ਵੀ ਹੋਣਗੀਆਂ ਤੁਸੀਂ ਕੋਈ ਨਾ ਕੋਈ ਭੂਮਿਕਾ ਜਿਹੜੀ ਨਿਭਾਉਂਦੇ ਹੋ। ਤੇ ਕਿੱਦਾਂ ਦਾ ਲੱਗਦਾ ਇੱਥੇ ਆ ਕੇ ਮੈਲਬੌਰਨ ਦਾ ਇਸ ਵਾਰ? ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਇੰਡੋਜ਼ ਟੀਮ ਦਾ ਕਿ ਸਾਨੂੰ ਤੁਸੀਂ ਮੌਕਾ ਦਿੱਤਾ। ਇਹ ਮੈਸੇਜ ਜਿਹੜੇ ਆ ਅੱਜ ਜੋਗੇ ਹੀ ਨਹੀਂ ਜਾਂ ਅਗਲੇ ਸਾਲ ਲਈ ਨਹੀਂ, ਇਹ ਹਮੇਸ਼ਾ ਲਈ ਆਪਣੀ ਨੈਕਸਟ ਜਨਰੇਸ਼ਨ ਦੇ ਲਈ ਹੈ। ਤੇ ਉਸ ਤੋਂ ਬਾਅਦ ਧੰਨਵਾਦ ਕਰਦੇ ਹਾਂ ਜਿਹਨਾਂ ਲੋਕਾਂ ਨੇ ਸੁਣਨਾ ਆ ਤੇ ਮੈਸੇਜ ਅੱਗੇ ਪਾਸ ਕਰਨਾ ਹੈ। ਸੋ ਸਾਡੀ ਜਿਹੜੀ ਕੰਟਰੀਬਿਊਸ਼ਨ ਆ, ਜੈਸਿਕਾ ਐਂਡ ਮਾਈ ਸੈਲਫ ਦੋਨੋਂ ਜਾਣੇ ਅਸੀਂ ਨੈਸ਼ਨਲ ਕਮੇਟੀ ਦੇ ਵਿੱਚ ਹੈਗੇ ਆ। ਸੇਵਾ ਉੱਥੇ ਕਰੀਦੀ ਆ ਐਜ਼ ਏ ਕਲਚਰਲ ਕੋਆਰਡੀਨੇਟਰ ਦੀ, ਤੇ ਜੈਸਿਕਾ ਹੁਣੀ ਹੈਗੇ ਆ ਵੂਮਨ ਲੀਡ ਦੀ, ਤੇ ਸਤਵਿੰਦਰ ਪਰਥ ਤੋਂ ਹੈਗੇ ਸਾਡੇ ਨਾਲ। ਤੇ ਇਹਦੇ ਵਿੱਚ ਇਹ ਆ ਕਿ ਕੋਆਰਜ਼ ਲੀਡ ਜਿਹੜੀ ਇਹਨਾਂ ਨੇ ਮੈਲਬਰਨ ਨੂੰ ਮੈਂ ਸ਼ਾਬਾਸ਼ੀ ਦਊਂਗੀ ਕਿ ਇਹਨਾਂ ਨੇ ਇੱਕ ਨਵੀਂ ਚੀਜ਼ ਸ਼ੁਰੂ ਕੀਤੀ ਹੈ ਜਿਹੜਾ ਕਿ ਵੂਮਨ ਐਮਪਾਵਰਮੈਂਟ ਦੇ ਲਈ ਇਹਨਾਂ ਨੇ ਕੁਝ ਕੁ ਕਹਿੰਦੇ ਹੁੰਦੇ ਆ ਕਿ ਸਪੀਕ ਹਰ ਸੀਰੀਜ਼ 3-4 ਸੈਸ਼ਨ ਰੱਖੇ ਆ। ਉਹਦੇ ਵਿੱਚ ਇਹਨਾਂ ਨੇ 4 ਸੀਰੀਜ਼ ਨੂੰ ਨਾਮ ਦਿੱਤੇ ਆ। ਉਹਨਾਂ ਦੇ ਵਿੱਚ ਆ ਜਾਂਦਾ ਹੈਲਥੀ ਹਰ, ਵਿਨ ਹਰ, ਤੇ ਉਸ ਤੋਂ ਬਾਅਦ ਐਮਪਾਵਰ ਹਰ ਐਂਡ ਐਮਪਲੀਫਾਈ ਹਰ। ਤੇ ਉਹਦੇ ਵਿੱਚ ਤੁਸੀਂ ਇਮੇਜਿਨ ਕਰ ਸਕਦੇ ਕਿ ਹੈਲਥੀ ਮੀਨਸ ਕਿ ਹੈਲਥ ਤੋਂ ਬੋਲਣਗੇ ਲੋਕ ਜਿਹੜੇ ਕਿ ਐਕਸਪਰਟ ਇਨ ਦਾ ਫੀਲਡ ਹੈਗੇ ਆ ਔਰ ਆਪਣੀਆਂ ਵੂਮਨ ਹੋਣਗੀਆਂ ਉਹ ਜਿਹੜੇ ਕਿ ਬੋਲਣਗੇ। ਉਹਨਾਂ ਨੇ ਦੱਸਣਾ ਹੈ ਆਪਣੀ ਕਮਿਊਨਿਟੀ ਦੀ ਵੂਮਨ ਨੂੰ ਕਿ ਕਿੱਦਾਂ ਜਿਹੜੀ ਸਿਹਤ ਆ ਉਹ ਬਹੁਤ ਇੰਪੋਰਟੈਂਟ ਆ। ਸਿਹਤ ਇੰਪੋਰਟੈਂਟ ਹੋਣ ਦਾ ਮਤਲਬ ਕਿ ਘਰ ਦੇ ਵਿੱਚ ਖੁਸ਼ਹਾਲੀ ਹੋਊਗੀ ਤੇ ਉਹ ਵੂਮਨ ਜਿਹੜੀ ਆ ਉਹ ਘਰ ਦੇ ਵਿੱਚ ਬਾਕੀਆਂ ਦੀ ਲੁੱਕ ਆਫਟਰ ਵੀ ਚੰਗੀ ਤਰ੍ਹਾਂ ਕਰ ਸਕਦੀ। ਤੇ ਉਸ ਤੋਂ ਬਾਅਦ ਲਾ ਲਓ ਤੁਸੀਂ ਬਾਕੀ ਸੀਰੀਜ਼ ਐਜ਼ ਦ ਨੇਮ ਲਿਟਰਲੀ ਇੰਡੀਕੇਟ ਕਿ ਜਿਹੜੀ ਵਿਨਿੰਗ ਕੋਈ ਲੀਡਰ ਬਣੇ ਆ ਉਹਨਾਂ ਨੇ ਆਪਣੇ ਐਕਸਪੀਰੀਅੰਸ ਦੇਣੇ ਆ। ਕਈ ਜਿਹੜੇ ਹੈਗੇ ਆ ਆਪਣੇ ਐਮਪਾਵਰਮੈਂਟ ਦੇ ਵਿੱਚ ਆ ਜਾਂਦੇ ਜਾਂ ਐਮਪਲੀਫਾਈ ਜਿਹੜੇ ਵੀ ਉਹਨਾਂ ਦੇ ਰਿਲੇਟਡ ਫੀਲਡ ਆ, ਹਰ ਇੱਕ ਫੀਲਡ ਦੇ ਵਿੱਚੋਂ ਬੁਲਾਰੇ ਹੋਣਗੇ, ਉੱਥੇ ਪੈਨਲ ਬੈਠਣਗੇ ਤੇ ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਆਓ ਇੱਥੇ ਹਾਕੀ ਗਰਾਊਂਡ ਤੇ 3rd ਲੈਵਲ ਤੇ ਆ ਕੇ ਤੇ ਪਲੀਜ਼ ਸੁਣੋ ਉਹਨਾਂ ਨੂੰ। ਇਹ ਜਿੱਦਾਂ ਜੋਤੀ ਜੀ ਉਹਨਾਂ ਨੇ ਕਿਹਾ ਕਿ ਇਕੱਲਾ ਇਹ ਗੇਮਾਂ ਦੇ ਨਾਲੇ ਨਹੀਂ, ਖੇਡਾਂ ਜਿਹੜੀਆਂ ਜਿੱਥੇ ਸਾਨੂੰ ਸਰੀਰਕ ਤੌਰ ਤੇ ਤੰਦਰੁਸਤ ਰੱਖਦੀਆਂ, ਇਦਾਂ ਦੀਆਂ ਜਿਹੜੀਆਂ ਡਿਬੇਟਸ ਆ ਜਿਹੜੀਆਂ ਕਿ ਸਾਡੀਆਂ ਲੇਡੀਜ਼ ਨੇ, ਬੀਬੀਆਂ ਨੇ ਸਾਡੀਆਂ ਕਰਨੀਆਂ ਆ, ਇਹ ਸਾਨੂੰ ਮੈਂਟਲੀ ਹੈਲਥ ਵੀ ਜਿਹੜੀਆਂ ਬਖਸ਼ਦੀਆਂ। ਮੈਂਟਲੀ ਤੌਰ ਤੇ ਮਜ਼ਬੂਤ ਹੋਣਾ ਹੀ ਬਹੁਤ ਜ਼ਰੂਰੀ ਆ। ਸਰੀਰਕ ਜਿੱਥੇ ਮਜ਼ਬੂਤੀ ਚਾਹੀਦੀ ਆ, ਮੈਂਟਲੀ ਜਿਹੜਾ ਸਾਨੂੰ ਬਹੁਤ ਜ਼ਰੂਰੀ ਆ। ਤੇ ਜੈਸਿਕਾ ਸਾਡੇ ਨਾਲ ਆ। ਜੈਸਿਕਾ ਦੇ ਬਾਰੇ ਵੀ ਮੈਂ ਇਹ ਦੱਸ ਦਵਾਂ ਕਿ ਇਹਨਾਂ ਦੇ ਪੇਰੈਂਟਸ ਉਹਨਾਂ ਦੇ ਲੋਕਾਂ ਦੇ ਵਿੱਚੋਂ ਨੇ ਜਿਨ੍ਹਾਂ ਨੇ ਕਿ ਬ੍ਰਿਸਬੇਨ ਦੇ ਵਿੱਚ ਗੇਮਸ ਜਦੋਂ ਸਟਾਰਟ ਹੋਈਆਂ ਉਹਨਾਂ ਦੇ ਵਿੱਚ ਅਹਿਮ ਭੂਮਿਕਾ ਜਿਹੜੀ ਨਿਭਾਈ ਆ। ਜੈਸਿਕਾ ਹੁਣ ਮੈਨੂੰ ਲੱਗਦਾ ਤੁਸੀਂ ਤੀਜੀ ਪੀੜ੍ਹੀ ਹੋ ਗਏ ਆਲਮੋਸਟ। ਤੇ ਇਹਦਾ ਮਤਲਬ ਕੀ ਆ ਕਿ ਦੇਖੋ ਇਹ ਵੀ ਆ ਕਿ ਜਨਰੇਸ਼ਨ ਟੂ ਜਨਰੇਸ਼ਨ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਸਟਾਰਟ ਕੀਤੀਆਂ ਸੀ ਅੱਗੇ ਜਨਰੇਸ਼ਨ ਨੂੰ ਦੇ ਦਿੱਤੀਆਂ ਉਹ ਚੀਜ਼ਾਂ। ਤੇ ਜੈਸਿਕਾ ਤੁਸੀਂ ਬਹੁਤ ਵਧੀਆ ਰੋਲ ਜਿਹੜਾ ਨਿਭਾਉਂਦੇ ਆ। ਤੇ ਸਾਡੀ ਜਿਹੜੀ ਆਡੀਅנס ਹੈ ਉਹ ਇੰਗਲਿਸ਼ ਵਿੱਚ ਵੀ ਸੁਣਦੀ ਹੋਣੀ ਆ। ਯੂ ਕੈਨ ਸਪੀਕ ਸਮ ਵਰਡਸ ਇਨ ਇੰਗਲਿਸ਼ ਐਸ ਵੈਲ। That's good because मेरी पंजाबी कुछ खास वधिया तो है नहीं। That's great। पर जितना मैं ट्राई करती मैं करूँगी। Basically for me मैं जब हम join किते especially national committee मैंने ये सीखा that I want to empower the women like especially the Sikh women of Australia in particular। ਤਾਂ like जब ਅਸੀਂ ਛੋਟੇ ਸੀ ਸਾਨੂੰ ਇਹ ਚੀਜ਼ਾਂ ਨਹੀਂ ਸੀ ਮਿਲੇ, ਸਾਨੂੰ ਮੌਕਾ ਨਹੀਂ ਸੀ ਮਿਲਿਆ to do these things in the life ਹੁੰਦਾ ਸੀਗਾ ਨਹੀਂ ਕੁੜੀਆਂ ਨਹੀਂ ਏਦਾਂ ਕਰਦੀਆਂ, ਕੁੜੀਆਂ ਉੱਦਾਂ ਨਹੀਂ ਕਰਦੀਆਂ। ਤਾਂ ਹੁਣ ਮੈਂ ਇੱਥੇ ਦੀ ਜੰਮੀ ਭਲੀ ਹਾਂ। ਸੋ ਨਾ ਮੈਂ ਪੰਜਾਬੀ ਨਾ ਮੈਂ ਗੋਰੀ ਐਟ ਦ ਟਾਈਮ ਰਾਈਟ। ਬਹੁਤ ਔਖਾ ਟਾਈਮ ਹੁੰਦਾ ਸੀਗਾ। ਸੋ ਸਾਨੂੰ ਆਪਣੀ ਆਈਡੈਂਟਿਟੀ ਲੱਭਣ ਨੂੰ ਬਹੁਤ ਟਾਈਮ ਲੱਗਾ। ਤੇ ਜਿਹੜੇ ਹੁਣ ਅੱਜ ਦੇ ਬੱਚੇ ਆ ਲਾਈਕ ਜਿਹੜੇ ਸਿੱਖ ਗੇਮਾਂ ਲਾਈਕ ਸ਼ੁਰੂ ਕੀਤੀਆਂ ਇਟਸ ਬੀਨ ਐਬਸੋਲੂਟਲੀ ਅਮੇਜ਼ਿੰਗ ਬਿਕਾਜ਼ ਇਟਸ ਗਿਵਨ ਐਵਰੀਬਾਡੀ ਓਪਰਚੁਨਿਟੀ। ਤਾਂ ਹੁਣ ਐਜ਼ ਵੀ ਗੋ ਅਲੋਂਗ ਵੀ ਵਾਂਟ ਟੂ empower more women, we want the ਬੰਦੇ to empower the women more and even ਜਿਹੜੇ ਸਾਡੇ ਹੁਣ older generation ਹੈ ਅਸੀਂ ਆ ਲਾਈਕ ਹੁਣ ਅਸੀਂ ਵੀ ਬੁੱਢੇ ਹੋ ਗਏ
Don't say that. ਨਹੀਂ ਪਰ ਮੈਨੂੰ ਇਹ ਆ that ਸਾਡੀ like generation ਵੀ ਹੁਣ in ਵਿੱਚ involve ਹੋਵੇ like so ਏਦਾਂ ਨਹੀਂ that ਸਾਰੇ like ਇਕੱਲੇ ਬੱਚੇ ਖੇਡ ਸਕਦੇ that older women can get involved athletics ਆ ਹੁਣ ਨਵੀਂ ਖੋ introduce ਕੀਤੀ ਹੈ ਸਾਲ ਮੈਲਬਰਨ ਚ so there's a lot of opportunities for a lot of women ਤਾਂ ਇੱਥੇ opportunity ਮਿਲਦੀ ਹੈ ਗੇਮਾਂ ਤੇ ਤਾਂ ਸਾਰੀਆਂ ਆਪਸ ਵਿੱਚ ਹੀ ਗੱਲਾਂ ਕਰ ਸਕਦੀਆਂ like introduce new things for the future sorry I don't know I'm just really happy I'm so proud of the Melbourne team for what they've created and like something that they will pass to each generation and each games every year so yeah thank you ਥੈਂਕਸ ਜੈਸਿਕਾ ਪਰ ਇਹ ਬੜਾ ਇੱਕ ਭਾਵਕਤਾ ਵਾਲਾ ਜਿਹੜਾ ਤੁਸੀਂ ਨਾ ਗੱਲ ਕਹੀ ਆ ਕਿ ਆਹ ਤਾਂ ਅਸੀਂ ਗੱਲ ਕਦੀ ਨੋਟ ਹੀ ਨਹੀਂ ਕੀਤੀ ਕਿ ਬੱਚੇ ਜਿਹੜੇ ਆਪਣੀ ਆਇਡੈਂਟੀ ਲੱਭਦੇ ਆ ਅਸੀਂ ਤਾਂ ਆਪਣੇ ਲੈ ਕੇ ਆ ਗਏ ਕਿ ਅਸੀਂ ਪੰਜਾਬੀ ਆ ਇੱਥੇ ਵਾਲੇ ਜਿਹੜੇ ਆ ਤੇ ਇਹ ਤਾਂ ਮੈਨੂੰ ਲੱਗਦਾ ਆ ਵੀ ਜਿਹੜਾ ਇਹ ਤੁਹਾਡਾ ਪੁਆਇੰਟ ਆ ਤੇ ਜੈਸਿਕਾ ਬੜਾ ਇੰਪ੍ਰੈਸਿਵ ਆ ਕਿ ਸਾਨੂੰ ਬੱਚਿਆਂ ਦੀ ਬਿਲਕੁਲ ਗੱਲ ਸਹੀ ਆ ਕਿ ਅਸੀਂ ਤਾਂ ਕਬੱਡੀ ਖਿਡਾਉਂਦੇ ਰਹੇ ਹਾਕੀ ਖੇਡਦੇ ਰਹੇ ਵੀ ਸਾਡੀ ਪਛਾਣ ਰਹੀ ਬੱਚੇ ਤਾਂ ਸਟਰਗਲ ਸਾਡੇ ਕਰਦੇ ਪਏ ਆ ਹਨਾ ਤੇ ਇਹ ਪੁਆਇੰਟ ਜਿਹੜਾ ਆ ਟੂ ਬੀ ਨੋਟਡ ਕਿਉਂਕਿ ਇਹ ਜੈਸਿਕਾ ਨੇ ਐਕਸਪੀਰੀਅੰਸ ਕੀਤਾ ਹੈ ਸ਼ੀ ਹੈਜ਼ ਐਕਸਪੀਰੀਅੰਸ ਇਨ ਹਰਸੈਲਫ ਪੇਰੈਂਟਸ ਕਹਿੰਦੇ ਆ ਜਾਂ ਸਾਨੂੰ ਕਿਹਾ ਗਿਆ ਪੁਰਾਣੇ ਟਾਈਮ ਜਦੋਂ ਅਸੀਂ ਆ ਕੇ ਲੱਭਦੇ ਸੀ ਵੀ ਕਰੀਏ ਕੀ ਇੱਥੇ ਤੇ ਸਾਨੂੰ ਤਾਂ ਆਪਣੀ ਸਕਿਨ ਦੇ ਕਲਰ ਵਾਲੇ ਨੂੰ ਦੇਖ ਕੇ ਅਸੀਂ ਮਗਰ ਦੌੜਦੇ ਸੀ ਵੀ ਕਿੱਥੇ ਆ ਇਹ ਬੰਦਾ ਕਿੱਥੋਂ ਆਇਆ ਤੇ ਇਹਨਾਂ ਨੇ ਐਕਸਪੀਰੀਅੰਸ ਕੀਤੀ ਇਹ ਚੀਜ਼ ਤੇ ਹੁਣ ਇਹ ਆਰਗੇਨਾਈਜੇਸ਼ਨ ਕਮੇਟੀਆਂ ਦੇ ਵਿੱਚ ਹੈਗੇ ਆ ਤੇ ਹੁਣ ਮੌਕਾ ਮਿਲਿਆ ਕਿ ਇਹ ਅਸੀਂ ਬਹੁਤ ਸੋਹਣੇ ਤਰੀਕੇ ਨਾਲ ਅਗਲੀ ਜਨਰੇਸ਼ਨ ਨੂੰ ਪਾਸ ਕਰੀਏ ਤੇ ਇਹਦਾ ਕ੍ਰੈਡਿਟ ਵੀ ਤੁਹਾਨੂੰ ਜਾਂਦਾ ਜਿਨ੍ਹਾਂ ਨੇ ਕਿ ਸਾਡੇ ਨੇ ਤਾਂ ਕਈ ਬੰਦੇ ਇਦਾਂ ਦੇ ਹੁੰਦੇ ਆ ਮੈਂ ਮਰ ਕੇ ਨਾਲ ਹੀ ਲੈ ਜਾਵਾਂ ਅਸੀਂ ਤਾਂ ਲੱਭਦੇ ਆ ਜੀ ਸਾਡੇ ਨਾਲ ਆਓ ਇਹ ਬਹੁਤ ਵਧੀਆ ਆ ਤੇ ਸਾਡੇ ਜਿੰਨੇ ਵੀ ਪ੍ਰਬੰਧਕ ਰਹੇ ਆ ਸੀਗੇ ਮੈਂ ਤਾਂ ਹੀ ਐਡੀ ਵੱਡੀ ਇੱਕ ਮਿਸਾਲ ਬਣ ਗਈ ਆ ਸਤਵਿੰਦਰ ਜੀ ਤੁਸੀਂ ਪਰਸ ਤੋਂ ਆਏ ਆ ਤੁਹਾਡੇ ਤੋਂ ਸਾਨੂੰ ਸੌਰੀ ਵੀ ਆ ਕਿ ਤੁਸੀਂ ਦੂਰ ਬਹੁਤ ਆ ਦੂਰ ਹੋਣ ਕਰਕੇ ਸਾਡਾ ਥੋੜਾ ਜਿਹਾ ਤਾਲਮੇਲ ਜਿਹੜਾ ਘੱਟ ਹੁੰਦਾ ਪਹਿਲਾਂ ਤੁਸੀਂ ਪਰਸ ਨੂੰ ਨੇੜੇ ਲੈ ਕੇ ਆਓ ਇੱਧਰ ਨੂੰ ਥੋੜਾ ਜਿਹਾ ਬਟ ਉਹ ਤਾਂ ਥੋੜਾ ਜਿਹਾ ਔਖਾ ਹੋ ਜਾਊਗਾ ਕੋਰੇ ਲੈ ਕੇ ਆਉਣਾ ਬਟ ਪਹੁੰਚ ਗਏ ਨਾ ਹੁਣ 4 ਘੰਟੇ ਦੀ flight see but we are here now ਸਤਿ ਸ਼੍ਰੀ ਅਕਾਲ ਸਾਰਿਆਂ ਨੂੰ my name is Satvinder I think Jyoti the Jess ne सारा कुछ समझाता about co-rising. This is an amazing program. It's beyond and above. It's a very special concept. Rising Co. When I heard about this, I said, wow, it's a mind-blowing project. And I'm from Perth, hopefully to bring this project above and beyond next year. Yeah, and also it's a privilege to be part of the Women Represent. And like this is my first year. I've learned a lot from Jessica and Jyoti. And Sarada Tanbat, let's enjoy Co-Rising program today. Thank you. ਕਿਉਂਕਿ ਹੁਣ ਗੇਮਾਂ ਜਿਹੜੀਆਂ ਅਗਲੇ ਸਾਲ ਆ ਉਹ ਪਰਥ ਵਿੱਚ ਹੋਣੀਆਂ ਤੇ ਮੈਨੂੰ ਲੱਗਦਾ ਕਿ ਸਤਵਿੰਦਰ ਹੁਣੀ ਨੋਟਸ ਬਣਾਉਂਦੇ ਰਹਿੰਦੇ ਆ ਹਾਂ ਇਹੀ ਹੈ ਤੇ ਅਸੀਂ ਇੱਥੇ ਜੋ ਸਾਨੂੰ ਲੱਗਦਾ ਵੀ ਇਹਦੋਂ ਇੰਪਰੂਵਮੈਂਟ ਹੋਣੀ ਚਾਹੀਦੀ ਜਦੋਂ ਜੈਸਿਕਾ ਨੇ ਕਿਹਾ ਕਿ ਅਸੀਂ ਇਹੀ ਆ ਕਿ ਆਪਣੇ ਆ ਕੇ ਅਸੀਂ ਇੰਪਰੂਵ ਕਰ ਸਕਦੇ ਹਾਂ ਇਹੀ ਇੱਕ ਵਧੀਆ ਗੱਲ ਹੈ ਸਾਡੀ ਹਨਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਤੁਹਾਡਾ ਸਾਰਿਆਂ ਦਾ ਹੀ ਜੋਤੀ ਜੈਸਿਕਾ ਸਤਵਿੰਦਰ ਜੀ ਤੇ ਦੋਸਤੋ ਇਹ 10 ਤੋਂ ਲੈ ਕੇ 1 ਵਜੇ ਤੱਕ ਆਪਣੀ ਇਹ ਡਿਬੇਟਸ ਹੋਣੀਆਂ ਇਹਦੇ ਵਿੱਚ ਜੋ ਜੋਤੀ ਹੁਣ ਦਾ ਜਿਹੜੇ ਅੱਜ ਦੀ ਉਹ 11 ਤੋਂ 4 ਅੱਛਾ 11 ਤੋਂ 4 ਵਜੇ ਤੱਕ ਤੇ ਹਾਕੀ ਸੈਂਟਰ 3rd ਫਲੋਰ ਦੇ ਵਿੱਚ ਤੁਸੀਂ ਆਈ ਥਿੰਕ ਅੱਛਾ 2nd ਫਲੋਰ ਹਾਂਜੀ ਤੇ ਤੁਸੀਂ ਆਉਣਾ ਤੇ ਇਹਦੇ ਵਿੱਚ ਇਹ ਆ ਵੀ ਜਿਹੜੀ ਇੱਕ ਲੇਡੀਜ਼ ਨੂੰ ਜਦੋਂ ਵੀ ਕੋਰਸ ਜਿਹੜੀਆਂ ਆ ਫੀਲ ਕਰਨ ਕਿ ਕਿਤੇ ਆ ਕੇ ਇੱਥੇ ਲਾਉਂਜ ਬਣਾਈ ਹੋਈ ਆ ਆ ਕੇ ਬਹਿ ਕੇ ਆਪਣੇ ਜਿਹੜੇ ਸੁਨੇਹੇ ਆ ਉਹ ਦੇ ਸਕਦੀਆਂ ਜਾਂ ਕੋਈ ਵੀ ਚੀਜ਼ ਨੋਟ ਕਰ ਰਹੇ ਆ ਉਹ ਆ ਕੇ ਕਮੇਟੀ ਨੂੰ ਇੱਥੇ ਜਿਹੜੀ ਵੂਮਨ ਕਮੇਟੀ ਆ ਲੀਡ ਕਰਦੀ ਪਈ ਉਹਨਾਂ ਨੂੰ ਦੱਸ ਸਕਦੇ ਆ ਸੋ ਇੱਥੇ ਬਹੁਤ ਸੋਹਣੀ ਬਹਿਣ ਦੀ ਥਾਂ ਬਣਾਈ ਹੋਈ ਆ ਇੱਕ ਆਪਣੇ ਆਈਡੀਆਜ਼ ਐਕਸਚੇਂਜ ਕਰੋ ਲਰਨ ਕਰੋ ਇੱਕ ਦੂਜੇ ਤੋਂ ਮੈਂ ਤਾਂ ਇਹੀ ਕਹੂੰਗੀ ਕਿ ਅਸੀਂ ਵੀ ਲਰਨ ਕਰੀਏ ਹਾਂਜੀ ਤੇ ਅਸੀਂ ਉਹ ਦਿਖਾਉਣਾ ਵੀ ਆ ਅਸੀਂ ਦੇਖਦੇ ਆਏ ਆ ਚਾय ਵਾਲਾ ਤਾਂ ਅਸੀਂ ਬਹੁਤ ਸੁਣਿਆ ਆ ਚਾय ਵਾਲੀ ਵੀ ਆ ਉੱਥੇ ਇੱਕ ਇੱਥੇ 1-2 book launch ਵੀ ਹੋਣੇ ਆ ਤਾਂ like I invite especially ਬੰਦੇ to come along especially ਜੇ ਤੁਹਾਡੇ like ਬੱਚੀਆਂ you need to support them that like it's not just ਕੁੜੀਆਂ ਕਲਿਆਣ event ਸਾਡਾ ਇੰਡਸਟਰੀ ਵੀ ਦਾ ਇਹ ਪਲਾਨ ਸੀ ਕਿ ਅਸੀਂ ਜਿਹੜਾ ਆ ਉਧਰ ਜਾਣਾ ਫੁੱਟਬਾਲ ਵੱਲ ਵੀ ਜਾਣਾ ਸੌਕਰ ਵੀ ਜਾਣਾ ਲੰਗਰ ਵੱਲ ਵੀ ਜਾਣਾ ਮੈਨੂੰ ਲੱਗਦਾ ਤੁਸੀਂ ਨਿਕਲ ਨਹੀਂ ਦੇਣਾ ਇੱਥੋਂ ਚਲੋ ਦੋਸਤੋ ਤੇ ਇੱਦਾਂ ਜੁੜੇ ਰਹੋ ਸਾਡੇ ਨਾਲ ਤੇ ਤੁਹਾਨੂੰ ਦਿਖਾਵਾਂਗੇ ਇੱਥੇ ਦੀਆਂ ਬਣ ਗਈਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਇੱਦਾਂ ਗੱਲਾਂ ਹੁੰਦੀਆਂ ਜੀ
ਤਾਂ ਕੁਝ ਵੀ ਨਹੀਂ ਕਰਦੇ, ਸਾਡਾ ਤੁਸੀਂ ਮਾਣ ਵਧਾ ਰਹੇ ਹਨਾ ਵੀ ਸਾਡੀਆਂ ਕੁੜੀਆਂ ਇੱਥੇ ਤੱਕ ਪਹੁੰਚੀਆਂ ਹਨਾ। ਤੁਸੀਂ ਆਹ ਕੰਮ ਕੀਤਾ ਤਿੰਨੇ ਜਣੀਆਂ ਤੁਸੀਂ, ਇਹਦੇ ਨਾਲ ਮੈਨੂੰ ਵੀ ਦੇਖੋ ਅਸੀਂ ਜਾ ਕੇ ਮੰਨ ਲਓ ਕਿ ਮੈਂ ਇੰਡੀਆ ਜਾਣਾ, ਇੰਡੀਆ ਜਾ ਕੇ ਬਹੁਤ ਫਿਰ ਸਾਡੀਆਂ ਕੁੜੀਆਂ ਉਹ ਹਨਾ ਮੈਂ ਕੁਝ ਵੀ ਨਹੀਂ ਕੀਤਾ। ਇਹ ਗੱਲ ਬਹੁਤ ਸੋਹਣੀ ਗੱਲ ਕਹੀ ਹੈ ਤੁਸੀਂ। ਮੈਂ ਦੱਸਦੀ ਹਾਂ ਕਈ ਵਾਰੀ ਅਸੀਂ ਇੱਕ ਦੂਜੇ ਨੂੰ ਸਪੋਰਟ ਨਹੀਂ ਕਰਦੇ, ਬੀਇੰਗ ਅ ਪੰਜਾਬੀ ਲੱਤ ਜ਼ਿਆਦਾ ਖਿੱਚੀ ਜਾਂਦੀ ਹੈ, ਪਰ ਲੋਕਾਂ ਨੂੰ ਇਹ ਸਮਝ ਆਉਂਦੀ ਇਫ ਆਮ ਕਨੈਕਟਡ ਵਿਦ ਜੈਸਿਕਾ will be there one day and ਮੈਂ ਇਹਦੇ ਨਾਲ ਇਹਦੀ ਹੈਲਪ ਕਰੂੰਗੀ ਤੇ ਕੋਈ ਗੱਲ ਨਹੀਂ ਕਰਾਂਗੇ ਕਿ ਲੋਕਾਂ ਨੂੰ ਇਹ ਅੱਜ ਜੈਸਿਕਾ ਨੂੰ ਲੈ ਕੇ ਚਲੋ। ਨਹੀਂ ਇਹ ਉਹ ਨਹੀਂ ਕਰਨਾ ਜਿਹੜੇ ਬੰਦੇ ਇਹ 2-4 ਹੁੰਦੇ ਹੀ ਹਨਾ। ਹਾਂ ਪਰ ਆ ਬਹੁਤ ਸੋਹਣੀ ਗੱਲ ਤੁਸੀਂ ਕਹੀ ਹੈ, ਮੈਂ ਆਪਣੇ ਥੱਲੇ ਮੰਨ ਲਈ ਹੈ ਕਿ ਮੈਨੀ ਪੀਪਲ ਐਕਚੁਅਲੀ ਸਪੋਰਟ ਯੂ ਬਾਕੀ ਦੇ ਸਾਰੇ ਸਾਨੂੰ ਆਹ ਮੀਡੀਆ ਦੇ ਉੱਤੇ ਤੁਹਾਨੂੰ ਚਲੋ ਲਾਈਵ ਗਾਲਾਂ ਤੇ ਨਹੀਂ ਕੱਢਦੇ ਹੋਣੇ, ਸਾਨੂੰ ਗਾਲਾਂ ਵੀ ਕੱਢ ਦਿੰਦੇ ਆ। ਆਪਾਂ ਕਹਿੰਦੇ ਜੇ ਇੱਕ ਨੇ ਗਾਲ ਕੱਢੀ 10 ਬੰਦੇ ਚੰਗੇ ਕਰਨਗੇ, ਹੁਣ ਜਿਹੜਾ ਗਾਲ ਕੱਢਣ ਵਾਲਾ ਇੱਕ ਤਾਂ ਆਇਡੈਂਟੀ ਨਹੀਂ ਦੱਸੂਗਾ ਆਪਣੀ, ਜਿਹਨੇ ਗੱਲ ਵੀ ਕਰਨੀ ਆ ਉਹਨੇ, ਜੇ ਤੁਸੀਂ ਉਹਨੂੰ ਜਾ ਕੇ ਭਾਜੀ ਤੁਸੀਂ ਮੇਰੇ ਬਾਰੇ ਇਦਾਂ ਕਹੀ ਭੈਣ ਜੀ ਸਾਡਾ ਤਾਂ ਤੁਹਾਡੇ ਨਾਲ ਪਿਆਰ ਹੀ ਬਹੁਤ ਸੀ, ਅਸੀਂ ਤਾਂ ਸਾਡੇ ਬਜ਼ੁਰਗ ਸਾਡੇ ਇਕੱਠੇ ਅਸੀਂ ਤਾਂ ਕਹਿ ਨਹੀਂ ਸਕਦੇ। ਮੈਨੂੰ ਬੰਦਾ ਇਦਾਂ ਇਹ ਬੰਦੇ ਇਹਨਾਂ ਦੀ ਨਹੀਂ ਕੋਈ ਗੱਲ ਹੁੰਦੀ, ਗੱਲ ਤਾਂ ਉਹ ਹੁੰਦੀ ਆ ਹਾਂ ਮੈਂ ਕਿਹਾ ਇਦਾਂ ਦਾ ਬੰਦਾ ਕਿਉਂ ਉਹ ਕਿੰਨਾ ਹੁੰਦਾ ਕੌਨਫੀਡੈਂਸ ਜੇ ਤੁਸੀਂ ਚੰਗੀ ਗੱਲ ਕਰਦੇ ਹੋ ਉਹ ਤੇ ਬਲੀਵ ਕਰੋ ਵੀ ਹਾਂ ਉਹ ਬੰਦਾ ਕਹਿ ਰਿਹਾ ਮੀਡੀਆ ਤੇ ਖੜੇ ਹੋ ਕੇ ਤੁਹਾਡੇ ਵਰਗੇ ਤਾਂ ਐਕਸਪਰਟ ਆ, ਹੁਣ ਅਸੀਂ ਖੜੇ ਹੋ ਕੇ ਕੋਈ ਵੀ ਕਮੈਂਟ ਲਿਖ ਕੇ ਦੇਣਾ ਆ, ਇਟਸ ਗੋਇੰਗ ਐਵਰੀਵੇਅਰ ਅਰਾਊਂਡ ਦ ਵਰਲਡ, ਇਟਸ ਗੋਟਾ ਬੀ ਅ ਰਾਈਟ ਫੈਕਟ, ਵੀ ਰਿਸਪੌਂਸਿਬਲ ਫॉर ਇਹਦੇ ਫੈਕਟ ਹੋਣੇ ਚਾਹੀਦੇ ਆ। ਤੇ ਮੈਂ ਤਾਂ ਇਹਨੂੰ ਕਹਿੰਦਾ ਕਿ ਇਹ ਕੁੜੀ ਦੀ ਫੈਮਿਲੀ ਨੇ ਇੰਨਾ ਕੰਮ ਕੀਤਾ ਆ, ਇਹ ਕਰੋ ਹਾਈਲਾਈਟ। ਨਾ ਜੈਸਿਕਾ ਤੇ ਹੁਣ ਮੇਨ ਕੈਮਰਾ ਰੱਖਣਾ ਚਲੋ ਮਿਲਦੇ ਆ ਕੈਮਰਾ ਲੈ ਗਿਆ ਕੈਮਰਾ ਆਪਾਂ ਲੈ ਜਾਂਦੇ ਤੂੰ ਹੋ ਗਿਆ। ਹਾਂਜੀ ਹਾਂਜੀ ਇੱਕ ਕੈਮਰਾ ਵੱਡਾ ਹੈ, ਮੈਂ ਛੋਟਾ ਚਾਹੁੰਦਾ। ਅੱਛਾ ਆਪਾਂ ਸਾਰੇ ਨਾਲ ਕੈਮਰਾ ਲੈ ਕੇ ਆਏ। ਹਾਂ ਚਲੋ ਆਪਾਂ ਲਾਈਵ ਕਰਨਾ ਹਾਂ ਚਲੋ ਹਾਂਜੀ ਦੋਸਤੋ ਜਿਵੇਂ ਕੌਰ ਰਾਈਜ਼ਿੰਗ ਜਿਹੜਾ ਪ੍ਰੋਗਰਾਮ ਆ 38ਵੀਆਂ ਸਿੱਖ ਗੇਮਸ ਦੇ ਵਿੱਚ ਚਲਾਇਆ ਜਾ ਰਿਹਾ ਸਾਡੀਆਂ ਬੀਬੀਆਂ ਸਾਡੀਆਂ ਭੈਣਾਂ ਦੇ ਦੁਆਰਾ। ਤੇ ਜਿਹੜੀ ਸਭ ਤੋਂ ਪਹਿਲਾਂ ਜਦੋਂ ਤੁਸੀਂ ਐਂਟਰ ਕਰਦੇ ਹੀ ਆ ਤੇ ਮੋਹਰੇ ਆਉਂਦਾ ਚਾਏ ਵਾਲੀ ਹਨਾ। ਚਾਏ ਵਾਲਾ ਤੁਸੀਂ ਸੁਣਿਆ ਹੋਣਾ ਆ ਕਿ ਸ਼ਾਇਦ ਵੀ ਇਹਦੇ ਵਿੱਚ ਚਲਾਇਆ ਇਹੀ ਆ ਕਿ ਔਰਤਾਂ ਵੀ ਕਿਸੇ ਗੱਲ ਤੋਂ ਪਿੱਛੇ ਨਹੀਂ ਹੈਗੀਆਂ। ਆਹ ਕੁਛ ਡੱਬੀਆਂ ਆ ਤੇ ਡੱਬੀਆਂ ਸ਼ਾਇਦ ਖਾਲੀ ਆ ਜਾਂ ਕਿੱਦਾਂ ਨਹੀਂ ਚਾਹ ਪੱਤੀ ਵਗੈਰਾ ਹੈਗੀ ਆ ਜਾਣੀ ਐਨ ਇਹ ਨਹੀਂ ਹੈਗਾ ਵੀ ਫਾਰਮੈਲਿਟੀ ਬਣਾਈ ਆ, ਸਾਰਾ ਕੁਝ ਲੱਗਿਆ ਹੋਇਆ ਆ ਤੇ ਇਹ ਨਿਸ਼ਾਨੀ ਆ ਸ਼ਾਇਦ ਭਾਰਤ ਦੀ। ਚਾਹ ਜਿਹੜੀ ਆ ਭਾਰਤ ਸਾਰੇ ਨੂੰ ਜੋੜਦੀ ਆ। ਤੁਸੀਂ ਕਿਸੇ ਰੇਲਵੇ ਸਟੇਸ਼ਨ ਤੇ ਚਲੇ ਜਾਓ, ਕਿਸੇ ਬੱਸ ਸਟਾਪ ਦੇ ਉੱਤੇ ਚਲੇ ਜਾਓ, ਹੋਰ ਚੀਜ਼ ਮਿਲੇ ਨਾ ਮਿਲੇ ਤੁਹਾਨੂੰ ਜਿਹੜੀ ਚਾਹ ਆ ਉਹ ਜ਼ਰੂਰ ਮਿਲ ਜਾਂਦੀ ਹੈ। ਇਸ ਕਰਕੇ ਸਾਡੀ ਪਛਾਣ ਆ ਚਾਹ। ਅੱਜ ਵੀ ਕਿਤੇ ਜਾਈਏ ਜੇ ਅਸੀਂ ਚਾਹ ਇਹ ਤਾਂ ਗੁੱਸਾ ਕਰ ਜਾਂਦੇ ਆ ਆਪਾਂ ਵੀ ਸਾਨੂੰ ਚਾਹ ਨਹੀਂ ਮਿਲੀ, ਇਸ ਕਰਕੇ ਇਹ ਇੱਕ ਪਛਾਣ ਰੱਖੀ ਆ। ਪਰ ਚਾਹ ਵਾਲਾ ਤਾਂ ਆਪਾਂ ਸੁਣਿਆ ਆ ਇੱਕ ਕੌਰ ਰਾਈਜ਼ਿੰਗ ਕਿ ਬੀਬੀਆਂ ਵੀ ਕਿਸੇ ਗੱਲ ਤੋਂ ਘੱਟ ਨਹੀਂ। ਇਸੇ ਗੱਲ ਦੇ ਉੱਤੇ ਅੱਜ ਦਾ ਜਿਹੜਾ ਇਹ ਸਨਮਾਨ ਸਮਾਰੋਹ ਇੱਥੇ ਹੋਣਾ, ਡਿਬੇਟਸ ਵਗੈਰਾ ਵੀ ਹੋਣੀਆਂ, ਬੁੱਕ ਰਿਲੀਜ਼ ਵੀ ਹੋਣੀਆਂ ਆ ਤੇ ਸਾਰਾ ਕੰਮ ਜਿਹੜਾ ਕੁੜੀਆਂ ਨੇ ਕਰਨਾ ਆ ਤੇ ਉਹਨਾਂ ਨੇ ਆਪਣੀ ਜਿਹੜੀਆਂ ਪ੍ਰੋਬਲਮਸ ਆ ਉੱਥੇ ਸ਼ੇਅਰ ਵੀ ਕਰਨੀਆਂ ਆ। ਤੁਹਾਨੂੰ ਹੁਣ ਡੈਕੋਰੇਸ਼ਨ ਜਿਹੜੀ ਦਿਖਾਉਣੀ ਆ ਤੇ ਇੰਦਰਜੀਤ ਸਿੰਘ ਮੇਰੇ ਨਾਲ ਕੈਮਰਾਮੈਨ ਹੈਗੇ ਆ ਤੇ ਇੰਦਰ ਨੂੰ ਇਹ ਬੇਨਤੀ ਵੀ ਆ ਕਿ ਆਪਾਂ ਸਾਰਾ ਕੁਝ ਜਿਹੜਾ ਆਪਾਂ ਦਿਖਾਉਣਾ ਆ। ਇੱਧਰ ਦੇਖੋ ਵੀ ਡੈਕੋਰੇਸ਼ਨ ਕਿੰਨੀ ਵਧੀਆ ਹੋਈ ਆ। ਜੀ ਤੇ ਇਸ ਤੋਂ ਇਲਾਵਾ ਅੱਗੇ ਇਹਨਾਂ ਨੇ ਬਹੁਤ ਵਧੀਆ ਸੁਨੇਹੇ ਵੀ ਜਿਹੜੇ ਆ ਉਹ ਦਿੱਤੇ ਆ। ਜਿੱਦਾਂ ਆ ਹੈਗਾ ਘਰੇਲੂ ਹਿੰਸਾ ਨੂੰ ਨਾ ਖਾਓ, ਇਹ ਜੁਰਮ ਹੈ, ਚੁੱਪ ਨਾ ਰਹੋ, ਆਵਾਜ਼ ਉਠਾਓ। ਹਿੰਸਾ ਪਿਆਰ ਨਹੀਂ ਹੁੰਦੀ, ਡਰ ਵਿੱਚ ਜੀਣਾ ਜੀਵਨ ਨਹੀਂ, ਅਤਿਆਚਾਰ ਸਹਿਣਾ ਵੀ ਗਲਤ ਹੈ। ਆਸਟ੍ਰੇਲੀਆ ਦੇ ਵਿੱਚ ਚਾਹੇ ਆਪਾਂ ਡੋਮੈਸਟਿਕ ਵਾਇਲੈਂਸ ਦੀ ਗੱਲ ਕਰ ਲਈਏ ਜਾਂ ਵੈਸੇ ਪ੍ਰੈਸ਼ਰ ਹੀ ਇੰਨਾ ਜ਼ਿਆਦਾ ਆ, ਕੁਛ ਲਾਈਫ ਵੀ ਜਿਹੜੀ ਆ ਸਾਡੀ ਪਦਾਰਥਵਾਦੀ ਇੱਥੇ ਹੋ ਗਈ ਆ, ਮਟੀਰੀਅਲਿਸਟਿਕ, ਕਿ ਮਟੀਰੀਅਲ ਨੂੰ ਅਸੀਂ ਜ਼ਿਆਦਾ ਜਿਹੜਾ ਪਿਆਰ ਕਰਨ ਲੱਗ ਗਏ ਆ। ਇਸ ਕਰਕੇ ਇਹੋ ਜਿਹੇ ਜਿਹੜੇ ਸੁਨੇਹੇ ਆ ਕਿ ਜਿਹੜੇ ਬੀਬੀਆਂ ਨੂੰ
ਇੱਕ ਸਟਰੋਂਗ ਬਣਾਉਂਦੇ ਆ ਕਿ ਜੇ ਤੁਹਾਨੂੰ ਕੋਈ ਇਦਾਂ ਦੀ ਸਮੱਸਿਆ ਹੈਗੀ ਆ ਇੱਥੇ ਤੁਸੀਂ ਆਪਾਂ ਇੱਕ ਸਿੱਖ ਕੇ ਵੀ ਜਿਹੜਾ ਆ ਉਹ ਜਾਣਾ ਆ ਨਾਲ ਦੀ ਨਾਲ। ਤੇ ਇਸ ਤੋਂ ਇਲਾਵਾ ਅੱਗੇ ਜਦੋਂ ਆਪਾਂ ਜਾਂਦੇ ਆ ਜਿੱਥੇ ਆਪਣੀ ਡਿਬੇਟਸ ਜਿਹੜੀਆਂ ਹੋਣੀਆਂ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ। ਇਸ ਤੋਂ ਇਲਾਵਾ ਆ ਦੇਖੋ ਵੀ ਬਹੁਤ ਵਧੀਆ ਲਾਲਟੈਨ ਵਗੈਰਾ ਪੱਖੀਆਂ ਸਾਡੀ ਜਿਹੜੀ ਇੱਕ ਵਿਰਾਸਤ ਦੀਆਂ ਨਿਸ਼ਾਨੀਆਂ ਆ ਤੇ ਇਹ ਵੀ ਨਾਲ ਆ। ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਇਸੇ ਤਰ੍ਹਾਂ ਦੇ ਜਿਹੜੇ ਫੋਟੋਸ ਤੇ ਬੈਨਰ ਬਣਾਏ ਗਏ ਆ। ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਜਾਨ, ਭੰਡ ਜੰਮੀਏ ਭੰਡ ਨਿੰਮੀਏ, ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ। Over 20 million books produced the first of its kind poetry special Amazon Prime Video. And executive ਯਾਨੀ ਜਿੱਥੇ ਡਿਬੇਟਸ ਹੋਣੀਆਂ ਉਦੋਂ ਇਲਾਵਾ ਜਿਹੜੀ ਡੈਕੋਰੇਸ਼ਨ ਆ ਵੀ ਯਾਨੀ ਸਾਡੀਆਂ ਕੁੜੀਆਂ ਨੇ ਬਹੁਤ ਵਧੀਆ ਕੀਤੀ ਆ। ਮੈਨੂੰ ਲੱਗਦਾ ਵੀ ਕੱਲ੍ਹ ਦੀਆਂ ਲੱਗੀਆਂ ਹੋਣੀਆਂ ਆ ਕੰਧਾਂ ਦੇ ਉੱਤੇ, ਇੰਨੀ ਸਜਾਵਟ ਲਾਈ ਹੋਈ ਆ। ਤੇ ਇਹੋ ਜਿਹੇ ਜਿਹੜੇ ਬੈਨਰ ਹੈ ਜਿਹੜੀ ਸਾਡੀ ਪਛਾਣ ਇੱਕ ਦਿਖਾਉਂਦੀਆਂ ਆ, ਚਾਹੇ ਉਹ ਭੰਗੜੇ ਤੇ ਗਿੱਧੇ ਦੀ ਗੱਲ ਆ ਜਾਈਏ, ਚਾਹੇ ਉਹ ਟਰੱਕਾਂ ਦੀ ਗੱਲ ਲਾ ਦਈਏ, ਕਿਉਂਕਿ ਟਰੱਕਾਂ ਦਾ ਬਿਜ਼ਨਸ ਸਾਡਾ ਇਕੱਲਾ ਇੰਡੀਆ ਦੇ ਵਿੱਚ ਨਹੀਂ, ਇੰਡੀਆ ਦੇ ਵਿੱਚ ਪੰਜਾਬੀ ਜਿੱਥੇ ਟਰੱਕਾਂ ਵਾਲੇ ਆ ਉੱਥੇ ਆਪਣੇ ਆਸਟ੍ਰੇਲੀਆ ਦੇ ਵਿੱਚ ਵੀ ਸਾਡਾ ਮੇਨ ਇਹ ਹੈਗਾ। ਤੇ ਅੱਜ ਦਾ ਜਿਹੜਾ ਇਹ ਪੰਜਾਬਨ ਲਾਊਂਜ ਜਿਹੜਾ ਇੱਥੇ ਹਾਲ ਆ ਬਣਾਇਆ ਗਿਆ ਤੇ ਕੋਰਸ ਰਾਈਜ਼ਿੰਗ ਜਿਹੜੀ ਕਿ ਇੱਕ ਸੰਸਥਾ ਜਿਹੜੀ ਇਹਨਾਂ ਦੀ, ਤੇ ਉਹਨਾਂ ਨੇ ਇਹ ਜਿਹੜਾ ਅੰਦਰ ਪ੍ਰੋਗਰਾਮ ਅੱਜ ਦਾ ਹੋਣਾ ਆ। ਤੇ ਹੁਣ ਤੁਹਾਨੂੰ ਦਿਖਾਉਂਦੇ ਆ ਕਿ ਕਿੱਥੇ ਇਹ ਡਿਬੇਟਸ ਜਿਹੜੀਆਂ ਹੋਣੀਆਂ। ਉਦੋਂ ਪਹਿਲਾਂ ਜਦੋਂ ਆਪਾਂ ਐਂਟਰ ਕਰਦੇ ਹੀ ਆ ਤੇ ਜਾਂਦਿਆਂ ਨੂੰ ਹੀ ਆਪਾਂ ਨੂੰ ਮਿਲਦੀ ਆ ਰੇੜੀ। ਇਦੋਂ ਵਧੀਆ ਤਾਂ ਸ਼ਾਇਦ ਬੰਗਾ ਚੂੜੀਆਂ ਪਰਾਂਦੇ ਜਿਹੜੇ ਆ, ਕਿਉਂਕਿ ਇਹ ਵੀ ਕਹਿ ਲਓ ਕਿ ਸ਼ੌਂਕ ਆ ਤੇ ਪ੍ਰਭਾਵਿਤ ਕਰਨ ਵਾਲੀ ਚੀਜ਼ ਜਿਹੜੀ ਬਣਾਈ ਗਈ ਆ ਰੇੜੀ ਦੇ ਉੱਤੇ। ਰੇੜੀ ਵੀ ਐਨ ਪੰਜਾਬੀ ਸਟਾਈਲ ਦੀ, ਮੈਨੂੰ ਲੱਗਦਾ ਇੰਡੀਆ ਤੋਂ ਹੀ ਬਣਾਈ ਆ ਇਹ।
हेलो आगे बनाओ अमरदीप बोलो। ਇਹਨਾਂ ਦੀ ਜਲਦੀ ਹੈ ਆਹ ਬੜਾ ਮੇਰਾ ਭਲਾ ਹੁਣ ਕਰੇ नहीं हाँ एक अमरदीप ਤੁਹਾਡਾ ਕੋਲ ਕਿਹਦੇ ਨਾਲ ਕਰਨਾ ਪਏ ਆ ਇੱਕ ਹੋ ਗਿਆ ਜੀ ਆ ਮਾਈਕ ਆ ਇਹਦਾ ਡੱਬੀ ਕਿੱਥੇ ਜੀ नहीं कनेक्ट होना ही नहीं चाहिए डिस्कनेक्ट होना चाहिए पहले ਇਹਦੇ ਨਾਲ ਤਾਂ ਕਨੈਕਟ ਹੋ ਗਿਆ ਦੋਨੇ को रफ कर दो ना 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 ਤੁਸੀਂ ਇਹ ਤੋਂ ਕਨੈਕਟ ਹੋਣਾ ऑनलाइन जा रही है बच्चा बंद कर लो जी अब दोनों कनेक्टेड है जब बच्चे लगने जैसे लोगों ने भी खिला रहा है कितने बजे लो कर लो ਪੁੱਛੋ ਕਿਹੜੇ ਪਾਸੇ ਜਾਂਦੇ ਉਹ ਆਪਾਂ ਨਾ ਇਹਨੇ ਟ੍ਰਿਕ ਕੈਮਰਾ ਲਾ ਕੇ ਬੰਦ ਤਾਂ ਨਹੀਂ ਹੋ ਗਿਆ ਮੇਰਾ ਹੱਥ ਲੱਗ ਗਿਆ ਤੁਹਾਡਾ ਹੱਥ ਲੱਗਿਆ ਇੰਨੀ ਜਲਦੀ ਹੈਲੋ ਹੈਲੋ ਇੱਕ ਮਿੰਟ ਹੈਲੋ ਕੈਮਰੇ ਰਿਸਪੌਂਸ ਹੈਲੋ हेलो लग रहा देखो ट्राई कोई नहीं देख लेंगे तेरा पता है कोई डिसाइड कर ला भी किसको का मैच को कर देना फिर जल्दी से ग्राउंड की बोलूं कुछ ना पता मेरे हाथी के बारे में हाथी के तक नॉलेज है चल 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 क्या करना पड़ना हेलो चलो ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਪਹਿਲੇ ਦਿਨ ਦੀਆਂ 37ਵੇਂ ਸਟੇਜ ਤੇ ਖੇਡਾਂ ਦੇ ਵਿੱਚ ਮੈਲਬੌਰਨ ਤੋਂ ਜੁੜੇ ਹੋਏ ਹਾਂ ਹਰਮਨ ਰੇਡੀਓ ਦੇ ਉੱਪਰ ਇੰਡਸ ਟੀਵੀ ਦੇ ਉੱਪਰ ਤੇ ਨਾਲ ਦੀ ਨਾਲ ਤੁਸੀਂ ਇਹਦੇ ਕਾਫੀ ਰੇਡੀਓ ਫੋਰਮ ਦੇ ਉੱਪਰ ਵੀ ਲੈ ਰਹੇ ਹੋ। ਧੰਨਵਾਦ ਤੁਹਾਡਾ ਸਮੂਹ ਖਿਡਾਰੀਆਂ ਦਾ, ਸਮੂਹ ਪਰਿਵਾਰਾਂ ਦਾ ਤੇ ਸਮੂਹ ਪ੍ਰਬੰਧਕਾਂ ਦਾ ਤੇ ਖਾਸ ਕਰਕੇ ਜੋ ਲੰਗਰ ਦੇ ਵਿੱਚ ਸੇਵਾ ਨਿਭਾ ਰਹੇ ਨੇ
ਕਿਉਂਕਿ ਉਹਨਾਂ ਦੀ ਸੇਵਾ ਕਾਫੀ ਦਿਨਾਂ ਤੋਂ ਸ਼ੁਰੂ ਹੋ ਚੁੱਕੀ ਸੀ, ਸਮੱਗਰੀ ਵਗੈਰਾ ਦੀ ਤਿਆਰੀ ਕਰਨੀ ਹੁੰਦੀ ਹੈ। ਸੋ ਸਾਡੇ ਨਾਲ ਜੁੜੇ ਨੇ ਮਾਣਮੱਤੀ ਸ਼ਖਸੀਅਤ ਹਰਮਨ ਰੇਡੀਓ ਤੋਂ, ਤੇ ਖਾਸ ਕਰਕੇ ਹੁਣ ਤਾਂ ਸ਼ੌਕੀ ਸਰਦਾਰਾਂ ਦੇ ਵਿੱਚ ਵੀ ਕਈ ਵਾਰ ਸ਼ਮੂਲੀਅਤ ਤੇ ਦੇਖਦੇ ਆ ਉਹਨਾਂ ਨੂੰ। ਅਮਰਦੀਪ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਜੀਤ ਜੀ, ਬਹੁਤ ਬਹੁਤ ਸਵਾਗਤ। ਪਹਿਲਾਂ ਤਾਂ ਜੀ ਆਇਆਂ ਨੂੰ ਮੈਲਬਨ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ। ਜੀ ਬਿਲਕੁਲ ਜੀ, ਜੀ ਆਇਆਂ ਤਾਂ ਹੋ ਗਿਆ, ਪਰ ਮੈਂ ਪਹਿਲਾਂ ਇੱਕ ਕਹਿੰਦੇ ਹੁੰਦਾ ਵੀ ਥੋੜੀ ਰੰਜਿਸ਼ ਦਿਖਾ ਕੇ ਸ਼ੁਰੂ ਕਰ ਲਈਏ ਜੀ। ਤੇ ਉਹ ਅਚਾਨਕ ਉਦੋਂ ਅਸੀਂ ਲਾਈਵ ਮੁੰਡਿਆਂ ਨੇ ਮੂਵੀ ਕਹਿੰਦੇ ਵੀ ਦੇਖਣੀ ਆ ਮਾਨ ਸਾਹਿਬ ਦੀ ਮੂਵੀ, ਤੇ ਇੱਕਦਮ ਤੁਹਾਡਾ ਸ਼ਾਟ ਆਇਆ। ਮੈਂ ਕਿਹਾ ਵੀ ਸਾਨੂੰ ਪਤਾ ਨਹੀਂ ਲੱਗਾ। ਜਿਹੜਾ ਪਹਿਲਾਂ ਕੁਆਲੀਫਾਈ ਕੀਤਾ ਗਿਆ ਇਹਦਾ ਅੱਗੇ ਮਨ ਨਹੀਂ ਕਰਦਾ। ਚੱਲ ਜੀ ਥੋੜੀ ਬਾਅਦ ਚਾਹੁੰਦੇ ਹਾਂ ਥੋੜੀ ਟੈਕਨੀਕਲ ਪ੍ਰੋਬਲਮ ਤੇ ਨੈਟਵਰਕ ਦੀ ਪ੍ਰੋਬਲਮ ਚੱਲ ਰਹੀਆਂ ਸੀ। ਸਵੇਰੇ ਵੀ ਕੋਈ ਦੁਬਦਾ ਬਣੀ ਹੈ। ਖੈਰ ਜਿੱਥੇ ਕਿਤੇ ਵੀ ਨੈਟਵਰਕ ਪ੍ਰੋਬਲਮ ਬਣਦੀ ਉਸ ਤੋਂ ਬਾਅਦ ਕੋਸ਼ਿਸ਼ ਕਰਦੇ ਕਿ ਜਲਦੀ ਤੱਕ ਤੁਹਾਡਾ ਰਾਹ ਹੋਣਾ। ਜੇ ਤੁਸੀਂ ਹਾਰਡ ਕਾਪੀ ਦੇ ਵੀ ਹਰਮਨ ਰੇਡੀਓ ਦੇ ਪੇਜ ਤੇ ਜਾਂ ਇੰਡਸਟਰੀ ਦੇ ਪੇਜ ਤੇ YouTube ਪੇਜ ਉੱਪਰ ਜਾ ਸਕਦੇ ਹੋ, ਉਹ ਵੀ ਜਲਦੀ ਭੇਜਦੇ ਰਹਿਣਗੇ।
ਤੇ ਸਾਡੀ ਖੁਸ਼ੀ ਰਹੀ ਕਿ ਜੋ ਲਾਈਵ ਹੋ ਰਿਹਾ ਉਹ ਤੁਹਾਡੇ ਸਾਹਮਣੇ ਕਰਦੇ ਰਹੀਏ। ਮੈਂ ਹਰਜੀਤ ਸਾਡਾ ਇੰਡਸਟਰੀ ਤੋਂ ਰੇਡੀਓ ਵੀ ਤੇ ਨਾਲ ਸਾਡੇ ਨਾਲ ਆਪਣੀ ਭੈਣ ਜੀ ਬੈਠੇ ਨੇ। ਚੌਂਕੀ ਸਰਦਾਰ ਦੀ ਗੱਲ ਕੀਤੀ ਸੀ, ਉਹ ਦੁਬਾਰਾ ਰਿਪੀਟ ਨਹੀਂ ਕਰਦੇ ਹੈਗੇ। ਭੈਣ ਜੀ ਗੇਮਾਂ ਦੇ ਉੱਪਰ ਆਉਣੇ ਆ ਜੀ। ਹਾਂਜੀ ਤੁਸੀਂ ਤਾਂ ਮੇਰੇ ਖਿਆਲ ਕੱਲ ਦੇ ਆਏ ਹੋਏ ਆ, ਕਹਿੰਦੇ ਰੋਟੀ ਵੀ ਇੱਥੇ ਖਾਧੀ ਸਾਰੀ। ਨਹੀਂ ਮੈਂ ਸਵੇਰੇ ਹੀ ਵੈਸੇ ਆਈ ਹਾਂ, ਪਰ ਆਪਣੀ ਟੀਮ ਕਹ ਲੋ ਹਨਾ ਰੇਡੀਓ 4 ਇੰਡੀਆ ਇੰਡੋਸ ਟੀਵੀ ਤੇ ਹੰਡਰਡ ਰੇਡੀਓ ਟੀਮ ਕੱਲ ਆ ਕੇ ਸੈਟਅਪ ਦੇ ਵਿੱਚ ਕਾਫੀ ਸਮਾਂ ਇੱਥੇ ਲਗਾ ਕੇ ਮੈਨੂੰ ਲੱਗਦਾ ਸਾਰਾ ਦਿਨ ਨਿਕਲੀ ਸੀ ਆਪਣੀ, ਤੇ ਅੱਜ ਸਾਡਾ ਕਹ ਲੋ ਮੌਕਾ ਬਣਿਆ। ਜੀ ਬਿਲਕੁਲ, ਇਧਰੋਂ ਸਾਡੇ ਇੰਡੋਸ ਟੀਵੀ ਦੇ ਵੀ ਰੋਡ ਬੜੇ ਹੋਏ ਸੀ ਤੇ ਪਹਿਲਾਂ ਰਸਤੇ ਵਿੱਚ ਵੀ ਉਹ ਵੀਡੀਓਜ਼ ਬਣਾਉਂਦੇ ਗਏ ਨੇ। ਉਹ ਵੀ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਦੇ ਨਾਲ ਕਾਫੀ ਚੀਜ਼ਾਂ ਹੋਣਗੀਆਂ। YouTube ਦੇ ਉੱਪਰ ਵੀ ਤੁਸੀਂ ਬਣਨਾ ਸਾਡੇ ਤੇ ਪੇਜ ਤੇ ਬਣਨਾ। ਤਾਂ ਜੀ ਕਹਿੰਦੇ ਵੀ 18 ਦੇ ਲਗਭਗ ਖੇਡਾਂ ਇੱਥੇ ਇਸ 30ਵੀਂ ਖੇਡਾਂ ਜਿਹੜੀ ਮੈਲਬੌਰਨ ਹੋ ਰਹੀਆਂ ਨੇ ਵਿਕਟੋਰੀਆ ਧਰਤੀ ਦੇ ਉੱਪਰ, ਉਹਦੇ ਵਿੱਚ ਕਹਿੰਦੇ ਤਕਰੀਬਨ 9000 ਤਾਂ ਪਲੇਅਰ ਆ ਜੀ। 9000 ਤੋਂ ਪਲੱਸ ਕਹਿ ਰਹੇ ਆ ਕਿ ਇਸ ਵਕਤ ਅਮਰੀਕਾ ਸਿਟੀ ਨਾਲੋਂ ਵੱਡੀ ਗਿਣਤੀ ਦਿਖਾ ਰਿਹਾ ਆ। ਤੇ 550 ਤੋਂ ਵੀ ਵੱਧ ਕਹਿੰਦੇ ਟੀਮਾਂ ਨੇ। ਬੜਾ ਇਹਦਾ ਮਤਲਬ ਵੱਡਾ ਇੱਕ ਇਕੱਠ ਜੋ ਖਿਡਾਰੀਆਂ ਦਾ ਉਹ ਸਾਡੇ ਕੋਲ ਆ। ਤੇ ਇਸ ਵਾਰ ਕਹਿੰਦੇ ਰਿਕਾਰਡ ਟੁੱਟ ਸਕਦੇ ਆ ਕਿ 1.5 ਲੱਖ ਦੇ ਕਰੀਬ ਦਰਸ਼ਕ ਪਰਿਵਾਰ ਜੋ ਵੀ ਬੱਚੇ ਨਾਲ ਆਉਂਦੇ ਨੇ। ਮੇਰੇ ਖਿਆਲ ਉਹਦੇ ਵਿੱਚ ਵਿਦੇਸ਼ਾਂ ਦੇ ਵੀ ਜੁੜਦੇ ਨੇ, ਤੇ ਖਾਸ ਕਰਕੇ ਜਿਹੜੇ ਸਾਡੇ ਪੰਜਾਬ ਤੋਂ ਆਏ ਹੋਏ ਨੇ। ਐਡੇ ਵੱਡੇ ਇਕੱਠ ਦੀ ਮੇਜ਼ਬਾਨੀ ਕਰਨਾ ਵੀ ਇੱਕ ਕਹਿ ਲਓ ਕਿ ਇੱਕ ਵੱਖਰਾ ਹੀ ਮੁਕਾਬਲਾ। ਕੀ ਕਹਿਣਾ ਚਾਹੋਗੇ? ਬਿਲਕੁਲ ਹਰਜੀਤ ਜੀ, ਕਹਿੰਦੇ ਹੁੰਦੇ ਵੀ ਖਾਲਾ ਜੀ ਦਾ ਵਾੜਾ ਨਹੀਂ, ਇਹੋ ਜਿਹੇ ਪ੍ਰਬੰਧ ਕਰਨੇ ਹਨਾ। ਤੇ ਅੱਜ ਸਵੇਰੇ ਜਦੋਂ ਓਪਨਿੰਗ ਸੈਰਾਮਨੀ ਹੋਈ, ਆਫੀਸ਼ੀਅਲੀ ਜਦੋਂ ਅਨਾਉਂਸਮੈਂਟ ਹੋਈ ਤੇ ਮੇਅਰ ਆਏ ਹੋਏ ਸੀਗੇ ਨਿਕ, ਤੇ ਉਹ ਕਹਿੰਦੇ ਵੀ ਮੈਂ ਅੱਜ ਅਨਾਉਂਸ ਕਰਦਾ ਵੀ ਇਹ ਸਿਰਫ ਸਿੱਖ ਗੇਮਸ ਨਹੀਂ ਹੈਗੀਆਂ, ਇਹ ਤਾਂ ਮੈਲਬਨ ਦੀਆਂ ਓਲੰਪਿਕਸ ਆ। ਸੋ ਇਹ ਜਿਹੜੀਆਂ ਸਿੱਖ ਖੇਡਾਂ ਆ, ਮੈਂ ਸੋਸ਼ਲ ਮੀਡੀਆ ਤੇ ਸਵੇਰੇ ਦੇਖ ਰਿਹਾ ਸੀ, ਮੈਂ ਕਿਹਾ ਪਤਾ ਨਹੀਂ ਤਾਂ ਇਹਨੇ ਚੱਕਥਲ ਦੇ ਵਿੱਚ ਆ ਕੇ ਇਹ ਗੱਲਾਂ ਕਰ ਦਿੱਤੀਆਂ। ਪਰ ਖੈਰ ਚੱਕਥਲ ਤਾਂ ਨਹੀਂ ਕਹਿ ਸਕਦੇ, ਇਹਦੇ ਵਿੱਚ ਹੈ ਗੱਲਬਾਤ। ਜੀ ਸੋ ਇੰਨੀ ਵੱਡੀ ਗਿਣਤੀ ਦੇ ਵਿੱਚ ਖਿਡਾਰੀਆਂ ਦਾ ਸ਼ਾਮਲ ਹੋਣਾ, ਦਰਸ਼ਕਾਂ ਦਾ ਐਡੀ ਵੱਡੀ ਗਿਣਤੀ 'ਚ ਪਹੁੰਚਣਾ ਹਨਾ, ਸੋ ਉਹਨਾਂ ਨੂੰ ਵੀ ਹੈਰਾਨ ਕਰਦਾ। ਕਿਉਂਕਿ ਜਦੋਂ ਅਸੀਂ ਓਲੰਪਿਕ ਗੇਮਸ ਦੀ ਗੱਲ ਕਰਦੇ ਹਾਂ ਤਾਂ ਤਕਰੀਬਨ ਕਹਿ ਲਓ ਵੀ ਗਿਣਤੀ ਉਨੀ ਨੇੜੇ ਤੇੜੇ ਪਹੁੰਚਣ ਵਾਲੀ ਆ। ਤੇ ਇਸ ਕਰਕੇ ਸ਼ਾਇਦ ਜਿਹੜੀ ਹੋਰ ਕਿਸੇ ਕਮਿਊਨਿਟੀ ਦੀ ਇਸ ਲੈਵਲ ਦੇ ਉੱਤੇ ਪਾਰਟਿਸਿਪੇਸ਼ਨ ਨਹੀਂ ਮਿਲਦੀ, ਇਸੇ ਕਰਕੇ ਸ਼ਾਇਦ ਉਹਨਾਂ ਦਾ ਵੀ ਇਹੋ ਜਿਹਾ ਬਿਆਨ ਦੇਖਣ ਨੂੰ ਮਿਲਦਾ, ਸੁਣਨ ਨੂੰ ਮਿਲਦਾ ਆਪਾਂ ਨੂੰ ਹਨਾ। ਜੀ ਬਿਲਕੁਲ। ਮੈਂ ਦਲਜੀਤ ਦੇ ਨਾਲ ਥੋੜਾ ਗਰਾਊਂਡਾਂ ਦੇ ਵਿੱਚ ਲੇਟ ਪਹੁੰਚਿਆ ਜੀ। ਤੁਸੀਂ ਸਵੇਰ ਤੋਂ ਇੱਥੇ ਜੁੜੇ ਹੋਏ ਹੋ, ਕਾਰਜ ਕਰ ਰਹੇ ਹੋ। ਤੁਸੀਂ ਓਪਨਿੰਗ ਸੈਰਾਮਨੀ ਵੀ ਦੇਖੀ ਹੋਏਗੀ, ਤੇ ਅਰਦਾਸ ਦੇ ਨਾਲ ਹਰ ਵਕਤ ਇੱਕ ਰਵਾਇਤ ਹੁੰਦੀ ਹੈ, ਉਹਦੀ ਸ਼ੁਰੂਆਤ ਕੀਤੀ ਜਾਂਦੀ ਹੈ ਮਹਾਰਾਜ ਦਾ ਆਸਰਾ ਲੈ ਕੇ। ਸੋ ਉਹਦਾ ਕੁਝ ਅਗਰ ਤੁਸੀਂ ਬਿਆਨ ਕਰੋ ਕਿ ਉਸ ਟਾਈਮ ਕਿਸ ਤਰ੍ਹਾਂ ਦਾ ਉਤਸ਼ਾਹ ਸੀ, ਕਿਸ ਤਰ੍ਹਾਂ ਦਾ ਇਕੱਠ ਸੀਗਾ। ਕਿਉਂਕਿ ਥੋੜਾ ਮੌਸਮ ਨੇ ਸਵੇਰੇ ਮਜ਼ਾ ਕਿਰਕਿਰਾ ਕੀਤਾ, ਲੇਕਿਨ ਹਾਕੀ ਵਾਲਿਆਂ ਦੇ ਮੁਕਾਬਲੇ ਸਹੀ ਚੱਲ ਰਿਹਾ, ਬੱਦਲ ਛਾਏ ਹੋਏ, ਲੇਕਿਨ ਫਿਰ ਵੀ ਸਾਰਾ ਕੁਝ ਚੱਲ ਰਿਹਾ ਹੈ। ਹਾਂਜੀ ਬਿਲਕੁਲ। ਸਵੇਰੇ ਮੀਂਹ ਸੀ ਔਰ ਮੀਂਹ ਕਰਕੇ ਥੋੜੀ ਜਿਹੀ ਖਰਾਬੀ ਗਰਾਊਂਡਸ ਦੇ ਵਿੱਚ ਜ਼ਰੂਰ ਹੋਈ ਹੈ, ਪਰ ਹਾਕੀ ਵਾਲਿਆਂ ਲਈ ਮੀਂਹ ਜਿਹੜਾ ਉਹ ਵਧੀਆ ਹੀ ਹੁੰਦਾ। ਔਰ ਮੀਂਹ ਜਿਹੜਾ ਸੀ ਨਾ ਉਹ ਹੈ ਵੀ ਇਦਾਂ ਦਾ ਸੀ ਵੀ ਸ਼ਾਵਰ, ਜਿੱਦਾਂ ਹਾਕੀ ਦੀ ਗਰਾਊਂਡ ਤਾਂ ਪਹਿਲਾਂ ਗਿੱਲੀ ਕੀਤੀ ਜਾਂਦੀ ਆ, ਸੋ ਹਾਕੀ ਵਾਲਿਆਂ ਨੂੰ ਮੈਨੂੰ ਲੱਗਦਾ ਮੀਂਹ ਦਾ ਫਾਇਦਾ ਹੋਇਆ ਹੋਣਾ। ਪਰ ਦੂਜੀਆਂ ਗਰਾਊਂਡਸ ਦੇ ਵਿੱਚ ਜਿਹੜੇ ਖਿਡਾਰੀ ਸੀ ਉਹਨਾਂ ਦੇ ਲਈ ਮੁਸ਼ਕਲਾਂ ਸੀਗੀਆਂ। ਔਰ ਓਪਨਿੰਗ ਸੈਰਾਮਨੀ ਦੀ ਬੜੀ ਖੂਬਸੂਰਤੀ ਇਹ ਸੀ ਕਿ ਓਪਨਿੰਗ ਸੈਰਾਮਨੀ ਦੀ ਜਿਵੇਂ ਸ਼ੁਰੂਆਤ ਜਿਹੜੀ ਆ ਉਹ ਪਰਵਰਦਗਾਰ ਪਰਮਾਤਮਾ ਦੇ ਅੱਗੇ ਅਰਦਾਸ ਕਰਕੇ ਹਨਾ ਹੋਈ, ਤੇ ਉਹਦੇ ਤੋਂ ਬਾਅਦ ਮੈਂ ਪਹਿਲਾਂ ਵੀ ਸ਼ਾਇਦ ਜਦੋਂ ਆਪਾਂ ਲਾਈਵ ਸ਼ੁਰੂ ਕੀਤਾ ਸੀਗਾ ਥੋੜੀ ਜਿਹੀ ਗੱਲ ਛੇੜੀ ਸੀਗੀ ਕਿ ਸਮੋਕ ਸੈਰਾਮਨੀ, ਇੱਥੋਂ ਦੇ ਜਿਹੜੇ ਮੂਲ ਨਿਵਾਸੀ ਆ ਹਰਜੀਤ ਜੀ, ਉਹ ਮੂਲ ਨਿਵਾਸੀ ਜਿਹੜੇ ਉਹਨਾਂ ਦੀ ਇਹ ਇੱਕ ਰਸਮ ਆ ਹਨਾ। ਜਦੋਂ ਵੀ ਕੋਈ ਕਾਰਜ ਕੀਤਾ ਜਾਂਦਾ ਆ ਤੇ ਉਹ ਰਸਮ ਕੀਤੀ ਜਾਂਦੀ ਆ। ਸੋ ਉਹ ਰਸਮ ਜਿਹੜੀ ਅੱਜ ਇੱਥੇ ਕੀਤੀ ਗਈ, ਉਸ ਵੇਲੇ ਇੱਥੇ MP ਡੈਨੀਅਲ ਜਿਹੜੇ ਸੀਗੇ ਉਹ ਹਾਜ਼ਰ ਸੀ। ਉਹਨਾਂ ਨੇ ਉਸ ਰਸਮ ਦੇ ਬਾਰੇ ਵੀ ਦੱਸਿਆ, ਤੇ ਇੱਥੇ ਹਾਜ਼ਰ ਬਹੁਤ ਸਾਰੇ ਆਪਣੇ ਭਾਈਚਾਰੇ ਦੇ ਜਿਹੜੇ ਪਤਵੰਤੇ ਲੋਕ ਹਨਾ, ਉਹ ਮਹਿਸੂਸ ਕਰ ਰਹੇ ਸੀਗੇ ਕਿ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਨਾ ਕੁਛ ਰਸਮਾਂ ਸਾਨੂੰ ਦੇਖਣ ਨੂੰ ਮਿਲਦੀਆਂ, ਤੇ ਕਾਫੀ ਨੇੜੇ ਸੀਗੀ ਸਮੋਕ ਸੈਰਾਮਨੀ। ਖਾਸ ਤੌਰ ਦੇ ਉੱਤੇ ਜਦੋਂ ਆਪਾਂ ਉੱਥੇ ਦੇਖਦੇ ਹਾਂ ਵੀ ਹਿੰਦੂ ਭਾਈਚਾਰੇ ਦੇ ਵਿੱਚ ਜਿਹੜਾ ਹਵਨ ਹੁੰਦਾ ਆ ਹਨਾ, ਤੇ ਉਸ ਤਰ੍ਹਾਂ ਦਾ ਹੀ ਤਕਰੀਬਨ ਹੁੰਦਾ। ਤੇ ਇਹ ਜਿਹੜੀ ਸੈਰਾਮਨੀ ਆ, ਜਿਹੜੀ ਇੱਥੋਂ ਦੇ ਮੂਲ ਨਿਵਾਸੀਆਂ ਦੀ ਇਹ ਰਸਮ ਆ, ਇਹ ਰਸਮ ਅਸਲ ਦੇ ਵਿੱਚ ਸਾਰੇ ਭਾਈਚਾਰੇ ਨੂੰ ਜੋੜਦੀ ਆ, ਜਾਂ ਕਹਿ ਲਓ ਕਿ ਉਹ ਵੀ ਇੱਕ ਪੋਜ਼ਿਟਿਵ એનર્ਜੀ ਜਿਹੜੀ ਆ ਹਨਾ ਉਹ ਲੈਣ ਦੇ ਲਈ ਇਸ ਰਸਮ ਦੇ ਨਾਲ ਸ਼ੁਰੂਆਤ ਕਰਦੇ ਆ। ਸੋ ਸਿੱਖ ਖੇਡਾਂ ਦੀ ਸ਼ੁਰੂਆਤ ਜਿਹੜੀ ਆ ਉਹ ਅਰਦਾਸ ਦੇ ਨਾਲ ਹੋਣੀ, ਇਹੋ ਜਿਹੀਆਂ ਰਸਮਾਂ ਦੇ ਨਾਲ ਹੋਣੀ। ਔਰ ਮੈਨੂੰ ਲੱਗਦਾ ਕਿ ਇਹ ਪ੍ਰਤੀਕ ਵੀ ਆ ਸਾਡੇ ਸੱਭਿਆਚਾਰ ਦਾ, ਧਰਮ ਦਾ, ਜਾਂ ਹਨਾ ਕਿਉਂਕਿ ਜਦੋਂ ਅਸੀਂ ਆਪਣੀਆਂ ਰਵਾਇਤਾਂ ਨੂੰ, ਰਸਮਾਂ ਨੂੰ ਜਿਉਂਦਿਆਂ ਰੱਖਦੇ ਹਾਂ ਤਾਂ
ਉਹ ਜਿਹੜੀ ਕਮਿਊਨਿਟੀ ਆ, ਉਹ ਜਿਹੜਾ ਭਾਈਚਾਰਾ ਆ, ਉਹ ਲੰਮਾ ਸਮਾਂ ਜਿਉਂਦਾ ਰਹਿੰਦਾ ਆ। ਜੀ ਬਿਲਕੁਲ, ਮੈਂ ਇੱਥੇ ਇੱਕ ਚੀਜ਼ ਹੋਰ ਵੀ ਸ਼ੁਰੂਆਤ ਦੇ ਵਿੱਚ ਹੋਰ ਐਡ ਕਰ ਦਵਾਂ, ਤੇ ਮੈਂ ਮਾਫੀ ਚਾਹਾਂਗਾ ਕਿ ਅਸੀਂ ਉਹਨਾਂ ਸ਼ਖਸੀਅਤਾਂ ਦਾ, ਉਹਨਾਂ ਸਮੂਹਾਂ ਦਾ, ਉਹਨਾਂ ਲੋਕਾਂ ਦਾ ਨਾਂ ਲੈਣਾ ਭੁੱਲ ਗਏ ਇੱਥੋਂ ਦੇ ਮੂਲ ਵਾਸੀ, ਕਿ ਜਿਨ੍ਹਾਂ ਦੀ ਧਰਤੀ ਤੇ ਅਸੀਂ ਉਸ ਧਰਤੀ ਤੇ ਬੈਠ ਕੇ ਅੱਜ ਇਹ ਲਾਈਵ ਸਟ੍ਰੀਮਿੰਗ ਕਰਨ ਦੇ ਯੋਗ ਬਣੇ ਆ। ਅਗਰ ਉਹ ਨਾ ਹੁੰਦੇ, ਉਹਨਾਂ ਦੀ ਕੁਰਬਾਨੀਆਂ ਨਾ ਹੁੰਦੇ, ਤਾਂ ਸ਼ਾਇਦ ਅਸੀਂ ਅੱਜ ਇੱਥੇ ਨਾ ਹੁੰਦੇ। ਸੋ ਮੂਲ ਨਿਵਾਸੀਆਂ ਨੂੰ ਸਿੱਧਾ ਕਰਦੇ ਆ ਤੇ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਫਲ ਪਵੇ, ਬੂਰ ਪਵੇ, ਇਹ ਵੀ ਕਾਮਨਾ ਕਰਦੇ ਆ। ਖੈਰ, ਕੁਝ ਹੋਰ ਰਾਜਨੀਤਿਕ ਮਸਲੇ ਵੀ ਹੁੰਦੇ ਨੇ, ਤੇ ਇਸਤਰੀਆਂ ਦੀਆਂ ਜਿੰਨੀਆਂ ਵੀ ਵੰਨਗੀਆਂ ਹੁੰਦੀਆਂ ਨੇ, ਮੈਂ ਇੱਧਰ ਵੀ ਦੇਖ ਰਿਹਾ ਦਲਜੀਤ ਜੀ ਤੋਂ ਫਰਮਾਂਕਣ ਕਰਕੇ ਆਏ ਨੇ, ਕਾਫੀ ਰਵਾਇਤੀ ਢੰਗ ਦੇ ਨਾਲ ਉਹ ਵਿਰਾਸਤ ਪੰਜਾਬ ਦੀ ਸਜਾਈ ਹੋਈ ਹੈ। ਹੋਰ ਵੀ ਕਈ ਪੰਡਾਲ ਲੱਗੇ ਹੋਣਗੇ, ਤੁਸੀਂ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਗੇੜਾ ਰੱਖਦੇ ਹੋ, ਤੇ ਉਹਦਾ ਥੋੜਾ ਵੇਰਵਾ ਦਿਓ ਕਿ ਆਉਣ ਵਾਲੇ ਇਹਨਾਂ ਅੱਜ ਦੇ ਦਿਨ ਤੇ ਅਗਲੇ 2 ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਵੰਨਗੀਆਂ ਸਾਡੇ ਸਾਹਮਣੇ ਹੋਣਗੀਆਂ। ਹਾਂਜੀ ਹਾਂਜੀ, ਜ਼ਰੂਰ। ਕੌਰ ਰਾਈਜ਼ਿੰਗ ਇਵੈਂਟ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ, ਆਪਣੇ ਦਲਜੀਤ ਹੋਰਾਂ ਨੇ ਉਹਨਾਂ ਦੇ ਨਾਲ ਮੇਰਾ ਖਿਆਲ ਇੰਟਰਵਿਊ ਕੀਤੀ, ਇੰਟਰੋਡਿਊਸ ਕੀਤਾ ਹਨਾ ਸਾਰੀ ਟੀਮ ਨੂੰ, ਤੇ ਉਹ ਇੱਕ ਇਹੋ ਜਿਹਾ ਇਵੈਂਟ ਆ ਜਿਹੜਾ 2 ਦਿਨ ਲਗਾਤਾਰ ਕਾਫੀ ਐਕਟਿਵਲੀ ਚੱਲਣਾ ਆ, ਔਰ ਉਹਦੇ ਵਿੱਚ ਹਰ ਪੱਖ ਜਿਹੜਾ ਸਾਡੀਆਂ ਭੈਣਾਂ ਦੇ ਨਾਲ, ਧੀਆਂ ਦੇ ਨਾਲ, ਬੀਬੀਆਂ ਦੇ ਨਾਲ ਕਹਿ ਲਓ ਹਨਾ, ਜੁੜਿਆ ਹੋਇਆ, ਉਸ ਹਰ ਪੱਖ ਦੀ ਗੱਲ ਆ, ਚਾਹੇ ਉਹਨਾਂ ਦੇ ਚਾਵਾਂ ਦੀ ਗੱਲ ਹੋਵੇ, ਕਿਉਂਕਿ ਮੇਲੇ ਵਾਲਾ ਵੀ ਮਾਹੌਲ ਹੈਗਾ, ਪਰ ਇਹਦੇ ਨਾਲ ਨਾਲ ਜਿਹੜਾ ਇੱਕ ਇੰਟੈਲੈਕਚੁਅਲ ਲੈਵਲ ਆ ਸਾਡੀਆਂ ਭੈਣਾਂ ਦਾ ਵੱਖ-ਵੱਖ ਖੇਤਰਾਂ ਦੇ ਵਿੱਚ ਜਿਨ੍ਹਾਂ ਨੇ ਅਚੀਵਮੈਂਟਸ ਕੀਤੀਆਂ ਆ, ਤੇ ਇਸ ਵੇਲੇ ਉਹ ਨੁਮਾਇੰਦਗੀ ਵੀ ਕਰ ਰਹੀਆਂ ਆ ਅਲੱਗ-ਅਲੱਗ ਖੇਤਰਾਂ ਦੇ ਵਿੱਚ ਹਨਾ, ਤੇ ਉਹਨਾਂ ਭੈਣਾਂ ਨੂੰ ਖਾਸ ਤੌਰ ਦੇ ਉੱਤੇ ਉੱਥੇ ਮੌਕਾ ਦਿੱਤਾ ਗਿਆ ਹੈ ਕਿ ਸਾਡੇ ਭਾਈਚਾਰੇ ਦੀਆਂ ਜਿਹੜੀਆਂ ਬੜੀਆਂ ਅਗਾਂਹ ਵਧੂ ਭੈਣਾਂ ਨੇ, ਜਿਹੜੇ ਆਪਣੇ ਆਪਣੇ ਫੀਲਡ ਦੇ ਵਿੱਚ ਮੁਹਾਰਤ ਰੱਖਦੀਆਂ, ਉਹਨਾਂ ਨੇ ਖਾਸ ਤੌਰ ਦੇ ਉੱਤੇ ਸਾਂਝ ਪਾਉਣੀ ਆ, ਔਰ ਕੀ ਐਕਸਪੀਰੀਅੰਸਸ ਰਹਿੰਦੇ ਆ ਜਦੋਂ ਤੁਸੀਂ ਵੱਡੇ ਰੋਲਸ ਦੇ ਉੱਤੇ ਜਾਂਦੇ ਆ, ਲੀਡਰਸ਼ਿਪ ਰੋਲਸ ਦੇ ਉੱਤੇ ਤੁਸੀਂ ਜਾਂਦੇ ਆ, ਔਰ ਉਹ ਜਿਹੜੀ ਲੀਡਰਸ਼ਿਪ ਸਕਿੱਲ ਆ ਸਾਡੇ ਲਈ ਸਿੱਖਣੀ ਕਿੰਨੀ ਜ਼ਰੂਰੀ ਆ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਆ। ਸੋ ਇਸ ਬਾਬਤ ਕਾਫੀ ਚਰਚਾ ਵੀ ਹੋਣੀ ਆ। ਸੋ ਚਾਹੇ ਉਹ ਸਿਹਤ ਦਾ ਖੇਤਰ ਆ, ਸਿਹਤ ਦੇ ਖੇਤਰ ਦੇ ਵਿੱਚ ਸਾਡੀਆਂ ਭੈਣਾਂ ਬੜੇ ਉੱਚੇ ਰੁਤਬੇ ਜਿਹੜੇ ਆ ਉਹ ਹਾਸਲ ਕਰ ਚੁੱਕੀਆਂ। ਇਸੇ ਤਰ੍ਹਾਂ ਜੇ ਅਸੀਂ ਯੂਨੀਵਰਸਿਟੀਆਂ ਦੇ ਵਿੱਚ ਦੇਖੀਏ ਤਾਂ ਬੌਧਿਕ ਪੱਧਰ ਦੇ ਉੱਤੇ ਸਾਡੀਆਂ ਜਿਹੜੀਆਂ ਭੈਣਾਂ ਦਾ ਕਾਫੀ ਯੋਗਦਾਨ ਆ ਹਨਾ। ਸੋ ਇਸ ਪੱਖ ਤੋਂ ਵੀ ਮੈਂ ਦੇਖਦੀ ਹਾਂ ਵੀ ਕੌਰ ਰਾਈਜ਼ਿੰਗ ਜਿਹੜਾ ਇਵੈਂਟ ਆ ਉਹ ਬੌਧਿਕ ਪੱਖ ਜਿਹੜਾ ਆ ਉਹਨੂੰ ਵੀ ਕਵਰ ਕਰ ਰਿਹਾ, ਦੂਜੇ ਪਾਸੇ ਉਹ ਸਾਡਾ ਸੱਭਿਆਚਾਰਕ ਪੱਖ ਜਿਹੜਾ ਆ ਉਹਨੂੰ ਵੀ ਉਹ ਕਵਰ ਕਰ ਰਿਹਾ, ਤੇ ਇਹਦੇ ਨਾਲ ਬਹੁਤ ਸਾਰੀਆਂ ਹੋਰ ਛੋਟੀਆਂ-ਛੋਟੀਆਂ ਐਕਟੀਵਿਟੀਜ਼, ਜਿੱਦਾਂ ਮੈਂ ਚਾਵਾਂ ਮਲਾਰਾਂ ਦੀ ਗੱਲ ਕੀਤੀ ਹੈ ਹਨਾ, ਸੋ ਉਹ ਬੋਲੀਆਂ ਵੀ ਪਾਉਂਦੀਆਂ ਇਕੱਠੀਆਂ ਹੋ ਕੇ, ਤੇ ਆਪਣੇ ਮਨ ਦੀਆਂ ਜਿਹੜੀਆਂ ਇੱਛਾਵਾਂ ਕਹਿੰਦੇ ਹੁੰਦੇ ਆ ਸੱਜਣ ਧੱਜਣ ਵਾਲੀਆਂ ਹਨਾ, ਉਹ ਵੀ ਪੂਰੀਆਂ ਕਰਦੀਆਂ। ਜੀ ਬਿਲਕੁਲ, ਮੈਂ ਇਸ ਵਿਸ਼ੇ ਨੂੰ ਹੋਰ ਵੀ ਗਾਹਾਂ ਤੋਰਦਾ ਜਾਵਾਂਗਾ, ਕਿਉਂਕਿ ਸਵੇਰੇ ਕੁਝ ਕਾਲਸ ਆਈਆਂ ਸੀ, ਮੈਲਬੌਰਨ ਤੋਂ ਕਾਲ ਆਈਆਂ, ਕਹਿੰਦੇ ਕਿ ਜਿਹੜੀਆਂ ਕਲਚਰਲ ਐਕਟੀਵਿਟੀਜ਼, ਮੇਰੇ ਖਿਆਲ ਆਪਣੇ ਸੱਜੇ ਪਾਸੇ ਉਹ ਸਟੇਜ ਲੱਗੀ ਹੋਈ ਹੈ ਕਲਚਰਲ ਐਕਟੀਵਿਟੀਜ਼ ਦੀ, ਜਿੱਥੇ ਫੂਡ ਪੰਡਾਲ ਲੱਗੇ ਹੋਏ ਨੇ ਜੀ। ਉਹ ਕਹਿੰਦੇ ਕਿ ਅਸੀਂ ਆਪਣੇ ਬੱਚਿਆਂ ਦੀ ਪਾਰਟਿਸਿਪੇਸ਼ਨ ਕਰਾਉਣੀ ਹੈ, ਪਰ ਅਸੀਂ ਉੱਥੇ ਨੁਮਾਇੰਦਗੀ ਨਹੀਂ ਕੀਤੀ, ਵੀ ਉਹਦਾ ਕੀ ਸਿਸਟਮ ਆ, ਅਸੀਂ ਆ ਕੇ ਕਿੱਦਾਂ ਉੱਥੇ ਕੁਝ ਕਰ ਸਕਦੇ ਹਾਂ, ਉਹ ਵੀ ਮੈਂ ਤੁਹਾਨੂੰ ਜਾਣਨਾ ਸ਼ੁਰੂ ਕਰੂੰਗਾ। ਸਿੱਖ ਫੋਰਮ ਦੇ ਉੱਪਰ ਵੀ ਮੈਂ ਗੱਲਬਾਤ ਕਰਾਂਗਾ। ਮੈਂ ਚਾਹਾਂਗਾ ਦਲਜੀਤ ਜੀ ਸਾਡੇ ਨਾਲ ਇਸ ਟਾਈਮ ਇਕੱਲੇ ਚਾਹ ਪੀ ਜਾਂਦੇ ਆ, ਮੈਂ ਕਹਾਂਗਾ ਥੋੜਾ ਕੋਲ ਨੂੰ ਆ ਜਾਣਾ, ਉਹਨਾਂ ਤੋਂ ਥੋੜੀ ਆਪਾਂ ਜਾਣਕਾਰੀ ਵੀ ਲੈ ਲਈਏ। ਕੈਮਰੇ ਮੈਂ ਠੀਕ ਕਰ ਦਿੰਦਾ ਜੀ, ਕੋਈ ਗੱਲ ਨਹੀਂ। ਚਲੋ ਮੈਂ ਦਲਜੀਤ ਜੀ ਤੁਹਾਡੀ ਚਾਹ ਵਾਲੀ ਕੱਪ ਤਾਂ ਨਹੀਂ ਹੁਣ ਵਿੱਚ ਲੈ ਕੇ ਆਉਂਗਾ, ਹਨੇਰਾ ਤੁਹਾਡੇ ਕੋਲ ਆ ਰਿਹਾ ਥੋੜਾ ਜਿਹਾ, ਥੋੜਾ ਤੁਸੀਂ ਆਪਣਾ ਮੂੰਹ ਇੱਧਰ ਮੜਿਆ ਘੁਮਾਇਓ, ਜਾਂ ਤੁਸੀਂ ਇਕੱਠੇ ਹੋ ਜਾਓ ਜੀ, ਇਕੱਠਿਆਂ ਨੂੰ ਜੂਮ ਚ ਲੈਣਾ। ਹਾਂਜੀ ਠੀਕ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਇੰਡਸਟਰੀ ਵੀ ਦੇਖ ਰਹੇ, ਹਰਮਨ ਰੇਡੀਓ ਨੂੰ ਸੁਣ ਰਹੇ, ਤੇ ਰੇਡੀਓ 4EB ਨੂੰ ਸੁਣ ਰਹੇ ਸਾਰੇ ਦਰਸ਼ਕਾਂ ਦਾ। ਤੇ ਜਿਵੇਂ ਕਿ ਤੁਸੀਂ ਜਾਣਦੇ ਹੋ 38ਵੀਆਂ ਸਿੱਖ ਗੇਮਸ ਜਿਹੜੀਆਂ ਕਿ ਮੈਲਬੌਰਨ ਦੇ ਵਿੱਚ ਅੱਜ ਸ਼ੁਰੂ ਹੋ ਗਈਆਂ, ਤੇ ਇੱਕ ਤਰ੍ਹਾਂ ਦੇ ਨਾਲ ਅਸੀਂ ਕਮੈਂਟਰੀ ਕਰ ਰਹੇ ਹਾਂ ਕਿ ਵਧੀਆ, ਕਿਉਂਕਿ ਜਿਹੜੇ ਲੋਕ ਸਾਡੇ ਬ੍ਰਿਸਬੇਨ 'ਚ ਬੈਠੇ ਆ, ਸਿਡਨੀ ਦੇ ਵਿੱਚ ਬੈਠੇ ਆ, ਪਰਥ ਬੈਠੇ ਆ, ਜਾਂ ਵੱਖ-ਵੱਖ ਦੇਸ਼ਾਂ ਦੇ ਵਿੱਚ ਭਾਰਤ ਦੇ ਵਿੱਚ ਬੈਠੇ ਆ, ਤੇ ਉਹ ਸਾਨੂੰ ਸਾਡੀਆਂ ਅੱਖਾਂ ਤੇ ਸਾਡੇ ਕੰਨਾਂ ਦੇ ਦੁਆਰਾ ਜਿਹੜੇ ਦੇਖਦੇ ਸੁਣ ਰਹੇ ਆ, ਤੇ ਸਾਡਾ ਤਾਂ ਬਹੁਤ ਵਧੀਆ ਮਾਹੌਲ ਜਿਹੜਾ ਬਣਿਆ ਹੋਇਆ, ਜਿੱਦਾਂ ਭੈਣ ਜੀ ਉਹਨਾਂ ਨੇ ਵੀ ਦੱਸਿਆ ਵੀ ਇਹ ਸਾਡੇ ਬਜ਼ੁਰਗਾਂ ਦੀ ਇੱਕ ਕੁਰਬਾਨੀ ਕਹਿ ਲਓ, ਕਿ ਉਹਨਾਂ ਨੇ ਆਪਣਾ ਜਿਹੜਾ ਟਾਈਮ ਹੈ, ਕਿ ਇੱਥੇ ਬਹੁਤ ਸਾਰੇ ਲੋਕ ਇਹ ਸੋਚਦੇ ਆ ਵੀ ਬਾਹਰ ਪੈਸਾ ਬਹੁਤ ਆ, ਪੈਸਾ ਹੈਗਾ ਆ, ਪਰ ਨਾਲ ਦੀ ਨਾਲ ਦੱਸ ਕੇ ਜਾਇਆ ਤੇ ਪੈਸੇ ਦੇ ਲਈ ਦੌੜਿਆ, ਅਸੀਂ ਜਿੰਨੇ ਲੋਕ ਸ਼ਾਇਦ ਇਹੀ ਸੋਚ ਕੇ ਆਏ ਸੀ ਕਿ ਪੈਸਾ ਬਹੁਤ ਆ ਬਾਹਰ, ਹੋਰ ਕੋਈ ਬਹੁਤੀ ਅਸੀਂ ਵੱਡੀ ਸੋਚ ਰੱਖ ਕੇ ਨਹੀਂ ਸੀ ਆਏ। ਪਰ ਜਦੋਂ ਅਸੀਂ ਇੱਥੇ ਆਏ ਹਾਂ, ਤੇ ਜਿਹੜੇ ਸਾਡੇ ਬਜ਼ੁਰਗ, ਜਿਹੜੇ ਸਭ ਤੋਂ ਪਹਿਲਾਂ ਜਿਹੜੇ ਸੀਨੀਅਰ ਲੋਕ ਆਏ ਸੀ,
ਉਹਨਾਂ ਨੇ ਸਾਨੂੰ ਇੱਦਾਂ ਦੇ ਮੰਚ ਦੇ ਦਿੱਤੇ ਜਿਨ੍ਹਾਂ ਨੇ ਸਾਨੂੰ ਆਪਣੀਆਂ ਜਿਹੜੀਆਂ ਕਲਾਵਾਂ ਸ਼ਾਇਦ ਅਸੀਂ ਬਾਹਰ ਹੀ ਨਾ ਕੱਢ ਪਾਉਂਦੇ, ਜਿਹੜੀਆਂ ਕਿ ਸਾਨੂੰ ਇਸ ਯੋਗ ਕਰ ਦਿੱਤਾ ਕਿ ਉਹਨਾਂ ਨੇ ਅਸੀਂ ਜਿਹੜਾ ਉਹਦਾ ਆਨੰਦ ਵੀ ਮਾਣਿਆ ਆ। ਤੇ ਸਾਨੂੰ ਇਹ ਲੱਗਾ, ਚਾਹੇ ਅਸੀਂ ਮੀਡੀਆ ਦੀ ਗੱਲ ਕਰ ਲਈਏ, ਬਹੁਤ ਲੰਬੇ ਸਮੇਂ ਤੋਂ ਅਸੀਂ ਹਰਮਨ ਰੇਡੀਓ ਦੇ ਨਾਲ, ਇੰਡੋਜ਼ ਟੀਵੀ ਦੇ ਨਾਲ ਕੰਮ ਕਰ ਰਹੇ ਹਾਂ, ਰੇਡੀਓ 4 EV ਦੇ ਨਾਲ। ਤੇ ਇਹ ਸ਼ਾਇਦ ਇਹੀ ਇਸੇ ਕਰਕੇ ਹੋ ਸਕਿਆ ਕਿ ਉਹ ਜਿਹੜੀਆਂ ਇੱਕ ਪੈੜਾਂ ਪਾਈਆਂ ਸੀ ਸਾਡੇ ਤੋਂ ਪਹਿਲਾਂ ਦੇ ਲੋਕਾਂ ਨੇ, ਸਾਡੇ ਲਈ ਉਹ ਚੀਜ਼ਾਂ ਛੱਡ ਕੇ ਗਏ ਸੀ। ਤੇ ਅੱਜ ਸਾਡੇ ਜਿਹੜੇ ਰਾਹ ਆ ਉਹ ਸੁਖੱਲੇ ਹੋਏ ਆ, ਇੱਕ ਭਾਈਚਾਰਕ ਸਾਂਝ ਵੀ ਬਣੀ ਆ। ਬਹੁਤ ਸਾਰੇ ਦੇਸ਼ਾਂ ਦੇ ਲੋਕ ਜਿਹੜੇ ਆ ਉਹ ਆਉਂਦੇ ਆ, ਜਾਂ ਜਿਹੜੇ ਵਿਜ਼ਟਰ ਜਿਹੜੇ ਜਾਂਦੇ ਨੇ ਹੋਰ ਦੇਸ਼ਾਂ ਦੇ ਵਿੱਚ, ਉਹ ਲੋਕ ਆ ਕੇ ਬਾਹਰ ਦੱਸਦੇ ਨੇ, ਜਾਂ ਸਾਡੇ ਬਜ਼ੁਰਗ ਜਾਂਦੇ ਨੇ ਉਹ ਦੱਸਦੇ ਨੇ ਕਿ ਬਾਹਰ ਕੀ ਆ, ਉੱਥੇ ਕਮਰੇ ਦੇ ਵਿੱਚ ਬੈਠੇ ਰਹਿਣਾ, ਕਿਸੇ ਦੇ ਨਾਲ ਮਿਲਣਾ ਨਹੀਂ ਗਿਲਣਾ ਨਹੀਂ, ਭਾਜੀ ਇੱਦਾਂ ਕਹਿੰਦੇ ਆ ਨਾ। ਪਰ ਆਸਟ੍ਰੇਲੀਆ ਦੇ ਵਿੱਚ ਸ਼ਾਇਦ ਇਹ ਇੱਕ ਵੱਖਰਾ ਚੀਜ਼ ਆ ਕਿ ਇੱਥੇ ਭਾਈਚਾਰਾ ਜਿੱਦਾਂ ਇਕੱਠਾ ਹੁੰਦਾ ਆ। ਸ਼ਾਇਦ ਹੁਣ ਇੰਡੀਆ ਦੇ ਵਿੱਚ ਵੀ ਇਹ ਚੀਜ਼ਾਂ, ਇੰਨਾ ਭਾਈਚਾਰਾ, ਇੱਕ ਦੂਜੇ ਦੇ ਨਾਲ ਬੈਠਣਾ, ਇਹ ਸ਼ਾਇਦ ਸੌਖਾ ਨਹੀਂ। ਤੇ ਦੂਜਾ ਭੈਣ ਜੀ ਇਹ ਆ, ਜਿੱਦਾਂ ਹੁਣ ਅਸੀਂ ਮੈਲਬੌਰਨ ਆਏ ਹੋਏ ਆ ਤੇ ਭੈਣ ਜੀ ਹੁਣੀ ਸਾਨੂੰ ਹੋਸਟ ਕਰ ਰਹੇ ਆ, ਮਹਿਮਾਨ ਨਵਾਜੀ ਕਰ ਰਹੇ ਆ। ਤੇ ਹਰ ਘਰ ਦੇ ਵਿੱਚ ਜਿੱਦਾਂ ਬਹੁਤ ਸਾਰੇ ਸਾਡੇ ਦੋਸਤਾਂ ਨੇ ਪਾਇਆ ਵੀ ਸਾਡੇ ਕੜਾਹੀ ਚੜ ਗਈ ਆ। ਕੜਾਹੀ ਚੜ੍ਹਨ ਦਾ ਮਤਲਬ ਕੀ ਹੈ ਕਿ ਹਰ ਘਰ ਦੇ ਵਿੱਚ 5-5 6-6 10-10 12-12 ਜਿਹੜੇ ਪ੍ਰਾਹੁਣੇ ਆ ਉਹ ਪਹੁੰਚੇ ਹੋਏ ਆ। ਤੇ ਜਦੋਂ ਗੇਮਸ ਖਤਮ ਹੋਣੀਆਂ 6-7 ਵਜੇ ਦੇ ਬਾਅਦ, ਫਿਰ ਘਰਾਂ ਦੇ ਵਿੱਚ ਬੈਠਣੀਆਂ, ਗੱਪਾਂ ਛੱਪਾਂ, ਆਪਣੇ ਪਿੰਡਾਂ ਦੀਆਂ ਗੱਲਾਂ ਕਰਨੀਆਂ, ਬਹੁਤ ਸਾਰੇ ਪਿੰਡੂ ਜਿਹੜੇ ਆ ਇਕੱਠੇ ਹੋਣੇ ਆ। ਇਹ ਸ਼ਾਇਦ ਇਹ ਖੂਬਸੂਰਤੀ ਹੈ ਇਹਨਾਂ ਗੇਮਾਂ ਦੀ ਕਿ ਇਕੱਲੀ ਤੁਸੀਂ ਇਹ ਨਹੀਂ ਹੈਗਾ ਕਿ ਇੱਥੇ ਖੇਡ ਲਿਆ, ਫੁੱਟਬਾਲ ਖੇਡ ਲਿਆ ਤੇ ਗੱਲ ਖਤਮ। ਇੱਕ ਅਸੀਂ ਨਵੇਂ ਰਿਸ਼ਤੇ ਬਣਾਉਂਦੇ ਆ ਅਸੀਂ, ਕਿਉਂਕਿ ਜਿਹੜਾ ਇੱਕ ਬੰਦਾ ਆ, ਇੱਕ ਮਨੁੱਖ ਆ, ਇਹ ਇੱਕ ਸਮਾਜਿਕ ਪ੍ਰਾਣੀ ਆ। ਸਮਾਜਿਕ ਪ੍ਰਾਣੀ ਦਾ ਮਤਲਬ ਕੀ ਹੈ? ਇੱਕ ਸਮਾਜ ਦੇ ਵਿੱਚ ਰਹਿੰਦਾ ਆ, ਲੋਕਾਂ ਦੇ ਤਾਲਮੇਲ ਤੋਂ ਬਿਨਾਂ ਇਹ ਚੱਲ ਨਹੀਂ ਸਕਦਾ, ਇਹਦਾ ਦਿਮਾਗ ਜਿਹੜਾ ਡਿਸਟਰਬ ਹੋ ਸਕਦਾ। ਤੇ ਮਾਨਸਿਕ ਜਿਹੜੀ ਸਿਹਤ ਆ ਉਹਦੇ ਲਈ ਇਹ ਬਹੁਤ ਅਹਿਮ ਹੋ ਜਾਂਦਾ ਕਿ ਸਾਨੂੰ ਨਵੇਂ ਦੋਸਤ ਮਿਲਦੇ ਆ। ਤੇ ਈਵਨ ਕਿ ਪਹਿਲੀਆਂ ਖੇਡਾਂ ਜਾਂ ਹੋਣ ਦੇ ਵਿੱਚ ਵੀ ਇਹਨਾਂ ਨੇ ਚਲਾਇਆ ਭੈਣ ਜੀ ਕਿ ਜਿਹੜੇ ਰਿਸ਼ਤੇ ਆ, ਰਿਸ਼ਤੇ ਵੀ ਹੁਣ ਇਸ ਵਾਰ ਹੋਣੇ ਆ। ਇਹ ਵੀ ਇੱਕ ਖੂਬਸੂਰਤੀ ਆ ਇਹਨਾਂ ਗੇਮ ਦੀ, ਸ਼ਾਇਦ ਸਾਡੇ ਬਜ਼ੁਰਗਾਂ ਜੋ ਸ਼ੁਰੂ ਕੀਤਾ ਉਹਦੇ ਵਿੱਚ ਇੱਕ ਇਹ ਪਹਿਲੂ ਜ਼ਰੂਰ ਰਿਹਾ ਸੀ ਵੀ ਰਿਸ਼ਤੇ, ਕੋਈ ਬ੍ਰਿਸਬੇਨ ਬੈਠਾ, ਕੋਈ ਪਰਥ ਬੈਠਾ ਆ, ਕਿ ਬੱਚੇ ਇੱਕ ਦੂਜੇ ਦੇ ਨਾਲ ਮਿਲਣ ਗਿਲਣ, ਤੇ ਤਾਂ ਕਿ ਜਿਹੜੇ ਰਿਸ਼ਤੇ ਆ ਕਿ ਉਹ ਸੰਭਾਵਨਾ ਜਿਹੜੀ ਆ ਬਣ ਸਕੇ। ਇਸ ਵਾਰ ਵੀ ਇਹ ਹੈਗਾ ਕਿ ਇਹ ਜਿਹੜੀ ਕੱਲੀਆਂ ਖੇਡਾਂ ਸਿੱਖ ਗੇਮਸ ਹੈਗੀਆਂ, ਕੱਲੀਆਂ ਖੇਡਾਂ ਨਹੀਂ ਹੈਗੀਆਂ, ਬਹੁਤ ਸਾਰੇ ਪੜਾਅ ਆ ਸਾਡੇ ਲਾਈਫ ਦੀ ਜਾਂ ਸਾਡੀ ਸ਼ਖਸੀਅਤ ਦੀ ਡਿਵੈਲਪਮੈਂਟ ਦੇ ਲਈ, ਜਿਨ੍ਹਾਂ ਦੇ ਵਿੱਚ ਅਹਿਮ ਜਿਹੜੀ ਭੂਮਿਕਾ ਆ ਉਹ ਨਿਭਾ ਰਹੀਆਂ ਆ। ਤੁਸੀਂ ਦਲਜੀਤ ਜੀ ਸਮਾਜਿਕ ਪ੍ਰਾਣੀ ਦੀ ਗੱਲ ਕੀਤੀ ਹੈ, ਮੈਨੂੰ ਥੋੜਾ ਜਿਹਾ ਗਿਲਾ ਜਿਹਾ ਆ। ਸਵੇਰੇ ਭੈਣ ਜੀ ਨੇ ਚਾਹ ਤੁਹਾਨੂੰ ਦਿੱਤੀ, ਮੱਠੀਆਂ ਨਹੀਂ ਦਿੱਤੀਆਂ ਨੇ। ਹਾਂਜੀ, ਮੈਂ ਤਾਂ ਮੱਠੀਆਂ ਤੋਂ ਬਗੈਰ ਮੈਂ ਤਾਂ ਭੁੱਖਾ ਰਹਿ ਗਿਆ ਜੀ। ਸਮਾਜਿਕ ਪ੍ਰਾਣੀ ਆ, ਲਸਾੜਾ ਸਾਹਿਬ ਨੇ ਤਾਂ ਗੱਲ ਕਰ ਦਿੱਤੀ ਆ ਤੇ ਸਾਨੂੰ ਇਹ ਆਦਤ ਵੀ ਹੁੰਦੀ ਆ, ਅਸੀਂ ਨੁਕਸ ਵੀ ਕੱਢਣਾ ਹੁੰਦਾ। ਤੇ ਨੁਕਸ ਦੀ ਇਹ ਹੈ ਕਿ ਦੇਖੋ ਇਹ ਗਿਲੇ ਸ਼ਿਕਵੇ, ਤੌਖਲੇ ਜਿਹੜੇ ਆ, ਇਹ ਵੀ ਸਾਡੀ ਇੱਕ ਲਾਈਫ ਦਾ ਅਹਿਮ ਅੰਗ ਆ। ਤੇ ਤੌਖਲੇ ਵੀ ਉਹਨਾਂ ਤੇ ਹੁੰਦੇ ਆ ਲਸਾੜਾ ਸਾਹਿਬ ਜਿਹੜੇ ਆਪਣੇ ਬੰਦੇ ਹੋਣ, ਜਿਹੜੇ ਪਰਾਏ ਹੀ ਹੋ ਗਏ ਉਹਨਾਂ ਦੇ ਤੌਖਲਾ ਕਾਹਦਾ, ਹਨਾ। ਤੇ ਲਾਂਭੇ ਵੀ ਅਸੀਂ ਭੈਣ ਜੀ ਉਹਨਾਂ ਨੂੰ ਦਿੰਦੇ ਆ, ਕੋਈ ਗੱਲ ਦੂਸਰੇ ਦਿਨ ਮੱਠੀਆਂ ਦਾ ਖਿਆਲ। ਹਾਂਜੀ, ਹੁਣ ਇਹੀ ਆ ਕਿ ਕੱਲ ਨੂੰ ਜਿਹੜਾ ਮੱਠੀਆਂ ਦੇ ਨਾਲ ਚਾਹ, ਪਰ ਇਹ ਵੀ ਸੌਖਾ ਲਸਾੜਾ ਸਾਹਿਬ, ਸਾਡੀ ਬਹੁਤੀ ਵੱਡੀ ਮੰਗ ਨਹੀਂ ਹੁੰਦੀ, ਮੱਠੀਆਂ ਤੱਕ ਇਹ ਸੀਮਤ ਰਹਿ ਜਾਂਦੇ। ਤੁਸੀਂ ਪਿਸਤੌਲ ਮੰਗੂਗਾ ਤਾਂ ਟੈਂਕਾਂ ਨੂੰ ਹੌਲੀ ਬਣੂਗਾ ਜੀ। ਤੁਹਾਡੇ ਨਾਲ ਮੈਂ ਸਿੱਖ ਕੌਮ ਦੇ ਉੱਪਰ ਗੱਲ ਕਰਨੀ ਹੈ ਜੀ। ਅੱਜ ਆਪਾਂ ਨਵੀਂ ਗੱਲਬਾਤ ਕਰਾਂਗੇ, ਉਹਦੇ ਮੁਕਾਬਲਿਆਂ ਤੇ ਵੀ ਲੈ ਕੇ ਜਾਵਾਂਗੇ। ਇੱਕ ਵਾਰ ਜੇ ਤੁਸੀਂ ਮਾਈਕ ਥੋੜਾ ਜਿਹਾ ਭੈਣ ਜੀ ਵੱਲ ਦਿਓ ਤਾਂ ਮੈਂ ਥੋੜਾ ਜਿਹਾ ਉਹਨਾਂ ਨੂੰ ਕਲੀਅਰ ਕਰ ਦਵਾਂ। ਜਿਹਨਾਂ ਸਵੇਰੇ ਫੋਨ ਆਇਆ ਸੀ, ਕਹਿੰਦੇ ਵੀ ਬੱਚਿਆਂ ਨੂੰ ਅਸੀਂ ਜਿੱਦਾਂ ਪਹਿਲਾਂ ਤਾਂ ਥੋੜਾ ਜਿਹਾ ਕਹਿ ਰਹੇ ਸੀਗੇ ਵੀ ਪਹੁੰਚਣਾ ਉੱਥੇ ਕਿੱਦਾਂ ਹੈ। ਮੈਨੂੰ ਲੱਗਦਾ ਕਿ ਥੋੜਾ ਜਿਹਾ ਪਰਿਵਾਰਾਂ ਨੂੰ ਨਾ ਪਾਰਕਿੰਗ ਦਾ ਕੁਝ ਭੰਬਲ ਭੂਸਾ ਪਿਆ ਹੋਇਆ ਵੀ ਕਿੱਥੇ ਗੱਡੀ ਪਾਰਕ ਕਰੀਏ, ਕਿੱਦਾਂ ਉੱਥੇ ਤੱਕ ਪਹੁੰਚਣਾ ਆ। ਖੈਰ ਉਹ ਤਾਂ ਹੁਣ ਪ੍ਰਬੰਧਕ ਹੀ ਦੱਸਣਗੇ ਜਦੋਂ ਉਹਨਾਂ ਨਾਲ ਗੱਲਬਾਤ ਹੋਏਗੀ। ਬੱਚਿਆਂ ਨੂੰ ਅਗਰ ਉਹ ਸਿੱਧੇ ਲੈ ਕੇ ਚੱਲ ਜਾਂਦੇ ਨੇ ਉੱਥੇ, ਕਲਚਰ ਜਿੱਥੇ ਐਕਟੀਵਿਟੀਜ਼ ਹੋ ਰਹੀਆਂ ਨੇ, ਵੱਖ-ਵੱਖ ਵੰਨਗੀਆਂ ਹੋ ਰਹੀਆਂ ਨੇ, ਉੱਥੇ ਦਾ ਮਤਲਬ ਕੀ ਸਿਸਟਮ ਹੈ? ਉੱਥੇ ਕਿਹਨੂੰ ਫਿਰ ਦੱਸਣਾ ਪਊਗਾ ਕਿ ਮੇਰੇ ਬੱਚੇ ਨੇ ਆਈਟਮ ਕਰਨੀ ਹੈ ਜਾਂ ਕੀ ਆ, ਜਾਂ ਕੋਈ ਲਾਈਨ ਆ ਜਾਂ ਅਸਲ 'ਚ ਹਰਜੀਤ ਜੀ ਮੈਨੂੰ ਲੱਗਦਾ ਕਿ ਜਿਹੜੀ ਓਪਨ ਸਟੇਜ ਦੀ ਤੁਸੀਂ ਗੱਲ ਕਰ ਰਹੇ ਆ, ਹਾਂਜੀ ਮੈਂ ਓਪਨ ਸਟੇਜ ਦੀ ਗੱਲ ਕਰ ਰਿਹਾ। ਓਪਨ ਸਟੇਜ 3 ਦਿਨ ਚੱਲਣੀ ਆ, ਔਰ ਉਹਦੇ ਲਈ ਮੇਰਾ ਖਿਆਲ ਐਂਟਰੀਜ਼ ਜਿਹੜੀਆਂ ਰੱਖੀਆਂ ਗਈਆਂ ਸੀਗੀਆਂ। ਸੋ ਉਹ ਐਂਟਰੀਜ਼ ਲਗਾਤਾਰ ਮੈਨੂੰ ਲੱਗਦਾ ਕਿ ਆਸਟ੍ਰੇਲੀਅਨ ਸਿੱਖ ਗੇਮਸ ਦਾ ਜਿਹੜਾ ਪੇਜ ਬਣਿਆ ਹੋਇਆ 2026 ਮੈਲਬਨ ਵਾਲਾ ਪੇਜ, ਜਿਹੜਾ ਉਹਦੇ ਉੱਤੇ ਮੰਗੀਆਂ ਗਈਆਂ। ਔਰ ਜਦੋਂ ਉਹ ਮੰਗੀਆਂ ਜਾਂਦੀਆਂ ਸੀਗੀਆਂ ਤਾਂ ਮੈਨੂੰ ਲੱਗਦਾ ਨਾਲ ਫਾਰਮ ਜਿਹੜਾ ਸੀ ਉਹ ਅਟੈਚ ਕੀਤਾ ਗਿਆ ਸੀਗਾ ਕਿ ਜਿਨ੍ਹਾਂ ਨੇ ਵੀ ਓਪਨ ਸਟੇਜ ਦੇ ਉੱਤੇ ਪਾਰਟਿਸਿਪੇਟ ਕਰਨਾ, ਜਿਹੜੀਆਂ ਟੀਮਾਂ ਨੇ, ਉਹ ਉੱਥੇ ਐਂਟਰੀ ਫਾਰਮ ਜਿਹੜੇ ਭਰ ਕੇ ਉਹ ਜ਼ਰੂਰ ਪ੍ਰਬੰਧਕਾਂ ਦੇ ਹਵਾਲੇ ਕਰ ਗਏ ਨੇ। ਤੇ ਉਹਨਾਂ ਦਾ ਫਿਰ ਕੀ ਹਾਲ ਹੈ ਜਿਹੜੇ ਕਹਿ ਰਹੇ ਕਿ ਅਸੀਂ ਬੱਚੇ ਸਾਡੇ ਤਿਆਰ ਹੋ ਗਏ, ਇਸ ਕਰਨਾ ਆ? ਇਹ ਹੁਣ ਜਿਹੜੇ ਉਹਨਾਂ ਦੇ ਕੋਆਰਡੀਨੇਟਰ ਹੋਣਗੇ, ਕਿਉਂਕਿ ਸਟੇਜ ਜਿਹੜੀ ਓਪਨ ਸਟੇਜ ਆ ਉਹਦੇ ਕੋਆਰਡੀਨੇਟਰ ਨੇ ਹਰਪਾਲ ਕੌਰ ਹੁਣੀ ਜੀ, ਬੀਬੀ ਕਾਫੀ ਸੀਨੀਅਰ ਨੇ ਸਾਡੇ, ਅਸੀਂ ਮਾਤਾ ਬੀਬੀ ਕਹਿ ਕੇ ਬੁਲਾਉਂਦੇ ਆ ਉਹਨਾਂ ਨੂੰ।
ਤੇ ਮਾਤਾ ਹਰਪਾਲ ਕੌਰ ਹੋਰੀ ਆ ਜਿਹੜੇ ਉਧਰ ਪਿੰਡ ਦੀ ਸੱਥ ਜਿਹੜੀ ਆ ਉਹਨੂੰ ਵੀ ਉਹ ਕੋਆਰਡੀਨੇਟ ਕਰ ਰਹੇ ਆ, ਤੇ ਇਹਦੇ ਨਾਲ ਹੀ ਮਨਜੋਤ ਸਿੰਘ ਨੇ ਜਿਹੜੇ ਕਲਚਰਲ ਕੋਆਰਡੀਨੇਟਰ ਨੇ ਹਨਾ, ਤੇ ਉਹਨਾਂ ਨੂੰ ਵੀ ਸੰਪਰਕ ਕੀਤਾ ਜਾ ਸਕਦਾ। ਪਰ ਮੈਨੂੰ ਜੋ ਲੱਗਦਾ ਆ ਕਿ ਸ਼ਾਇਦ ਜਿਹੜੀਆਂ ਐਂਟਰੀਜ਼ ਆ ਪਹਿਲਾਂ ਹੀ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਸੀਗੀਆਂ, ਤੇ ਔਨ ਦਾ ਸਪੌਟ ਐਂਟਰੀਜ਼ ਜਿਹੜੀਆਂ ਆ ਉਹ ਲੈ ਸਕਣਗੇ ਕਿ ਨਹੀਂ, ਸ਼ਾਇਦ ਇਹ ਮੁਸ਼ਕਲ ਵੀ ਹੋਣਾ ਆ, ਕਿਉਂਕਿ ਤੁਹਾਨੂੰ ਪਤਾ ਜਿਹੜੀਆਂ ਟੀਮਸ ਦੀ ਗੱਲ ਕਰ ਰਹੇ ਸੀ ਵੀ 40 ਦੇ ਨੇੜੇ ਟੀਮਾਂ ਜਿਹੜੀਆਂ ਆਲਰੇਡੀ ਰਜਿਸਟਰ ਹੋ ਗਈਆਂ ਆ ਹਨਾ, ਤੇ 40 ਟੀਮਾਂ ਹੋਣਗੀਆਂ, ਤੇ ਤੁਸੀਂ ਖੁਦ ਸੋਚ ਲਓ ਵੀ ਇੱਕ ਜਿਹੜੀ ਟੀਮ ਆ, ਇੱਕ ਜਿਹੜਾ ਕਲੱਬ ਜਾਂ ਅਕੈਡਮੀ ਆ ਨਾ ਜਿਹੜੀ, ਉਹਦੇ ਵੱਲੋਂ ਵੀ 2 ਟੀਮਾਂ 3 ਟੀਮਾਂ ਆ ਰਹੀਆਂ। ਹਾਂਜੀ ਜੀ ਬਿਲਕੁਲ, ਅਸੀਂ 1-2 ਮਿੰਟ ਦੇ ਵਿੱਚ ਹੀ ਕੈਮਰਾ ਫੀਡ ਦੇ ਵਿੱਚ ਲੈ ਕੇ ਜਾ ਰਹੇ ਹਾਂ, ਲਾਈਵ ਸਟ੍ਰੀਮਿੰਗ ਤੁਹਾਨੂੰ ਦਵਾਂਗੇ। ਅਮਨਦੀਪ ਭਾਜੀ ਬੈਠਣਗੇ ਇਸ ਵੀਡੀਓ ਦੇ ਵਿੱਚ। ਉੱਥੇ ਤੱਕ ਜਾਣ ਤੋਂ ਪਹਿਲਾਂ ਬਸ ਇੱਕ ਤੁਹਾਡੇ ਨਾਲ 2 ਮਿੰਟ ਦੀ ਟਾਕ ਕਰਨੀ ਹੈ। ਦੋਨੇ ਤੁਸੀਂ ਪ੍ਰਾਹੁਣੇ ਉਹਦੇ ਉੱਪਰ ਬੋਲ ਸਕਦੇ ਹੋ। ਦਲਜੀਤ ਜੀ ਮੁਹਾਤ ਰੱਖਦੇ ਨੇ ਜੀ, ਦਲਜੀਤ ਜੀ ਸਿੱਖ ਕੌਮ ਨੂੰ ਬਹੁਤ ਮਤਲਬ ਕਿ ਪ੍ਰਮੋਟ ਕੀਤਾ ਜਾਂਦਾ ਹੈ, ਕਰਨਾ ਵੀ ਚਾਹੀਦਾ ਹੈ, ਕਿਉਂਕਿ ਤੇ ਸਿੱਖੀ ਦੇ ਫਲਸਫੇ ਦੀ ਗੱਲ ਹੁੰਦੀ ਹੈ, ਵਿਰਾਸਤ ਦੀ ਗੱਲ ਹੁੰਦੀ ਹੈ, ਬੋਲੀ ਦੀ ਗੱਲ ਹੁੰਦੀ ਹੈ। ਲੇਕਿਨ ਮੈਂ ਖੁਦ ਵੀ ਮਹਿਸੂਸ ਕਰਦਾ ਕਿ ਕਈ ਵਾਰ ਐਂ ਲੱਗਦਾ ਕਿ ਅਸੀਂ ਸਿੱਖ ਕੌਮ ਦੇ ਵਿੱਚ ਜਿਹੜੀਆਂ ਗੱਲਾਂ ਬੋਲ ਜਾਂਦੇ ਹਾਂ, ਅਸੀਂ ਜਿਹੜੇ ਉਹ ਟਾਰਗੇਟ ਮਿੱਥ ਜਾਂਦੇ ਹਾਂ। ਜਦੋਂ ਅਗਲੀ ਵਾਰ ਗੇਮਾਂ ਲਈ ਆਉਂਦੇ ਆ, ਉਹਨਾਂ ਗੇਮਾਂ ਦੇ ਵਿੱਚ ਆ ਕੇ ਜੋ ਪਿਛਲੇ ਟੀਚੇ ਸੀ ਉਹਨਾਂ ਨੂੰ ਪਤਾ ਨਹੀਂ ਡਿਸਕਸ ਨਹੀਂ ਕੀਤਾ ਜਾਂਦਾ, ਪਤਾ ਨਹੀਂ ਵਿਚਾਰਿਆ ਨਹੀਂ ਜਾਂਦਾ, ਦੱਸਿਆ ਨਹੀਂ ਜਾਂਦਾ ਕਿ ਅਸੀਂ ਜੋ ਮਿੱਥ ਕੇ ਆਏ ਸੀਗੇ ਉਹ ਕਿੰਨਾ ਕੁ ਪੂਰਾ ਹੋਇਆ, ਜੇ ਨਹੀਂ ਹੋਇਆ ਤਾਂ ਕੌਣ ਜ਼ਿੰਮੇਵਾਰ ਆ, ਜੇ ਹੋਇਆ ਤਾਂ ਉਹਦੇ ਲਈ ਕੌਣ ਸ਼ਾਬਾਸ਼ ਹੱਕਦਾਰ ਆ। ਪਲੱਸ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹ ਸਿੱਖ ਕੌਮ ਤੋਂ ਥੋੜੀ ਜਿਹੀ ਕਤਰਾਉਂਦੀ ਆ, ਉਹ ਬਾਹਰੇ ਤੁਰੇ ਫਿਰਦੇ ਰਹਿੰਦੇ, ਉਹਨੂੰ ਲੱਗਦਾ ਕਿ ਅੰਦਰ ਪਤਾ ਨਹੀਂ ਕੋਈ ਪੁਰਾਣੀ ਗੱਲਾਂ ਕਰਨ ਨੂੰ ਬੈਠੇ ਆ। ਮਤਲਬ ਕਿ ਉਹ ਵਾਲੀ ਜਿਹੜੀ ਕਹਿ ਲਓ ਨਾ ਵੀ ਗੱਲ ਪਾਉਣੀ ਆ ਕਿ ਸਿੱਖ ਕੌਮ ਹੈ ਕੀ ਆ, ਉਹ ਸੁਨੇਹਾ ਜਾ ਰਿਹਾ ਕਿ ਨਹੀਂ ਜਾ ਰਿਹਾ। ਹੋ ਗਿਆ ਜੀ, ਗੱਲ ਹੋ ਗਿਆ ਸਾਰਾ ਆਪਾਂ ਲੈ ਆਉਂਦੇ ਗੱਡੀ ਦੀ ਕੱਟੀ ਹੋ ਗਈ। ਪਰ ਇਸ ਵਾਰ ਬਹੁਤ ਪਹਿਲ ਕਦਮੀ ਜਿਹੜੀ ਕੀਤੀ ਗਈ ਆ ਪਿਛਲੇ ਸਾਲਾਂ ਦੇ ਨਾਲੋਂ, ਕਿ ਇਸ ਵਾਰ ਵਧੀਆ ਕੀਤਾ ਆ। ਤੇ ਕੱਲ ਜਿਹੜਾ ਮੌਕ ਪਾਰਲੀਮੈਂਟ ਦਾ ਬੱਚਿਆਂ ਨੇ ਜਿਹੜੀ ਸ਼ਮੂਲੀਅਤ ਕੀਤੀ ਆ, ਕਿਉਂਕਿ ਸਿੱਖ ਕੌਮ ਦਾ ਮੇਨ ਟਾਰਗੇਟ ਤਾਂ ਇਹੀ ਹੈ, ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਨੌਜਵਾਨ ਸਾਡੇ ਜਿਹੜੇ ਬੱਚੇ ਆ ਕਿ ਜਿੱਥੇ ਸਾਡੇ ਗੇਮਾਂ ਦੇ ਨਾਲ ਜੁੜਨ, ਉੱਥੇ ਸਾਡੇ ਧਰਮ ਦੇ ਨਾਲ, ਧਰਮ ਦੀ ਸਿੱਖਿਆ ਦੇ ਨਾਲ, ਕਿ ਜਿਹੜੇ ਬੇਸਿਕ ਚੀਜ਼ਾਂ ਸਾਡੇ ਧਰਮ ਦੀਆਂ ਹੈਗੀਆਂ ਉਹਦੇ ਨਾਲ ਵੀ ਜੁੜਨ। ਪਰ ਨਾਲ ਧਰਮ ਦਾ ਜਿਹੜਾ ਆ ਉਹਦਾ ਇੱਕ ਰਾਜਨੀਤਿਕ ਪੱਖ ਵੀ ਆ, ਤੇ ਜਿਹੜਾ ਮੌਕ ਪਾਰਲੀਮੈਂਟ ਆ ਉਹ ਸ਼ਾਇਦ ਉਹਦੇ ਵਿੱਚ ਇਹ ਅਹਿਮ ਕਹਿ ਲਓ ਕਿ ਸਕਸੈਸਫੁਲ ਆਪਾਂ ਕਹਿ ਸਕਦੇ ਹਾਂ ਕਿ ਬੱਚਿਆਂ ਨੇ ਜਿਸ ਤਰੀਕੇ ਦੇ ਨਾਲ ਸਪੀਚ ਦਿੱਤੀਆਂ, ਉੱਥੇ ਬਿੱਲ ਪੇਸ਼ ਕੀਤੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਤਿਆਰ ਕਰ ਸਕੀਏ ਕਿ ਇੱਥੇ ਜਿਹੜਾ ਪੋਲੀਟੀਕਲ ਸਿਸਟਮ ਆ ਉਹਦੇ ਵਿੱਚ ਕਿੱਦਾਂ ਜਾਣਾ। ਸਿੱਖ ਕੌਮ ਦਾ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਜਿਹੜੇ ਟੀਚੇ ਮਿੱਥੇ ਜਾਂਦੇ ਆ, ਨੋ ਡਾਊਟ ਉਹ ਬਹੁਤ ਟੀਚੇ ਸਖਤ ਵੀ ਹੁੰਦੇ ਆ, ਪਰ ਜਿਸ ਤਰੀਕੇ ਦੇ ਨਾਲ ਆਪਾਂ ਚੱਲੇ ਹੋਏ ਆ, ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਹੋ ਰਿਹਾ। ਜਿੱਦਾਂ ਇਸ ਵਾਰ ਬਹੁਤ ਵਧੀਆ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲੀਆਂ, ਕਿਉਂਕਿ ਇਸ ਵਾਰ ਕਾਫੀ ਜਿਹੜੀ ਭਾਈਵਾਲੀ ਆ ਬੱਚਿਆਂ ਦੀ ਉਹ ਵਧੀ ਆ। ਹਾਂਜੀ ਬਿਲਕੁਲ, ਇਸ ਵਾਰ ਦਾ ਜਿਹੜਾ ਸਿੱਖ ਫੋਰਮ ਹੈ ਨਾ, ਉਸ ਸਿੱਖ ਫੋਰਮ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗਤੀਵਿਧੀਆਂ ਆ ਉਹ ਅਸਲ ਦੇ ਵਿੱਚ ਇੱਥੋਂ ਦੇ ਜਿਹੜੇ ਜੰਮੇ ਜਵਾਕ ਨੇ ਜਾਂ ਜਿਹੜੀ ਸਾਡੀ ਅਗਲੀ ਜਨਰੇਸ਼ਨ ਹੈ ਨਾ, ਉਹਨਾਂ ਨੂੰ ਮੁੱਖ ਰੱਖ ਕੇ ਰੱਖੀਆਂ ਗਈਆਂ ਆ। ਤੇ ਜੇ ਤੁਸੀਂ ਇਸ ਵਾਰ ਜਿਹੜਾ ਵੈਨਿਊ ਦੇ ਅਲੱਗ-ਅਲੱਗ ਰੂਮਸ ਵੀ ਦੇਖੋ, ਕਿਉਂਕਿ ਥੀਏਟਰ ਰੂਮ ਆ ਜਿੱਥੇ ਅੱਜ ਸਪੀਚਸ ਵੀ ਹੋਣੀਆਂ ਆ ਹਨਾ, ਤੇ ਇਹਦੇ ਨਾਲ ਹੀ ਮੁੱਖ ਜਿਹੜਾ ਫੋਰਮ ਹੋਣਾ ਆ ਕੱਲ ਜਿਹੜਾ ਹੋਣਾ ਹਨਾ, ਤੇ ਉਹਦੇ ਲਈ ਵੀ ਬਹੁਤ ਸੋਹਣੀਆਂ ਤਿਆਰੀਆਂ ਕੀਤੀਆਂ ਗਈਆਂ ਆ। ਤੇ ਸ਼ਮੂਲੀਅਤ ਜਿਹੜੀ ਆ ਬੱਚਿਆਂ ਦੀ ਬਹੁਤ ਵੱਡੀ ਆ, ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਆ, ਕਿਉਂਕਿ ਇਸ ਵਾਰ ਪੋਸਟਰ ਮੇਕਿੰਗ ਦੇ ਵਿੱਚ ਬਹੁਤ ਪਹਿਲਾਂ ਤੋਂ ਹੀ ਬੱਚਿਆਂ ਨੂੰ ਸੱਦਾ ਦਿੱਤਾ ਗਿਆ ਸੀਗਾ, ਬਹੁਤ ਵੱਡੀ ਗਿਣਤੀ ਦੇ ਵਿੱਚ ਪਾਰਟਿਸਿਪੇਸ਼ਨ ਹੋਈ ਆ। ਜੀ ਬਿਲਕੁਲ ਜੀ, ਸਾਡੇ ਨਾਲ ਭੈਣ ਜੀ ਮਾਫੀ ਚਾਹੁੰਦੇ ਆ, ਆਪਾਂ ਗੱਲਬਾਤ ਕਰਕੇ ਤੋਰਦੇ ਰਵਾਂਗੇ। ਲਾਈਵ ਸਾਡੇ ਨਾਲ ਗਰਾਊਂਡ ਤੋਂ ਜੁੜੇ ਨੇ, ਆਪਾਂ ਲੈ ਕੇ ਚੱਲਦੇ ਆ। ਸਾਡੇ ਨਾਲ ਇੱਥੋਂ ਮਾਈਕ ਨੂੰ ਸੰਭਾਲਣਗੇ। ਅਮਨਦੀਪ ਜੀ ਵੈਲਕਮ ਜੀ, ਆ ਜਾਓ ਜੀ। ਹਾਂਜੀ, ਡਰਾਈਵਰ ਬਦਲ ਗਏ, ਬੱਸ ਉਹੀ ਹੈ। ਮੈਂ ਜਦੋਂ ਮੱਠੀਆਂ ਖਾਇਆ ਮੈਂ ਜਾਨੂੰ ਚਾਹ ਪਾਣੀ ਦਾ ਪ੍ਰਬੰਧ ਕਰੋ। ਤੇ ਮੇਰੇ ਨਾਲ ਪੱਟਾ ਜੀ ਜੁੜੇ ਨੇ, ਮੈਨੂੰ ਲੱਗਦਾ ਉਹਨਾਂ ਦੀ ਆਵਾਜ਼ ਸਮੱਸਿਆ ਹੋਵੇ। ਸੁਣ ਰਹੇ ਮੈਨੂੰ? ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਸਤਿ ਸ਼੍ਰੀ ਅਕਾਲ, ਕਿਆ ਬਾਤ ਹੈ, ਚੱਕ ਲਿਆ ਪਾਣੀ? ਬਹੁਤ ਵਧੀਆ ਭਾਜੀ, ਚੱਲ ਰਿਹਾ ਜੀ ਮੈਚ। ਤੇ ਕ੍ਰਿਕਟ ਦੀ ਗਰਾਊਂਡ? ਹਾਂਜੀ ਕ੍ਰਿਕਟ ਦੀ ਗਰਾਊਂਡ ਕਿੱਦਾਂ ਚੱਲ ਰਹੀ ਹੈ? ਹੋ ਗਿਆ ਜੀ, ਚਲੋ ਮੀਂਹ ਨੇ ਥੋੜੀ ਜਿਹੀ ਕੀਤੀ ਰੁਕਾਵਟ, ਮੈਚ 40 ਮਿੰਟ ਲੇਟ ਸ਼ੁਰੂ ਹੋਇਆ, ਤੇ ਬਟ ਫੇ ਆਪਣੇ ਸਾਰੀ ਟੀਮਸ ਦੇ ਐਫਰਟ ਦੇ ਨਾਲ ਗਰਾਊਂਡ ਅਸੀਂ ਆਪ ਪਿੱਚ ਲੱਗ ਕੇ ਵਲੰਟੀਅਰਸ ਨੇ ਕਲੀਅਰ ਕਰਕੇ
ਕਿਉਂਕਿ ਦੂਰੋਂ ਟੀਮਾਂ ਆਈਆਂ ਸੀ, ਫਿਰ ਅਸੀਂ ਕਿਹਾ ਮੈਚ ਡਰਾਅ ਵੀ ਕਰਨਾ ਕੋਈ ਫਾਇਦਾ ਨਹੀਂ, ਫਿਰ ਅਸੀਂ ਥੋੜ੍ਹੇ ਜਿਹੇ ਓਵਰ ਅੰਪਾਇਰ ਨਾਲ ਮਿਲ ਕੇ ਥੋੜ੍ਹੀ ਲਿਮਿਟੇਸ਼ਨ ਕਰ ਦਿੱਤੀ ਤੇ ਚਲੋ ਬਾਬੇ ਦੀ ਕਿਰਪਾ ਨਾਲ ਹੋ ਗਿਆ ਸ਼ੁਰੂ ਮੈਚ ਜੀ। ਠੀਕ ਹੈ, ਚਲੋ ਬਹੁਤ ਵਧੀਆ। ਤੇ ਉੱਦਾਂ ਵੈਸੇ ਓਵਰਆਲ ਕ੍ਰਿਕਟ ਕਿੰਨੀਆਂ ਟੀਮਾਂ ਐਂਟਰ ਹੋਈਆਂ? ਕ੍ਰਿਕਟ ਦੇ ਵਿੱਚ ਭਾਜੀ ਆਪਣੀਆਂ ਸਾਡੇ ਜਿਹੜੀ ਅੰਡਰ 15 ਦੇ ਵਿੱਚ 6 ਟੀਮਾਂ ਆ ਭਾਜੀ, ਤੇ 10-10 ਓਵਰ ਦੇ ਮੈਚ ਆ। ਤੇ ਥੋੜੀ ਜਿਹੀ ਹੋਈ ਪ੍ਰੋਬਲਮ ਇੱਥੇ, ਥੋੜੀ ਜਿਹੀ ਪਾਰਕਿੰਗ ਦਾ ਸੀਗਾ ਤੇ ਬਾਕੀ ਥੋੜ੍ਹੀਆਂ ਹੋਰ ਫੈਸਿਲਿਟੀ ਸੀਗੀਆਂ। ਸਮ ਹਾਓ ਥੋੜੇ ਜਿਹੇ ਲੋਕਾਂ ਨੂੰ ਹੋਈ, ਹਰੇਕ ਸੰਗਤ ਨੂੰ ਵੀ ਇੱਥੇ ਕੋਈ ਟਾਇਲਟ ਦਾ ਪ੍ਰਬੰਧ ਨਾ ਸੀ, ਪਰ ਫਿਰ ਵੀ ਥੋੜੇ ਜਿਹੇ ਆਪ ਹੋ ਗਿਆ ਸਭ ਕੁਝ ਸੈੱਟ ਹੁਣ ਫਾਈਨਲੀ। ਸ਼ੁਕਰ ਹੈ। ਤੇ ਵੈਸੇ ਤੇ ਗਿੱਲੀ ਹੋ ਗਈ ਸ਼ਾਇਦ 20 ਦੇ ਨਾਲ, ਇਹਦਾ ਕੋਈ ਫਰਕ ਪਿਆ ਕ੍ਰਿਕਟ? ਹਾਂਜੀ, ਮੈਂ ਕਿਹਾ ਪਿੱਚ ਗਿੱਲੀ ਹੋਣ ਦੇ ਨਾਲ 20 ਪੈਣ ਦੇ ਨਾਲ ਕੋਈ ਫਰਕ ਤਾਂ ਨਹੀਂ ਪਿਆ? ਹਾਂਜੀ ਹਾਂਜੀ, ਪਿੱਚ ਗਿੱਲੀ ਹੋਣ ਓਬਵੀਅਸਲੀ ਹੁਣ ਪਿੱਚ ਤੇ ਉਹ ਥੋੜਾ ਜਿਹਾ ਵੀ ਬਾਲ ਰੁਕ ਕੇ ਵੀ ਆਉਂਦੀ ਆ, ਤੇ ਪਲੱਸ ਬੋਲਰਾਂ ਨੂੰ ਵੀ ਅਸੀਂ ਪਹਿਲਾਂ ਸੋਚਿਆ ਸੀ ਵੀ ਕੋਈ ਸੱਟ ਚੋਟ ਨਾ ਲੱਗੇ, ਪਰ ਫਿਰ ਚਲੋ ਇਹ ਨਹੀਂ, ਪਿੱਚ ਅੰਪਾਇਰ ਨੇ ਸਾਰਾ ਐਨਾਲਾਈਜ਼ ਕਰਕੇ ਸ਼ੁਰੂ ਕਰਾ ਦਿੱਤਾ ਮੈਚ। ਪਹਿਲਾ ਮੈਚ ਹੋ ਕੇ ਹਟਿਆ ਆ ਆਪਣੇ ਵੈਸਟਰਨ ਬੁਲਸ ਮੈਲਬਨ ਤੇ ACT ਦੀ ਟੀਮ ਦੇ ਨਾਲ ਸੀਗਾ, ਜਿਹਦੇ ਵਿੱਚ ਵੈਸਟਰਨ ਬੁਲਸ ਜੇਤੂ ਰਹੀ ਆ। ਇਹ ਤੁਸੀਂ ਦੇਖ ਰਹੇ ਆਪਣੇ ACT ਦੀ ਟੀਮ ਸੀਗੀ, ਇਹਨਾਂ ਦਾ ਪਹਿਲਾ ਮੈਚ ਹੋਇਆ ਸੀਗਾ ਤੇ ਬਹੁਤ ਹੀ ਰੋਮਾਂਚਕ ਮੈਚ ਸੀਗਾ ਪੂਰਾ। ਤੇ ਬਾਕੀ ਸਕੋਰ ਇੱਧਰ ਸਕੋਰਿੰਗ ਚੱਲ ਰਹੀ ਆ। ਪੁੱਛਣਾ ਚਾਹੁੰਦੇ ਆ ਵੀ ਕਿੱਦਾਂ ਚੱਲ ਰਿਹਾ ਇਹਨਾਂ ਨਾਲ? ਹਾਂਜੀ ਹਾਂਜੀ, ਮੈਂ ਕਰਵਾਉਣਾ ਤੁਹਾਡੇ ਨਾਲ। ਇਹ ਵੈਸਟਰਨ ਬੁਲਸ ਦੀ ਟੀਮ ਆ ਜੀ, ਇਹਨਾਂ ਦੇ ਨਾਲ ਆ ਪਲੇਅਰ ਬੈਠੇ ਆ। ਹਾਂਜੀ ਉੱਤਮ, ਕਿੱਦਾਂ ਦਾ ਲੱਗਾ? ਗੋਡਿਆ ਸਤਿ ਸ਼੍ਰੀ ਅਕਾਲ ਜੀ। ਬੜੀ ਫੀਲ ਕਿੱਦਾਂ ਦਾ ਲੱਗ ਰਿਹਾ ਸੀ ਅੱਗੇ ਮਤ? ਅੱਛਾ, ਮਜ਼ੇ ਕਰਦੇ ਪਏ। ਹਾਂਜੀ ਸਾਹਿਬ, ਕੈਰੀ ਜੀ ਵੈਸਟਰਨ ਬੁਲਸ ਦਾ ਸਾਹਿਬ ਪੱਟਾ ਤੇ ਆ, ਇਹ ਸਾਰੀ ਵੈਸਟਰਨ ਬੁਲਸ ਦੇ ਪਲੇਅਰ ਆ। ਹੁਣ ਮੈਂ ਤੁਹਾਨੂੰ ਜਿਹੜੀ ਆਪਣੀ ACT ਦੀ ਟੀਮ ਅੱਗੇ ਜਾਣਾ, ਉਹਨਾਂ ਦੇ ਨਾਲ ਪੁੱਛਦਾ ਉਹਨਾਂ ਦਾ ਵੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਇਹ ਭਾਜੀ ਸਾਡੇ ਨਾਲ ACT ਦੀ ਟੀਮ ਦੇ ਆ। ਕੋਚ ਸਾਹਿਬ ਕਿੱਦਾਂ ਦਾ, ਕੀ ਕਹਿਣਾ ਚਾਹੋਗੇ ਖਾਸ ਸੰਗਤ ਨੂੰ? ਤੁਸੀਂ ਆਨਲਾਈਨ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦ ਹਾਂ ਸਿੱਖ ਗੇਮਸ ਐਸੋਸੀਏਸ਼ਨ ਦੇ, ਜਿਨ੍ਹਾਂ ਨੇ ਮੈਲਬੌਰਨ ਦੇ ਵਿੱਚ ਕਰਾ ਰਹੇ ਹਨ ਤੇ ਬਹੁਤ ਵਧੀਆ ਮਾਹੌਲ ਆ। ਸਵੇਰੇ ਰੇਨ ਸੀਗੀ ਬਟ ਗੁੱਡ ਵੈਦਰ ਨਾਓ, ਤੇ ਗੇਮਸ ਹੋ ਰਹੀਆਂ ਬਹੁਤ ਵਧੀਆ। ਤੇ ਸਾਰਿਆਂ ਨੂੰ ਬੇਨਤੀ ਹੈ ਕਿ ਪਹੁੰਚੋ, ਇੰਜੋਏ ਕਰੋ ਆਣ ਕੇ ਫੈਮਲੀਆਂ ਨਾਲ। ਤੇ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਪੂਰੀਆਂ ਫੈਮਲੀਆਂ ਪਹੁੰਚੀਆਂ ਜੀ ਇੱਥੇ। ਓਕੇ ਭਾਜੀ, ਥੈਂਕ ਯੂ। ਤੇ ਕਾਫੀ ਟੀਮਾਂ ਨੇ, ਕਿੰਨੀਆਂ ਟੀਮਾਂ ਦੱਸੀਆਂ ਸੀ? ਭਾਜੀ ਟੀਮਾਂ 6 ਟੀਮਾਂ ਆ ਅੰਡਰ 15 ਦੀਆਂ, ਤੇ ਸੀਨੀਅਰ ਦੀਆਂ ਤਾਂ ਮੈਨੂੰ ਲੱਗਦਾ ਅਬਾਊਟ 30 ਟੀਮਾਂ ਆ ਸਮਥਿੰਗ। ਉਹਨਾਂ ਦਾ ਥੋੜਾ ਜਿਹਾ ਮੀਂਹ ਨਾਲ ਵਿਚਾਰਿਆਂ ਦਾ ਜ਼ਿਆਦਾ ਕੰਮ ਖਰਾਬ ਹੋਇਆ, ਕਿਉਂਕਿ ਉਹ ਟਰਫ ਤੇ ਮੈਚ ਸੀਗੇ ਸਾਰੇ। ਉਹ ਹੁਣ ਉਹਨੂੰ ਰੀਲੋਕੇਟ ਕੀਤਾ ਕਿਸੇ ਪਾਸੇ, ਹੁਣ ਸਮ ਹਾਊ ਆਈ ਡੋਨਟ ਨੋ ਕਿੱਥੇ ਕੀਤਾ ਉਹਨੇ, ਬਟ ਇਹ ਆ ਵੀ ਉਹ ਵੀ ਵਿਚਾਰੇ ਥੋੜੇ ਡਿਸਟਰਬ ਸੀ ਅੱਜ। ਹਾਂਜੀ 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 ਹਾਂਜੀ, ਇਹ ਤਾਂ ਹੈ ਭਾਜੀ, ਪਰ ਇਹ ਆ ਵੀ ਹੈਲੋ ਹੈਲੋ, ਠੀਕ ਹੈ ਭਾਜੀ, ਠੀਕ ਆ, ਓਕੇ ਭਾਜੀ, ਥੈਂਕ ਯੂ। ਨਵਦੀਪ ਪੱਡਾ ਜੋ ਕਿ ਇੱਕ ਕਬੱਡੀ ਪਲੇਅਰ ਵੀ ਨੇ, ਤੇ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਹੁਣ ਕ੍ਰਿਕਟ ਵੀ ਖੇਡਦੇ ਨੇ, ਤੇ ਉਹ ਕਾਫੀ ਇੰਟਰਸਟ ਰੱਖਦੇ ਨੇ। ਤੇ ਮੈਂ ਕੋਸ਼ਿਸ਼ ਕਰ ਰਿਹਾ ਹੁਣ ਪਰਨੀਤ ਕੌਰ ਉਹਨਾਂ ਨੂੰ ਲੈਣ ਵਾਸਤੇ, ਕਿ ਉਹ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਲੈਣ, ਤੇ ਨਾਲ ਦੀ ਨਾਲ ਨਾ ਮੈਨੂੰ ਮੈਸੇਜਿੰਗ ਵੀ ਕਰਨੀ ਪੈ ਰਹੀ ਹੈ
ਕਿਉਂਕਿ ਕਈ ਵਾਰੀ ਮੈਂ ਇਕੱਲਾ ਹੀ ਰਹਿ ਜਾਂਦਾ ਤੇ ਟੀਮ ਜਿਹੜੀ ਆ ਉਹ ਹੋਰ ਟੈਕਨੀਕਲ ਪੱਖੋਂ ਬਹੁਤ ਇਨਵੋਲਵ ਹੋਈ ਪਈ ਹੈ। ਸੋ ਇਸ ਕਰਕੇ ਸਾਨੂੰ ਜਿਹੜਾ ਨਾਲ ਦੀ ਨਾਲ ਲਾਈਵ ਇਟਸ ਵੈਰੀ ਡਿਫਿਕਲਟ ਟਾਸਕ। ਘੱਟੋ ਘੱਟ ਅਸੀਂ 8-10 ਮਤਲਬ ਇਸ ਵੇਲੇ ਕਰ ਰਹੇ ਹਾਂ ਤੇ ਪਰ ਫਿਰ ਵੀ ਕਿਉਂਕਿ ਨਵੇਂ ਸਿਸਟਮ ਨੇ ਤੇ ਚਹਿਲ ਪਹਿਲ ਬਹੁਤ ਹੈ, ਇਸ ਕਰਕੇ ਨਾ ਥੋੜੀ ਜਿਹੀ ਸਮੱਸਿਆ ਆਉਣ ਦੀ ਸੰਭਾਵਨਾ ਬਣ ਗਈ। ਸੋ ਮੈਂ ਪਰਨੀਤ ਕੌਰ ਨੂੰ ਲਵਾਂਗਾ ਲਾਈਵ ਗਰਾਊਂਡ ਦੇ ਵਿੱਚੋਂ ਤੇ ਜਿਹੜੀਆਂ ਅਸੀਂ ਤੁਹਾਨੂੰ ਸਪੋਰਟਸ ਅੱਜ ਦਿਖਾਉਣ ਜਾ ਰਹੇ ਹਾਂ ਉਹਨਾਂ ਦੇ ਵਿੱਚ ਕ੍ਰਿਕਟ ਦੇ ਬਾਰੇ ਅਸੀਂ ਥੋੜ੍ਹਾ ਦੱਸਿਆ ਤੇ ਹੁਣ ਅਸੀਂ ਗਰਾਊਂਡਾਂ ਦੇ ਵਿੱਚੋਂ ਲੰਗਰ ਏਰੀਏ 'ਚ ਵੀ ਕਰਾਂਗੇ। ਉਸ ਤੋਂ ਬਾਅਦ ਅਸੀਂ ਸਟਾਲ ਵੱਲ ਵੀ ਜਾਵਾਂਗੇ ਤੇ ਜੇ ਕਬੱਡੀ ਜਦੋਂ ਸ਼ੁਰੂ ਹੋਏਗੀ ਤੇ ਕਬੱਡੀ ਵੱਲ ਵੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਜੁਆਇਨ ਕਰਨ ਦੀ। ਤੇ ਪਰਨੀਤ ਕੌਰ ਹਜੇ ਸਾਡੇ ਨਾਲ ਸ਼ਾਮਲ ਨਹੀਂ ਹੋਏ ਤੇ ਮੈਂ ਕੋਸ਼ਿਸ਼ ਕਰਾਂਗਾ ਪਰਨੀਤ ਕੌਰ ਉਹਨਾਂ ਨੂੰ ਲੈਣ ਦੀ ਤੇ ਅਮਰਦੀਪ ਭੈਣ ਜੀ ਫੋਨ ਕਰਨਗੇ ਉਹਨਾਂ ਨੂੰ ਤੇ ਜੁਆਇਨ ਕਰਨ ਲਈ ਕਹਿਣਗੇ। ਤਾਂ ਇਨ ਦ ਮੀਨ ਟਾਈਮ ਤੁਸੀਂ ਮੇਰੀਆਂ ਗੱਲਾਂ ਸਰਵਣ ਕਰੋ। ਸੁਣੋ ਯਾਰ, ਅਸੀਂ ਤਕਰੀਬਨ 3-4 ਵਜੇ ਤੱਕ ਲਾਈਵ ਕਰਾਂਗੇ। ਕੱਲ੍ਹ ਨੂੰ ਅਸੀਂ ਲੇਟ ਤੱਕ ਕਰਾਂਗੇ। ਕੱਲ੍ਹ ਦਾ ਜਿਹੜਾ ਪ੍ਰੋਗਰਾਮ ਹੈ ਨਾ ਸ਼ਾਮ ਨੂੰ 4 ਵਜੇ ਗੇਮਸ ਸੈਰੇਮਨੀ ਹੋ ਰਹੀ ਹੈ। ਮੇਰੇ ਪਿੱਛੇ ਤੁਸੀਂ ਹਾਕੀ ਦੀ ਟਰਫ ਦੇਖ ਰਹੇ ਹੋ, ਗਰਾਊਂਡ ਦੇਖ ਰਹੇ ਹੋ, ਉੱਥੇ ਹਾਕੀ ਦਾ ਮੈਚ ਚੱਲ ਰਿਹਾ ਹੈ। ਨਿਊ ਸਾਊਥ ਵੇਲਸ ਸਿੰਗਸ ਸਿਡਨੀ ਦੀ ਟੀਮ ਹੈ ਤੇ ਦੂਸਰੇ ਪਾਸੇ ਮੈਨੂੰ ਯਾਦ ਭੁੱਲ ਗਿਆ ਸਕੋਰਬੋਰਡ ਤੋਂ ਮੈਂ ਦੇਖੀ ਤਾਂ ਸੀ, ਪਰ ਬੜਾ ਰੌਚਕ ਮੈਚ ਹੈ। ਦਰਸ਼ਕ ਵੀ ਕਾਫੀ ਦੇਖ ਰਹੇ ਨੇ, ਕੈਫੇ 'ਚ ਬੈਠੇ ਵੀ ਦੇਖ ਰਹੇ ਨੇ, ਸ਼ੀਸ਼ਿਆਂ ਦੇ ਸਟੇਡੀਅਮ 'ਚ ਵੀ ਦੇਖ ਰਹੇ ਨੇ। ਸੋ ਹਾਕੀ ਵੱਲ ਵੀ ਕਾਫੀ ਰਸ਼ ਹੈ। ਸੋ ਮੈਂ ਕੋਸ਼ਿਸ਼ ਕਰਦਾ ਪਰਨੀਤ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈਣ ਦੀ ਤੇ ਅਗਰ ਉਹਨਾਂ ਦਾ ਵੀਡੀਓ ਫੀਡ ਮੈਨੂੰ ਮਿਲਦਾ ਆ ਤਾਂ ਜ਼ਰੂਰ ਲਵਾਂਗੇ। ਨੈਟਵਰਕ ਦੇ ਥੋੜ੍ਹੇ ਇਸ਼ੂਜ਼ ਚੱਲਦੇ ਨੇ ਪਰ ਫਿਲਹਾਲ ਉਹਨਾਂ ਦਾ ਮੇਰੇ ਕੋਲ ਵੀਡੀਓ ਨਹੀਂ ਆ ਰਿਹਾ। ਜਿੱਦਾਂ ਮੇਰੇ ਕੋਲ ਵੀਡੀਓ ਆਇਆ ਤੇ ਮੈਂ ਤੁਹਾਡੇ ਨਾਲ ਜੁਆਇਨ ਕਰਾਵਾਂਗਾ। ਤੇ ਹਾਂਜੀ ਵੀਡੀਓ ਨਹੀਂ ਆ ਰਿਹਾ ਤੇ ਮੈਂ ਕੋਸ਼ਿਸ਼ ਕਰਦਾ ਕਿ ਉਹਨੂੰ ਲੈਣ ਦੇ। ਅਮਰਦੀਪ ਭੈਣ ਜੀ ਬੜੇ ਹੈਲਪ ਕਰ ਰਹੇ ਨੇ ਮੇਰੀ। ਸੋ ਤੁਸੀਂ ਦੇਸ਼ ਵਿਦੇਸ਼ ਜਿੱਥੋਂ ਵੀ ਤੁਸੀਂ ਜੁੜੇ ਹੋ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬੈਸਟ ਕਵਰੇਜ ਕਰਨ ਦੀ, ਕਿਉਂਕਿ ਗੇਮਾਂ ਦਾ ਵੈਨਿਊ ਬਹੁਤ ਲੰਬਾ ਚੌੜਾ ਹੈ ਤੇ ਬਾਹਰ ਹਲਕੀ ਹਲਕੀ ਕਿਤੇ ਬੂੰਦਾਬਾਂਦੀ ਵੀ ਹੋ ਰਹੀ ਹੈ। ਤੁਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਆਊਟਡੋਰ ਵੀ ਦਿਖਾਈਏ ਕਿ ਹਜੇ ਸਟਾਰਟਿੰਗ ਹੈ। ਸੋ ਤੁਸੀਂ ਪੈਸਿਵਲੀ ਆਰਾਮ ਨਾਲ ਤੁਸੀਂ ਦੇਖੋ, ਜੁਆਇਨ ਰੱਖੋ ਤੇ ਇੰਟਰਸਟਿੰਗ ਇੰਟਰਵਿਊਜ਼ ਵੀ ਆ ਰਹੀਆਂ ਨੇ ਤੇ ਅਸੀਂ ਤੁਹਾਨੂੰ ਬਾਹਰੋਂ ਵੀ ਦਿਖਾਵਾਂਗੇ, ਪ੍ਰਦਰਸ਼ਨੀਆਂ ਵੀ ਦਿਖਾਵਾਂਗੇ। ਹਜੇ 7 ਵੀ ਸ਼ੁਰੂ ਹੋਣੀ ਹੈ ਜਿੱਥੇ ਪੰਜਾਬ ਦੀ ਗੱਲ ਹੋਣੀ ਹੈ, ਪੰਜਾਬ ਦੇ ਪਿੰਡਾਂ ਦੀ ਦਿਖਾਈ ਦੇਣੀ ਹੈ। ਤੇ ਮੈਂ ਹੁਣ ਫੀਲਡ 'ਚੋਂ ਪਰਨੀਤ ਕੌਰ ਨੂੰ ਲੈਣਾ ਮੇਰੇ ਨਾਲ ਜੁਆਇਨ ਕਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਵਾਰ ਫਿਰ ਤੋਂ ਹਾਰਦਿਕ ਸਵਾਗਤ ਹੈ। ਤੇ ਮੈਂ ਇਸ ਟਾਈਮ ਆ ਜੀ ਗਰਾਊਂਡ ਦੇ ਵਿੱਚ ਜਿੱਥੇ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਤੇ ਮੈਂ ਆਪਣਾ ਕੈਮਰਾ ਦੂਸਰੀ ਤਰਫ ਕਰਕੇ ਤੁਹਾਨੂੰ ਸਾਰੇ ਨਜ਼ਾਰੇ ਦਿਖਾਉਂਦੀ ਹਾਂ। ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੀ ਹਾਂ ਮੈਂ, ਮੇਰੇ ਸਾਹਮਣੇ ਤੁਸੀਂ ਬਹੁਤ ਵੱਡੀ ਇੱਕ ਗੱਡੀ ਦੇਖ ਰਹੇ ਹੋਵੋਗੇ ਤੇ ਗੱਡੀ ਦਾ ਰਾਜ ਕੀ ਹੈ, ਆਪਾਂ ਪਹੁੰਚਦੇ ਹਾਂ ਉਹਨਾਂ ਦੇ ਕੋਲ ਤੇ ਜਾਣਦੇ ਆ ਕਿ ਇਹ ਗੱਡੀ ਇੱਥੇ ਕਿਉਂ ਖੜੀ ਹੈ ਜੀ। ਕੈਮਰਾ ਫਰੰਟ ਦੀ ਬਜਾਏ ਬੈਕ ਕੈਮਰੇ ਸਵਿਚ ਕਰ ਲਓ ਤੇ ਜ਼ਿਆਦਾ ਵਧੀਆ ਹੋਵੇਗਾ ਕਿ ਸਟੇਟ ਕਰ ਲਓ ਲੈਂਡਸਕੇਪ ਦੀ ਬਜਾਏ, ਤੇ ਅਗਰ ਹੋ ਸਕੇ ਤੇ ਲੈਂਡਸਕੇਪ ਦੀ ਬਜਾਏ ਦੂਸਰੀ ਤਰ੍ਹਾਂ ਕਰ ਲਓ ਕੈਮਰਾ। ਨਾਲੇ ਫਰੰਟ ਕੈਮਰਾ ਨਾ ਯੂਜ਼ ਕਰੋ ਜੇ ਅਗਰ ਇੰਟਰਵਿਊ ਕਰਨੀ ਹੈ। ਹਾਂਜੀ ਠੀਕ ਹੈ, ਚਲੋ ਕੋਈ ਨਹੀਂ, ਮੈਂ ਜਦ ਤੱਕ ਗੱਲਬਾਤ ਕਰਦਾ ਤੁਸੀਂ ਫਿਕਸ ਕਰ ਰਹੇ ਹੋ ਤੇ ਪਿਆਰਿਓ ਸਾਡਾ ਕਨੈਕਸ਼ਨ ਲੱਗ ਗਿਆ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਉੱਥੋਂ ਲੈਣ ਦੀ। ਵੈਸੇ ਟੈਸਲਾ ਦਾ ਟਾਵਰ ਲੱਗਾ ਹੋਇਆ ਐਕਸਟਰਾ ਜਿਹੜਾ ਕਿ ਹੈਲਪ ਕਰ ਰਿਹਾ ਰਿਸੈਪਸ਼ਨ ਦੀ ਸੋ ਫਾਰ, ਪਰ ਸਭ ਤੋਂ ਵੱਧ ਸ਼ਮੂਲੀਅਤ ਕੱਲ੍ਹ ਨੂੰ ਹੋਏਗੀ ਤੇ ਉਦੋਂ ਫਿਰ ਟੈਸਟ ਹੋਏਗਾ। ਹਾਂਜੀ ਪਰਨੀਤ ਮੇਰੇ ਨਾਲ ਜੁਆਇਨ ਕਰ ਗਏ ਨੇ। ਸਭ ਤੋਂ ਪਹਿਲਾਂ ਜਿਸ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਉਹਨਾਂ ਦੇ ਇਸ ਤਰ੍ਹਾਂ ਥੋੜੀ ਸਮੱਸਿਆ ਚੱਲ ਰਹੀ ਹੈ, ਕੋਈ ਨਹੀਂ ਮੈਂ ਉਹਨਾਂ ਨੂੰ ਫਿਰ ਜੁਆਇਨ ਕਰਵਾਉਣਾ ਤੇ ਸਾਡਾ ਤੁਹਾਡਾ ਸਾਥ ਰਹੇਗਾ। ਦਲਜੀਤ ਮੇਰੇ ਨਾਲ ਜਦ ਤੱਕ ਜੁਆਇਨ ਕਰਨਗੇ ਤੇ ਮੈਂ ਉਹਨਾਂ ਨਾਲ ਗੱਲਬਾਤ ਨਾਲ ਦੀ ਨਾਲ ਕਰ ਲੈਂਦੇ ਹਾਂ ਤੇ ਦੇਖਦੇ ਹਾਂ ਕਿ
ਕਿਸ ਤਰ੍ਹਾਂ ਮਤਲਬ ਆਪਾਂ ਅੱਗੇ ਤੋਰੀਏ ਪ੍ਰੋਗਰਾਮ ਨੂੰ ਤੇ ਜੁੜੇ ਹੋਏ ਆ ਸਾਰੇ ਦਰਸ਼ਕ, ਵਧੀਆ ਫੀਡਬੈਕ ਜਿਹੜੀ ਮਿਲ ਰਹੀ ਆ ਤੇ ਮੌਸਮ ਵੀ ਭਾਜੀ ਹੁਣ ਹਾਂਜੀ ਭਾਜੀ ਪਿਆਰਿਓ ਬੈਠੇ ਆ ਵੀ ਦਿਲਾਂ ਦੇ ਸਹਾਰਿਓ ਜਾਂ ਭੈਜੀ 69ਵੀਆਂ ਸਿੱਖ ਗੇਮਾਂ ਤੇ ਆਪ ਸਭ ਨੂੰ ਜੀ ਆਇਆਂ। ਬੱਦਲ ਤਾਂ ਵੈਸੇ ਦੂਰ ਦੁਰਾਡੇ ਪਿੰਡਾਂ ਤੋਂ ਸ਼ਹਿਰਾਂ ਤੋਂ ਜਿੱਥੋਂ ਜਿੱਥੋਂ ਵੀ ਆਪ ਸਭ ਆਏ ਹੋ, ਆਪ ਸਭ ਤੇ ਸ਼ਾਇਦ ਤਾਂ ਅਸੀਂ ਗਰਮ ਮੁਲਕਾਂ ਚ ਸ਼ਾਇਦ ਆਏ ਆ। ਸੋ 6.5 ਸਾਲਾਂ ਦੇ ਵਕਫੇ ਬਾਅਦ ਮੈਲਬਨ ਵਿੱਚ ਇੱਕ ਵਾਰ ਫਿਰ ਸਾਡੇ ਇਦਾਂ ਹੁੰਦਾ ਸਿੱਖ ਗੇਮਾਂ ਦਾ ਆਗਾਜ਼ ਹੋ ਜਾ। ਪਰ ਮੈਲਬਨ ਦੂਰ ਦੁਰਾਡੋਂ ਆਏ ਹੋ, ਇੱਕ ਵਾਰ ਫਿਰ ਖੈਰ ਮਕਦਮ ਕਰਦੇ ਆ ਸਮੇਂ ਦੇ ਸਮਾਗਮ ਕਰਿਓ ਗਾਈਡ। ਬਾਕੀ ਹੁਣ ਟੈਕਨੀਕਲ ਚੱਲਦੇ ਦੇ ਵਿੱਚ ਮਤਲਬ ਚੇਂਜਸ ਕਰਨੀਆਂ ਤਾਂ ਵੀ ਕਾਫੀ ਮੁਸ਼ਕਲ ਹੁੰਦੀ ਹੈ। ਦੇਖੋ ਜੇ ਸਟੂਡੀਓ ਸੈਟਅਪ ਹੈ ਫਿਰ ਤਾਂ ਸਾਰਾ ਠੀਕ ਹੈ। ਹਾਂਜੀ ਇਹ ਵੀ ਵਧੀਆ ਹੈ। ਚਲੋ ਟੈਕਨੀਕਲ ਪ੍ਰੋਬਲਮਸ ਆ ਜਾਂਦੀਆਂ, ਇੰਟਰਨੈਟ ਦੀ ਬੜੀ ਸਮੱਸਿਆ ਆ ਜਾਂਦੀ ਹੈ ਕਿਉਂਕਿ ਇੱਕਦਮ ਹੀ ਇੰਨੇ ਲੋਕਾਂ ਦਾ ਇਕੱਠੇ ਹੋਣਾ, ਸਾਰਿਆਂ ਦੇ ਕੋਲ ਮੋਬਾਈਲ ਫੋਨ ਆ ਹਨਾ, ਤੇ ਰਸ਼ ਜਿਹੜਾ ਆ ਉਹ ਪੈ ਜਾਂਦਾ ਆ। ਪਰ ਫਿਰ ਵੀ ਜਿਹੜਾ ਵਧੀਆ ਸਾਡੇ ਵੱਲੋਂ ਕੋਸ਼ਿਸ਼ ਆ ਕਿ ਟੈਕਨੀਕਲ ਕੁਆਲਿਟੀ ਜਿਹੜੀ ਸਾਡੀ ਟੀਮ ਲੱਗੀ ਹੋਈ ਹੈ ਤੇ ਵਧੀਆ ਸਾਡਾ ਇਹ ਵੀ ਭਾਜੀ ਐਫਰਟ ਆ ਬਹੁਤ ਵਧੀਆ ਕਿ ਲੰਬੇ ਸਮੇਂ ਤੋਂ ਤੁਸੀਂ ਜੁੜੇ ਹੋਏ ਹੋ ਮੀਡੀਆ ਦੇ ਨਾਲ, ਤੇ ਮੀਡੀਆ ਬੜਾ ਜ਼ਰੂਰੀ ਆ ਕਿ ਜਿਹੜੀ 20 ਸਾਲ ਹਾਰਮਨ ਰੇਡੀਓ ਨੂੰ ਹੋ ਗਏ। ਹਾਂਜੀ ਅੱਜ ਅੱਛਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਨਹੀਂ ਗੇਮਾਂ ਕਵਰ ਕਰਦੇ ਅੱਛਾ 2006 ਦੇ ਵਿੱਚ ਅਸੀਂ ਪਹਿਲੀਆਂ ਗੇਮਸ ਕਵਰ ਕੀਤੀਆਂ ਸੀ ਜੀ ਸਿਡਨੀ ਤੋਂ ਜੀ, ਤੇ ਉਦੋਂ ਦੀ ਬ੍ਰੌਡਕਾਸਟਿੰਗ ਚੱਲਦੀ ਹੈ। ਵਿੱਚ 1-2 ਸਾਲ ਅਸੀਂ ਮਿਸ ਕੀਤੇ ਆ ਜੀ ਸਿਹਤ ਪੱਖੋਂ ਜਾਂ ਹਾਂਜੀ ਟੈਕਨੀਕਲ ਪੱਖੋਂ ਕਈ ਵਾਰੀ ਨਹੀਂ ਫੈਸਿਲਿਟੀਆਂ ਹੁੰਦੀਆਂ ਜੀ ਜੀ, ਤੇ ਪਰ ਅੱਜ ਜਿਹੜਾ ਅਸੀਂ ਇਹ ਵੀ ਇੱਕ ਇਤਿਹਾਸਕ ਹੈ। 20 ਸਾਲ ਬਾਅਦ ਨਾ ਅਸੀਂ ਜੁਆਇੰਟ ਤਾਂ ਪਹਿਲਾਂ ਵੀ ਕਰਦੇ ਰਹੇ ਆਪਣੇ ਆਪਣੇ ਚੈਨਲ ਤੇ, ਪਰ ਇੱਕੋ ਹੀ ਫੀਡ ਜਿਹੜੀ ਆ ਸਾਰੇ ਪਾਸੇ ਚੱਲਦੀ ਉਹ ਸਾਰੇ ਪਾਸੇ ਵਿੰਡੋਜ਼ ਤੇ ਵੀ ਚੱਲਦੀ ਹੈ, ਵੀਡੀਓ ਵੀ ਚੱਲਦੇ, ਆਡੀਓ ਵੀ ਚੱਲਦੇ ਆ ਮਤਲਬ ਤੇ ਘੱਟੋ ਘੱਟ ਆਪਾਂ 10 ਬੰਦਿਆਂ ਦੀ ਟੀਮ ਜਿਹੜੀ ਹੈ ਉਹ ਚੱਲਦੀ ਹੈ। ਵੈਸੇ ਵੀ ਇਹ 10 ਬੰਦੇ ਦੀ ਟੀਮ ਸਰੋਤੇ ਸਾਡੇ ਜਾਣਦੇ ਹੋਣਗੇ ਦਰਸ਼ਕ ਵੀ ਕਿ ਬਹੁਤ ਲੰਬੇ ਸਮੇਂ ਤੋਂ ਅਸੀਂ ਕੰਮ ਕੀਤਾ, ਚਾਹੇ ਰੇਡੀਓ 4EB ਦੀ ਉਦੋਂ ਬੈਨ ਹੁੰਦੀ ਸੀ ਤੇ ਉਸ ਵੇਲੇ ਸਾਰਿਆਂ ਨੂੰ ਫੀਡ ਆ ਹਰਮਨ ਰੇਡੀਓ ਦੇ ਨਾਲ ਸਾਰਿਆਂ ਨੇ ਟੀਮ ਤਾਂ ਬੇਸਿਕਲੀ ਉਹੀ ਆ। ਟੀਮ ਤਾਂ ਉਹੀ ਆ, ਵਿਚਾਰਧਾਰਾ ਵੀ ਸਾਡੀ ਸੇਮ ਹੀ ਹੈ। ਹਾਂਜੀ ਕਮਿਊਨਿਟੀ ਵਰਕ ਜਿਹੜਾ 4EB ਹਾਂਜੀ ਤੇ ਇੰਡੋਜ਼ ਹਾਂਜੀ ਇਹ ਵੀ ਕਮਿਊਨਿਟੀ ਬੇਸਡ ਹੈ ਜੀ ਹਨਾ, ਨਾਟ ਫॉर ਪ੍ਰੋਫਿਟ ਕੰਮ ਕਰਦੇ ਨੇ ਜੀ, ਕਿਉਂਕਿ ਰਿਸ਼ਪਾਲ ਭਾਜੀ ਆਪ ਇੱਕ ਬਿਜ਼ਨਸਮੈਨ ਨੇ ਹਨਾ, ਤੇ ਉਹ ਫੰਡਿੰਗ ਕਰਦੇ ਨੇ, ਤੁਸੀਂ ਆਪਣੀ ਜੌਬਾਂ ਕਰਦੇ ਹੋ ਜੀ ਹਨਾ, ਤੁਸੀਂ ਆਪਣਾ ਟਾਈਮ ਡੋਨੇਟ ਕਰਦੇ ਹੋ। ਸਾਡੇ ਸਾਰੇ ਪ੍ਰੈਜ਼ੈਂਟਰ ਆਸਟ੍ਰੇਲੀਆ ਦੇ ਵੀ ਟਾਈਮ ਡੋਨੇਟ ਕਰਦੇ ਨੇ। ਹਾਂਜੀ ਸੋ ਇੱਕ ਤਰ੍ਹਾਂ ਨਾਲ ਇਹ ਵੀ ਕਮਿਊਨਿਟੀ ਸੇਵਾ ਇੱਕ ਸੇਵਾ ਦੇ ਟਾਈਪ ਤੇ ਆਪਾਂ ਚਾਹੁੰਦੇ ਹਾਂ ਵੀ ਦੇਖੋ ਸੇਵਾ ਹਰ ਤਰ੍ਹਾਂ ਦੀ ਹੁੰਦੀ ਹੈ ਨਾ, ਲੰਗਰ ਛਕਾਉਣ ਦੀ, ਵਰਤਾਉਣ ਦੀ, ਜੋੜਿਆਂ ਦੀ ਹਨਾ, ਤੇ ਜਿਹੜੇ ਜਿੱਦਾਂ ਦੀ ਕੈਪੇਬਿਲਿਟੀ ਤੇ ਕੈਪੈਸਿਟੀ ਆ ਹਨਾ, ਉਹ ਉਹਨੂੰ ਪ੍ਰੋਫੈਸ਼ਨ ਵੀ ਬਣਾ ਸਕਦਾ। ਹਾਂਜੀ ਜਿਵੇਂ ਲੰਗਰ ਬਣਾਉਣ ਵਾਲਾ ਰੈਸਟੋਰੈਂਟ ਵੀ ਖੋਲ ਸਕਦਾ। ਹਾਂਜੀ ਸਹੀ ਗੱਲ ਹੈ, ਹਾਂ ਸਹੀ ਹੈ। ਤੇ ਅਸੀਂ ਵੀ ਜਿੱਦਾਂ ਪ੍ਰੋਫੈਸ਼ਨਲ ਚੈਨਲ ਵੀ ਬਣਾ ਸਕਦੇ ਹਾਂ ਸਾਰਾ ਕੁਝ ਨਾ, ਹਾਂਜੀ ਕਮਰਸ਼ੀਅਲ ਹੀ ਕਰਦੇ ਹਾਂ ਪਰ ਨਹੀਂ ਸੋਚੀਏ ਉਹ ਸਾਡੀ ਵਿਚਾਰਧਾਰਾ ਨਹੀਂ ਉੱਧਰ ਨੂੰ ਚੱਲਦੀ। ਵਿਚਾਰਧਾਰਾ ਦੇ ਵਿੱਚ ਥੋੜਾ ਜਿਹਾ ਅੰਤਰ ਹੈ, ਹਾਂਜੀ ਇਸ ਕਰਕੇ ਅਸੀਂ ਨਹੀਂ ਕਰਨਾ ਚਾਹੁੰਦੇ। ਚਲੋ ਤੁਸੀਂ ਜੌਬਾਂ ਕਰਦੇ ਹੋ, ਅਸੀਂ ਸਾਡੇ ਆਪਣੇ ਫਾਰਮ ਨੇ ਹਨਾ। ਵੈਸੇ ਬਚੇ ਵੀ ਹੋਏ ਆ ਭਾਜੀ, ਨਹੀਂ ਤਾਂ ਫਿਰ TRP ਦੇ ਚੱਕਰਾਂ 'ਚ ਪੈ ਜਾਾਂਗੇ, ਫਿਰ ਉਹਦੇ ਲਈ ਬਾਈ ਹੁੱਕ ਬਾਈ ਕਰੁੱਕ ਕਿਸੇ ਦੇ ਮੰਦਾ ਚੰਗਾ ਬੋਲਾਂਗੇ। ਉਹਦੇ ਨਾਲੋਂ ਚੰਗਾ ਨਹੀਂ ਕਿ ਅਸੀਂ ਆਪਣਾ ਜਿਹੜਾ ਰੋਲ ਹੈ ਉਹ ਪਲੇ ਕਰਦੇ ਆ, ਰੋਲ ਪਲੇ ਕਰਕੇ ਤੇ ਆਰਾਮ ਨਾਲ ਘਰ ਜਾ ਕੇ ਸੌਂ ਜਾਈਦਾ, ਕਿਸੇ ਨਾਲ ਕੋਈ ਹੜਕ ਨਹੀਂ ਝੜਕ ਨਹੀਂ। ਤੇ ਮੈਂ ਦੇਖਾਂ ਜੇ ਪਰਨੀਤ ਕੌਰ ਦਾ ਵੀਡੀਓ ਫੀਡ ਆ ਗਈ ਇਹ ਤਾਂ ਸਿਰਫ ਡੈਮੋ। ਹਾਂਜੀ ਭਾਜੀ ਹੁਣ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਜੀ ਹਾਂ ਬਹੁਤ ਵਧੀਆ। ਤੇ ਭਾਜੀ ਆਪਾਂ ਸ਼ੁਰੂਆਤ ਕਰਦੇ ਹਾਂ। ਭਾਜੀ ਇਸ ਟਾਈਮ ਮੈਂ ਸਟਾਲ ਦੇ ਵਿੱਚ ਆ ਤੇ ਜਿੱਥੇ ਅਲੱਗ-ਅਲੱਗ ਪਿੰਨ ਤਰ੍ਹਾਂ ਦੀਆਂ ਸਟਾਲਸ ਲੱਗੀਆਂ ਹੋਈਆਂ ਨੇ ਤੇ ਬਿਜ਼ਨਸ ਜਿਹੜੇ ਹੈਗੇ ਨੇ ਲੋਕਲ ਬਿਜ਼ਨਸ ਉਹਨਾਂ ਦੇ ਆਪਣੀਆਂ ਸਟਾਲਸ ਨੇ, ਜਾਂ ਕੋਈ ਸੱਭਿਆਚਾਰਕ ਚੀਜ਼ਾਂ ਲੈ ਕੇ ਕੋਈ ਆਇਆ, ਜਾਂ ਖਾਣ ਪਾਣ ਦੇ ਅਸੀਂ ਫੂਡ ਟਰੱਕ ਵੀ ਦੇਖ ਰਹੇ ਹਾਂ। ਤੇ ਮੈਂ ਸ਼ੁਰੂਆਤ ਕਰਨਾ ਚਾਹੂੰਗੀ ਇਸ ਟਾਈਮ, ਜਿਵੇਂ ਮੈਂ ਪਹਿਲਾਂ ਦੱਸ ਰਹੀ ਸੀਗੀ ਕਿ ਇੱਥੇ ਇੱਕ ਗੱਡੀ ਖੜੀ ਆ ਤੇ ਆਪਾਂ ਦੇਖਦੇ ਹਾਂ ਕਿ ਇਹ ਗੱਡੀ ਇੱਥੇ ਸ਼ਾਨਦਾਰ ਗੁਬਾਰੇ ਲਗਾ ਕੇ ਕਿਉਂ ਖੜਾਈ ਗਈ ਹੈ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਤੁਹਾਨੂੰ ਐਕਸਪਲੇਨ ਕਰ ਰਿਹਾ ਸੀ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਰਾਇਲ ਗੋਲਡ ਚੱਕੀ ਅੱਤ ਤੋਂ ਜੀ ਐਡੀਗੇਟ ਤੋਂ, ਤੇ ਇਹ ਸਾਡਾ ਪਹਿਲਾ ਇਨਾਮ ਹੈ ਜਿਹੜਾ 12/2026 ਅਸੀਂ ਕੱਢਣਾ ਹੈ। ਜਿਹੜਾ ਵੀ ਤੁਸੀਂ ਕੋਈ ਵੀ ਜਿੱਦਾਂ ਸਮਾਨ ਸਾਡਾ ਲੈਂਦੇ ਹੋ ਰਾਇਲ ਗੋਲਡ ਦਾ ਆਟਾ ਮਲਟੀਗ੍ਰੇਨ ਬੇਸਨ ਜਾਂ ਤੇ ਤੁਸੀਂ ਸਕੈਨ ਕਰਕੇ ਆਪਣਾ ਕੂਪਨ ਲੈਣਾ, ਆਨਲਾਈਨ ਮਿਲਦਾ ਸਟੀਕ ਕੂਪਨ। ਪਹਿਲਾ ਇਨਾਮ ਮਿਟਸੂਬਿਸ਼ੀ ਆਊਟਲੈਂਡਰ ਹੈ ਜੀ, ਬ੍ਰਾਂਡ ਦੀ ਵੱਡੀ 2026 ਮਾਡਲ ਮਿਲੇਗਾ ਤੁਹਾਨੂੰ। ਦੂਸਰਾ ਇਨਾਮ ਉਹਦੇ ਵਿੱਚ ਤੁਹਾਨੂੰ 50 ਟੀਵੀ ਨਿਕਲੇ 65 ਦੇ ਸਕਦੇ ਟੀਵੀ ਹੈ। ਤੇ ਤੀਸਰਾ ਇਨਾਮ ਉਹਦੇ ਵਿੱਚ ਕੈਰੀਓਕੀ ਸਪੀਕਰ ਨੇ 100 ਮਿਲਣਗੇ, ਜਿਹੜੇ ਬੜੇ ਵੱਡੇ ਵਧੀਆ ਸਪੀਕਰ ਮਿਲਣਗੇ। ਤੇ 200 ਜਿਹੜੇ ਨੇ ਲਗਜ਼ਰੀ ਡਿਨਰ ਸੈਟਸ ਨੇ ਉਹ ਮਿਲਣਗੇ। ਤੇ ਟੋਟਲ 351 ਇਨਾਮ ਬਣਦੇ ਨੇ। ਇਹ 19/12/2026 ਤੇ ਭਾਜੀ ਇੱਥੇ ਮੈਂ ਇਹ ਜਾਣਨਾ ਚਾਹੂੰਗੀ ਕਿ ਤੁਸੀਂ ਲੋਕਲ ਕਿਹੜੇ ਪ੍ਰੋਡਕਟ ਆਪਣੀ ਕੰਪਨੀ ਦੇ ਵਿੱਚ ਬਣਾਉਂਦੇ ਹੋ? ਹਾਂਜੀ, ਸਾਡੀ ਫੈਕਟਰੀ ਜਿਹੜੀ ਹੈ ਜੀ ਰਾਇਲ ਗੋਲਡ ਦੀ ਐਡਲੇਟ ਦੇ ਵਿੱਚ, ਉੱਥੇ ਅਸੀਂ ਆਟਾ ਬਣਾਉਂਦੇ ਹਾਂ, ਚੱਕੀ ਆਟਾ, ਮਲਟੀਗ੍ਰੇਨ ਬਣਾਉਂਦੇ ਹਾਂ, ਬੇਸਣ ਮੱਕੀ ਦਾ ਆਟਾ ਹੋ ਗਿਆ, ਜਵਾਰ ਦਾ ਆਟਾ ਬਣਾਉਂਦੇ ਹਾਂ ਜੀ। ਹੋਰ ਕੋਈ ਸਪੈਸ਼ਲ ਆਟੇ ਵਿੱਚ ਜਿਸ ਤਰ੍ਹਾਂ ਮੂੰਗ ਆਟਾ ਹੋ ਗਿਆ। ਹੁਣ ਅਸੀਂ ਨਵਾਂ ਅੱਜ ਲਾਂਚ ਕਰ ਰਹੇ ਹਾਂ ਯੂਪੀਨ ਦਾ ਆਟਾ, ਉਹਦੇ ਵਿੱਚ ਕਾਫੀ ਪ੍ਰੋਟੀਨ ਹੁੰਦਾ ਜੀ, ਮਤਲਬ ਫੁੱਲ ਆਫ ਪ੍ਰੋਟੀਨ ਆ ਜੀ। ਤੇ ਸਪੈਸ਼ਲ ਕਈ ਲੇਡੀਜ਼ ਦੇ ਗਰੁੱਪਸ ਨੇ ਜੀ ਜਿਨ੍ਹਾਂ ਨੇ ਸਾਨੂੰ ਸਪੈਸ਼ਲ ਬਣਵਾਇਆ ਸਾਡੇ ਤੋਂ, ਮਤਲਬ ਹੈਲਥ ਕੌਨਸ਼ੀਅਸ ਜੀ ਉਹਨਾਂ ਵਾਸਤੇ ਅੱਜ ਅਸੀਂ ਬਣਾ ਰਹੇ ਹਾਂ। ਇਹ ਸੈਂਪਲ ਆਏ ਮੇਰੇ ਕੋਲ ਆ ਰਹੇ ਥੋੜੀ ਜਿਹੀ ਸੈਂਪਲ ਇਹਦਾ ਵੀ। ਠੀਕ ਹੈ ਜੀ। ਤੇ ਆਪਾਂ ਜੇ ਦੇਖੀਏ ਤੇ ਤੁਸੀਂ ਕਿਹਾ ਕਿ ਉਹਦੇ ਵਿੱਚ ਐਕਸਟਰਾ ਨਿਊਟ੍ਰੀਸ਼ਨ ਤੁਸੀਂ ਪਾਇਆ, ਤਾਂ ਅਸੀਂ ਕੁਝ ਐਕਸਟਰਾ ਨਹੀਂ ਪਾਇਆ, ਬਟ ਕਿਉਂਕਿ ਜਿਹੜਾ ਆਪਣੇ ਆਪ ਦੇ ਵਿੱਚ ਪ੍ਰੋਟੀਨ ਉਹਦੇ ਵਿੱਚ ਬਹੁਤ ਹੁੰਦਾ ਹੈ। ਠੀਕ ਹੈ ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ। ਅੱਜ ਮੈਂ ਐਡ ਕਰਦੇ ਥੋੜਾ ਜਿਹਾ। ਹਾਂਜੀ, ਅੱਜ ਅਸੀਂ ਜਿਹੜੇ ਵੀ ਲੋਕੀ ਵਿਜ਼ਟਰ ਸਾਡੇ ਕੋਲ ਆ ਰਹੇ ਨੇ ਉਹਨਾਂ ਤੋਂ ਅਸੀਂ ਛੋਟਾ ਜਿਹਾ ਕੂਪਨ ਲੈ ਦੇ ਰਹੇ ਹਾਂ ਜੀ। ਉਹਦੇ ਵਿੱਚ ਸ਼ਾਮੀ 5 ਤੋਂ 5:30 ਵਜੇ ਇੱਥੋਂ ਟੀਵੀ ਅਸੀਂ ਨਿਕਲਣਾ ਹੈ। ਕੋਈ ਵੀ ਲੱਕੀ ਵਿਨਰ ਹੋ ਸਕਦਾ ਜਿਹੜਾ ਵੀ ਸਾਡੇ ਸਟਾਲ ਤੇ ਵਿਜ਼ਿਟ ਕਰ ਰਿਹਾ ਬੰਦਾ ਜੀ। ਤੇ ਕੂਪਨ ਤੁਸੀਂ ਪਾਉਣਾ ਆਪਣਾ, ਜਸਟ ਆ ਕੇ ਉੱਥੇ ਫੇਸਬੁੱਕ ਤੇ ਪੇਜ ਲਾਈਕ ਕਰਕੇ ਸਾਡਾ। ਤੇ ਇਹ ਅਸੀਂ 3 ਦਿਨ ਕੱਢਣਾ ਹੈ ਜੀ ਇੱਥੇ ਜੀ। ਅੱਜ ਦੇ ਕੱਲ ਤੇ ਪਰਸੋਂ 3 ਟੀਵੀ ਨਿਕਲਣੇ ਨੇ ਤੇ 65 ਇੰਚ ਦੇ ਟੀਵੀ ਨੇ, LED ਬੜੇ ਸੋਹਣੇ ਟੀਵੀ ਨੇ। ਸ਼ਾਮੀ ਤੇ ਇਹ ਕੂਪਨ ਮਿਲੇਗਾ ਕਿਵੇਂ ਜੀ? ਇਹ ਸਾਡੇ ਦਰਸ਼ਕਾਂ ਨੂੰ ਦੱਸੋ। ਤੁਸੀਂ ਸਾਡੇ ਸਟਾਲ ਤੇ ਆਣਾ, ਸਿੱਖ ਗੇਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਮਾਹੌਲ ਬੜਾ ਗਰਮ ਹੋ ਰੱਖਿਆ ਸਵੇਰੇ ਜੀ। ਮੌਸਮ ਠੰਡਾ ਹੈ ਤੇ ਤੁਸੀਂ ਆ ਕੇ ਸਾਡੇ ਵਿਜ਼ਿਟ ਕਰੋ। ਅਸੀਂ ਜਸਟ ਇਨਫੋਰਮੇਸ਼ਨ ਦੇ ਰਹੇ ਹਾਂ ਸਾਰਿਆਂ ਨੂੰ ਕਿ ਗੱਡੀ ਵਾਸਤੇ ਕੱਢਣ ਲਈ ਕਿਰਾਏ ਵਾਸਤੇ ਤੁਸੀਂ ਕੀ ਕਰਨਾ ਹੈ, ਕਿਸ ਤਰ੍ਹਾਂ ਤੁਹਾਨੂੰ ਇਨਾਮ ਮਿਲੇਗਾ। ਪਲੱਸ ਉਹਦੇ ਵਿੱਚ ਅਸੀਂ ਜਸਟ ਵੈਸੇ ਕਿ ਥੋੜਾ ਜਿਹਾ ਕਰਨ ਨੂੰ ਫਨ ਕਰਨ ਲਈ ਵਾਸਤੇ ਅੱਜ ਕਰ ਜੀ। ਥੈਂਕ ਯੂ ਜੀ। ਤੇ ਆਪਾਂ ਅੱਗੇ ਵਧਦੇ ਹਾਂ ਤੇ ਅੱਗੇ ਦੇਖਦੇ ਹਾਂ, ਗੱਲਬਾਤ ਕਰਦੇ ਹਾਂ। ਸੁਹਾਵੀ ਆਡੀਓ ਬੁੱਕਸ ਦੀ ਬਹੁਤ ਸੋਹਣੀ ਸਟਾਲ ਲੱਗੀ ਹੋਈ ਹੈ, ਜਿਸ ਦੇ ਵਿੱਚ ਤੁਸੀਂ ਆਡੀਓ ਬੁੱਕਸ ਦੀ ਐਪਸ ਤੇ ਆਡੀਓ ਬੁੱਕਸ ਦੇ ਤੁਸੀਂ ਭਿੰਨ ਤਰ੍ਹਾਂ ਦੇ ਸੈਕਸ਼ਨ ਦੇ ਥਰੂ ਇੱਕ ਇਤਿਹਾਸ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਤੇ ਇਹ ਐਪ ਹੈ ਕੀ, ਤੇ ਇਹ ਪੰਜਾਬੀ ਲੈਂਗੁਏਜ ਵਿੱਚ ਹੈ ਜਾਂ ਕਿਸ ਭਾਸ਼ਾ ਦੇ ਵਿੱਚ ਹੈ, ਉਸ ਦੇ ਬਾਰੇ ਜਾਣਕਾਰੀ ਅਸੀਂ ਖੁਦ ਇਸ ਐਪ ਦੇ ਓਨਰ ਤੋਂ ਲਵਾਂਗੇ। ਤੇ ਵੱਧਦੇ ਹਾਂ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਨਿੱਘਾ ਸਵਾਗਤ ਹੈ ਤੇ ਬਹੁਤ ਖੁਸ਼ੀ ਹੋਈ ਤੁਹਾਨੂੰ ਇੱਕ ਵਾਰ ਫਿਰ ਤੋਂ ਮਿਲ ਕੇ। ਤੁਹਾਡੇ ਪਿਆਰੇ ਬੋਲ ਸੁਣਨ ਨੂੰ ਤੇ ਸਾਡੇ ਦਰਸ਼ਕਾਂ ਨੂੰ ਮਿਲਣਗੇ। ਅੱਜ ਤੁਸੀਂ ਕੀ ਕਹਿਣਾ ਚਾਹੋਗੇ? ਅੱਜ ਜਦੋਂ ਤੁਸੀਂ ਇੱਥੇ ਸਟਾਲ ਲਾਈ ਤੁਹਾਨੂੰ ਕਿਸ ਤਰ੍ਹਾਂ ਦੀ ਭਾਵਨਾ ਮਹਿਸੂਸ ਹੋ ਰਹੀ ਸੀਗੀ? ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਇਹ ਜਿਹੜੀ ਐਪ ਹੈ ਇਹ ਹੈ ਕੀ, ਤੇ ਇਹ ਕੇਵਲ ਪੰਜਾਬੀ ਲੈਂਗੁਏਜ ਵਿੱਚ ਹੈ ਜਾਂ ਇੱਥੇ ਜਿਹੜੀ ਬੁੱਕਸ ਨੇ ਇਸ ਐਪ ਦੇ ਵਿੱਚ ਉਹ ਕਿਸ ਲੈਂਗੁਏਜ ਦੇ ਵਿੱਚ ਨੇ? ਤੇ ਜਿਵੇਂ ਮੈਂ ਕਿ ਉੱਥੇ ਪੈਂਪਲੇਟ ਤੇ ਵੀ ਦੇਖ ਰਹੀ ਹਾਂ ਕਿ ਗਾਰਡਨਿੰਗ, ਲੀਗਲ, ਸਪੋਰਟ, ਟਰਾਂਸਪੋਰਟੇਸ਼ਨ, ਇਵੈਂਟ ਮੈਨੇਜਮੈਂਟ, ਕਿੰਨੇ ਕੁਛ ਲਿਖਿਆ ਹੋਇਆ। ਤੇ ਇਹ ਹੈ ਕਿ ਮੈਨੂੰ ਥੋੜਾ ਜਿਹਾ ਸਮਝਾਓ। ਸਤਿ ਸ਼੍ਰੀ ਅਕਾਲ ਜੀ। ਇਹਦੇ ਵਿੱਚ ਪੰਜਾਬੀ ਦੀਆਂ ਕਿਤਾਬਾਂ ਕਰਦੇ ਆ ਆਪਣੇ ਸਿੱਖੀ ਨੂੰ ਜਾਂ ਪੰਜਾਬ ਦੇ ਵਿੱਚ ਨੇ ਜੀ। ਜਸਟ
ਪੰਜਾਬੀ ਲਿਟਰੇਚਰ, ਪੰਜਾਬੀ ਕਿਤਾਬਾਂ, ਕੋਈ ਹੋਰ ਭਾਸ਼ਾ ਨਹੀਂ, ਕਿਉਂਕਿ ਸਾਡੀ ਕਮਿਟਮੈਂਟ ਪੰਜਾਬੀ ਨਾਲ ਹੀ ਆ। ਦੂਜਾ ਜਿਹੜਾ ਤੁਸੀਂ ਉਹ ਐਕਚੁਅਲੀ ਦੂਜਾ ਸਟਾਰਟਅਪ ਆ, ਉਹ ਡਿਫਰੈਂਟ ਆ। ਉਹ ਅਸੀਂ ਬਸ ਆਪਣੇ ਕਹਿ ਲਓ ਕਿ ਸਟਾਲ ਦਾ ਫਾਇਦਾ ਚੱਕ ਰਹੇ ਆ। ਸਾਡਾ ਸਟਾਲ ਲੱਗਿਆ ਸੀ NRI ਕੇ, ਸਾਡਾ ਹੀ ਇੱਥੇ ਸਟਾਰਟਅਪ ਆ। ਉਹਦੇ ਵਿੱਚ ਜਿਹੜੇ NRI ਲੋਕ ਸਾਡੇ ਵਿਦੇਸ਼ਾਂ 'ਚ ਰਹਿੰਦੇ ਆ, ਉਹਨਾਂ ਦੀ ਮਗਰ ਐਸਟ ਮੈਨੇਜਮੈਂਟ ਸਾਂਭ ਸੰਭਾਲ ਜੋ ਉਹ ਸਾਡੀ ਟੀਮ ਉੱਤੇ ਹੋਈ ਆ। ਉਹ ਦੋਵੇਂ ਅਲੱਗ-ਅਲੱਗ ਜਿਹੜੇ ਨੇ ਕਹਿ ਲਓ ਕਿ ਸੰਸਥਾਵਾਂ ਨੇ। ਆ ਵੀ ਆਡੀਓ ਬੁੱਕ ਨੋਟ ਫॉर प्रॉफिट ਪੰਜਾਬੀ ਨੂੰ ਕਮਿਟੀ ਦੀ ਆਡੀਓ ਕਿਤਾਬਾਂ। NRI ਕੇਅਰ ਜਿਹੜਾ ਵਾ, ਇਹ ਸਾਡਾ ਇੱਕ ਤਰੀਕੇ ਨਾਲ ਕਹਿ ਲਓ ਬਿਜ਼ਨਸ ਆ, ਜਿਹੜਾ NRI ਦੀਆਂ ਸੁਵਿਧਾ ਦੇ ਵਾਸਤੇ ਸ਼ੁਰੂ ਕੀਤਾ। ਥੈਂਕ ਯੂ ਭਾਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਜਾਣਕਾਰੀ ਦੇਣ ਲਈ। ਤੇ ਮੈਂ ਅੱਗੇ ਵਧਦੀ ਹਾਂ ਹੁਣ। ਥੈਂਕ ਯੂ ਜੀ। ਤੇ ਵਾਪਸ ਮੈਂ ਤੁਹਾਡੇ ਕੋਲ ਫੇਰ ਆਵਾਂਗੀ। ਮਾਈਕ ਚੈੱਕ ਕਰੋ। ਤੇ ਆਪਾਂ ਜਿਵੇਂ ਚਲੋ ਅੱਗੇ ਹੌਲੀ ਹੌਲੀ ਦੇਖਦੇ ਹਾਂ ਕਿ ਕਿਹੜੀ ਕਿਹੜੀ ਸਟਾਲ ਲੱਗੀ ਹੈ, ਤੇ ਫਿਰ ਕਿਤੇ ਜਾ ਕੇ ਰੁਕਦੇ ਆ ਤੇ ਜਾਣਕਾਰੀ ਆਪਾਂ ਅੱਗੇ ਲੈਂਦੇ ਜਾਵਾਂਗੇ। ਤੇ ਰੌਣਕਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਗਰਾਊਂਡ ਦੇ ਵਿੱਚ, ਤੇ ਮੈਂ ਆਡੀਅנס ਨੂੰ ਨਾਲ ਲੈਣਾ ਚਾਹਾਂਗੀ ਇੱਥੇ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਲੱਗ ਰਿਹਾ ਤੁਹਾਨੂੰ ਜੀ ਇੱਥੇ ਆ ਜਾ ਕੇ? ਤੇ ਮਤਲਬ ਕੀ ਫੀਲ ਕਰ ਰਹੇ ਹੋ? ਇੱਕ ਪਿੰਡ ਦਾ ਮਾਹੌਲ ਅੱਜ ਮੈਲਬਨ ਦੇ ਵਿੱਚ ਬਣਿਆ ਹੋਇਆ, ਤੇ ਕੀ ਕਹਿਣਾ ਚਾਹੋਗੇ ਜਿਹੜੇ ਇੰਡੀਆ ਬੈਠੇ ਨੇ, ਉਹਨਾਂ ਨੂੰ ਸੰਦੇਸ਼ ਦੇਣਾ ਚਾਹੋ ਤੁਸੀਂ ਕੁਝ? ਕੋਈ ਵੀ ਗੱਲਬਾਤ। ਅਸੀਂ ਬਾਹਰਲੇ ਦੇਸ਼ ਜਾ ਕੇ ਪਿੰਡ ਦਾ ਮੋਹ ਪਿਆਰ ਨਹੀਂ ਆ ਭੁੱਲੇ ਜੀ। ਹਾਂਜੀ, ਤੇ ਕੋਈ ਬਸ ਇੰਡੀਆ ਵਾਲਾ ਆਪਣਾ ਕਲਚਰ ਨਾਲ ਲੈ ਕੇ ਆਏ ਆ। ਅੱਜ ਤੁਹਾਨੂੰ ਕਿਵੇਂ ਫੀਲ ਹੋ ਰਿਹਾ ਕਿ ਇਹ ਪੰਜਾਬ ਦੇ ਵਿੱਚ ਤੁਸੀਂ ਖੜੇ ਹੋ? ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਮੈਲਬਨ, ਐਵੇਂ ਲੱਗਦਾ ਕਿ ਇਹ ਮੈਲਬਨ ਦਾ ਇੱਕ ਪਿੰਡ ਹੀ ਬਣ ਗਿਆ ਅੱਜ। ਥੈਂਕ ਯੂ ਜੀ। ਤੇ ਆਪਾਂ ਹੋਰ ਮਿਲਦੇ ਆ ਅੱਗੇ ਜਾ ਕੇ ਤੇ ਦੇਖਦੇ ਆ ਕਿਹੜੀਆਂ ਕਿਹੜੀਆਂ ਸਟਾਲ ਲੱਗੀਆਂ। ਮੈਨੂੰ ਉਹ ਦੂਰੋਂ ਇੱਕ ਊੜਾ ਐੜਾ ਲਿਖਿਆ ਹੋਇਆ ਦਿਖਾਈ ਦੇ ਰਿਹਾ, ਤੇ ਜਾ ਕੇ ਦੇਖਦੇ ਆ ਉੱਥੇ ਕਿ ਕਿਹੜੀ ਸਾਂਝ ਉਹ ਪੰਜਾਬ ਦੀ ਉੱਥੇ ਪਾ ਰਹੇ ਨੇ। ਤੇ ਰੰਗ ਬਰੰਗੇ ਰੰਗ ਚਾਰੋਂ ਤਰਫ ਸਾਨੂੰ, ਤੇ ਉੱਪਰ ਅਗਰ ਮੈਂ ਆਕਾਸ਼ ਵੱਲ ਵੀ ਦੇਖਾਂ ਤੇ ਉਹ ਵੀ ਇਸ ਟਾਈਮ ਸਾਡੇ ਨਾਲ ਮਿਹਰਬਾਨ ਹੈ ਕਿ ਅੱਜ ਸਾਡਾ ਸਾਥ ਦੇ ਕੇ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਸਫਲਤਾ ਪ੍ਰਾਪਤ ਕਰਨੀ ਹੈ, ਉਹ ਕੁਦਰਤ ਵੀ ਸਾਡਾ ਅੱਜ ਸਾਡੇ ਨਾਲ ਸਾਥ ਦੇ ਰਹੀ ਹੈ। ਚਲੋ ਵੱਧਦੇ ਹਾਂ ਤੇ ਦੇਖਦੇ ਹਾਂ ਕਿ ਇਹ ਊੜੇ ਐੜੇ ਦਾ ਮਹੱਤਵ ਕੀ ਹੈ ਇੱਥੇ। ਵਾਹ ਜੀ ਵਾਹ। ਅਗਰ ਮੈਂ ਇੱਥੇ ਇਸ ਟਾਈਮ ਦੇਖਾਂ ਜੀ, ਸਾਂਝਾ ਪੰਜਾਬ, ਅਲੱਗ-ਅਲੱਗ ਸਾਡੇ ਪੰਜਾਬ ਦੇ ਨਗਰ ਦੇਖਾਂ ਤੇ ਉਹ ਲਿਖਿਆ ਹੋਇਆ ਇੱਥੇ ਪਟਿਆਲਾ, ਫਿਰੋਜ਼ਪੁਰ, ਲੁਧਿਆਣਾ, ਮੋਗਾ। ਇਹਨਾਂ ਨੂੰ ਪੜ੍ਹ ਕੇ ਮੇਰੇ ਅਕਸ਼ਰਾਂ ਨੂੰ ਪੂਰਾ ਪੰਜਾਬ ਹੀ ਇੱਥੇ ਜਿਵੇਂ ਖੜਾ ਹੈ ਸਾਡੇ ਮੇਰੇ ਸਾਹਮਣੇ, ਇਹ ਮਹਿਸੂਸ ਹੋ ਰਿਹਾ ਮੈਨੂੰ। ਤੇ ਚਲੋ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਜਿਹੜੇ ਸਾਡੇ ਨਾਲ ਇਸ ਟਾਈਮ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਤੁਸੀਂ ਅੱਜ ਇੱਥੇ ਕੀ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੋਗੇ ਜੀ? ਐਕਸਪੀਰੀਅੰਸ ਅਸੀਂ ਹਮੇਸ਼ਾ ਹੀ ਸਿੱਖਦੇ ਹਾਂ, ਸਾਨੂੰ ਤਾਂ ਬਹੁਤ ਵਧੀਆ ਪੰਜਾਬ ਵਾਲਾ ਮਾਹੌਲ ਹੈ ਤੇ ਵੀ ਆਰ ਸੋ ਪ੍ਰਾਊਡ ਕਿ ਅਸੀਂ ਇਸ ਇਵੈਂਟ ਦਾ ਪਾਰਟ ਹਾਂ। ਤੇ ਆਪਾਂ ਟੌਏ ਸੈਲ ਕਰਦੇ ਹਾਂ ਤੇ ਆ ਸਾਡੇ ਕੋਲ ਟੌਇਜ਼ ਦੀ ਸਾਰੀ ਰੇਂਜ ਹੈ। ਥੈਂਕ ਯੂ ਜੀ, ਥੈਂਕ ਯੂ ਜੀ। ਚਲੋ ਅੱਗੇ ਵਧਦੇ ਹਾਂ ਤੇ ਮੈਂ ਇੱਥੇ ਦੇਖ ਰਹੀ ਹਾਂ ਜੀ ਇੱਕ क्रिकेट बैट का साइन लगे हुआ है जी। हेलो, आप इंग्लिश में बोलोगे, हिंदी में बोलोगे, पंजाबी में बोलोगे? चलो तीनों लैंग्वेज ही कवर कर लेते हैं। देखो कितना अच्छा माहौल है कि सारा कल्चर ही यहाँ पे इकट्ठा हो चुका है। ओके, मुंबई, चेन्नई और ओके चलो तुम पंजाबी तो शुरुआत करो, फिर आप हिंदी और अगे चेन्नई तो मुंबई वाल पहुंचांगे। Sorry for जी आया ना थोड़े
ਵਧੀਆ ਮਾਹੌਲ ਹੈ, ਆਓ ਸਾਰੇ ਮਿਲੋ, ਸੋਹਣੇ ਟਾਈਮ है, सोहने लोग ने, सोहना कल्चर। वाह जी वाह। आप चेन्नई के चेन्नई से? वेलकम टू सिक गेम्स। और पहले बार मैं आ रहा हूँ, मुझे तो पता ही नहीं था गेम्स होता है। सॉरी अबाउट दैट, बट गॉट गुड फ्रेंड्स, तो उन्होंने बताया, तो इसका के लिए आए। वेलकम। थैंक यू जी। और हाँ जी, मुंबई ਨੂੰ ਲੈ ਕੇ ਆਨੇ ਹੁਣ ਆਪਣੇ ਅੱਗੇ। मुझे पंजाबी समझ आती है। ओके जी। It's my first time here. It's great. I didn't know what is the scale of this. I thought मैंने Google Images देखे थे, तो I thought कि वो जो सेंटर है होना ही होगा। When I was driving, तो मैंने देखा 2-3 ग्राउंड कवर्ड है, तो मैंने कहा ये बड़ी टिकी चीज है। हाँ जी। ओके। तो आप बेस्ट पैक में यहाँ पे क्या मतलब शो कर रहे हो? सभी है बिजनेस बैंकिंग वाला भी है, क्योंकि आई थिंक हमारी कम्युनिटी में बिजनेस में काफी है। जी। बट इफ एनी तो बैंकिंग, चाहे वो क्रेडिट कार्ड हो, चाहे वो किड्स अकाउंट्स हो, बच्चे लिख रहे हैं यहाँ पे, सभी कुछ कवर्ड है यहाँ पे। रिपोर्ट स्कीम्स है, स्पेशली होम से मुझे ज़्यादा मतलब साडा घर, साडा सपना, साडे कोल। जी। building wealth, so that's what we are all about. We are here to help you with this. थैंक यू जी। No, my pleasure. Thank you. ਥੈਂਕ ਯੂ ਥੈਂਕ ਯੂ। ਤੇ ਚਲੋ ਆਪਾਂ ਅੱਗੇ ਵਧਦੇ ਆ, ਤੇ ਮੇਰੇ ਸਾਹਮਣੇ ਰੰਗ ਬਰੰਗੇ ਕੱਪੜੇ ਵੀ ਇੱਥੇ ਦਿਖਾਈ ਦੇ ਰਹੇ ਨੇ, ਤੇ ਲੋਇਰ ਸਟਾਲ ਹੈਗੀ ਆ, ਹਜੇ ਕਾਫੀ ਸਟਾਲਸ ਲੱਗ ਰਹੀਆਂ ਨੇ, ਤੇ ਨਾਲ ਨਾਲ ਜਿਸ ਤਰ੍ਹਾਂ ਸਮਾਂ ਵੱਧਦਾ ਜਾ ਰਿਹਾ ਉਸ ਟਾਈਮ ਉਸ ਹਿਸਾਬ ਦੇ ਨਾਲ ਇੱਥੇ ਰਸ਼ ਔਰ ਇਕੱਠ ਹੁੰਦਾ ਜਾ ਰਿਹਾ। ਤੇ ਮੈਂ ਇੱਥੇ ਦੇਖਾਂ ਤੇ ਜਿਹੜੇ ਜਿਵੇਂ ਆਪਣੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜਿਹੜੇ ਪੁਰਾਣੀਆਂ ਚੀਜ਼ਾਂ, ਪੁਰਾਣੀਆਂ ਜੁੱਤੀਆਂ, ਇਹ ਸਾਰਾ ਕਲਚਰ ਇੱਥੇ ਅੱਜ ਇਕੱਠਾ ਕੀਤਾ ਹੋਇਆ ਹੈ। ਹਰ ਇੱਕ ਚੀਜ਼, ਕੜਾ, ਛਤਰੀਆਂ, ਤੇ ਬਹੁਤ ਸੋਹਣੀਆਂ ਪੰਜਾਬੀ ਦੇ ਵਿੱਚ ਕੋਟਸ, ਊੜਾ ਐੜਾ, ਸਲੇਟ, ਜਿਹੜੇ ਪਿੰਡਾਂ ਦੇ ਵਿੱਚ ਸਕੂਲ ਦੇ ਵਿੱਚ ਸਲੇਟ, ਤੇ ਬੜਾ ਸੋਹਣਾ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਸਮਝਾਇਆ ਹੋਇਆ ਸਲੇਟ ਦੇ ਉੱਤੇ। ਤੇ ਆਪਾਂ ਇੱਥੇ ਗਲਾਸ, ਇਹ ਗਲਾਸ ਪਏ ਨੇ ਜੀ, ਤੇ ਅੱਗੇ ਵੱਧਦੇ ਆ ਤੇ ਗੱਲ ਕਰਦੇ ਆ ਅੰਦਰ ਜਾ ਕੇ ਹੋਰ ਕੀ ਕੀ ਹੈ। ਲੱਕੜ ਦੀਆਂ ਕੜਛੀਆਂ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਕੁਛ ਕਹਿਣਾ ਚਾਹੋਗੇ? ਪੂਰੇ ਪੰਜਾਬ ਤੱਕ ਆਵਾਜ਼ ਤੁਹਾਡੀ ਇਸ ਟਾਈਮ ਆਵਾਜ਼ ਪੂਰੇ ਪੰਜਾਬ ਤੱਕ ਪਹੁੰਚ ਰਹੀ ਹੈ ਜੀ। ਕੁਛ ਸੰਦੇਸ਼ ਦੇਣਾ ਚਾਹੋਗੇ? ਸਾਨੂੰ ਇੱਥੇ ਵੀ ਆਪਣੇ ਪੰਜਾਬ ਵਰਗਾ ਹੀ ਲੱਗ ਰਿਹਾ, ਜਿਹੜੀ ਆਪਣਾ ਪੰਜਾਬ ਚਾਹੇ ਹੋਈ। ਸ਼ੁਕਰੀਆ ਜੀ। ਤੇ ਆਪਾਂ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ। ਤੇ ਇਸ ਟਾਈਮ ਪੰਜਾਬੀ ਵਿਰਾਸਤ ਤੋਂ ਭਾਜੀ ਸਾਡੇ ਨਾਲ ਜੁੜੇ ਨੇ। ਭਾਜੀ, ਮੈਨੂੰ ਤਾਂ ਇੱਥੇ ਅੰਦਰ ਵੜਦੇ ਇਸ ਤਰ੍ਹਾਂ ਫੀਲ ਹੋ ਰਿਹਾ ਸੀ ਕਿ ਮੈਂ ਕਿਹੜੀ ਚੀਜ਼ ਛੱਡਾਂ ਤੇ ਕਿਹੜੀ ਚੀਜ਼ ਲੈ ਕੇ ਜਾਵਾਂ। ਹਾਂਜੀ, ਤੇ ਕੀ ਤੁਸੀਂ ਕਹਿਣਾ ਚਾਹੋਗੇ ਅੱਜ? ਬਸ ਇਹੀ ਕਹਿਣਾ ਚਾਹੂੰਗਾ ਜੀ ਕਿ ਵੈਦਰ ਬਹੁਤ ਵਧੀਆ ਹੋ ਗਿਆ ਆ। ਹਾਂਜੀ, ਸਾਰੀਆਂ ਸੰਗਤਾਂ ਪਹੁੰਚੋ ਜੀ, ਬਹੁਤ ਸਾਰੇ ਭੈਣ ਭਰਾ ਰਿਪੋਰਟ ਕਰ ਚੁੱਕੇ ਨੇ, ਉੱਥੋਂ ਫੋਨ ਕਰ ਪੁੱਛ ਰਹੇ ਆ ਕਿ ਕਿੱਦਾਂ ਕਰਾਊਡ ਹੋ ਗਿਆ ਕਿ ਨਹੀਂ ਹੋ ਗਿਆ, ਮੀਂਹ ਪੈ ਰਿਹਾ ਕਿ ਨਹੀਂ ਪੈ ਗਿਆ। ਤੇ ਮੈਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਵੈਦਰ ਬਹੁਤ ਵਧੀਆ ਹੋ ਚੁੱਕਿਆ ਜੀ, ਸੰਗਤਾਂ ਹੁਣ ਮੰਮਾ ਅੱਗੇ ਪਹੁੰਚ ਰਹੀਆਂ ਨੇ, ਤੇ ਤੁਸੀਂ ਵੀ ਸਾਰੇ ਜਣੇ ਪਹੁੰਚੋ। ਥੈਂਕ ਯੂ ਜੀ ਭਾਜੀ। ਤੇ ਤੁਸੀਂ ਕੀ ਲੈ ਕੇ ਆਏ ਹੋ, ਥੋੜਾ ਜਿਹਾ ਹੋਰ ਡਿਸਕ੍ਰਾਈਬ ਕਰਕੇ ਦੱਸ ਦਿਓ। ਹਾਂਜੀ, ਤੇ ਤੁਸੀਂ ਏਦਾਂ ਕਰੋ ਜੀ ਕਿ ਦਿਖਾ ਸਕਦੇ ਹੋ ਕੈਮਰਾ ਲਾ ਕੇ। ਹਾਂਜੀ, ਸਾਡੇ ਕੋਲ ਲੱਗਦਾ ਵੀ ਕੋਈ ਚੀਜ਼ ਬਚੀ ਨਹੀਂ ਆ ਪੰਜਾਬ ਦੇ ਹਾਂਜੀ। ਤਾਂ ਹੀ ਮੈਂ ਕਿਹਾ ਨਾ ਕਿ ਜਦੋਂ ਮੈਂ ਐਂਟਰ ਹੋਈ ਮੈਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਕਿਹੜੀ ਚੀਜ਼ ਮੈਂ ਛੱਡਾਂ ਅੱਜ ਤੇ ਕਿਹੜੀ ਚੀਜ਼ ਲੈ ਕੇ ਜਾਵਾਂ। ਨਹੀਂ, ਤੇ ਫਤਿਹ ਬਿਲਕੁਲ ਇੱਥੇ ਅੱਜ ਪੂਰਾ ਪੰਜਾਬ ਹੀ ਬਣਿਆ ਪਿਆ, ਤੇ ਫਤਿਹ ਦੇ ਜਿਹੜਾ ਜੈਕਾਰਾ ਚਾਰੇ ਕੋਨੇ ਤੇ ਇਸ ਟਾਈਮ ਜੈਕਾਰਾ ਗੂੰਜ ਰਿਹਾ ਜੀ। ਥੈਂਕ ਯੂ ਭਾਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਇਹ ਤਾਂ ਸੀਗਾ ਸਾਡਾ ਇੱਕ ਮਿੰਨੀ ਪੰਜਾਬ, ਤੇ ਜਿੱਥੇ ਹਰ ਇੱਕ ਚੀਜ਼ ਜਿਹੜੀ ਸਾਡੀ ਪੰਜਾਬ ਦੇ ਵਿੱਚ ਵੀ ਸ਼ਾਇਦ ਸਾਨੂੰ ਕਈ ਵਾਰ ਲੱਭਣੀ ਔਖੀ ਹੋ ਜਾਂਦੀ ਹੈ, ਬਟ ਇੱਥੇ ਉਹ ਹਰ ਇੱਕ ਚੀਜ਼ ਮੌਜੂਦ ਹੈ। ਤੇ ਤੁਸੀਂ ਇਸ ਪੰਜਾਬੀ ਵਿਰਾਸਤ ਸਟਾਲ ਤੇ ਪਹੁੰਚ ਕੇ ਤੁਸੀਂ ਕੋਈ ਵੀ ਪੰਜਾਬ ਦੇ ਨਾਲ ਰਿਲੇਟਡ, ਚਾਹੇ ਜੁੱਤੀ ਤੋਂ ਲੈ ਕੇ ਕੱਪੜੇ ਤੱਕ,
ਕੋਈ ਵੀ ਚੀਜ਼ ਤੁਸੀਂ ਆਪ ਖਰੀਦ ਸਕਦੇ ਹੋ। ਤੇ ਚਲੋ ਅੱਗੇ ਵਧਦੇ ਹਾਂ ਆਪਾਂ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕੁਝ ਵਿਚਾਰ ਸਾਂਝੇ ਕਰਨਾ ਚਾਹੋਗੇ ਜੀ ਮੇਲੇ ਦੇ ਬਾਰੇ? ਤੇ ਕਿੱਥੋਂ ਆਏ ਹੋ ਜੀ ਤੁਸੀਂ? ਮੈਲਬੌਰਨ ਤੋਂ? ਓਕੇ ਜੀ। ਤੁਸੀਂ ਕਿੱਥੋਂ ਜੀ? ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ? ਪੰਜਾਬ ਲੱਗ ਰਿਹਾ, ਐ ਲੱਗਦਾ ਕਿ ਆਪਣੇ ਪੰਜਾਬ ਦੇ। ਹਾਂਜੀ ਹਾਂਜੀ, ਪੂਰਾ ਦੇਖੋ ਛੋਟਾ ਜਿਹਾ ਟਰੈਕਟਰ ਖੜਾਇਆ, ਐ ਲੱਗਦਾ ਕਿ ਮੈਨੂੰ ਤਾਂ ਇਸ ਤਰ੍ਹਾਂ ਹੀ ਮਹਿਸੂਸ ਹੋ ਰਿਹਾ ਕਿ ਉਹੀ ਪਿੰਡ ਦੀ ਸੱਥ, ਉਹੀ ਪਿੰਡ ਦਾ ਸਾਰਾ ਕਲਚਰ, ਉਹੀ ਗਰਾਊਂਡ, ਉਹੀ। ਥੈਂਕ ਯੂ ਜੀ। ਚਲੋ ਅੱਗੇ ਵਧਦੇ ਹਾਂ ਤੇ ਅੱਗੇ ਦੇਖਦੇ ਹਾਂ ਕਿਹੜੀ ਕਿਹੜੀ ਸਟਾਲ ਲੱਗੀ ਆ ਆਪਾਂ, ਤੇ ਹੌਲੀ ਹੌਲੀ ਆਪਾਂ ਗੱਲਾਂ ਕਰਦੇ ਜਾਵਾਂਗੇ ਤੇ ਵਿਚਾਰ ਸਾਰਿਆਂ ਨਾਲ ਸਾਂਝੇ ਕਰਦੇ ਜਾਵਾਂਗੇ। ਇੱਥੇ ਦੇਖੀਏ ਤਾਂ ਫੂਡ ਟਰੱਕਸ ਵੀ ਲੱਗੇ ਹੋਏ ਨੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਕੀ ਲੈ ਕੇ ਆਏ ਹੋ ਅੱਜ ਫੂਡ ਟਰੱਕ ਦੇ ਵਿੱਚ ਤੁਸੀਂ? कितनी वैरायटी की आइसक्रीम है आपके पास? थैंक यू ब्रदर। ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਅਲੱਗ-ਅਲੱਗ ਵੈਰਾਈਟੀ ਦੀਆਂ ਆਈਸਕ੍ਰੀਮ ਠੰਡੇ ਮੌਸਮ ਦੇ ਵਿੱਚ, ਜੇ ਅਗਰ ਹੋਰ ਠੰਡੇ ਮੌਸਮ ਦਾ ਨਜ਼ਾਰਾ ਲੈਣਾ ਚਾਹੁੰਦੇ ਹੋ ਤਾਂ ਇੱਕ ਫੂਡ ਟਰੱਕ ਇੱਥੇ ਹੈ, ਆਈਸਕ੍ਰੀਮ ਜਿੱਥੇ ਵੇਚੀ ਜਾ ਰਹੀ ਹੈ। ਤੇ ਕੈਸ਼ ਇਜ਼ ਕਿੰਗ ਜਿਹਦਾ ਨਾਮ ਹੈ। ਬਿਲਕੁਲ ਖਾਲਿਸਤਾਨ ਸਟਾਲ ਦੇ ਨਾਲ ਤੁਸੀਂ ਉੱਥੇ ਆ ਕੇ ਆਈਸਕ੍ਰੀਮ ਦਾ ਆਨੰਦ ਲੈ ਸਕਦੇ ਹੋ। ਤੇ ਚਲੋ ਅੱਗੇ ਵਧੀਏ ਆਪਾਂ, ਅੱਗੇ ਦੇਖੀਏ ਸਾਡੇ ਕੋਲ ਕੀ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹੋਰ ਕੁਝ ਬੋਲਣਾ ਚਾਹੋਗੇ? ਉੱਥੋਂ ਜਦੋਂ ਇੱਥੇ ਤੱਕ ਆਏ ਤਾਂ ਕਿਸ ਤਰ੍ਹਾਂ ਦਾ ਲੱਗਿਆ? ਜਦੋਂ ਤੁਸੀਂ ਪੁੱਤ ਪੁੱਤ ਬੋਲ ਰਹੇ ਹੋ ਨਾ, ਮੈਨੂੰ ਐਂ ਹੀ ਲੱਗ ਰਿਹਾ ਕਿ ਬਸ ਕਿ ਇਹ ਪੰਜਾਬ ਹੀ ਹੈ ਆਪਣਾ। ਹਾਂਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕੀ ਰਿਪਰੈਜ਼ੈਂਟ ਕਰ ਰਹੇ ਹੋ? ਤੁੰਬੀ। ਹਾਂਜੀ, ਸੁਣਾ ਸਕਦੇ ਹੋ ਤੁਸੀਂ? ਹਾਂਜੀ, ਸੁਣਾਓ ਜੀ। ਅੰਮ੍ਰਿਤ ਵੇਲੇ ਨਹਾ ਕੇ ਘਰ ਜਾ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਸਰਬੱਤ ਦਾ ਭਲਾ ਮੰਗ ਕੇ ਮੂੰਗ ਵਾਲੇ ਪਰੌਂਠਿਆਂ ਦਾ ਮੱਖਣ ਪਾ ਕੇ ਦਹੀਂ ਨਾਲ ਖਾ ਕੇ ਕੜੇ ਵਾਲਾ ਗਲਾਸ ਲੱਸੀ ਦਾ ਪੀ ਕੇ ਕੁੜਤਾ ਪਜਾਮਾ ਕੁੜਤਾ ਚਾਦਰਾ ਕੈਂਠਾ ਪਾ ਕੇ ਪਰਚੇ ਗਡਾਸੀਆਂ ਕੁੰਡੇ ਲਚਕਾ ਕੇ ਪਟਿਆਲਾ ਸ਼ਰੀਫ ਵਾਲੀ ਬੰਨ ਕੇ ਮੁੱਛਾਂ ਕੁੰਡੀਆਂ ਕਰਕੇ ਵਾਲਾਂ ਨੂੰ ਜੈਲ ਲਾ ਕੇ ਗੁੱਤ ਦਾ ਬਣਾਉਂਦਾ ਨਾਗਵਲ ਖਾਂਦਾ ਪੀਓਪੀ ਕਰਵਾ ਕੇ ਕੂਕਾ ਚਮਕਾ ਕੇ ਝਾਂਜਰ ਛੜਕਾ ਕੇ ਸੁਰਮਾ ਛਾਲਾ ਪਾ ਕੇ ਨੈਣਾ ਦੇ ਤੀਰ ਚਲਾ ਕੇ ਸਿੱਖ ਗੇਮਾਂ ਤੇ ਜਾਵਾਂਗੇ, ਕਿੱਦਾਂ ਭੰਗੜਾ ਪਾਵਾਂਗੇ, ਸ਼ੱਕਰ ਪਾਰੇ ਪਨੀਰ ਵਾਲੇ ਜਲੇਬੀਆਂ ਲੂਣ ਵਾਲੀਆਂ ਖਾਵਾਂਗੇ, ਪੰਜਾਬੀ ਮਾਂ ਬੋਲੀ ਦੀ ਬੱਲੇ ਬੱਲੇ ਕਰਾਵਾਂਗੇ, ਪੰਜਾਬੀ ਮਾਂ ਬੋਲੀ ਦੀ ਬੱਲੇ ਬੱਲੇ ਕਰਾਵਾਂਗੇ। ਧੰਨਵਾਦ। ਸ਼ਾਬਾਸ਼ ਜੀ, ਥੈਂਕ ਯੂ ਜੀ, ਬਹੁਤ ਵਧੀਆ ਜੀ। ਤੇ ਦੇਖੋ ਆਪਣਾ ਆਪਣਾ ਅੰਦਾਜ਼ ਦੇ ਵਿੱਚ ਹਰ ਕੋਈ ਇੰਜੋਏ ਕਰ ਰਿਹਾ ਤੇ ਆਪਣੇ ਆਪਣੇ ਵਿਚਾਰ ਮਿੱਠੇ ਮਿੱਠੀ ਬੋਲੀ ਰਾਹੀਂ ਸਾਡੇ ਨਾਲ ਸਾਂਝੇ ਕਰ ਰਹੇ ਨੇ। ਤੇ ਚਲੋ ਆਪਾਂ ਫੂਡ ਟਰੱਕ ਦੇ ਨਜ਼ਾਰੇ ਲੈਂਦੇ ਹੋਏ ਤੇ ਉਹ ਸੋਹਣੀ ਸੋਹਣੀ ਖੁਸ਼ਬੂ ਦੀ ਮਹਿਕ ਲੈਂਦੇ ਹੋਏ ਆਪਾਂ ਅੱਗੇ ਪਹੁੰਚਦੇ ਆ। ਆਪਾਂ ਪਹੁੰਚ ਗਏ ਆ ਜੀ ਇਸ ਟਾਈਮ ਬੀਕਾਨੇਰ ਦੀ ਸਟਾਲ ਦੇ ਉੱਤੇ। ਸਤਿ ਸ਼੍ਰੀ ਅਕਾਲ ਜੀ। ਮੈਂ ਬਹੁਤ ਸੋਹਣੇ ਸੋਹਣੇ ਨਮਕੀਨ ਦੇ ਪੈਕੇਟ ਦੇਖ ਰਹੀ ਹਾਂ ਜੀ ਸਭ ਮੇਰੇ ਸਾਹਮਣੇ। ਇਹ ਕਿਹੜਾ ਕਿਹੜਾ ਨਮਕੀਨ ਹੈ ਜੀ? ਤੇ ਜੇ ਮੈਂ ਦੇਖਾਂ ਇਹ ਚੀਜ਼ ਇੱਥੇ ਮਿਲਦੀ ਨੀ, ਇਹ ਗੋਲੀ ਵਾਲਾ ਬੱਤਾ ਜੀ। ਤੇ ਸਾਡੇ ਏਰੀਆ 'ਚ ਇਹਨੂੰ ਗੋਲੀ ਵਾਲਾ ਬੱਤਾ ਕਹਿੰਦੇ ਨੇ ਜੀ। ਤੇ ਗੋਲੀ ਵਾਲੇ ਬੱਤੇ ਅਲੱਗ-ਅਲੱਗ ਵੈਰਾਈਟੀ ਦੇ ਵਿੱਚ ਮੈਂ ਦੇਖ ਰਹੀ ਹਾਂ, ਅਲੱਗ-ਅਲੱਗ ਫਲੇਵਰ ਦੇ। ਤੇ ਤੁਸੀਂ ਕੁਝ ਕਹਿਣਾ ਚਾਹੋਗੇ? ਬਸ ਆਓ ਜੀ ਸਾਡੇ ਸਟੋਰ ਤੇ ਆ ਕੇ ਟਰਾਈ ਕਰੋ। ਡੈਫੀਨਿਟਲੀ ਅਸੀਂ ਟੇਸਟਿੰਗ ਵੀ ਕਰਾ ਰਹੇ ਹਾਂ ਤੇ ਜੇ ਬਾਈ ਕਰਨਾ ਤੁਸੀਂ ਬਾਈ ਵੀ ਕਰ ਸਕਦੇ ਹੋ। ਓਕੇ ਜੀ। ਤੇ ਇਹਦਾ ਕੀ ਪ੍ਰਾਈਸ ਹੈ ਜੀ ਸਾਰਿਆਂ ਦਾ? ਸਾਰਿਆਂ ਦੇ ਡਿਫਰੈਂਟ ਪ੍ਰਾਈਸ ਹੈ ਜੀ। ਲਾਈਕ ਐਕਚੁਅਲੀ ਵੀ ਆਰ ਹੋਲਸੇਲਰ ਇਨ ਮੈਲਬੌਰਨ ਤੇ ਨੋਟ ਇਨ ਮੈਲਬੌਰਨ, ਆਲ ਓਵਰ ਆਸਟ੍ਰੇਲੀਆ। ਤੇ ਅਸੀਂ ਸਿਰਫ ਮਾਰਕੀਟ ਨਾਲੋਂ ਚੀਪ ਪ੍ਰਾਈਸ ਤੇ ਦੇ ਰਹੇ ਹਾਂ ਰਾਈਟ ਨਾਓ। ਠੀਕ ਹੈ ਜੀ। ਹਾਂਜੀ, ਤੇ ਆਪਾਂ ਦੇਖੀਏ ਤੇ ਮਾਰਕੀਟ ਦੇ ਨਾਲੋਂ ਕਾਫੀ ਇਹ ਚੀਪ ਪ੍ਰਾਈਸ ਦੇ ਉੱਤੇ ਦੇ ਰਹੇ ਨੇ। ਤੇ ਜਿਹੜੇ ਨਮਕੀਨ ਦੇ ਸ਼ੌਕੀਨ ਨੇ ਤੇ ਗੁੜ ਵੀ ਹੈ ਜੀ ਇੱਥੇ। ਤੇ ਗੁੜ ਦੇ ਨਾਲ ਨਾਲ ਗੋਲੀ ਵਾਲੇ ਬੱਤੇ ਤੇ
ਮਾਣਕੀ ਮੈਂ ਕੱਲ ਹੀ ਗੱਲ ਕਰ ਰਹੀ ਸੀ ਕਿ ਮਾਣਕੀ ਬਹੁਤ ਵਧੀਆ ਜੀ, ਬਾਕੀ ਸਾਰੇ ਘੀ ਟਰਾਈ ਕਰ ਲੈ, ਇੱਕ ਮਾਣਕੀ ਬਹੁਤ ਵਧੀਆ ਜੀ। ਥੈਂਕ ਯੂ। ਤੇ ਮੈਂ ਇੱਥੇ ਸੱਚੀ ਦੱਸਦਾ ਕਿ ਮੈਂ ਕੱਲ ਰਾਤੀ ਕਹਿ ਹੀ ਰਹੀ ਸੀ, ਅਸੀਂ ਡਿਨਰ ਕਰ ਰਹੇ ਸੀ ਕਿਤੇ, ਸਾਰੇ ਮਹਿਫਲ ਲੱਗੀ ਹੋਈ ਸੀਗੀ ਤੇ ਕਹਿ ਰਹੇ ਸੀ ਕਿ ਘੀ, ਮੈਂ ਕਿਹਾ ਮਾਣਕੀ ਬੈਸਟ ਹੈ, ਮੈਂ 2 ਸਾਲਾਂ ਤੋਂ ਯੂਜ਼ ਕਰ ਰਹੀ ਹਾਂ। ਤੇ ਜੇ ਤੁਸੀਂ ਮਾਣਕੀ ਟੇਸਟ ਕਰਨਾ ਚਾਹੁੰਦੇ ਹੋ, ਬਾਕੀ ਇਸ ਦਾ ਟੇਸਟ ਬਹੁਤ ਵਧੀਆ ਇੰਡੀਆ ਦੀ ਤਰ੍ਹਾਂ, ਤਾਂ ਤੁਸੀਂ ਇੱਥੇ ਬੀਕਾਨੇਰ ਦੀ ਸਟਾਲ ਦੇ ਕੋਲ ਆ ਕੇ ਇੰਡੀਆ ਫੂਡਸ ਪ੍ਰਾਈਵੇਟ ਲਿਮਟਿਡ ਦੀ ਸਟਾਲ ਤੇ ਆ ਕੇ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀ ਆਈਟਮਸ ਲੈ ਸਕਦੇ ਹੋ। ਥੈਂਕ ਯੂ ਬ੍ਰਦਰ। ਤੇ ਚਲੋ ਆਪਾਂ ਅੱਗੇ ਵਧਦੇ ਹਾਂ ਹੌਲੀ ਹੌਲੀ। ਸਤਿ ਸ਼੍ਰੀ ਅਕਾਲ ਭਾਜੀ। ਆਪਾਂ ਪਹੁੰਚ ਗਏ ਜੀ ਫਿਰ ਤੋਂ ਡੈਰੀ ਕਲੱਬ ਤੇ ਭਾਜੀ ਦੱਸਣਗੇ ਕਿ ਡੈਰੀ ਕਲੱਬ ਦੇ ਵਿੱਚ ਭਾਜੀ ਖੋਆ ਤਾਂ ਮਤਲਬ ਇੰਡੀਆ ਦੀ ਸਪੈਸ਼ਲਟੀ ਹੈ। ਤੁਸੀਂ ਕੀ ਕਹਿਣਾ ਚਾਹੋਗੇ, ਕੀ ਸਟਾਲ ਦੇ ਵਿੱਚ ਲੈ ਕੇ ਆਏ ਹੋ? ਹਾਂਜੀ ਬਾਕੀ ਸਾਰੇ ਹੈਗੇ ਆ ਫਲੇਵਰ, ਜਿੱਦਾਂ ਹੋਇਆ ਪਿਸਤਾ, ਮੈਂਗੋ, ਮਿਲਕ ਬਦਾਮ ਤੇ ਬਾਕੀ ਆਈਸਕ੍ਰੀਮਸ ਹਰ ਤਰ੍ਹਾਂ ਦੀਆਂ ਹੈਗੀਆਂ ਮੇਰੇ ਕੋਲ ਤੇ ਆ ਰਹੇ ਨੇ ਲੋਕ ਇੰਜੋਏ ਕਰ ਰਹੇ ਨੇ ਗੇਮਸ ਨੂੰ। ਪਹਿਲਾ ਦਿਨ ਹੈ, ਦੇਖੋ ਵੈਦਰ ਸਾਥ ਦੇ ਰਿਹਾ, ਉਮੀਦ ਹੈ। ਸੋ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਜ਼ਰੂਰ ਆਓ, ਬਹੁਤ ਵਧੀਆ ਵੈਨਿਊ ਹੈ, ਬਹੁਤ ਸੋਹਣਾ ਲੱਗ ਰਿਹਾ, ਬਹੁਤ ਸਾਰਾ ਕੁਝ ਬਹੁਤ ਵਧੀਆ ਹੈ। ਕੋਈ ਉਮੀਦ ਹੈ ਇੰਨਾ ਇਫੈਕਟ ਨਹੀਂ ਪਿਆ, ਈਵਨ ਇੱਥੇ ਥੋੜਾ ਘੱਟ ਹੀ ਸੀਗਾ ਇਸ ਏਰੀਏ ਜੀ। ਸੋ ਆਉਣਾ ਚਾਹੀਦਾ ਸਾਰਿਆਂ ਨੂੰ, ਆ ਕੇ ਦਿਨੋਂ ਦਿਨ ਆਓ, 3 ਦਿਨ ਨਹੀਂ ਆ ਸਕਦੇ ਤਾਂ ਐਟਲੀਸਟ 2 ਦਿਨ ਟਾਈਮ ਕੱਢੋ। ਹਾਂਜੀ ਇੱਕ ਮਤਲਬ ਹਾਂਜੀ ਮਤਲਬ ਇੱਕ ਦਿਨ ਆ ਕੇ ਖੋਏ ਦਾ ਇੰਜੋਏ ਤਾਂ ਕਰੋ। ਤੇ ਮੈਂ ਆਨੀ ਹਾਂ ਭਾਜੀ ਤੁਹਾਡੇ ਕੋਲ ਖੋਏ ਦੀ ਕੁਲਫੀ ਖਾਣ ਦੁਬਾਰਾ। ਥੈਂਕ ਯੂ ਜੀ। ਚਲੋ ਜੀ ਅੱਗੇ ਵਧਦੇ ਹਾਂ ਆਪਾਂ ਤੇ ਦੇਖਦੇ ਹਾਂ ਅੱਗੇ ਕੀ ਰੰਗ ਬਰੰਗ, ਹਜੇ ਨਾਲ ਨਾਲ ਤਿਆਰੀ ਚੱਲ ਰਹੀ ਹੈ ਜਿਵੇਂ ਜਿਵੇਂ ਅੱਗੇ ਪ੍ਰੋਗਰਾਮ ਵੱਧਦਾ ਜਾ ਰਿਹਾ। ਤੇ ਇੱਥੇ ਮੈਂ ਦੇਖ ਰਹੀ ਹਾਂ ਜੀ ਸੂਟਾਂ ਦੀ ਸਟਾਲ, ਇਹ ਹੈਗੀ ਜੀ ਬੀਬੀਆਂ ਦੀ ਜਗ੍ਹਾ ਤੇ ਆਪਾਂ ਗੱਲ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਓਕੇ ਜੀ, ਓਕੇ ਜੀ, ਕੁਛ ਦਿਖਾ ਦਿਓ ਜੀ ਖੋਲ ਕੇ। ਤੇ ਇਸ ਸਟਾਲ ਦੇ ਉੱਤੇ ਜੀ ਮਹਿਰ ਥ੍ਰੈਡ ਸਟਾਲ ਹੈ ਤੇ ਪਾਕਿਸਤਾਨੀ ਸੂਟ, ਸਾਨੂੰ ਰੰਗ ਬਰੰਗੇ ਸੋਹਣੇ ਸੋਹਣੇ ਸੂਟ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ। ਹਾਂਜੀ ਤੇ ਡਿਜ਼ਾਈਨਰ ਕਸਟਮਾਈਜ਼ ਸੂਟ ਨੇ ਜੀ। ਤੇ ਆ ਦੇਖੋ ਕਿੰਨਾ ਸੋਹਣਾ ਪਿੰਕ ਖਿੜਿਆ ਹੋਇਆ, ਸੋਹਣਾ ਲਾਈਟ ਨਾ ਬਰਾਈਟ, ਪਿਆਰਾ ਜਾਂ ਮਿੱਠਾ ਜਿਹਾ ਸੂਟ ਦਾ ਕਲਰ। ਤੇ ਇਹ ਸਾਰੇ ਪਾਕਿਸਤਾਨੀ ਡਿਜ਼ਾਈਨ ਹੈ ਜੀ, ਇਹ ਸ਼ਾਲ ਵੀ ਪਾਕਿਸਤਾਨੀ ਡਿਜ਼ਾਈਨ ਹੈ ਜੀ। ਇਹਦੇ ਵਿੱਚ ਵਾਈਟ ਕਲਰ ਹੈਗਾ ਜੀ। ਇਹ ਮੇਰੇ ਲਈ ਸਾਂਭ ਕੇ ਰੱਖਿਓ ਜੀ, ਮੈਂ ਆਂਦੀ ਹੋਏ ਲੈ ਕੇ ਜਾਊਂਗੀ ਤੁਹਾਡੇ ਤੋਂ। ਤੇ ਡਿਫਰੈਂਟ ਕਲਰ ਤੁਸੀਂ ਦੇਖ ਰਹੇ ਹੋ, ਵਾਈਟ ਤੋਂ ਲੈ ਕੇ ਬਲੈਕ ਤੱਕ, ਤੇ ਪੂਰਾ ਡਿਜ਼ਾਈਨਦਾਰ ਸ਼ਾਲ ਤੇ ਕਾਰਨਰ ਦੇ ਉੱਤੇ ਬੂਟੀ ਜੀ। ਵਾਹ ਜੀ ਵਾਹ, ਤੁਸੀਂ ਕੁੜਤੇ ਨਾਲ ਵੀ ਪਾ ਸਕਦੇ ਹੋ, ਸੂਟ ਦੇ ਨਾਲ ਵੀ ਲੈ ਸਕਦੇ ਹੋ। ਤੇ ਮੈਲਬਰਨ ਦੇ ਵਿੱਚ ਸਰਦੀਆਂ ਆਣੀਆਂ ਸਟਾਰਟ ਹੋ ਚੁੱਕੀਆਂ ਨੇ ਆਲਮੋਸਟ, ਤੇ ਤੁਸੀਂ ਦੇਖ ਰਹੇ ਹੋ ਕਿ ਹਰ ਪ੍ਰਕਾਰ ਦਾ ਸੂਟ ਤੁਸੀਂ ਮਹਿਰ ਥ੍ਰੈਡਸ ਦੀ ਸਟਾਲ ਤੋਂ ਲੈ ਸਕਦੇ ਹੋ। ਥੈਂਕ ਯੂ ਸਿਸਟਰ, ਥੈਂਕ ਯੂ ਜੀ। ਚਲੋ ਅੱਗੇ ਵਧੀਏ ਤੇ ਅੱਗੇ ਵਧਦੇ ਵਧਦੇ ਆਪਾਂ ਟਰੈਕਟਰ ਵੀ ਦੇਖ ਰਹੇ ਹਾਂ, ਟਰੈਕਟਰ ਦੇ ਨਜ਼ਾਰੇ। Hi, how are you, man? How's it going? How are you finding here? It's good vibes. Lots of people floating around and stuff. Oh, what are you showing today? So I'm here with the Cobras today. So we are looking to get people to follow us on socials. We're a brand new Hockey One team. Okay. So we're just building our profile. Okay. And trying to get some legacy members signed up. I can see there is a snake symbol. Yeah. So what does it mean? Oh, geez. We could go over the meaning of Cobras, but
I could tell you about that, but I think wisdom. Yeah. But yeah, I'm just helping to with the merch. Good man. Thank you so much. I appreciate. Thank you. ਔਰ ਵਧਦੇ ਹਾਂ ਜੀ ਅੱਗੇ। ਇਸ ਟਾਈਮ ਆਪਾਂ ਖੜੇ ਆ ਮੈਡੀਕਲ ਐਂਡ ਅਬਿਲਿਟੀਜ਼ ਆਲ ਅਬਿਲਿਟੀਜ਼ ਦੇ। ਓਕੇ, ਗਲਤ ਲਿਖਿਆ ਜੀ ਉੱਥੇ। ਥੋੜਾ ਜਿਹਾ ਇਸ ਵਾਰੀ ਪਹਿਲੀ ਵਾਰ ਸਿੱਖ ਗੇਮਾਂ 'ਚ ਆਪਾਂ ਫਸਟ ਟਾਈਮ ਸਿੱਖ ਗੇਮਾਂ ਦੀ ਹਿਸਟਰੀ 'ਚ ਆਪਾਂ ਡਿਸੇਬਿਲਟੀ ਵਾਲੇ ਬੱਚਿਆਂ ਵੱਡਿਆਂ ਨੂੰ ਕਰ ਰਹੇ ਹਾਂ। ਸੋ ਦਿਸ ਇਜ਼ ਆਵਰ ਫਸਟ ਇਨੀਸ਼ੀਏਟਿਵ ਤਾਂ ਕਿ ਕਮਿਊਨਿਟੀ ਜਿਹੜੇ ਲਾਈਕ ਡਿਸੇਬਲਡ ਬੱਚੇ ਨੇ ਜਾਂ ਵੱਡੇ ਨੇ ਪੇਰੈਂਟਸ ਉਹਨਾਂ ਨੂੰ ਲੈ ਕੇ ਆਉਣ, ਉਹਨਾਂ ਨੂੰ ਸੇਮ ਮੌਕਾ ਮਿਲੇ ਜਿਹੜਾ ਦੂਜਿਆਂ ਨੂੰ ਮਿਲਦਾ ਹੈ। ਸੋ ਇਸ ਵਾਰ ਸਾਡੀ ਇੱਕ ਆਰਗੇਨਾਈਜੇਸ਼ਨ ਆ ਲਾਈਕ ਅਸਪੈਕਟ ਜਿਹੜੀ ਕਿ autism awareness month ਵੀ ਹੈਗਾ ਆ। ਸੋ ਵੀ ਹੈਵ autism ਤੇ neurodivergent disabilities ਨੂੰ ਕਵਰ ਕਰ ਰਹੇ ਆ। ਬਟ ਅਸੀਂ ਇੱਥੇ ਫੈਮਿਲੀਜ਼ ਨੂੰ ਕਹਿ ਰਹੇ ਆ ਕਿ ਵੱਧ ਚੜ੍ਹ ਕੇ ਕਮਿਊਨਿਟੀ 'ਚ ਅਵੇਅਰਨੈਸ ਕ੍ਰੀਏਟ ਕੀਤੀ ਜਾਵੇ ਨਿਊਰੋਡਿਵੈਲਪਮੈਂਟਲ ਡਿਸੇਬਿਲਿਟੀਜ਼ ਬਾਰੇ ਲੈ ਕੇ ਆਉਣ। ਅਸੀਂ ਅੱਗੇ ਵੀ ਇਹਨੂੰ ਕੰਟੀਨਿਊ ਕਰਨਾ ਚਾਹੁੰਦੇ ਹਾਂ। ਸੈਚਰਡੇ ਸੰਡੇ ਸਪੈਸ਼ਲ ਹਾਕੀ ਸਟੇਡੀਅਮ 'ਚ ਗੇਮਸ ਵੀ ਹੋਣਗੀਆਂ ਜੀ। ਸਪੈਸ਼ਲ ਨਹੀਂ, ਬਹੁਤ ਸੋਹਣਾ ਇਨੀਸ਼ੀਏਟਿਵ ਹੈ ਸਿਸਟਰ ਕਿ ਅੱਜ ਤੱਕ ਅਬਿਲਿਟੀਜ਼ ਦੇ ਬਾਰੇ ਕੋਈ ਗੱਲ ਨਹੀਂ ਕਰਦਾ, ਸਪੈਸ਼ਲੀ ਪੰਜਾਬੀ ਕਮਿਊਨਿਟੀ ਦੇ ਵਿੱਚ ਤੁਸੀਂ ਬਹੁਤ ਸੋਹਣਾ ਇਨੀਸ਼ੀਏਟਿਵ ਲੈ ਰਹੇ ਹੋ। ਅਸੀਂ ਆ ਰਹੇ ਹਾਂ ਅੱਗੇ ਕਿ ਜੇ ਕਿਸੇ ਨੂੰ ਕੋਈ ਕੁਐਸਚਨ ਆ ਜਾਂ ਕੋਈ ਹੈਜ਼ਿਟੇਸ਼ਨ ਆ ਸਾਡੇ ਕੋਲ ਆਓ। ਅਸੀਂ ਤਿੰਨੋਂ ਦਿਨ ਇੱਥੇ ਹੋਵਾਂਗੇ। ਅਸੀਂ ਕਿੱਦਾਂ ਹੈਲਪ ਕਰ ਸਕਦੇ ਹਾਂ ਤੁਹਾਡੀ ਕਮਿਊਨਿਟੀ 'ਚ, ਕਿੱਦਾਂ ਅਸੀਂ ਚਾਹਾਂਗੇ ਕਿ ਸਾਨੂੰ ਦੱਸਿਆ ਜਾਵੇ ਵੀ ਕਿੱਦਾਂ ਹੋਰ ਅਵੇਅਰਨੈਸ ਕੀਤੀ ਜਾਵੇ। ਸੋ ਇਹ ਹੋਪਫੁਲੀ ਅਸੀਂ ਸੇਵਾ ਕਰ ਸਕੀਏ ਇਸ ਕਮਿਊਨਿਟੀ ਦੀ, ਜਿਹੜੇ ਬੱਚੇ ਆ ਉਹਨਾਂ ਨੂੰ ਮੌਕਾ ਦੇ ਸਕੀਏ, ਵੱਡਿਆਂ ਨੂੰ ਮੌਕਾ ਦੇ ਸਕੀਏ, ਉਹਨਾਂ ਨੂੰ ਵੀ ਬਾਹਰ ਨਿਕਲ, ਪੇਰੈਂਟਸ ਨੂੰ ਵੀ ਥੋੜਾ ਜਿਹਾ ਇੰਕਲੂਜਨ ਹੋਵੇ। ਇਹ ਸਾਡਾ ਪਰਪਸ ਆ। ਫਿੰਗਰਸ ਕ੍ਰਾਸਡ ਅਸੀਂ ਇਹਨੂੰ ਕੰਟੀਨਿਊ ਫਰਦਰ ਕਰ ਸਕੀਏ। ਇਹ ਪਹਿਲੀ ਵਾਰੀ ਮੈਲਬਨ 'ਚ ਹੋ ਰਿਹਾ ਆ। ਲੈਟਸ ਸੀ ਕਿੱਥੇ ਤੱਕ ਨਹੀਂ ਮੇਰੀਆਂ, ਹਾਂਜੀ ਥੈਂਕ ਯੂ ਜੀ। ਮੇਰੇ ਦਿਲ ਤੋਂ ਦੁਆਵਾਂ ਨੇ ਕਿ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਤੇ ਬਹੁਤ ਸੋਹਣਾ ਕੰਮ ਕਰ ਰਹੇ ਹੋ, ਕਿਉਂਕਿ ਇਸ ਟੌਪਿਕ ਦੇ ਉੱਤੇ ਬਹੁਤ ਘੱਟ ਅੱਗੇ ਇਨੀਸ਼ੀਏਟਿਵ ਲਿਆ ਜਾ ਰਿਹਾ ਹਜੇ ਤੱਕ। ਕਿ ਗੁੱਡ ਲੱਕ ਤੁਹਾਨੂੰ ਜੀ। ਥੈਂਕ ਯੂ। Hey, how are you? Good, thank you. Do you want to say something? Yeah, well, I'm from Aspect. ACS services. Yes, I work for Aspect in adult community services. So we work with adults with autism and community day programs for NDIS. So yeah, we're just here to see and help the community and showcase what we offer as well. And Sally's here from our therapy team. Yeah, Okay. so I'm an occupational therapist and work with people from 2 to 90 really. Okay. Who are on the spectrum. How are you feeling today while coming here? Oh, I think it's really great to get out and make disabilities, increase understanding of disabilities. Thank you so much. I really appreciate your initiatives for coming here. Thank you. ਤੇ ਚਲੋ ਆਪਾਂ ਅੱਗੇ ਵਧਦੇ ਹਾਂ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਆਪਾਂ ਹੁਣ ਮੇਰੇ ਸਾਹਮਣੇ ਤੁਸੀਂ ਦੇਖ ਰਹੇ ਹੋ ਫੋਰ ਟਰੈਕਟਰ ਜੀ 3604 ਟਰੈਕਟਰ ਖੜਾ ਹੈ ਤੇ ਇਹਨੂੰ ਦੇਖ ਕੇ ਮੈਨੂੰ ਆਪਣੇ ਪਿੰਡ ਦੀ ਯਾਦ, ਆਪਣੇ ਟਰੈਕਟਰ ਦੀ ਯਾਦ ਆ ਗਈ ਤੇ ਛੋਟੇ-ਛੋਟੇ ਬੱਚੇ ਆਨੰਦ ਲੈ ਰਹੇ ਨੇ ਇਸ ਟਾਈਮ ਤੇ ਅੱਗੇ ਆਪਾਂ ਵਧੀਏ। ਮੈਨੂੰ ਲੱਗਦਾ 911 ਵੀ ਖੜਾ ਹੈ ਇੱਥੇ, ਸਿੱਧੂ ਮੂਸੇਵਾਲੇ ਦਾ 911 ਤੇ ਸਟੇਜ ਵੀ ਆਲਮੋਸਟ ਰੈਡੀ ਹੈ ਤੇ ਮਿਊਜ਼ਿਕ ਤਬਲਾ ਥੋੜੀ ਦੇਰ ਤੱਕ ਸਟਾਰਟ ਹੋਣ ਜਾ ਰਿਹਾ ਤੇ ਤਿਆਰੀਆਂ ਚੱਲ ਰਹੀਆਂ ਨੇ। ਇਹ ਹੈ ਜੀ 911, ਲੱਗਦਾ ਨਾ ਫਿਰ ਜੀ ਪੂਰਾ ਪੰਜਾਬ ਹੀ ਆ ਗਿਆ ਇੱਥੇ। ਤੇ ਇੱਧਰ ਦੇਖੋ ਜੀ, ਇਹ ਬੇਬੀ ਦੀ ਰਸੋਈ ਕਿਚਨ ਦੀ ਸਟਾਲ ਹੈ ਜੀ, ਪੂਰਾ ਪੰਜਾਬੀ ਰਾਜਾ ਹਵੇਲੀ ਬੇਬੀ ਦੀ ਰਸੋਈ ਤੇ ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ, ਤੁਸੀਂ ਸੁਣਾਓ ਜੀ?
ਤੁਸੀਂ ਕੁਝ ਕਹਿਣਾ ਚਾਹੋਗੇ ਜੀ? ਕੀ ਰਿਪਰੈਜ਼ੈਂਟ ਕਰ ਰਹੇ ਹੋ? ਇਹ ਤੁਹਾਡੇ ਪਹਿਰਾਵੇ ਤੋਂ? ਹਾਂਜੀ। ਉਹ ਆਪਣੇ ਪੰਜਾਬੀ ਚ ਕਹਿੰਦੇ ਤਸਲਾ, ਤਸਲਾ ਬਣਾਉਂਦੇ ਸੀ ਜੀ, ਸਾਡੇ ਤਸਲਾ ਕਹਿੰਦੇ ਨੇ ਇੱਧਰ। ਹਾਂਜੀ ਹਾਂਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ। ਅੱਜ ਅਸੀਂ ਪੰਜਾਬ ਤੇ ਆਪਣੇ ਨਾਲ ਤੇ ਆਪਣਾ ਸਾਰਾ ਸਮਾਨ ਪਿੰਡਾਂ ਪਿੰਡਾਂ ਦੇ ਵਿੱਚ ਜਾਂਦੇ ਸੀ ਤੇ ਉੱਥੇ ਹੀ ਆਪਣਾ ਰਹਿਣ ਬਸੇਰਾ ਉਹਨਾਂ ਦਾ ਕੋਈ ਪਿੰਡਾਂ ਪਿੰਡਾਂ ਦੇ ਜਾ ਪਿੰਡਾਂ ਪਿੰਡਾਂ ਵਿੱਚ ਜਾ ਕੇ ਚੀਜ਼ਾਂ ਨੂੰ ਕਲੀਅਰ ਕਰਦੇ ਸੀ। ਜੀ ਅੱਜ ਅਸੀਂ ਵੀ ਪੰਜਾਬ ਬਣੀਆਂ ਇਹ ਬਹੁਤ ਵਾਈਟ ਟੀ-ਸ਼ਰਟ ਸੀ ਅੱਜ ਅਸੀਂ ਵੀ ਉਹਨਾਂ ਵਰਗੀ ਡਰੈਸ ਪਾ ਕੇ ਤੇ ਅੱਜ ਅਸੀਂ ਪੰਜਾਬ ਨਹੀਂ, ਬਹੁਤ ਸੋਹਣੇ ਲੱਗਦੇ ਆ ਜੀ। ਥੈਂਕ ਯੂ ਸੋ ਮਚ ਜੀ। ਤੇ ਆਪਾਂ ਅੱਗੇ ਵਧਦੇ ਆ, ਅੱਗੇ ਦੇਖਦੇ ਆ। ਮਿਲਟਨ ਇੰਡੀਅਨ ਸਰਵਿਸ ਕਲੱਬ ਤੋਂ ਆਏ ਜੀ। ਸਤਿ ਸ਼੍ਰੀ ਅਕਾਲ ਜੀ। ਕੁਝ ਕਹਿਣਾ ਚਾਹੋਗੇ ਜੀ? ਬਹੁਤ ਅੱਛਾ ਲੱਗ ਰਿਹਾ ਜੀ। ਅਸੀਂ ਇੱਥੇ ਵੈਸੇ ਪਹਿਲੀ ਵਾਰ ਮੈਂ ਆਪਣਾ ਅਟੈਂਡ ਕਰ ਰਿਹਾ। ਸਾਡਾ ਮਿਲਟਨ ਇੰਡੀਅਨ ਸਰਵਿਸ ਕਲੱਬ 305 ਬਸ ਨਾਲ ਲੈ ਕੇ ਅੱਜ ਇੱਥੇ ਪਹੁੰਚੇ ਸਾਰੇ। ਹੁਣ ਆ ਗਈ ਕੈਮਰਾ ਦਾ ਪਿੱਛੇ ਆਨ ਕਰ ਦੋ ਇਸ ਪਾਸੇ। ਹੁਣ ਕੈਮਰਾ ਤੇ ਕੈਮਰਾ ਉੱਧਰ ਵਾਲਾ ਆਉਣਾ ਉਹਦਾ ਉੱਧਰ ਆਡੀਓ ਚੱਲਦਾ ਪ੍ਰੋਗਰਾਮ ਨਹੀਂ ਫੀਲਡ ਵਾਲਾ ਹੁੰਦਾ। ਤੁਹਾਡਾ ਹੁਣ ਸਤਿ ਸ਼੍ਰੀ ਅਕਾਲ। ਤੁਸੀਂ ਪਰਨੀਤ ਦੇ ਲੱਗੇ ਹੋ? ਨਹੀਂ ਭਾਜੀ, ਮੈਂ ਪਰਨੀਤ ਨੂੰ ਹੁਣੇ ਮੈਸੇਜ ਪਹਿਲਾਂ ਤੇ ਮੈਂ ਕੀਤਾ ਸੀਗਾ, ਉਹ ਕਹਿੰਦੀ ਸੀ ਮੈਂ ਲਾਈਵ ਆ ਤਾਂ ਕਰਕੇ ਮੈਂ ਮੈਸੇਜ ਦਾ ਜਵਾਬ ਨਹੀਂ ਦੇ ਸਕਦੀ। ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਸਟਾਲਾਂ ਵਾਲੀ ਸਾਈਡ ਆ। ਹਾਂ, ਸਟਾਲਾਂ ਵਾਲੀ ਸਾਈਡ ਪਰ ਉਹਦੀ ਆਡੀਓ ਬੰਦ ਹੋ ਗਈ। ਫਿਰ ਆਪਾਂ ਕਿੱਦਾਂ ਕਰਨੀ ਆ? ਦੇਖੋ ਤਾਂ ਚੱਲਦੀ ਆ। ਇੱਕ ਮਿੰਟ, YouTube ਚੱਲਦਾ ਆਪਣਾ? ਮੈਂ ਆਪਣੇ ਲਾ ਕੇ ਦੇਖਾਂ, ਲਾ ਕੇ ਦੇਖੀ ਆਪਣੀ ਆਡੀਓ ਮੈਂ ਅੱਜ ਲਾ ਕੇ ਪਹਿਲਾਂ ਲਾ ਕੇ ਦੇਖੀ ਉਧਰੋਂ ਪ੍ਰੋਗਰਾਮ ਚੱਲਦਾ ਹੈ।
two things often happening. It's the time, a lot of the time, when women are perhaps starting to explore diets, restricting, cutting things out. I'm cutting my carbs, I'm watching this. And in fact, that's the time that we need to be adding to our diets. We need to be adding sources of protein, adding sources of iron. So it's definitely, whether you're in this age or you know someone who is, it's important to keep an eye on any sort of perhaps restrictive eating that might be starting now, whether someone starts cutting things out or starts declining food that they used to enjoy. That's worth keeping an eye on. And it's about, bringing things in. So those sources of iron, and definitely the key blood tests at this point to keep an eye on, iron levels and vitamin D. I know Akeisha's probably going to talk a bit more about laying the foundations for bone health as well at this age. So this is the age where you really want to start some form of resistance training. A lot of people are fearful to go to the gym. Your resistance training does not need to be in the gym. It can be home-based, but at the gym, you can add load a lot easier through the body. So what we want to do at this age, and if you start earlier, it's better. So your bones have a certain ability to build on its density, okay? Once you get past that stage, it starts to weaken over time. But if you've laid a really good foundation, as you get older in life, that foundation is going to stay nice and strong for you. So resistance training is proven to be one of the areas of the health cycle that is going to help you increase your bone density. So what we want to be doing is at least 2 days of strength training a week as a minimum. If you can do more than that, even better. But as long as you're looking at recovery load and managing all of that based on your current well-being and what you're doing throughout the day, but at least 2 days would be what would be recommended at this time. That's fantastic. I might add Yes, a couple of things. So remember, I spoke about the fact that you need to get to a certain fat level in your body to start having periods. So just like there's a definition for early puberty, there's a definition for late puberty. If by 16 you have not started periods, that is the definition of late puberty, and you need to see someone. You, mom, take your child to see someone if they haven't started their periods, because that needs investigating, because we want to find out why that has happened. One of the reasons why it might not happen, especially if young girls are quite athletic, they don't have that fat ratio that you need to be able to start with your periods, which is not something to worry about. It's just something to know about and make sure that there's nothing else going on. The other thing that I would talk about is endometriosis, taking on from what Shaminder was saying. Having painful periods is not something that we should normalize. And as mom sitting in the room, if your child is telling you, my periods are painful, I can't go to school, I can't function, as a mother, I would say she's probably, just pretending because she doesn't want to go to school. That is a very natural reaction. And that, we all have that, just get on with it. You're just pretending, go to school, you'll be fine. But if your child is saying that, maybe not, once, but more than once, then it is time to take it seriously and to take your child to see the GP. Sometimes the worry is that you might need to go on medication. Sometimes the worry is that you might need surgery. So again, reassuringly, you don't always need surgery. You don't always need medication. There's things you can do with your diet and nutrition that will help you manage those painful periods. And that will be a life changer, really. But I also want to actually go to Kiran and ask about mental health. I was just about to say that, but just before we do that, can I just ask Nisha, one of the things is obviously a treatment option is the pill, right? And, there's a lot of misconceptions about it, especially in the Indian community, because like, hey, what do you mean? Pill de jana, what's going on? So can we just unpack that a little bit and just let's just educate the community around that? I think Shaminder has many more pill conversations than I do. But what I say to people is that ultimately the pill is a combination of hormones. Yes, it provides contraception, but ultimately it's a combination of hormones. And if hormones are what you need for treatment of the particular thing that you're suffering from, then the pill is just a way of taking hormones. It may be called the pill, but it's just hormones. Yeah, I'd like to share that. Number two, various treatments that we start with pain relief management. There's other medications that can help lighten periods.
both non-hormonal treatments. And sometimes there's no other option but to actually go on the pill, and they are just hormones. Yes, they may be used for birth control, but in this particular reason, they're used to make the periods lighter. They may be used to make them regular as well, and they make a huge difference. If they don't suit you, there are a number of other pills that we can try. You don't have to be on them forever. Certainly when we first start having periods, and certainly towards the end when we stop having periods, that's often a time where the periods are very erratic. We get them more frequently or we don't get them. They're very heavy. So that's how I would reframe this. Yes, they may be birth control as well, but actually they are just hormones. And the other thing I think I'd love to ask Nisha's opinion on is polycystic ovaries, which is massive in our community. Irregular periods where you may not have periods for months, change in our body shape, the facial hair that can happen, and we're often, quite embarrassed to discuss that further. But I think it's something that we should be aware of, what we can do, and how to approach it with a doctor or a specialist, and even with nutrition, exercise, and how it actually impacts our mental health as well. Absolutely. There's no doubt about it at all. That's the other side of, having heavy and frequent periods is not having periods at all or having them infrequently. And again, PCOS is something that affects especially our communities much more than other communities. That's very well known. There's not a whole lot of research that explains why it affects us more than others, but there are lots of treatment options available, of which the pill is again another treatment option. And so that's take it seriously and get help early. The other thing I also want to say is that in our minds, there is this thing of you must have a period, because that's supposed to be a sign of good health and normal and all of this, which it is. If you are having normal periods, that is a sign that your health is okay in one way. But if you are having horrendous periods and you actually need to take the pill continuously for 3 months or 6 months, that is not a bad thing. There is no reason that you need to have a period. There is no toxins that are being cleared by having a period. There is nothing that is being achieved by bleeding every month. So if you take the pill back to back for 3 or 6 months, that is absolutely fine. You're not collecting anything in your body that needs to be thrown out. Excellent. Kieran, would love to invite you to... For mental health, I was to talk about, and thank you, Nisha. When it comes to mental health, now I'm not just focusing on one part or one area of the life. Mental health continues through the older age aspect, as we know. Now, what is mental health? Whenever I talk about mental health, both physical health and mental health, how Nisha and Shaminda, they were talking about physical health, would impact mental health. It's a state of well-being. When we say in Punjabi, we say chardi kala, appa chardi kala wale log hain. And sometimes the stereotypes or the myths associated with mental health, they are. On the other hand, I also want to say, when we say we appa chardi kala wale log hain, we also feel very shy to talk about mental health. That's the stigma associated with our community. ਅਸੀਂ ਬੜੇ ਆਰਾਮ ਨਾਲ ਜਾਂ ਬੜੇ ਸੌਖੇ ਤਰੀਕੇ ਨਾਲ ਕਿਸੇ ਨੂੰ ਦੱਸ ਦੇਵਾਂਗੇ, ਆਪਣੇ ਜਾਣ ਪਛਾਣ ਵਾਲੇ ਨੂੰ ਜਾਂ ਨੇਬਰਹੁੱਡ ਦੇ ਵਿੱਚ ਜਾਂ ਕਿਸੇ ਵੀ ਰਿਸ਼ਤੇਦਾਰ ਨੂੰ ਕਿ ਮੈਨੂੰ ਡਾਇਬੀਟੀਜ਼ ਹੋ ਗਈ ਹੈ ਜਾਂ ਮੇਰਾ ਬਲੱਡ ਪ੍ਰੈਸ਼ਰ ਵਧਣ ਲੱਗ ਗਿਆ ਜਾਂ ਘਟਣ ਲੱਗ ਗਿਆ। ਮੈਂ ਕੱਲ ਡਾਕਟਰ ਕੋਲ ਗਈ ਸੀ ਬਿਕੋਜ਼ ਮੈਨੂੰ ਫਲੂ ਹੋ ਗਿਆ ਜਾਂ ਮੈਨੂੰ ਬੁਖਾਰ ਹੋ ਗਿਆ ਜਾਂ ਮੈਨੂੰ ਉਮਰ ਦੇ ਹਿਸਾਬ ਨਾਲ ਮੇਰੇ ਗੋਡੇ ਦੁਖਣ ਲੱਗ ਗਿਆ। But do we really talk about mental health? Do we really say I'm on antipsychotics or I'm on antidepressants because I'm suffering from depression? Very rare. ਅਸੀਂ ਬਹੁਤ ਇਹਨੂੰ ਲੁਕਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਮੇਨ ਸਾਡਾ ਰੀਜ਼ਨ ਲੁਕਾਉਣ ਦਾ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਅੱਗੋਂ ਸੁਣਨ ਵਾਲਾ ਹੈ ਉਹਦਾ ਜਿਹੜਾ ਪਰਸੈਪਸ਼ਨ ਹੈ, ਉਹ ਸੁਣਨ ਵਾਲੇ ਦੀ ਜਿਹੜੀ ਪਰਸੈਪਸ਼ਨ ਹੈ ਉਹ ਵੀ ਬਹੁਤ ਕੋਆਪਰੇਟਿਵ ਨਹੀਂ ਹੁੰਦੀ। ਸਾਡੀ ਕਮਿਊਨਿਟੀ ਦੇ ਵਿੱਚ ਅਸੀਂ ਕਿਸੇ ਨੂੰ ਦੱਸਦੇ ਹਾਂ ਸਾਨੂੰ ਮੈਂਟਲ ਹੈਲਥ ਇਸ਼ੂਜ਼ ਹੈ, ਮੈਨੂੰ ਲੱਗਦਾ ਹੈ ਅੰਦਰੋਂ ਇੱਕ ਇਨਸਿਕਿਉਰਿਟੀ ਹੁੰਦੀ ਹੈ ਕਿ ਇਹ ਸ਼ਾਇਦ ਕਿਸੇ ਦੂਸਰੇ ਪਰਸਨ ਨੂੰ ਜਾ ਕੇ ਦੱਸੇਗਾ ਐਂਡ ਉਹ ਤੋਂ ਅੱਗੇ ਜਾਏਗਾ ਐਂਡ ਮੇਰੇ ਇਹਨੂੰ ਨਾ ਪਤਾ ਲੱਗ ਜਾਵੇ, ਇਹਨੂੰ ਨਾ ਪਤਾ ਲੱਗ ਜਾਵੇ ਨਾ। ਸੋ ਮੈਂਟਲ ਹੈਲਥ ਇਸ਼ੂਜ਼ ਆਈ ਹੈਵ ਸੀਨ ਪੀਪਲ ਵੈਨ ਦੇ do not talk in groups and then they come later to me talking about my son has this, my daughter is going through this, so a family member is going through this. Now, when it comes to mental health issues, I do not want to disclose the name, but there's a girl that I know who's involved in sports and has a good name in sports.
once she was, when I met her at one of the health talk, she was teary with anxiety, and her main sort of issue was not understanding mental health issues by parents in our community. ਉਹਦਾ ਮੇਨ ਇਹ ਇਸ਼ੂ ਸੀਗਾ ਕਿ ਜਿਹੜੀ ਪੰਜਾਬੀ ਕਮਿਊਨਿਟੀ ਹੈ ਜਾਂ ਆਪਣੀ ਕਮਿਊਨਿਟੀ ਆ ਉਹਦੇ ਵਿੱਚ ਡਿਪਰੈਸ਼ਨ ਐਂਜ਼ਾਈਟੀ ਨੂੰ ਉਸ ਵੇ ਨਾਲ ਨਹੀਂ ਸਮਝਿਆ ਜਾਂਦਾ, ਬੱਚਿਆਂ ਨੂੰ ਉਸ ਵੇ ਨਾਲ ਨਹੀਂ ਸਮਝਿਆ ਜਾਂਦਾ ਹੈ। ਨਿਸ਼ਾ ਜੀ ਸੇਡ ਸਕੂਲ ਨਹੀਂ ਜਾ ਰਹੇ, do we really find out if the child is getting bullied, what mental health issues they are suffering from, where is the depression coming from, what is making them anxious, are they getting body shamed, bullying at school, harassment at school, at workplaces, even in the general lifestyle, people are going through a lot of stress and anxiety. And then there is no speaking. I think it's the barrier that there is no speaking up for this. It's being hidden. Mental health ਨੂੰ ਆਪਾਂ ਕਹਿੰਦੇ ਆ ਕਿ ਜਿਹੜੇ ਸਰੀਰਕ ਮਤਲਬ ਜਿਹੜੀਆਂ ਸਰੀਰਕ ਬਿਮਾਰੀਆਂ ਹੈ, ਡਾਇਬੀਟੀਜ਼ ਹੈ, ਹਾਈਪਰਟੈਂਸ਼ਨ ਹੈ, ਉਹ ਅਦਰ ਚੀਜ਼ਾਂ ਨੇ, ਉਹਨਾਂ ਨੂੰ ਆਪਾਂ ਬਹੁਤ ਸੌਖੇ ਤਰੀਕੇ ਨਾਲ ਦੱਸ ਦਿੰਦੇ ਹਾਂ, ਉਹਨਾਂ ਨੂੰ ਆਪਾਂ ਟ੍ਰੀਟਮੈਂਟ ਲਈ ਵੀ ਚਲੇ ਜਾਂਦੇ ਹਾਂ ਬਿਕੋਜ਼ ਉਹ ਬਾਹਰ ਤੋਂ ਦਿਖਦੀਆਂ ਹੁੰਦੀਆਂ ਜਾਂ ਕੁਛ ਨਾ ਕੁਛ ਜਿਹੜੇ ਸਿੰਪਟਮਸ ਹੈਗੇ ਆ ਉਹ ਬਾਹਰ ਤੋਂ ਤੁਹਾਨੂੰ ਮੇ ਵੀ ਦਿਖਦੇ ਹੋਣਗੇ। ਮੈਂਟਲ ਹੈਲਥ ਦੇ ਵਿੱਚ ਤੁਸੀਂ ਪਰਸਨ ਨੂੰ ਬਹੁਤ ਹੱਸਦੇ ਦੇਖਦੇ ਹੋਵੋਗੇ, ਬਹੁਤ ਸਟਰੋਂਗ ਬੋਲਡ ਪਰਸਨ ਦੇਖਦੇ ਹੋਵੋਗੇ। ਸਵਾਗਤ ਹੈ ਜੀ ਤੁਹਾਡੀ ਹਾਕੀ ਦੀਆਂ ਗਰਾਊਂਡਾਂ ਦੇ ਵਿੱਚ 38ਵੀਆਂ ਸਿੱਖ ਖੇਡਾਂ ਜਿਹੜੇ ਕਿ ਮੈਲਬੌਰਨ ਦੇ ਵਿੱਚ ਚੱਲ ਰਹੀਆਂ ਨੇ। ਅੱਜ ਪਹਿਲਾ ਦਿਨ 3 ਅਪ੍ਰੈਲ 2026 ਇਹਨਾਂ ਖੂਬਸੂਰਤ ਹਾਕੀ ਦੇ ਮੈਦਾਨਾਂ 'ਚ ਤੁਹਾਡਾ ਸਵਾਗਤ ਹੈ। ਸਵੇਰ ਤੋਂ ਇਸ ਪਹਿਲੇ ਦਿਨ ਦੇ ਵਿੱਚ ਲਗਾਤਾਰ ਹਾਕੀ ਦੇ ਮੁਕਾਬਲੇ ਚੱਲ ਰਹੇ ਨੇ। ਵੈਸੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਚੱਲ ਰਹੇ ਨੇ, ਕਬੱਡੀ ਚੱਲ ਰਹੀ ਹੈ, ਐਥਲੈਟਿਕ ਚੱਲ ਰਿਹਾ ਹੈ ਤੇ ਹੋਰ ਵੀ ਵੱਖ-ਵੱਖ ਖੇਡਾਂ ਚੱਲ ਰਹੀਆਂ ਨੇ, ਲੇਕਿਨ ਹਾਕੀ ਦੇ ਵਿੱਚ ਜੋ ਉਤਸ਼ਾਹ ਇੱਥੇ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਅਕਸਰ ਮਹਿਸੂਸ ਕੀਤਾ ਜਾਂਦਾ ਕਿ ਦਰਸ਼ਕ ਘੱਟ ਆਉਂਦੇ ਨੇ ਹਾਕੀ ਦੇਖਣ, ਲੇਕਿਨ ਅੱਜ ਮੈਲਬੌਰਨ ਦੀ ਧਰਤੀ ਦੇ ਉੱਪਰ ਅਗਰ ਕੈਮਰਾ ਦਲਜੀਤ ਸਿੰਘ ਜੀ ਘੁਮਾ ਸਕਣ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਆਪਣੇ ਕਹਿ ਲਓ ਕਿ ਖਿਡਾਰੀ ਦਾ ਉਤਸ਼ਾਹ ਵਧਾਉਣ ਦੇ ਲਈ ਇੱਥੇ ਪਹੁੰਚੇ ਹੋਏ ਨੇ। ਤੇ ਇਸ ਵਕਤ ਮੈਚ ਬੜਾ ਖੂਬਸੂਰਤ ਖਾਸਾ ਮੈਚ ਚੱਲ ਰਿਹਾ। ਟੀਮ ਆਸਟ੍ਰੇਲੀਆ ਦੇ ਬਾਹਰੋਂ ਆ ਕੇ ਕਹਿੰਦੇ ਯੂਐਸਏ ਆ ਚੁੱਕੇ ਆ, ਯੂਐਸ ਦਾ ਮੁਕਾਬਲਾ ਕਰ ਰਿਹਾ। ਖੂਬਸੂਰਤ ਮੁਕਾਬਲਾ ਜੀ ਇਹ। ਇੱਧਰ ਕ੍ਰੇਗੀਵਨ ਦੀ ਟੀਮ ਹੈ ਤੇ ਦੂਸਰੇ ਪਾਸੇ ਫੀਨਿਕਸ, ਮੇਰੇ ਖਿਆਲ ਇਹ ਹੋਣੇ ਆ ਜੀ ਫਿਰ ਯੂਐਸਏ ਵਾਲੇ। ਤੇ ਸੈਕੰਡ ਕੁਆਟਰ ਚੱਲ ਰਿਹਾ ਤੇ ਉਹਦੇ ਵੀ ਤਕਰੀਬਨ ਪਲਾਂਟੀ ਕਾਰਨਰ ਲਗਾਉਣ ਦੀ ਤਿਆਰੀਆਂ ਦੇ ਵਿੱਚ ਖੜੇ ਨੇ। ਆ ਬਾਰ ਰੋਡ ਦਿੱਤੀ ਹੈ, ਰੋਕਿਆ ਜੀ, ਆ ਮਾਰਿਆ ਅੰਦਰ ਨਾ ਬਈ ਸੇਵ ਕਰ ਲਿਆ ਗਿਆ। ਸੋ ਇਹ ਅਗਰ ਆਪਾਂ ਹਾਕੀ ਦੀ ਗੱਲ ਕਰੀਏ, ਇਹਨੂੰ ਆਪਾਂ ਮਾਂ ਖੇਡ ਦਾ ਦਰਜਾ ਦਿੰਦੇ ਆ ਤੇ ਵਿਦੇਸ਼ਾਂ ਦੇ ਵਿੱਚ ਵੀ ਪੰਜਾਬੀਆਂ ਨੇ ਇਸ ਗੇਮ ਦੇ ਕਹਿ ਲਓ ਕਿ ਸਿਰ ਦੇ ਉੱਤੇ ਇਹਨਾਂ ਸਿੱਖ ਖੇਡਾਂ ਦੀ ਸ਼ੁਰੂਆਤ ਕੀਤੀ। ਮਲੇਸ਼ੀਆ ਤੋਂ ਕਹਿੰਦੇ ਕੁੜੀਆਂ ਸਿੱਖ ਖੇਡਾਂ ਹੌਲੀ ਹੌਲੀ ਸਾਡੇ ਕੋਲ ਐਡਲੇਡ ਦੀ ਧਰਤੀ ਦੇ ਉੱਪਰ ਪਹੁੰਚੀਆਂ। ਗੁਰਦੁਆਰਾ ਸਾਹਿਬ ਦੀ ਸਥਾਪਨਾ ਦੇ ਕਹਿ ਲਓ ਕਿ ਇੱਕ ਬਹਾਨੇ ਦੇ ਨਾਲ ਕਹਿ ਲਓ ਜਾਂ ਇੱਕ ਪੱਜ ਦੇ ਨਾਲ ਕਹਿ ਲਓ ਜਾਂ ਇੱਕ ਕਹਿ ਲਓ ਕਿ ਉਦਮ ਦੇ ਨਾਲ ਇਸ ਚੀਜ਼ ਦੀ ਸ਼ੁਰੂਆਤ ਹੋਈ। ਉੱਥੇ ਹਾਕੀ ਦੇ ਮੁਕਾਬਲਿਆਂ ਦੀ ਸ਼ੁਰੂਆਤ ਹੋਈ ਤੇ ਥੋੜੇ ਜਿਹੇ ਇਕੱਠ ਨੇ ਅੱਜ 38 ਸਾਲਾਂ ਦਾ ਇਤਿਹਾਸਿਕ ਸਫ਼ਰ ਤੈਅ ਕਰ ਲਿਆ। ਤੇ ਅੱਜ ਅਸੀਂ ਇਹਨਾਂ ਮੁਕਾਬਲਿਆਂ ਦੇ ਵਿੱਚ ਇਕੱਠ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਕਹਿੰਦੇ ਵੀ ਤਕਰੀਬਨ 1.5 ਲੱਖ ਦਾ ਤਕਰੀਬ ਬੰਦਾ ਇਹਨਾਂ 3 ਦਿਨਾਂ ਦੇ ਵਿੱਚ ਕਹਿੰਦੇ ਇੱਥੇ ਪਹੁੰਚ ਰਿਹਾ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਖਿਡਾਰੀ ਆ ਰਹੇ, ਪਰਿਵਾਰ ਆ ਰਹੇ ਨੇ। ਸੋ ਹਾਕੀ ਦੇ ਮੁਕਾਬਲੇ ਚੱਲ ਰਹੇ ਨੇ। ਆਪਾਂ ਗੱਲਬਾਤ ਕਰਦੇ ਹਾਂ। ਸਾਡੇ ਨਾਲ ਯੂਨਾਈਟਿਡ ਸਿੱਖ ਮੈਲਬੌਰਨ ਦੇ ਨੇ। ਕਹਿੰਦੇ ਹਮੇਸ਼ਾ ਇਹਨਾਂ ਦਾ ਦਬਦਬਾ ਹੁੰਦਾ ਆ ਕਿ ਇਹ ਕੱਪ ਦੇ ਉੱਪਰ ਕਬਜ਼ਾ ਕਰ ਲੈਂਦੇ ਨੇ ਤੇ ਫਾਈਨਲ ਮੈਚ ਜਿੱਤ ਲੈਂਦੇ ਨੇ। ਮੈਂ ਧੰਨਵਾਦ ਕਰਦਾ ਅੱਜ ਸਬੱਬੀ ਉਹਨਾਂ ਨਾਲ ਰਾਬਤਾ ਬਣਿਆ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਕਿੱਦਾਂ ਚੱਲ ਰਹੇ ਮੁਕਾਬਲੇ ਅੱਜ? ਕਿੱਦਾਂ ਦਾ ਮੁਕਾਬਲਾ ਰਿਹਾ? ਕਦੋਂ ਤੁਹਾਡਾ ਅਗਲਾ ਮੈਚ ਹੋਏਗਾ? ਅਗਲਾ ਜਿਹੜਾ ਮੈਚ ਫਸਟ ਮੈਚ ਸੀਗਾ ਸਾਡਾ ਕਾਫੀ ਦੇ ਨਾਲ ਜਿਹੜਾ 4-0 ਨਾਲ ਅਸੀਂ ਵਿਨ ਕੀਤਾ ਜੀ। ਤੇ ਬਹੁਤ ਸੋਹਣੀ ਟੀਮ ਇਹਨੇ ਦੋਨੋਂ ਹੀ ਇੰਜੋਏ ਕੀਤਾ ਸਾਰਿਆਂ ਨੇ, ਦਰਸ਼ਕ ਉਹਨਾਂ ਵੀ। ਅਗਲਾ ਸਾਡਾ ਮੁਕਾਬਲਾ ਹੈਗਾ ਭਾਈ ਵਜੇ ਉਹ ਨਾਲ ਆ। ਤੇ ਜੇ ਮੈਂ ਹਾਕੀ ਦੇ ਥੋੜੇ ਜਿਹੇ ਟਾਈਮ ਟੇਬਲ ਦੀ ਗੱਲ ਕਰਾਂ ਕਿ ਕਾਫੀ ਟਾਈਟ ਟਾਈਮ ਟੇਬਲ ਹੁੰਦਾ ਹੈ, ਲਗਾਤਾਰ ਮੈਚ ਚੱਲਦੇ ਨੇ। ਇਸ ਸੰਖੇਪ ਦੇ ਵਿੱਚ ਸਰ ਸ਼ਬਦਾਂ ਦੇ ਵਿੱਚ ਦੱਸੋਗੇ ਇਹ 3 ਦਿਨਾਂ ਦੇ ਵਿੱਚ ਕਿੱਦਾਂ ਮੁਕਾਬਲੇ ਹੋਣੇ ਤੇ ਆਖਰੀ ਪੜਾਅ ਤੱਕ ਟੀਮਾਂ ਨੇ ਕਿੱਦਾਂ ਪਹੁੰਚਣਾ? ਇਸ ਵਿੱਚ ਭਾਈ ਹਲਕਿਆਂ ਨੇ ਦੇ ਵਿੱਚ 5 ਦੇ ਵਿੱਚ 4 ਟੀਮਾਂ ਨੇ। ਇੱਕ ਦਿਨ ਦੇ ਵਿੱਚ ਇੱਕ ਟੀਮ ਦੇ ਵਿੱਚ 3 ਮੈਚ ਆ ਰਹੇ ਆ, ਇੱਕ ਦੇ ਵਿੱਚ 2 ਆ ਰਹੇ ਆ। ਅੱਜ ਤਾਂ ਕਾਫੀ ਟੀਮਾਂ ਦੇ 3 ਮੈਚ ਨੇ, ਕੱਲ ਨੂੰ 2 ਹੋਣਗੇ ਤੇ ਪਰਸੋਂ ਫਿਰ ਫਾਈਨਲ ਅਰਲੀ ਮਾਰਨਿੰਗ ਸੈਮੀ ਫਾਈਨਲ ਹੋਣਗੇ ਤੇ ਐਮਏ ਟੌਪ ਦੀ ਦੇਖੋ ਯੂਨਾਈਟਿਡ ਵਾਲਿਆਂ ਦਾ ਥੋੜਾ ਕਹਿ ਲਓ ਦਬਦਬਾ ਰਿਹਾ ਹੈ ਕਿ ਪਤਾ ਨਹੀਂ ਤਿਆਰੀ ਪਤੰਦਰ ਇਹ ਔੜੀ ਕਰਕੇ ਆਉਂਦੇ ਆ, ਪਤਾ ਨਹੀਂ ਤਾਂ ਕੋਈ ਖਿਲਾ ਦਿੰਦੇ ਆ ਬਾਕੀਆਂ ਨੂੰ। ਤੇ ਕਿਸ ਤਰ੍ਹਾਂ ਦੀ ਤਿਆਰੀ ਹੈ ਇਸ ਵਾਰ ਤੁਹਾਡੇ ਇਹਨਾਂ ਖੇਡਾਂ?
ਭਾਈ ਇਸ ਵਾਰ ਵੀ ਫੁੱਲ ਤਿਆਰੀ ਹੈ। ਲਾਸਟ ਟਾਈਮ ਜਿਹੜੇ ਕੀਤਾ ਸੀ ਤੇ ਇਸ ਵੇਲੇ ਵੀ ਅਸੀਂ ਸਾਡਾ ਫੁੱਲ ਕੰਟੀਨਿਊ ਕਰਾਂਗੇ ਤੇ ਬਾਕੀ ਸਾਰੇ ਪਲੇਅਰ ਸਾਡੇ ਮਤਲਬ ਫਾਰਮ ਦੇ ਵਿੱਚ ਨੇ ਕਰ ਰਹੇ ਨੇ ਤੇ ਮੈਨੂੰ ਕੰਟੀਨਿਊ ਕਰਾਂਗੇ। ਇੱਕ ਸਵਾਲ ਹਮੇਸ਼ਾ ਲੜਦਾ ਰਹਿੰਦਾ, ਕਬੱਡੀ ਦੇ ਵਿੱਚ ਵੀ ਉਹ ਚੱਲਦਾ, ਹਾਕੀ ਦੇ ਵਿੱਚ ਵੀ ਚੱਲਦਾ ਕਿ ਕਈ ਵਾਰ ਖਿਡਾਰੀਆਂ ਦੇ ਉੱਪਰ ਨਾ ਕਿੰਤੂ ਪ੍ਰੰਤੂ ਹੋ ਜਾਂਦਾ ਕਿ ਇਹ ਆਊਟ ਆਫ ਸਿਲੇਬਸ ਖਿਡਾਰੀ ਲਿਆਂਦਾ ਜੀ, ਪਤਾ ਨਹੀਂ ਕਿੱਥੋਂ ਲਿਆਂਦਾ, ਕਿੰਨੀ ਸਾਲ ਤੱਕ ਧਰਨਾ ਵੀ ਲੱਗ ਜਾਂਦਾ ਹੈ ਤੇ ਬੜਾ ਰੌਲਾ ਰੱਪਾ ਪੈਂਦਾ ਆ। ਇਹ ਮਤਲਬ ਕਿ ਇਹਨਾਂ ਖੇਡਾਂ ਦੇ ਵਿੱਚ ਅੱਜ ਮੈਲਬੌਰਨ ਦੇ ਵਿੱਚ ਆਪਾਂ ਮੰਨ ਕੇ ਚੱਲੀਏ ਕਿ ਇਦਾਂ ਦੇ ਰੇਟ ਖਤਮ ਹੋ ਗਿਆ ਕਿ ਹਜੇ ਵੀ ਤੌਖਲੇ ਹੈਗੇ? ਨਹੀਂ ਭਾਜੀ, ਆਲਮੋਸਟ ਇਹ ਖਤਮ ਹੋ ਗਏ ਹੁਣ ਹੈਗੇ ਨੇ। ਹਾਕੀ ਦੇ ਵਿੱਚ ਤੇ ਬਿਲਕੁਲ ਸਟ੍ਰਿਕਟ ਰੂਲ ਕੀਤੇ ਸੀ ਇਹਨਾਂ ਨੇ ਤੇ ਉਹਦੇ ਵਿੱਚ ਐਡੀ ਕੋਈ ਰੌਲਾ ਨਹੀਂ ਲੱਗਾ। ਅੱਜ ਤੱਕ ਕੋਈ ਮਹਿਸੂਸ ਹੋ ਨਹੀਂ ਰਿਹਾ ਤੇ ਹੋਊਗਾ ਵੀ ਨਹੀਂ ਮੈਨੂੰ ਲੱਗਦਾ ਕਿ ਬਿਨਾਂ ਰੂਲ ਹੀ ਬਿਲਕੁਲ ਚੇਂਜ ਕਰ ਦਿੱਤੇ ਹੋਏ। ਤੇ ਇੱਕ ਹਜੇ ਵੀ ਗੱਲਬਾਤ ਚੱਲਦੀ ਆ, ਵੈਸੇ ਤਿੱਖੇ ਸ਼ਬਦਾਂ ਦੇ ਵਿੱਚ ਤਾਂ ਨਹੀਂ ਚੱਲਦੀ, ਪਰ ਫਿਰ ਵੀ ਕਬੱਡੀ ਦੇ ਵਿੱਚ ਵੀ ਸੁਣਨ ਨੂੰ ਮਿਲਦਾ, ਹਾਕੀ ਦੇ ਵਿੱਚ ਵੀ, ਫੁੱਟਬਾਲ ਦੇ ਵਿੱਚ ਸੁਣਨ ਨੂੰ ਮਿਲਦਾ ਕਿ ਜੇ ਮੈਂ ਸਰਲ ਸ਼ਬਦਾਂ 'ਚ ਪੁੱਛਿਆ ਵੀ ਕਿੰਨੇ ਕੁ ਖਿਡਾਰੀ ਇੱਕ ਟੀਮ ਜਦੋਂ 11 ਪਲੇਅਰ ਖੇਡਦੇ ਨੇ, 5 ਫੱਟੇ ਦੇ ਬੈਠੇ ਹੁੰਦੇ ਨੇ, ਉਹਨਾਂ ਦੇ ਵਿੱਚ ਵਿਦੇਸ਼ੀ ਖਿਡਾਰੀ ਕਿੰਨੇ ਹੋਣੇ ਚਾਹੀਦੇ ਆ ਜਾਂ ਆਪਣੇ ਕਈ ਸ਼ਬਦ ਵਾਲੇ ਕਿੰਨੇ ਹੋਣੇ ਚਾਹੀਦੇ? ਇਹਦਾ ਕੀ ਹਿਸਾਬ? ਭਾਈ ਐਤਕੀ ਇਹਨਾਂ ਨੇ ਬਿਲਕੁਲ ਨੋ ਸਿੱਖ ਕੋਈ ਨਹੀਂ ਖੇਡ ਸਕਦਾ, ਸਾਰੇ ਸਿੰਘ ਹੀ ਖੇਡ ਸਕਦੇ ਨੇ ਤੇ ਸਟੇਟ ਵੀ ਨਹੀਂ ਖੇਡ ਸਕਦਾ ਪਲੇਅਰ। ਇਹਨਾਂ ਤਿੰਨ ਪਲੇਅਰਾਂ ਨੂੰ ਖੇਡ ਸਕਦੇ, ਕੋਈ ਪਰਮਿਸ਼ਨ ਹੋਣੀ ਚਾਹੀਦੀ। ਉਦਾਂ ਕੋਈ ਵੀ ਇੰਟਰਨੈਸ਼ਨਲ ਕੋਈ ਵੀ ਪਲੇਅਰ ਬਿਲਕੁਲ ਨਹੀਂ ਕਰਦਾ। ਇਹ ਰੌਲਾ ਬਿਲਕੁਲ ਨਹੀਂ ਆਕੀ ਹੈਗਾ ਇੱਥੇ, ਆਪਣੀ ਆਲ ਕਲੀਨ ਕਰ ਦਿੱਤਾ ਇਹਨਾਂ ਨੇ। ਇਹ ਜਿਹੜੀ ਹੁਣ ਆਪਣੇ ਕੋਲ ਮੈਚ ਚੱਲਦੇ ਆ, ਮੇਰੇ ਖਿਆਲ ਥਰਡ ਕੁਆਟਰ ਦੇ ਵਿੱਚ ਆ ਗਿਆ ਨੇ ਤੇ ਸਾਡੇ ਕੋਲ ਕ੍ਰੇਗੀਬਰਨ ਦੇ ਨਾਲ ਫੀਨਿਕਸ ਦੀ, ਮੇਰੇ ਖਿਆਲ ਫੀਨਿਕਸ ਵਾਲੇ ਯੂਐਸਏ ਵਾਲੇ ਨੇ, ਫੀਨਿਕਸ ਯੂਐਸਏ ਵਾਲੇ ਆ ਤੇ ਕ੍ਰੇਗੀਬਰਨ ਫਾਲਕਨ ਵਾਲੇ ਜੀ। ਤੇ ਜਿਹੜੀ ਟੀਮ ਵਿਦੇਸ਼ ਤੋਂ ਕਹਿੰਦੀ ਯੂਐਸਏ ਤੋਂ ਆਈ ਆ, ਫਿਰ ਉਹਦੇ ਵਿੱਚ ਨਾਮਾਂ ਦਾ ਕੀ ਹਿਸਾਬ ਦਾ ਹੋਵੇਗਾ? ਉਹਦੇ ਵਿੱਚ ਕਿਆ ਗੋਰੇ ਪਲੇਅਰ ਨਹੀਂ ਹੋਣਗੇ? ਨਹੀਂ ਭਾਜੀ, ਉਹਦੇ ਵਿੱਚ ਗੋਰੇ ਪਲੇਅਰ ਨਹੀਂ ਹੈਗੇ, ਉਹ ਸਾਰੇ ਸਿੰਘ ਨੇ। ਉਹਨਾਂ ਨੇ ਪਹਿਲਾਂ ਹੀ ਆਲਰੇਡੀ ਕੰਮ ਕੀਤੀ ਸੀ, ਇਹਨਾਂ ਦੇ ਸਾਰੇ ਕੋਈ ਇਨਵੈਸਟੀਗੇਸ਼ਨ ਹੋਈ ਸੀ, ਇਹਨਾਂ ਚੈੱਕ ਕੀਤਾ ਸਾਰੇ ਸਿੰਘ ਹੀ ਨੇ। ਤੇ ਜਾਂ ਇਹਨਾਂ ਨੇ ਇੱਕ ਦੋ ਟੈਸਟ ਰੱਖੇ ਸੀ ਪੰਜਾਬੀ ਦੇ, ਤੇ ਜੇ ਕਿਸੇ ਤੇ ਡਾਊਟ ਹੋਵੇ ਤਾਂ ਪੰਜਾਬੀ ਦਾ ਟੈਸਟ ਦਿਆ ਜਾਏਗਾ ਵੀ ਉਹ ਕਲੀਅਰ ਹੋ ਜਾਂਦਾ ਹੈ। ਜੀ ਆਇਲਟ ਦੇ ਟੈਸਟ ਪਹਿਲਾਂ ਬਹੁਤ ਔਖਾ ਕੀਤਾ ਜੀ, ਪੰਜਾਬੀ ਦੇ ਟੈਸਟ ਲੈਣ ਲੱਗ ਪਏ ਨੇ, ਕੰਮ ਟੈਸਟ ਚੱਲ ਗਿਆ, ਸਿੱਕੇਮਾਂ ਦੇ ਵਿੱਚ ਵੀ ਟੈਸਟ ਚਾਲੂ ਹੋ ਗਏ ਨੇ, ਬੜਾ ਔਖਾ ਕੰਮ ਹੋ ਗਿਆ। ਚਲੋ ਖੈਰ, ਇੱਕ ਵਧੀਆ ਪ੍ਰਬੰਧ ਦੇ ਲਈ ਇਹੋ ਜਿਹੇ ਟੈਸਟ ਦੇਣੇ ਹੀ ਪੈਣ ਤਾਂ ਖਿਡਾਰੀ ਦੇਣ ਤੇ ਕੋਈ ਝਾੜ ਨਹੀਂ ਹੈਗੀ। ਸੋ ਇਹ ਥਰਡ ਕੁਆਟਰ ਦੀ ਸ਼ੁਰੂਆਤ ਹੋਣ ਲੱਗੀ ਹੈ ਜੀ। 10-10 ਮਿੰਟ ਦੇ ਕੁਆਟਰ ਹੁੰਦੇ ਨੇ ਜੀ। ਹਾਕੀ ਥੋੜੀ ਆਪਾਂ ਨਵੇਂ ਤਾਂ ਕਰੋ ਖੈਰ ਨਹੀਂ ਹੈਗੇ ਨੇ, ਕਾਫੀ ਚਿਰ ਤੋਂ ਰੂਲ ਚੱਲਦੇ ਨੇ। ਐਸਟ੍ਰੋਟਰਫ ਦੇ ਉੱਪਰ ਨੀਲੀਆਂ ਗਰਾਊਂਡਾਂ ਦੇ ਵਿੱਚ ਮੈਚ ਹੋ ਰਹੇ ਨੇ। ਥਰਡ ਕੁਆਟਰ ਦੀ ਸ਼ੁਰੂਆਤ ਤਕਰੀਬਨ 10 ਮਿੰਟ ਦਾ ਸਮਾਂ ਥਰਡ ਕੁਆਟਰ ਨਹੀਂ ਮਿਲੇਗਾ, ਉਸ ਤੋਂ ਬਾਅਦ ਫਾਈਨਲ ਕੁਆਟਰ ਫੇਰ ਚੱਲੇਗਾ। ਸੋ 10-10 ਮਿੰਟ ਦੇ 4 ਸੈੱਟ ਲੱਗਦੇ ਨੇ। ਸੋ ਕ੍ਰੇਗੀਬਰਨ ਵਾਲੇ ਇਸ ਵਕਤ ਮੇਜ਼ਬਾਨ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ 2-0 ਦੇ ਨਾਲ ਅੱਗੇ ਚੱਲ ਰਹੇ ਨੇ ਤੇ 11:43 ਹੋ ਚੁੱਕੇ ਨੇ ਮੈਲਬੌਰਨ ਦੀ ਧਰਤੀ ਦੇ ਉੱਪਰ। ਤੇ ਫੀਨਿਕਸ ਜਿਹੜੀ ਕਿ ਯੂਐਸਏ ਤੋਂ ਟੀਮ ਹੈ, ਉਹ ਵੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਕੁਆਟਰ ਦੇ ਵਿੱਚ ਕੋਈ ਨਾ ਕੋਈ ਉਹ ਗੋਲ ਦਾਗ ਕੇ ਕੁਝ ਮੁਕਾਬਲੇ ਨੂੰ ਸਾਰਥਕ ਕਰਨ। ਸੋ ਬਣੇ ਰਹੋ। ਬਾਕੀ ਲਾਈਵ ਸਟ੍ਰੀਮਿੰਗ ਦੇ ਨਾਲ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਦਰਸ਼ਕਾਂ ਦੇ ਵਿੱਚ ਜਾਈਏ ਜਾਂ ਹੋਰ ਖਿਡਾਰੀਆਂ ਦੇ ਵਿੱਚ ਜਾਈਏ ਤੇ ਉਹਨਾਂ ਨਾਲ ਗੱਲਬਾਤ ਕਰੀਏ। Excuse me, is the game okay? Do you think there? It's on YouTube. Dead? Okay, the time that is this on here. Thank you.
It's pretty. It's awesome. That's big. Step forward. Oh, great. Let's go, my dear. ਹਲੋ ਇਹ ਹੁਣ ਮੈਂ ਬੰਦ ਕਿੱਦਾਂ ਕਰਕੇ ਆਵਾਂ ਹਾਂ ਮੈਂ ਕਿਹਾ ਬੰਦ ਕਿੱਦਾਂ ਕਰਾਂ Get a thought on some of the things that we're not really yet talking about. So we've got the main ones around endometriosis, we've got obviously puberty and exercise, but I think there's a few other things that are really important that if we don't do it, there won't ever be research in PCO. And unless you actually find those people out there who are going to, see that we can get a clinical trial going with participants, then it's never going to get solved. So it's just an observation, but I'll open it up to the panel for comments. Yeah, thank you. I think that's really insightful. Does anyone have any comments to that point, those points for now? I always talk about the fact that you can't just translate things and hand people. Agreed. Here's a Punjabi version of the English leaflet that we have on PCOS. Nisha, you wouldn't believe it. You know, our health complaints commissioner, so she came to the organisation for a conversation, and I actually said exactly that to her. I said, how can you think you can just translate an English document into another language? We've got rocks in our head because it doesn't land, right? I've heard you speak in Punjabi and I'm super impressed because I can't. Mine is 50. But I agree with you. We have this sort of Angregified English or, Angregified Punjabi or something like that. Like we'll say words that are, we make them sound Indian, but they're not. But that is part of who we are. We chop and change our words. How we... ਤਿੰਨ ਵਜੇ ਦਾ ਇੱਕ ਜ਼ਬਰਦਸਤ ਮੈਚ ਹੋਣ ਜਾ ਰਿਹਾ
ਸਵੇਰ ਦਾ ਮੈਚ ਕਹਿੰਦੇ ਫਤਿਹ ਕਰ ਚੁੱਕੇ ਨੇ, ਗੱਲਬਾਤ ਕਰਦੇ ਆ ਇਸ ਤਰ੍ਹਾਂ ਕਿ ਇਹਨਾਂ ਦੇ ਖਿਡਾਰੀਆਂ ਨਾਲ ਵੀ ਗੱਲਬਾਤ ਕਰੀ ਕਿਸੇ ਦੀ ਅੱਗੇ ਚੱਲਦਾ ਹੀ ਨਹੀਂ। ਹਾਂਜੀ ਚੱਲੀ ਭਾਜੀ ਫਿਰ ਇੱਕ ਵਾਰ ਆਪਣਾ ਧਰਮ ਚਾਪ ਟੈਕ ਕਰ ਰਹੇ ਲੱਗਦਾ ਕਿ ਕਹਿੰਦੇ ਤੇ ਇਹਦਾ ਟਾਈਮ ਟੇਬਲ ਦੇਖ ਸਕਦੇ ਹੋ, ਲੇਕਿਨ ਤੁਹਾਡੇ ਹਿਸਾਬ ਦੇ ਨਾਲ ਕਿੰਨੇ ਕੁ ਜਾਨਾ ਮੈਚ ਹੁੰਦੇ ਤੇ ਜਿਹੜਾ ਫਾਈਨਲ ਦੇ ਵਿੱਚ ਮਿਹਰਬਾਨੀ ਆਪਾਂ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ। ਹਾਂਜੀ ਹਾਂ ਔਰ ਗਿਆ ਆਪੇ ਕਰਾ ਲਿਆ ਭਾਜੀ ਦਾ ਪਾਸਵਰਡ ਵੀ ਲਾਉਣਾ ਪੈਣਾ ਯਾਰ। ਭਾਈ ਕਿਰਨ ਭਾਈ from Punjab and they don't feel comfortable like with the language barrier. It's like you say, building trust with like who you can talk to about the questions that you have or the, you know, the myths that they have about how to take medication or manage certain conditions or even understanding what diabetes is and what happens if you don't manage it. So I think, yeah, lots of like the opportunity to have Punjabi speaking healthcare professionals coming there and being able to understand what are the gaps and what are the areas that are like really, you know, missing in how they can understand or connect or communicate. And then, you know, like you said, the handouts are there, but if you just give it to them without somebody actually having a conversation or workshopping or whether it's in a big setting like this, yeah, I think that is like a really valuable way to bring the community together and like who to refer to as well. Like even after that session, it's who's in the community who are healthcare providers who can speak Punjabi or help them kind of navigate if they need follow-up or further kind of care as well. I think this comes up a lot in food where people are, especially in our community, are feeling that we have to change the way we're eating to suit the Western way. The Western way isn't necessarily working either, but in fact, we've got thousands and thousands of years of, you know, Ayurvedic medicine. The way we eat is good. It's just that we've possibly changed a bit. Industrialization has affected diet across all different countries. But for me, what it is, it's about meeting people where they're at. If you want to eat Punjabi food, perfect. We have whole grain diets. We eat home cooked foods. We eat whole foods. And I think it's unfortunate that I do find in Australia that people feel the need that they have to go away from their culture. I think it's done really well in the NHS where we obviously have a big Indian population there. I find the resources there were really well tailored to how people eat, their lifestyle, the different challenges and well, the way we want to live our lives. It's adapted to us. So And one thing I was going to add was I don't know any other culture that can cook sabji like we do. You know, out of aloo, out of gajar, out of matar, you can make a really, really good sabji. And I think we should be, you know, promoting that all the foods that we do have culturally are actually great. But some of it comes down to portion size. Some of it comes down to where we are in our life. So it's not to say that we can't have makiai samosa, which I'm hoping to have later, but it's how much of it that we're having. So our diet is actually, in my personal opinion, I love food. The Punjabi diet that we have resources of so many different types of food. You know, the atta that we use here, bajra atta, is one of the healthiest atta that we can use. So I feel that we've got all the nutrients. We just need to perhaps modify some of it. And when we're having things like, you know, I certainly know having paratha with a jar and, you know, jar the cup, it's great, but I'm asleep in about 2 hours later. So actually just modifying that, having maybe one paratha, having it with some dahi or with some, you know, sabji, we're getting our protein, we're getting our fiber. So we don't need to change the way that we eat, but it's just modifying it slightly. And so that's really important to me. yeah, definitely. I'll get into some more specifics with some visuals as well later. Yeah, that'll be great.
they're looking good. Smiley, were you going to make a comment? Yeah, hi there. My name is Smiley. I'm a GP who specialises in women's health, like Dr. Shamila. And Pardew is absolutely right. There are big gaps in funding when it comes to women's health overall, let alone funding for people of colour. But there are very good resources out there. I just want to stress that ChatGPT is not one of those resources. There was I'm sure everyone on the panel is seeing this more and more, but we're having a lot of patients coming in, having done their research on ChatGPT, and they know very much what they want and they don't want. And it's great to do your research beforehand and have an idea as to what you think may or may not suit you, but just be careful of your sources. There are good sources out there. So, for example, I'm from the UK as well, and I use patient.info. Fantastic website for any health issue, and you know it's written by health professionals, not whatever hallucinations ChatGPT is coming up with. And the Australasian Menopause Society is fantastic, and as is Jean Howells for menopause health. So just it's really good to do some research beforehand, but there are good resources out there. If you want to know about certain conditions like PCOS, there are charities who fund research in PCOS, and they can be really good places to look for impartial evidence-based data. So absolutely do your reading beforehand. Speak to your GP. If you feel like you feel a bit shy talking to your GP, some people say, oh, I've got a male GP, I don't want to speak to him about it. There are lots of GPs who specialise in women's health and sexual health, and absolutely go and start the conversation there, and then we can help guide you as to whether it's something we're managing in general practice. And like the panel have said so nicely already, that it's not just hormones. We can offer all sorts of medical and non-medication options and natural supplements as well. So start the conversation with your GP or any GP you feel comfortable talking to, and then if needed, we refer you on to the appropriate professionals that may be even more helpful than us. So I just wanted to mention that as well. Hadi? One final one before I do have to go. We have to go. One of the things that's not specific to women's health, and it has to be mentioned, is loneliness. And social prescribing is one of the big things that's happening in the GP community at the moment. So especially for my mum, as an example, 90 years of age, hard of hearing. Luckily, she likes her ZTV and watches Indian soaps all day long. But there are a lot of people that are experiencing loneliness, and there is that obviously a determinant there for dementia, and other things can be as a result of not having that interaction. So I think that's really important. It doesn't matter if it's male or female. Males have different problems, different issues, but certainly I think it's one of the things that has to be mentioned, that the connectivity and the social prescribing side of things for GPs being involved with the Indian community is really important. Absolutely. No, thank you very much. I'm conscious that people are going to be coming and going. And so I just want to pause for a second and let you all know that you have what we have fulkaris on your chairs. There's a pen as well. Please feel free. It's your opportunity to grow the fulkari wall with a message, either a key takeaway that you've had from the session, or a message that you have, or just a reflection generally about being here. I think for me, it's a very emotional moment, because I think it's wonderful that we have this type of a forum finally. It's only taken 38 years, but we're here and we're only going to go bigger, right? But so please take it, and thanks, Hadi. Thanks for joining. Before I continue, I'm really conscious that we've been sitting a long time. So I wonder if the panelists want to just stand up and just shake a little. If you all want to stand up, You lead us in some stretches. Every 20 minutes should be getting up. Right, that's right. Because I'm conscious that, I chose to stand and I'm in high heels. So I'm sort of working this. But yes, no, please, yes, it's good idea. And so please take a seat again, and we're really excited that you're here and part of this conversation. Alrighty. We're up to, I think we've covered bone health. Okay, so I'll give you guys a few minutes. Yep, we'll just give everyone a minute. And then japiyan baar palo thair ke. All right, we'll take a seat again. Bejo.
Actually, as people are taking their seat, I'd like to also, so my friend Navdeep here is just a recent nurse prac. Congratulations. Fantastic. Another Bayside Health girl, of course. But Navdeep has been, you actually have the experience of looking after a family member who's aging as well, and the challenges that come with that, as well as studying, as well as living so far away from family. And I think, you know, these things also play into our health and our well-being and how we can be supportive. Because as women, you carry a huge burden and responsibility to actually care for the family. So can we just and congratulate all the women for always being so strong. All 1 2 3 1 2 3 वॉइस चेक 1 2 3 आवाज आ रही है जी मैनू मेरी आवाज पहुंच रही है जी ਤੁਹਾਡੇ ਕੋਲ ਸਾਰਿਆਂ ਕੋਲ मेरी आवाज पहुंच रही है जी मैसेज करके दसो ओके चलो जी आवाज आ रही है ਤੇ ਆਪਾਂ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਮੇਰੇ ਕੋਲ ਬਹੁਤ ਹੀ ਸੋਹਣਾ ਕਪਲ ਹੈਗਾ ਜੀ ਸਿਡਨੀ ਤੋਂ ਸਪੈਸ਼ਲ ਸਿੱਖ ਗੇਮਸ ਦੇਖਣ ਆਏ ਨੇ ਤੇ ਅਗਰ ਇਹਨਾਂ ਦੀ ਮੈਂ ਪਿਛੋਕੜ ਤੋਂ ਗੱਲਬਾਤ ਕਰਾਂ ਤਾਂ ਮੇਰੇ ਨਾਲ ਗੱਲ ਕਰ ਰਹੇ ਸੀਗੇ ਕਿ ਅਸੀਂ ਚੰਡੀਗੜ੍ਹ ਤੋਂ ਆ ਤੇ ਮੈਂ ਇਹਨਾਂ ਤੋਂ ਜਾਨਣਾ ਚਾਹਨੀ ਹਾਂ ਕਿ ਤੁਹਾਨੂੰ ਇੱਥੇ ਆ ਕੇ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਚੰਡੀਗੜ੍ਹ ਦੀ ਯਾਦ ਆ ਰਹੀ ਹੈ ਪੰਜਾਬ ਦੀ ਯਾਦ ਆ ਰਹੀ ਹੈ ਜਾਂ ਸਿਡਨੀ ਦੀ ਯਾਦ ਆ ਰਹੀ ਹੈ ਤੇ ਮੈਲਬਨ ਦਾ ਮੌਸਮ ਇਹ ਮੈਲਬਨ ਦੇ ਪਿਆਰੇ ਪਿਆਰੇ ਸਾਰੇ ਜਿਹੜੇ ਇੱਥੇ ਅਸੀਂ ਇਕੱਠੇ ਹੋਏ ਆ ਸਮਾਜ ਨੂੰ ਇਕੱਠਾ ਕਰ ਰਹੇ ਆ ਏਕਤਾ ਦਾ ਭਾਈਚਾਰੇ ਦਾ ਇੱਕ ਮੈਸੇਜ ਦੇ ਰਹੇ ਆ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਜੀ ਹਰਮਨ ਰੇਡੀਓ ਤੇ ਤੁਹਾਡਾ ਦੋਨਾਂ ਦਾ ਜੀ ਸਵਾਗਤ ਹੈ ਜੀ ਕੁਝ ਕਹਿਣਾ ਚਾਹੋਗੇ ਤੁਸੀਂ ਹਾਂਜੀ ਬਹੁਤ ਸੋਹਣਾ ਇਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਅਸੀਂ ਪੰਜਾਬ 'ਚ ਘੁੰਮ ਰਹੇ ਹਾਂ ਸਾਡਾ ਉਹੀ ਪੁਰਾਣਾ ਕਲਚਰ ਜੋ ਇੱਥੇ ਦਿਖਾਇਆ ਜਾ ਰਿਹਾ ਹੈ ਭੱਠੀ ਜਿਸ ਤਰ੍ਹਾਂ ਪੰਜਾਬੀ ਸਕੂਲ ਹੋਰ ਸਾਰਾ ਸਾਡਾ ਕਲਚਰ ਇੱਥੇ ਆ ਕੇ ਸਾਨੂੰ ਇਹ ਨਹੀਂ ਦਿਮਾਗ 'ਚ ਹੈ ਵੀ ਅਸੀਂ ਮੈਲਬੌਰਨ ਘੁੰਮ ਰਹੇ ਹਾਂ ਜੀ ਇਸ ਤਰ੍ਹਾਂ ਦਾ ਹੋਰ ਸਾਨੂੰ ਇਸ ਤੋਂ ਵਧੀਆ ਹੋਰ ਕੀ ਮਾਹੌਲ ਬਹੁਤ ਸੋਹਣਾ ਆਰਗੇਨਾਈਜ਼ਰ ਨੇ ਬਹੁਤ ਸੋਹਣਾ ਚੰਡੀਗੜ੍ਹ ਤੋਂ ਥੈਂਕ ਯੂ ਜੀ ਥੈਂਕ ਯੂ ਤੇ ਹੁਣ ਆਪਾਂ ਗੱਲ ਕਰਦੇ ਆ ਜੀ ਭੱਠੀ ਤੇ ਪਹੁੰਚ ਚੁੱਕੇ ਆ ਤੇ ਬੀਬੀ ਜੀ ਬੈਠੇ ਦਾਣੇ ਭੁੰਨ ਰਹੇ ਨੇ ਤੁਸੀਂ ਦੇਖੋਗੇ ਭੱਠੀ ਤੇ ਦਾਣੇ ਭੁੰਨੇ ਜਾ ਰਹੇ ਨੇ ਤੇ ਦਾਣੇ ਭੁੰਨਣ ਦੇ ਨਾਲ ਨਾਲ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਰਮਨ ਰੇਡੀਓ ਆਸਟ੍ਰੇਲੀਆ ਤੇ ਤੁਹਾਡਾ ਸਵਾਗਤ ਹੈ ਜੀ ਹਰਮਨ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਅਸੀਂ ਬਹੁਤ ਪੁਰਾਣੇ ਲਿਸਨਰ ਹਾਂ ਹਰਮਨ ਰੇਡੀਓ ਦੇ ਭਾਈ ਮੈਂ ਤਾਂ ਤੇ ਬਹੁਤ ਧੰਨਵਾਦ ਭਾਈ ਤੁਸੀਂ ਸਾਨੂੰ ਕਵਰ ਕਰ ਰਹੇ ਹੋਗੇ ਹੋਰ ਅਸੀਂ ਆਖਿਆ ਹੁਣ ਝੋਨਾ ਨੇ ਕੰਮ ਛੱਡਤਾ ਤੇ ਅਸੀਂ ਇਹ ਕੰਮ ਕਰ ਲਈਏ ਹਨਾ ਅਸੀਂ ਆਖਿਆ ਇੱਥੇ ਮੈਲਬਨ ਚ ਵੀ ਦੱਸ ਦਈਏ ਭਾਈ ਅੱਗੇ ਝੋਲ ਦਾਣੇ ਭੁੰਨਦੇ ਹੁੰਦੇ ਸੀਗੇ ਅਸੀਂ ਬਣਾ ਕੇ ਲਿਆਏ ਆ ਵੈਸੇ ਤਾਂ ਜੱਟੋ ਕੋਈ ਫਰਕ ਨਹੀਂ ਪੈਂਦਾ ਜਾ ਕੇ ਖੁਸ਼ ਹੋਇਆ ਲਾਗੇ ਚੱਕਾ ਕੱਢਣ ਵਾਲੇ ਹੋਏ ਸੀਗੇ ਹੋਏ ਸਾਰੇ ਕੰਮ ਚ ਕੋਈ ਉਹ ਮੇਣਾ ਨਹੀਂਗਾ
ਰਸੋਈ ਤੋਂ ਲੈ ਕੇ ਦਫ਼ਤਰਾਂ ਤੱਕ ਟਾਇਲਟ ਕਲੀਨਰ ਕਰਨ ਤੱਕ ਕੋਈ ਕੰਮ 'ਚ ਕੋਈ ਵੱਡਾ ਨਹੀਂ ਗਾ ਛੋਟਾ। ਇਹ ਤਾਂ ਇੱਕ ਆਪਾਂ ਬੱਚਿਆਂ ਨੂੰ ਹੈ ਜਿਹਨਾਂ ਨੂੰ ਦੱਸਣਾ ਵੀ ਭਾਈ ਆ ਮੱਕੀ ਦੇ ਦਾਣੇ ਹੁੰਦੇ ਆ ਤੇ ਇਹਨਾਂ ਨੂੰ ਪਾ ਕੇ ਇਹਦੇ ਵਿੱਚ ਉਹਦੀਆਂ ਖਿੱਲਾਂ ਬਣਦੀਆਂ। ਪਰ ਸੌਰੀ ਅਸੀਂ ਅੱਗ ਨਹੀਂ ਮਚਾ ਸਕਦੇ, ਰੌਲਾ ਉਹੀ ਹੈ ਵੀ ਅੱਗ ਮੱਚਦੀ ਹੋਵੇ ਤਾਂ ਫਿਰ ਨਾਲ ਦੀ ਨਾਲ ਦਾਣੇ ਖਾਓ। ਤੇ ਹੁਣ ਉਹ ਗੱਲ ਵੀ ਦੇਖ ਕੇ ਇੱਕ ਮੂੰਹ 'ਚ ਪਾਣੀ ਜ਼ਰੂਰ ਆਉਂਦਾ ਹੋਊਗਾ ਵੀ ਹਾਏ ਬੁੜੀ ਸਾਨੂੰ ਦਿੰਦੀ ਨੀ ਦਾਣੇ। ਕੀ ਕਰਾਂ? ਮੇਰੇ ਵਾਸਤੇ ਨਹੀਂ ਕੋਈ, ਮੇਰੇ ਵਾਸਤੇ ਹੋਵੇ ਤਾਂ ਮੈਂ ਅੱਗ ਮਚਾ ਸਕਦਾ। ਪਰ ਕੋਈ ਨਹੀਂ। ਪਰ ਤੁਸੀਂ ਦੇਖੋ ਬਸ ਜਦੋਂ ਆਪਾਂ ਆਪਣੇ ਪਿੰਡਾਂ 'ਚ ਗਏ ਨਾ ਜ਼ਰੂਰ ਭੱਠੀ ਵਾਲੇ ਕੋਲੇ ਜ਼ਰੂਰ ਜਾ ਕੇ ਆਏ। ਇੱਕ ਵਾਰੀ ਦੇਖਿਓ ਵੀ ਅਸੀਂ ਵੀ ਦਾਣੇ ਬਣਾ ਕੇ ਲਿਆਉਣੇ ਆ ਤੇ ਕਿਵੇਂ ਦਾਣੇ ਭੁੰਨਦੇ ਹੈਗੇ ਹਨਾ। ਤੇ ਮਾਈਕ੍ਰੋਵੇਵ ਤਾਂ ਆਪਾਂ ਖਾਂਦੇ ਹੀ ਹੈਗੇ। ਆਹ ਹੈਗੇ ਕਣਕ ਦੇ, ਇਹਦੇ ਆਪਾਂ ਦਲੀਆ ਬਣਾ ਲੈਂਦੇ ਸੀ। ਆਹ ਛੋਲੇ ਹੈਗੇ ਤੇ ਆਹ ਆਪਣੀਆਂ ਹੈਗੀਆਂ ਪਿੰਨੀਆਂ, ਜਿਹੜੇ ਭੂਤ ਪਿੰਨੇ ਵੀ ਕਹਿੰਦੇ ਹੁੰਦੇ ਸਾਡੇ। ਆਹ ਤਾਂ ਬੜੇ ਵਧੀਆ ਲੱਗਦੇ ਜੀ। ਇਹਨੂੰ ਕੀ ਕਹਿੰਦੇ ਸੀ ਪੰਜਾਬੀ 'ਚ? ਜਵਾਰ ਦੇ ਆ ਬਲੇ ਅੱਛਾ ਬਾਜਰੇ ਦੇ, ਇਹ ਬਾਜਰੇ ਦੇ ਆ ਚੌਲਾਂ ਦੀਆਂ। ਹਾਂ ਇਹਨਾਂ ਨੂੰ ਆਹ ਮਰੁੰਡਾ ਜੀ। ਹਾਂ ਇਹ ਮਰੁੰਡਾ ਬਣਾ ਕੇ ਰੱਖਿਆ ਵਾ। ਤੇ ਧੰਨਵਾਦ ਤੁਹਾਡਾ, ਥੈਂਕ ਯੂ ਜੀ, ਥੈਂਕ ਯੂ ਜੀ। ਤੇ ਹੁਣ ਫਿਰ ਤੋਂ ਇੱਕ ਵਾਰ ਆਪਾਂ ਗੱਲ ਕਰਦੇ ਹਾਂ ਬੰਜਾਰਿਆਂ ਦੀ ਡਰੈਸ ਦੇ ਵਿੱਚ ਬਹੁਤ ਹੀ ਖੂਬਸੂਰਤ ਸਜੇ ਹੋਏ ਸਾਡੇ ਨਾਲ ਸਾਹਮਣੇ ਸ਼ਖਸੀਅਤ ਨੇ ਤੇ ਉਹਨਾਂ ਦਾ ਨਾਮ ਜਾਣਾਂਗੇ। ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਤੇ ਫਿਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਆਪਣਾ ਨਾਮ ਦੱਸੋ ਜੀ। ਹਰਮਨ ਰੇਡੀਓ ਸਟੇਡੀਓ ਸਵਾਗਤ ਹੈ ਤੁਹਾਡਾ। ਥੈਂਕ ਯੂ ਸੋ ਮਚ। ਮੇਰਾ ਨਾਮ ਪ੍ਰਵੀਨ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਰਮਨਪ੍ਰੀਤ ਕੌਰ ਜੀ ਤੇ ਅੱਜ ਅਸੀਂ ਬੰਜਾਰਨਾ ਬਣੀਆਂ ਹੋਈਆਂ। ਇਹ ਬੰਜਾਰੇ ਰਾਜਸਥਾਨ ਤੋਂ ਆਉਂਦੇ ਹੁੰਦੇ ਸੀ ਤੇ ਇਹਨਾਂ ਦਾ ਜਿਹੜਾ ਡਰੈਸ ਹੁੰਦੀ ਸੀ ਇਹਨਾਂ ਨੂੰ ਪਤਾ ਵੀ ਜਿਹੜੇ ਇੱਥੇ ਨਾਮ ਆਏਗਾ ਉਹਨਾਂ ਦੇ ਵਿੱਚ ਆਉਂਦੇ ਸੀ ਤੇ ਜਿਹੜੀਆਂ ਪੁਰਾਣੀਆਂ ਚੀਜ਼ਾਂ ਹੁੰਦੀਆਂ ਸੀ ਉਹਨਾਂ ਨੂੰ ਰਿਪੇਅਰ ਕਰਦੇ ਸੀ। ਇਹਨਾਂ ਦੇ ਬੜੇ ਸ਼ੌਕ ਸੀ ਜਿਹੜੀਆਂ ਆਪਣੀਆਂ ਡਰੈਸਾਂ ਬਣਾਉਂਦੇ ਸੀ ਬੜੀਆਂ ਰੀਝਾਂ ਨਾਲ ਬਣਾਉਂਦੇ ਸੀ ਤੇ ਅੱਜ ਅਸੀਂ ਇਹਨਾਂ ਦੀ ਕੋਸ਼ਿਸ਼ ਕੀਤੀ ਹੈ। ਕਹਿੰਦੇ ਸਹੀ ਅੱਜ ਕਹਿੰਦਾ ਮੈਂ ਪਤਾ ਨਹੀਂ ਪਾ ਕੇ ਅੱਜ ਅਸੀਂ ਆਪਣਾ ਤੋਂ ਬੰਜਾਰਨਾ ਦਾ ਰੂਪ ਪੇਸ਼ ਕੀਤਾ। ਥੈਂਕ ਯੂ ਜੀ। ਤੇ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਤੇ ਅੱਗੇ ਗੱਲਬਾਤ ਕਰਦੇ ਹਾਂ। ਤੇ ਮੇਰੇ ਨਾਲ ਹੀ ਇੱਕ ਬੇਬੇ ਦੀ ਰਸੋਈ ਬਣੀ ਹੋਈ ਹੈ ਜੀ। ਬੇਬੇ ਦੀ ਰਸੋਈ ਦੇ ਵਿੱਚ ਮੱਖਣ ਬਣ ਰਿਹਾ ਜੀ ਤੇ ਗੁੜ ਵਾਲੇ ਚੌਲ। ਹਾਂਜੀ ਤੇ ਹਰਮਨ ਰੇਡੀਓ ਆਸਟ੍ਰੇਲੀਆ 'ਚ ਤੁਹਾਡਾ ਸਵਾਗਤ ਹੈ ਜੀ। ਕੁਝ ਹਾਂਜੀ ਹਾਂਜੀ ਇਹਦੇ ਵਿੱਚ ਅਸੀਂ ਪੁਰਾਣਾ ਜਿਹੜਾ ਆਪਣਾ ਕਲਚਰ ਹੈ ਉਹ ਦਿਖਾ ਰਹੇ। ਇੱਥੇ ਚੁੱਲ੍ਹੇ ਬਣੇ ਹੋਏ ਆ ਦੁੱਧ ਰਿੜਕਣ ਵਾਸਤੇ ਆ ਹਨਾ। ਤੰਦੂਰ ਹੋ ਗਿਆ, ਤਵੀ ਹੋ ਗਈ, ਤਕੜੀ ਤੁਸੀਂ ਦੇਖ ਸਕਦੇ ਹੋ ਪਿੱਛੇ। ਸੋ ਜਿੱਦਾਂ ਆਪਣੇ ਚੌਂਕਾ ਬਣਦਾ ਹੁੰਦਾ ਸੀ, ਗਲਾਸ ਭਾਂਡੇ ਰੱਖੇ ਹੁੰਦੇ ਸੀ ਤੇ ਆਪਾਂ ਉਸੇ ਤਰ੍ਹਾਂ ਹੀ ਆ। ਸੋ ਆਓ ਤੁਸੀਂ ਇੱਥੇ ਤੇ ਆਣ ਕੇ ਤੁਸੀਂ ਦੇਖੋ ਬੇਬੇ ਦੀ ਰਸੋਈ ਹੈ। ਥੈਂਕ ਯੂ ਜੀ। ਸਟਾਪ। ਤੇ ਚਲੋ ਆਪਾਂ ਅੱਗੇ ਵਧਦੇ ਹਾਂ ਤੇ ਇੱਥੇ ਗੱਲਬਾਤ ਕਰਦੇ ਹਾਂ ਕਿਸੇ ਨਾਲ। ਕੁਝ ਕਹਿਣਾ ਚਾਹੋਗੇ ਜੀ? ਸਤਿ ਸ਼੍ਰੀ ਅਕਾਲ ਜੀ। ਯੰਗਸਟਰਸ ਖੜੇ ਨੇ ਸਾਡੇ ਨਾਲ ਇੱਥੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਲੱਗੇ ਸਾਡਾ ਪਹਿਲਾ ਸਾਲ ਇੱਥੇ ਤੇ ਅਸੀਂ ਫਸਟ ਟਾਈਮ ਹੀ ਦੇਖ ਰਹੇ ਹਾਂ ਤੇ ਸਾਨੂੰ ਮੌਕਾ ਮਿਲਿਆ ਮੈਲਬਨ 'ਚ। ਇਹ ਮੌਕਾ ਸਾਨੂੰ ਮਿਲ ਗਿਆ, ਨਹੀਂ ਜਾਣਾ ਪਿਆ ਕਿਸੇ ਪਾਸੇ ਤੇ ਰੌਣਕਾਂ ਲੱਗੀ ਤੇ ਵਧੀਆ ਲੱਗ ਰਿਹਾ। ਪੰਜਾਬ ਤੋਂ ਕਿੱਥੋਂ ਹੈ ਜੀ ਤੁਸੀਂ? ਅਸੀਂ ਮਾਲਵਾ ਏਰੀਆ ਤੋਂ ਹੀ, ਪੰਜਾਬ ਤੋਂ ਬਰਨਾਲਾ। ਬਰਨਾਲੇ ਵਰਗਾ ਮਾਹੌਲ ਲੱਗ ਰਿਹਾ ਜੀ? ਉਸ ਤੋਂ ਵੀ ਜ਼ਿਆਦਾ ਵਧੀਆ। ਬਰਨਾਲੇ ਤਾਂ ਜਦੋਂ ਘੱਟ ਮੇਲੇ ਮੂਲੇ ਲੱਗਦੇ ਸੀਗੇ, ਵਧੀਆ ਲੱਗ ਰਿਹਾ। ਸਾਰੇ ਪੰਜਾਬੀ ਇਕੱਠੇ ਹੋਏ ਆ ਮੇਲੇ ਦੇਖ ਕੇ। ਥੈਂਕ ਯੂ ਜੀ। ਤੇ ਚਲੋ ਅੱਗੇ ਵਧਦੇ ਹਾਂ, ਆਪਾਂ ਗੱਲਬਾਤ ਕਰਦੇ ਹਾਂ ਤੇ ਦੇਖਿਆ ਜਾਵੇ ਕਿ ਮੇਲੇ ਦੀਆਂ ਰੌਣਕਾਂ ਜਿਵੇਂ ਜਿਵੇਂ ਸਮਾਂ ਲੰਘਦਾ ਜਾ ਰਿਹਾ ਇਸੇ ਤਰ੍ਹਾਂ ਰੌਣਕਾਂ ਵੀ ਵੱਧਦੀਆਂ ਜਾ ਰਹੀਆਂ ਨੇ। ਤੇ ਗੱਲ ਕਰੀਏ ਸਟਾਲਸ ਦੀ, ਅਲੱਗ-ਅਲੱਗ ਤਰ੍ਹਾਂ ਦੀਆਂ ਸਟਾਲਸ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਤੇ 6911 ਟਰੈਕਟਰ ਸਾਡੇ ਸਾਹਮਣੇ ਜੀ। ਸਿੱਧੂ ਮੂਸੇਵਾਲਾ ਦਾ ਬਹੁਤ ਖੂਬਸੂਰਤ ਬੁੱਤ ਵੀ ਇੱਥੇ ਉਹਨਾਂ ਦੀ ਸ਼ਖਸੀਅਤ ਦੇ ਤੌਰ ਦੇ ਉੱਤੇ ਮੌਜੂਦ ਹੈ। ਤੇ ਆਪਾਂ ਅੱਗੇ ਵੱਧ ਜਾ ਰਹੇ ਹਾਂ ਜੀ। ਸਾਹਮਣੇ ਮੈਨੂੰ ਰੌਣਕ ਤ੍ਰਿੰਜਣਾ ਦੀ ਦਿਖਾਈ ਦੇ ਰਹੀ ਹੈ ਤੇ ਆਪਾਂ ਉੱਥੇ ਗੱਲ ਕਰ ਰਹੇ ਹਾਂ। ਤੇ ਮੇਰੇ ਨਾਲ ਨੇ ਜੀ ਇਸ ਟਾਈਮ ਅਮਰਦੀਪ ਜੀ। ਤੇ ਚਲੋ ਜੀ ਕਰੀਏ ਪ੍ਰੋਗਰਾਮ ਦੀ ਅਗਲੇ ਪੜਾਅ ਦੀ ਸ਼ੁਰੂਆਤ। ਇਹਦੇ ਸਾਡੀਆਂ ਬੀਬੀਆਂ ਭੈਣਾਂ ਜਿਹੜਾ ਪੁਰਾਣਾ
ਜਦੋਂ ਕ੍ਰਿਕਟ ਲੱਗਦਾ ਹੁੰਦਾ ਸੀ ਨਾ ਹਾਂਜੀ। ਤਾਂ ਇਕੱਠੀਆਂ ਹੋ ਕੇ ਉਹ ਕੱਟਦੀਆਂ ਪਰੋਂਦੀਆਂ ਹਨਾ ਹਾਂਜੀ, ਹਾਂਜੀ। ਕੌਣ ਬਹਿ ਜਾਂਦੀਆਂ ਸੀ ਹਨਾ ਹਾਂਜੀ। ਉਦਾਂ ਦਾ ਹੀ ਨਜ਼ਾਰਾ ਜੇ ਤੁਸੀਂ ਕੈਮਰਾ ਲੈ ਕੇ ਆਓ ਇੱਧਰ। ਹਾਂਜੀ। ਤੇ ਇਹ ਸਾਰਿਆਂ ਨਾਲ ਤੋਪਾਂ ਨਾਲ ਸੋ ਇੱਕ ਬਹੁਤ ਖੂਬਸੂਰਤ ਨਜ਼ਾਰਾ ਜਿਹੜਾ ਉਹ ਪੁਰਾਣੇ ਪੰਜਾਬ ਵਾਲਾ ਸਾਨੂੰ ਦੇਖਣ ਨੂੰ ਮਿਲ ਰਿਹਾ। ਤੇ ਮੈਂ ਇੱਧਰ ਦੇਖਾਂ ਵੀ ਅਮਰਦੀਪ ਜੀ ਤੇ ਮੈਨੂੰ ਇੱਥੇ ਗੁੱਡੀਆਂ ਪਟੋਲੇ ਵੀ ਦਿਖ ਰਹੇ ਨੇ। ਔਰ ਜਿਹੜਾ ਹੱਥ ਦੀ ਕਲਾ ਹੁੰਦੀ ਆ, ਫੁਲਕਾਰੀਆਂ, ਕਰੋਸ਼ੀਆ ਹਨਾ ਤੇ ਉਹ ਜਿਹੜੇ ਟੋਪੇ ਜਿਹੜੇ ਆ ਜਿਹਨੂੰ ਆਪਾਂ ਕ੍ਰਾਸ ਸਟਿਚ ਦਾ ਨਾਮ ਦਿੰਦੇ ਅੱਜ ਕੱਲ੍ਹ ਹਨਾ ਤੇ ਉਹ ਹੱਥ ਦੀਆਂ ਬੜੀਆਂ ਦਰੀਆਂ ਪਈਆਂ ਇੱਥੇ। ਸੋ ਇੱਕ ਪੰਜਾਬ ਜਿਹੜਾ ਪੂਰੇ ਜਿਹੜਾ ਅਸੀਂ ਕਿਸੇ ਦਾ ਉੱਥੇ ਵੀ ਛੱਡ ਦਿੱਤਾ ਕਿਉਂਕਿ ਪੰਜਾਬ 'ਚ ਵੀ ਹੁਣ ਇਹੋ ਜਿਹਾ ਕੁਝ ਨਹੀਂ ਮਿਲਦਾ। ਸੋ ਉਸ ਸੱਭਿਆਚਾਰ ਨੂੰ ਇੱਥੇ ਇਹਨਾਂ ਨੇ ਦੁਬਾਰਾ ਦਰਸਾਉਣ ਦੀ ਕੋਸ਼ਿਸ਼ ਕੀਤੀ ਆ ਤੇ ਹੁਣ ਨਾ ਥੋੜੀ ਦੇਰ 'ਚ ਇੱਕ ਕਹਿੰਦੇ ਰਸਮ ਵੀ ਇਹਨਾਂ ਨੇ ਸਾਨੂੰ ਦਿਖਾਉਣੀ ਆ। ਅੱਛਾ ਜੀ। ਕਹਿੰਦੇ ਪੁਰਾਣੇ ਜ਼ਮਾਨੇ 'ਚ ਜਦੋਂ ਸ਼ਗਨ ਪੈਂਦੇ ਹੋਏ ਸੀ ਜੀ ਜੀ ਉਹ ਜਿਹੜਾ ਸ਼ਗਨ ਆ ਉਹ ਦਿਖਾਉਣਾ ਇਹਨਾਂ ਨੇ ਤੇ ਸ਼ਗਨ ਸਟੇਜ ਦੇ ਉੱਤੇ ਪਾਏਗਾ ਤੇ ਕਿੱਦਾਂ ਚੱਲਦਾ ਮੈਨੂੰ ਲੱਗਦਾ ਢੋਲਕੀ ਨਾਲ ਕੋਈ ਗੀਤ ਸੁਣਾਉਣ ਲੱਗਿਆ। ਓਕੇ ਜੀ। ਓਕੇ ਜੀ। ਹਾਂਜੀ ਆਂਟੀ ਢੋਲਕੀ ਵਾਲਾ ਕੋਈ ਗੀਤ ਸੁਣਾਓਗੇ ਫਿਰ ਅੱਜ? ਜ਼ਰੂਰ ਜੀ ਜ਼ਰੂਰ। ਬੱਚੇ ਤੇ ਚਮਕਣ ਵਾਲ ਮੇਰੇ ਬਣਦੇ ਤੇ ਚਮਕਣ ਵਾਲ ਮੇਰੇ ਬਣਦੇ ਤੇ ਚਮਕਣ ਵਾਲ ਮੇਰੇ ਬਣਦੇ ਤੇ ਚਮਕਣ ਵਾਲ ਮੇਰੇ
ਇਹਨਾਂ ਨੂੰ ਕਰਦੇ ਹੋ ਜਾਣਾ ਮਗਰ ਬਿਠਾਈ ਜਾਂਦੇ ਹੋ ਉਹ ਤੁਹਾਡੀ ਕੀ ਲੱਗਦੀ ਜਿਹਨੂੰ ਮਗਰ ਬਿਠਾਈ ਜਾਂਦੇ ਹੋ ਉਹ ਸਾਡੀ ਕੋ ਲੱਗਦੀ ਜਿਹਨੂੰ ਮਗਰ ਬਿਠਾਈ ਜਾਂਦੇ ਹੋ ਉਹ ਸਾਡੀ ਕੋ ਲੱਗਦੀ ਜਿਹਨੂੰ ਮਗਰ ਬਿਠਾਈ ਜਾਂਦੇ ਹੋ ਔਰ ਸਾਡੀਆਂ ਬੀਬੀਆਂ ਭੈਣਾਂ ਹਰ ਪੀੜ੍ਹੀ ਦੀ ਜਿਹੜੀ ਨੁਮਾਇੰਦਗੀ ਕਰ ਰਹੀਆਂ ਇੱਥੇ ਤੇ ਤੁਹਾਨੂੰ ਅੱਗੇ ਲੈ ਕੇ ਸਾਡੇ ਮੇਲੇ ਦੇ ਰੰਗ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਪਹਿਲਾ ਦਿਨ ਤੇ ਇਸ ਪਹਿਲੇ ਦਿਨ ਲੱਗੀਆਂ ਰੌਣਕਾਂ ਚਾਹੇ ਕਿ ਮੀਂਹ ਕਣੀ ਬਾਰ-ਬਾਰ ਇੱਥੇ ਪੈ ਰਹੀ ਆ ਪਰ ਮੀਂਹ ਕਣੀ ਦੀ ਕੋਈ ਪਰਵਾਹ ਨਹੀਂ ਹੈ ਸਾਡੇ ਦਰਸ਼ਕਾਂ ਨੂੰ ਔਰ ਜਿਹੜਾ ਉਤਸ਼ਾਹ ਹੈ ਉਹਨਾਂ ਦਾ ਉਹ ਆਪਣੇ ਆਪ ਦੇ ਵਿੱਚ ਇੱਥੇ ਸਟੇਜ ਤੇ ਕਿਤੇ ਵੀ ਪਰਫਾਰਮੈਂਸ ਆ ਆਪਾਂ ਇੱਕ ਵਾਰੀ ਕਿਤੇ ਤੇ ਵੀ ਨਜ਼ਰ ਪਵਾ ਦਿੰਦੇ ਹਾਂ बहुत बढ़िया बस बाबा ऐसे ही रखे नहीं ना पाए बहुत सोना आवाज नहीं आ रही करते हैं जी आप दोबारा एक बार शेयर कर
ਥੈਂਕ ਯੂ, ਬਹੁਤ ਸੋਹਣੀ ਪਰਫਾਰਮੈਂਸ। ਬੱਚੇ ਅੱਗੇ ਅੱਗੇ ਹੋ ਜੀ ਪਲੀਜ਼ ਸਾਰੇ। ਹਾਂਜੀ, ਇਸ ਤੋਂ ਬਾਅਦ ਸੋ ਇਸ ਬਹੁਤ ਹੀ ਸੋਹਣੀ ਪਰਫਾਰਮੈਂਸ ਤੋਂ ਬਾਅਦ ਵਿੱਚ ਜਿਹੜੀ ਅਗਲੀ ਪਰਫਾਰਮੈਂਸ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਜੀ, ਇੱਕ ਕਵਿਤਾ ਬਹੁਤ ਹੀ ਸੋਹਣੀ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾਏਗੀ। ਸੋ ਉਸ ਵਾਸਤੇ ਮੈਂ ਇਸ ਮੰਚ ਤੇ ਸੱਦਾ ਦੇਣਾ ਚਾਹਾਂਗੀ ਜੀ ਸਰਦਾਰ ਜਸਬੀਰ ਸਿੰਘ ਜੀ ਹਮੀਰਗੜ੍ਹ ਨੂੰ, ਜੋ ਇੱਕ ਤੁਹਾਡੇ ਸਾਹਮਣੇ ਕਵਿਤਾ ਲੈ ਕੇ ਆਉਣਗੇ। ਤੇ ਸਿਰਫ ਨੱਚਣ ਟੱਪਣ ਵਾਲਾ ਇਹ ਮਾਹੌਲ ਤੁਸੀਂ ਦੇਖੋ ਵੀ ਹੁਣੇ ਅਨਾਉਂਸ ਕਰਕੇ ਹਟੇ ਆ, ਕਵਿਤਾ ਲੈ ਕੇ ਕੋਈ ਹਾਜ਼ਰ ਹੋ ਰਹੇ ਆ ਤੇ ਹਰ ਤਰ੍ਹਾਂ ਥੈਂਕ ਯੂ ਜੀ, ਥੈਂਕ ਯੂ। ਇੱਕ ਵਾਰ ਜ਼ੋਰਦਾਰ ਤਾੜੀਆਂ ਪਲੀਜ਼ ਇਹਨਾਂ ਬੱਚਿਆਂ ਵਾਸਤੇ ਫੇਰ ਤੋਂ ਲਾ ਦਿਓ। ਔਰ ਹੁਣ ਮਾਈਕ ਮੈਂ ਹੈਂਡ ਓਵਰ ਕਰਨ ਜਾ ਰਹੀ ਹਾਂ ਜੀ ਸਰਦਾਰ ਜਸਬੀਰ ਸਿੰਘ ਜੀ ਹਮੀਰਗੜ੍ਹ। ਥੈਂਕ ਯੂ। ਮੈਂ ਸਮਾਂ ਨਾ ਗਵਾਉਂਦਾ ਹੋਇਆ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਚ ਕੇ ਕੁਝ ਹੋਰ ਆਏ ਸੀ, ਹੋ ਗਿਆ ਕੁਝ ਹੋਰ। ਬੱਚਿਆਂ ਨੇ ਏਕਤਾ ਦੀ ਗੱਲ ਕੀਤੀ ਹੈ, ਮਨੁੱਖਤਾ ਦੇ ਭਲੇ ਦੀ ਗੱਲ ਕੀਤੀ ਹੈ। ਕਿਸੇ शायर ने लिखा, काश मेरे देश की फिजा ऐसी हो, मंदिर जले हिंदुओं का रंज मुसलमानों को भी हो, मिट्टी में मिलना पाए आबरू मस्जिदों की, इसकी फिक्र मंदिरों के निगाहबानों को भी हो। ये होना चाहिए। ਮੈਨੂੰ ਤੁਹਾਡੇ ਸਾਰਿਆਂ ਦਾ ਸਾਥ ਚਾਹੀਦਾ। ਆਪਾਂ ਭੰਗੜੇ ਪਾਉਣਾ 2 ਮਿੰਟ ਵੇਲੇ, ਮੈਨੂੰ ਸਿਰਫ 3 ਮਿੰਟਾਂ ਦੇ ਮੈਨੂੰ ਜੁਰਮਾਨਾ ਹੋ ਜਾਣਾ। ਓਏ ਤੁਸੀਂ ਤਾਂ ਸੱਜਣੋ ਅੰਬ ਦਾ ਬੂਟਾ। ਹੈਲੋ ਬੇਟਾ, ਓਏ ਤੁਸੀਂ ਤਾਂ ਸੱਜਣੋ ਅੰਬ ਦਾ ਬੂਟਾ, ਮੈਂ ਕੇ ਲਾ ਬਣਿਆ ਵਾ, ਉਹ ਲਿਵ ਲਿਵ ਤੁਹਾਡੇ ਪੈਰੀ ਲੱਗ ਜਾ। ਓਏ ਲਿਵ ਲਿਵ ਤੁਹਾਡੇ ਪੈਰੀ ਲੱਗ ਜਾ, ਰਤਾ ਫਰਕ ਨਾ ਪਾਵਾਂ ਤੁਹਾਡੀ ਨੇਕੀ ਦਾ, ਕਿਆ ਦੁਨੀਆ ਵਿੱਚ ਤੁਹਾਡੀ ਨੇਕੀ ਦਾ, ਕਿਆ ਦੁਨੀਆ ਵਿੱਚ ਗਾਵਾਂ ਤੁਹਾਡੀ ਨੇਕੀ ਦਾ। ਮੈਂ ਇੱਕੋ ਇੱਕ ਆਪਣੀ ਕਵਿਤਾ ਦੱਸਣ ਲੱਗਿਆ, ਤੁਹਾਡੇ ਨਾਲ ਸ਼ੇਅਰ ਕਰਦਾ। ਇੱਕ ਸਮਾਂ ਸੀ ਜਦੋਂ ਇਸ ਧਰਤੀ ਦੇ ਉੱਤੇ ਜਨਮ ਤੋਂ ਪਹਿਲਾਂ ਬੱਚੀ ਨੂੰ ਚੈੱਕ ਕਰਵਾ ਕੇ ਸਿਰਫ ਇਸੇ ਲਈ ਮਾਰ ਦਿੱਤਾ ਜਾਂਦਾ ਸੀ ਕਿਉਂਕਿ ਉਹਦਾ ਜਿਹੜਾ ਲਹਿੰਗਾ ਉਹ ਇੱਕ ਲੜਕੀ ਹੈ। ਤਾਂ ਮੈਂ ਲਿਖਿਆ ਸੀ ਕਿ ਮੈਂ ਇੱਕ ਅਣਜਨਮੀ ਬੱਚੀ ਆਪਣਾ ਦਰਦ ਸੁਣਾਉਂਦੀ ਹਾਂ, ਇਹ ਦੁਨੀਆ ਦੇ ਲੋਕੋ ਸੁਣ ਲਓ, ਮੈਂ ਵੀ ਆਉਣਾ ਚਾਹੁੰਦੀ ਹਾਂ। ਮੈਂ ਇੱਕ ਅਣਜਨਮੀ ਬੱਚੀ ਆਪਣਾ ਦਰਦ ਸੁਣਾਉਂਦੀ ਹਾਂ। 1 2 3 ਮਾਈਕ ਚੈੱਕ। ਮੈਂ ਵੀ ਆਉਣਾ ਚਾਹੁੰਦੀ ਹਾਂ। ਆਵਾਜ਼ ਦੱਸੋ ਜੀ, ਆ ਰਹੀ ਹੈ ਤੁਹਾਨੂੰ? ਮਾਪਿਓ ਮੇਰੇ ਹੋ ਕਿਸ ਕਰ 1 2 3 ਮਾਈਕ ਚੈੱਕ। ਆਵਾਜ਼ ਆ ਰਹੀ ਹੈ ਜੀ? ਔਰ ਇਸ ਵੇਲੇ ਆਪਣੇ ਨਿੱਕੇ ਪਿੰਡਾਂ ਦੇ ਨਾਲ ਮੈਂ ਵੀ ਸੁਣਨਾ ਚਾਹੁੰਦੀ ਹਾਂ। ਇੱਥੇ ਆਲੇ ਦੁਆਲੇ ਸਟਾਲ ਲੱਗੀਆਂ ਹੋਈਆਂ ਹੈ। ਇੱਕ ਪਾਸੇ ਮੇਰੇ ਸੱਜੇ ਪਾਸੇ ਲੱਗੀ ਹੋਈ ਹੈ ਕਲਚਰਲ ਸਟੇਜ, ਜਿਹਨੂੰ ਅਸੀਂ ਓਪਨ ਸਟੇਜ ਕਹਿੰਦੇ ਆ ਇੱਥੇ। ਅਗਲੀ ਮੇਰੀ ਗੱਲ ਨਾ ਉਸ ਸਟੇਜ ਉੱਤੇ ਧਰਤੀ ਰੁੱਖ ਕੋ ਹਵਾ ਤੇ ਪਾਣੀ, ਅਸਮਾਨ ਦੇ ਵਿੱਚ ਉੱਡਦਾ ਹੋਇਆ ਹੈਲੀਕਾਪਟਰ ਜਿਹੜਾ ਕਿ ਐਂਬੂਲੈਂਸ ਵਿਕਟੋਰੀਆ ਦਾ। ਤੇ ਦੇਖੋ ਹਵਾ ਤੇ ਪਾਣੀ, ਜਿਹੜਾ ਸਾਹਮਣੇ ਖਤਮ ਕਹਾਣੀ। ਜਦੋਂ ਅਸੀਂ ਉੱਡਦੇ ਹਾਂ ਸੁਬਾਹ ਸਵੇਰ ਦੀ, ਵੱਧੋ ਵੱਧ ਬੂਟਿਆਂ ਨੂੰ ਪਾਣੀ ਪਾਇਓ, ਕਰਨੀ ਨਾ ਅਰਸ, ਦੌੜੀ ਨਾ ਦੇਰ ਜੀ, ਫੇਰ ਕਿਤੇ ਜਾ ਕੇ ਬੂਟੇ ਜਵਾਨੀ ਵਿੱਚ ਆਉਣਗੇ, ਲੁੱਟ ਚੁੱਕੀ ਹਰਿਆਲੀ ਤਾਂ ਵਾਪਸ ਲਿਆਉਣਗੇ। ਪਰ ਇਹ ਫੇਰ ਵੇਖੋ ਉਹਦੇ ਵੱਡ ਵੱਡ ਜਾਣਾ ਵੀ, ਜਿੱਧਰ ਨੂੰ ਗੇੜੇ ਮਾਰੋਗੇ ਆਉਣਗੀਆਂ ਬਹਾਰਾਂ ਜੀ। ਸੱਚ ਧਰਮ ਦਾ ਰਸਤਾ ਜਦੋਂ ਹਰ ਕੋਈ ਅਪਣਾਊਗਾ, ਧੰਨਵਾਦ ਉਹਦੇ ਧਰਤੀ ਰੁੱਖ ਕੁੱਖ ਜੋ ਹਵਾ ਪਾਣੀ ਨੂੰ ਬਚਾਊਗਾ। ਧੰਨਵਾਦ ਉਹਦੇ ਹਵਾ ਪਾਣੀ ਨੂੰ ਇੱਧਰ ਆ ਜਾਂਦੇ ਆ। ਇਹਦੇ ਨਾਲ ਹੀ ਲੰਗਰ ਵਾਲੀ ਸਾਈਡ ਤੇ ਅਸੀਂ ਨਜ਼ਰ ਮਾਰੀਏ। ਮੇਰੇ ਪੈਰਾਂ ਵਿੱਚ ਆਸਟ੍ਰੇਲੀਆ ਦਾ ਜਿਹੜਾ ਸਟਾਲ ਹੈ ਉਹਦੀ ਅੱਗੇ ਜਾ ਕੇ ਸਾਰਾ ਲੰਗਰ ਦਾ ਹੀ ਏਰੀਆ, ਔਰ ਉਸ ਲੰਗਰ ਦੇ ਏਰੀਆ ਦੇ ਵਿੱਚ ਪ੍ਰਨੀਤ ਸਾਡੇ ਨਾਲ ਕੈਮਰੇ ਤੇ ਨੇ, ਉਹ ਦਿਖਾ ਰਹੇ ਤੁਹਾਨੂੰ। ਔਰ ਉਸ ਲੰਗਰ ਦੇ ਏਰੀਆ ਦੇ ਵਿੱਚ ਵੀ ਚਾਹ ਦਾ ਲੰਗਰ ਔਰ ਆਪਾਂ ਜ਼ਿਆਦਾ ਸਮਾਂ ਤੁਹਾਡਾ ਨਹੀਂ ਲੈਣਾ, ਨਾਲ ਦੇ ਨਾਲ ਜਨਰਲ ਲੰਗਰ ਆ ਹਨਾ, ਆਪਾਂ ਚੱਲੀਏ, ਆਪਾਂ ਲੰਗਰ ਵੱਲ। ਆਪਾਂ ਲੰਗਰ ਵੱਲ ਵੀ ਚੱਲਦੇ ਆ ਔਰ ਦਿਖਾਉਣੇ ਆ। ਔਰ ਜਿਹੜੀ ਸੇਵਾ ਭਾਵਨਾ ਆ ਲੰਗਰ ਦੀ, ਉਹ ਆਪਣੇ ਆਪ ਦੇ ਵਿੱਚ ਮੈਂ ਕਹਿੰਦੀ ਆ ਕਿ ਸ਼ਾਇਦ ਹਫਤੇ ਤੋਂ ਲੰਗਰ ਤਿਆਰ ਕਰ ਰਹੇ ਸੀਗੇ, ਔਰ ਹਫਤੇ ਬਾਅਦ ਹੁਣ ਅੱਜ ਜਦੋਂ ਇੱਥੇ ਠਾਠਾਂ ਮਾਰਦਾ ਇਕੱਠ ਆ ਸੰਗਤ ਦਾ, ਔਰ ਉਸ ਠਾਠਾਂ ਮਾਰਦੇ ਇਕੱਠ ਨੂੰ ਬੜੇ ਤਰੀਕੇ ਦੇ ਨਾਲ, ਸਲੀਕੇ ਦੇ ਨਾਲ ਸੰਭਾਲਿਆ ਗਿਆ ਤੇ ਲੰਗਰ ਦੀਆਂ ਲੰਮੀਆਂ ਕਤਾਰਾਂ ਨਾ ਲੱਗਣ, ਇਸ ਕਰਕੇ ਬਹੁਤ ਸਾਰੀਆਂ ਜਿਹੜੀਆਂ ਲਾਈਨਾਂ ਦੇ ਵਿੱਚ ਲੰਗਰ ਜਿਹੜਾ ਵਰਤਾਇਆ ਜਾ ਰਿਹਾ। ਤੇ ਲੰਗਰ ਦੇ ਲਈ ਜੇ ਲੰਗਰ ਤੁਸੀਂ ਲੈ ਲੈਂਦੇ ਹੋ, ਲੰਗਰ ਬੈਠ ਕੇ ਛਕਣਾ ਚਾਹੁੰਦੇ ਹੋ, ਤਾਂ ਮੈਂ ਕਹਿੰਦੀ ਹਾਂ ਕਿ ਤੁਸੀਂ ਇੱਧਰ ਵੀ ਘੁਮਾ ਦਿਓ। ਇੱਧਰ ਦੇਖੋ ਸਾਰਾ ਜਿਹੜਾ ਪੰਡਾਲ ਲੱਗਾ ਹੋਇਆ, ਇੱਥੇ ਕੁਰਸੀਆਂ ਟੇਬਲ ਲਗਾਏ ਗਏ ਆ, ਔਰ ਵੱਡੀ ਗਿਣਤੀ ਦੇ ਵਿੱਚ ਤੁਸੀਂ ਇੱਥੇ ਬੈਠ ਕੇ ਲੰਗਰ ਛਕ ਸਕਦੇ ਹੋ ਆਰਾਮ ਦੇ ਨਾਲ। ਤੇ ਉਸ ਤੋਂ ਬਾਅਦ ਚਾਹ ਦਾ ਲੰਗਰ ਜਿਹੜਾ ਉਹ ਵੀ ਚੱਲ ਰਿਹਾ, ਤੇ ਜਿਹੜੇ ਲੋਕ ਚਾਹ ਦੀ
ਅੱਛਾ ਰੱਖਦੇ ਆ ਹਨਾ। ਅਮਰਦੀਪ ਜੀ ਮੈਂ ਦੇਖਿਆ ਜਾਵੇ ਤਾਂ ਮੈਂ ਸਭ ਤੋਂ ਲੰਬੀ ਲਾਈਨ ਇੱਥੇ ਪਕੌੜਿਆਂ ਵਾਲੀ ਲਾਈਨ ਤੇ ਦਿਖ ਰਹੀ ਹਾਂ। ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ ਦੇਖੋ ਵੀ ਪੰਜਾਬੀ ਚਾਹ ਪਕੌੜਿਆਂ ਦੇ ਤਾਂ ਸ਼ੌਕੀਨ ਹਮੇਸ਼ਾ ਤੋਂ ਰਹੇ ਆ ਹਨਾ, ਤੇ ਨਾਲੇ ਮੌਸਮ ਵੀ ਪਰਨੀਤ ਪਕੌੜਿਆਂ ਵਾਲਾ ਹੋਇਆ ਹੋਇਆ ਹਨਾ। ਬਿਲਕੁਲ ਜੀ ਬਿਲਕੁਲ। ਆਪਾਂ ਜਦੋਂ ਮੀਂਹ ਪੈਂਦਾ ਕਹਿੰਦੇ ਕਿ ਪਕੌੜੇ ਧਰ ਲਓ ਭਾਈ, ਸਾਡੇ ਕਹਿੰਦੇ ਨੇ ਧਰ ਲਓ ਜੀ ਜਾਂ ਬਣਾ ਲਓ ਹਨਾ, ਤੇ ਉਹੀ ਮਾਹੌਲ ਲੱਗ ਰਿਹਾ ਕਿ ਸਭ ਤੋਂ ਜ਼ਿਆਦਾ ਜਿਹੜੀ ਲੰਬੀ ਲਾਈਨ ਇਸ ਟਾਈਮ ਦਿਖ ਰਹੀ ਹੈ, ਤੁਸੀਂ ਸਾਰੇ ਕੈਮਰੇ ਦੇ ਥਰੂ ਦੇਖ ਰਹੇ ਆ, ਉਹ ਪਕੌੜੀਆਂ ਵਾਲੀ ਲਾਈਨ ਦਿਖ ਰਹੀ ਹੈ ਜੀ। ਬਿਲਕੁਲ ਬਿਲਕੁਲ। ਔਰ ਸਵੇਰੇ ਵੀ ਨਾ ਜਦੋਂ ਲੰਗਰ ਦੀ ਸ਼ੁਰੂਆਤ ਹੋਈ ਆ ਤਾਂ ਚਾਹ ਪਕੌੜਿਆਂ ਵਾਲੀ ਲਾਈਨ ਜਿਹੜੀ ਸੀ ਨਾ ਉਹਦੇ ਵਿੱਚ ਲੋਕ ਪਹਿਲਾਂ ਆਏ, ਕਿਉਂਕਿ ਉਹਨਾਂ ਨੂੰ ਉਸ ਵੇਲੇ ਵੀ ਤਮੰਨਾ ਇਹ ਸੀ, ਮੀਂਹ ਪੈ ਰਿਹਾ ਸੀਗਾ ਤੇ ਉਹਨਾਂ ਨੂੰ ਲੱਗਦਾ ਸੀਗਾ ਵੀ ਬਾਕੀ ਲੰਗਰ ਭਾਵੇਂ ਬਾਅਦ ਚ ਸ਼ੁਰੂ ਕਰਿਓ, ਪਰ ਚਾਹ ਦੀ ਸਾਨੂੰ ਤੋੜ ਲੱਗੀ ਹੋਈ ਹੈ ਇਸ ਵੇਲੇ। ਸੋ ਚਾਹ ਤੇ ਪਕੌੜੇ ਜਿਹੜੇ ਹਮੇਸ਼ਾ ਹੀ ਪਸੰਦ ਰਹੀ ਹੈ ਨਾ ਪੰਜਾਬੀਆਂ ਦੀ, ਤੇ ਨਾਲੇ ਮੌਸਮ ਨੇ ਵੀ ਇੱਕ ਇਹੋ ਜਿਹਾ ਮਾਹੌਲ ਬਣਾ ਦਿੱਤਾ ਵੀ ਚਾਹ ਪਕੌੜਿਆਂ ਵਾਲਾ ਜਿਹੜਾ ਬਣ ਗਿਆ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵਧੀਆ। ਠੀਕ ਹੈ, ਪਰ ਚਾਹ ਪਾਣੀ ਛਕ ਰਹੇ ਹੋ? ਚੱਕੀ ਜਾਂਦੇ। ਹੋਰ ਦੱਸੋ ਵਧੀਆ ਸਭ? ਤੁਸੀਂ ਸਿੱਖ ਖੇਡਾਂ ਮੰਨ ਰਹੇ ਹੋ? ਹਾਂਜੀ ਹਾਂ ਬਿਲਕੁਲ। ਦੇਖੋ ਚਾਹ ਨਾ ਮੰਨ ਰਿਹਾ ਪਹਿਲੇ। ਦੱਸੋ ਪਹਿਲਾਂ ਆਪਣੇ ਬਾਰੇ। ਹਾਂ ਅਸੀਂ ਗੋਲਡ ਕੋਸਟ ਤੋਂ ਆਏ ਹਾਂ ਜੀ। ਅੱਛਾ ਜੀ। ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ। ਆਪਾਂ ਰੈਗੂਲਰ ਨੂੰ ਲਿਸਨਰ ਹਾਂ ਤੁਹਾਡੇ ਮੈਸੇਜ ਦੇ, ਹਰ ਰੇਡੀਓ ਦੇ। ਅੱਛਾ ਜੀ। ਮੇਰਾ ਮੈਸੇਜ ਉਹਨੂੰ ਆਉਂਦਾ ਕੁਲਵਿੰਦਰ ਸਿੰਘ ਢਾਲੀਵਾਲ। ਸੋ ਦੇਖੋ ਜੀ ਹਨਾ, ਅਸੀਂ ਆਵਾਜ਼ ਦੇ ਜ਼ਰੀਏ ਜਾਂ ਸਕਰੀਨ ਦੇ ਜ਼ਰੀਏ ਜੁੜਦੇ ਆ, ਪਰ ਕਈ ਵਾਰ ਹੁੰਦਾ ਨਾ ਕਿ ਜਦੋਂ ਤੁਸੀਂ ਨਿੱਜੀ ਤੌਰ ਦੇ ਉੱਤੇ ਮਿਲਦੇ ਆ ਤਾਂ ਉਹ ਜਿਹੜਾ ਹਨਾ ਆਪਣਾਪਨ ਆ ਉਹ ਜ਼ਾਹਰ ਹੁੰਦਾ। ਮੈਂ ਤੁਹਾਨੂੰ ਲੱਭਦਾ ਕਰਨਾ ਸਵੇਰ ਦਾ। ਮੈਂ ਤਾਂ ਭੈਣ ਨੂੰ ਮਿਲ ਲਈਏ, ਬਾਕੀ ਆਪਾਂ ਜੀ ਸਭ ਮਿਲਦੇ ਰਹਿੰਦੇ। ਪਿਆਰ ਆ ਜੀ। ਸੋਨੂ ਪਹਿਲੀ ਵਾਰ ਮਿਲਦਾ ਨਹੀਂ, ਮੈਨੂੰ ਬਹੁਤ ਖੁਸ਼ੀ ਹੋਈ ਆ। ਸੋ ਹਨਾ ਇੱਕ ਬਾਤ ਹੋ ਗਿਆ ਵੀ ਅੱਜ ਅਸੀਂ ਕਵਰੇਜ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਮੈਸੇਜ ਦੇ ਵਿੱਚ ਲੈਂਦੇ ਆ। ਅੱਜ ਅਸੀਂ ਸੈਕਟਰ ਵੀ ਲੈ ਰਹੇ ਹਾਂ। ਮੈਨੂੰ ਮੇਰੀ ਅਸਲੀ ਚਾਹਤ ਇਹ ਸੀ ਕਿ ਪੂਰੀ ਫੈਮਿਲੀ ਮੇਰੀ ਵਿਛੜ ਗਈ, ਸਾਰਾ ਪਰਿਵਾਰ ਮਿਲ ਜੇ ਸਾਨੂੰ। ਨਹੀਂ ਆਪਾਂ ਦੁਬਾਰਾ ਮਿਲਾਂਗੇ। ਤੁਸੀਂ ਅਜੇ ਮੈਂ ਤਾਂ ਆ ਰਿਹਾ ਹਾਂ, ਤਾਂ ਪਹਿਲੀ ਚਾਹ ਦੀ ਗੱਲ ਬਾਜੀ ਮੈਨੂੰ ਬਹੁਤ ਵਧੀਆ ਭੈਣ ਮੇਰੀ, ਬਹੁਤ ਵਧੀਆ। ਸਾਨੂੰ ਹੋ ਗਏ 5 ਸਾਲ ਹੋ ਗਏ ਆਉਂਦਿਆਂ ਨੂੰ। ਇੱਥੇ ਗ੍ਰਿਫਟ ਦੋਨੇ ਟੂਰਨਾਮੈਂਟ ਦੇ ਸਭ ਤੋਂ ਜਿਹੜੀ ਵੱਡੀ ਗੱਲ ਸਿੱਖੀ ਹੈ ਇੱਥੇ, ਬੱਚਿਆਂ ਨੂੰ ਬਹੁਤ ਕੁਝ ਸਿੱਖਣ ਮਿਲਿਆ। ਆਪਣੀ ਸਿੱਖੀ ਵੱਲ, ਬੱਚੇ ਆਪਣੇ ਕੇਸ ਰੱਖਣ ਵੱਲ, ਪੱਗਾਂ ਬੰਨ੍ਹਣ ਵੱਲ ਬਹੁਤ ਜ਼ਿਆਦਾ ਪ੍ਰੇਰਿਤ ਹੋਏ। ਹਾਂ ਮੈਨੂੰ ਸਭ ਤੋਂ ਵੱਡਾ ਜਿਹੜਾ ਮੈਨੂੰ ਮਿਲੀ ਇੰਟਰਨਲ ਦੀ ਖੁਸ਼ੀ ਹੈ ਨਾ, ਬੱਚੇ ਸਿੱਖੀ ਵੱਲ ਨੂੰ ਮਿਲੇ। ਮੇਰਾ ਛੋਟਾ ਬੱਚਾ ਸੀ, ਜਿਹੜਾ ਬੇਟਾ ਸੀਗਾ, ਉਹ 5 ਸਾਲ ਤੱਕ ਇੰਗਲਿਸ਼ ਹੀ ਬੋਲਦਾ ਸੀਗਾ। ਔਰ ਅਸੀਂ ਇੱਕ ਨਗਰ ਕੀਰਤਨ ਤੇ ਗਏ ਪ੍ਰੈਸਿਡੈਂਟ, ਉਹ ਕਹਿੰਦਾ ਪਾਪਾ lots of people ਇੱਥੇ, ਕਹਿੰਦਾ ਮੈਂ ਹਾਂ, ਕਹਿੰਦਾ ਸਾਰੇ ਪੰਜਾਬੀ ਨੇ। ਮੈਂ ਕਿਹਾ ਹਾਂ ਸਾਰੇ ਪੰਜਾਬੀ ਨੇ। ਕਹਿੰਦਾ ਉਦੋਂ ਦਾ ਬੱਚਾ ਮੇਰਾ ਪੰਜਾਬੀ ਬੋਲਣ ਲੱਗ ਗਿਆ ਸਿਰਫ ਇੱਕ ਦਿਨ ਦੇ ਵਿੱਚ। ਆਵਾਜ਼ ਫਿਰ ਬੰਦ ਹੋ ਗਈ ਜੀ। ਉਸ ਦਿਨ ਤੋਂ ਬਾਅਦ ਫਿਰ ਮੈਂ ਲੜ ਕੇ ਵੀ ਕੋਈ ਛੱਡਿਆ ਨਹੀਂ ਇਵੈਂਟ ਜਿਹੜਾ ਸਿੱਖੀ ਦਾ ਆਉਂਦੇ ਆ, ਔਰ ਬੜੀ ਖੁਸ਼ੀ ਹੁੰਦੀ ਆ ਜਦੋਂ ਭੈਣਾਂ ਭਾਈਆਂ ਨੂੰ ਮਿਲਦੇ ਆ, ਤੇ ਉਹ ਹੋਰ ਵੀ ਜ਼ਿਆਦਾ ਖੁਸ਼ੀ ਹੁੰਦੀ ਆ। ਇਹ ਅਸਲ ਦੇ ਵਿੱਚ ਇੱਕ ਮਿਲ ਵਰਤਣ ਦਾ ਵੀ ਮੌਕਾ ਹੁੰਦਾ ਹੈ ਨਾ। ਔਰ ਮੈਨੂੰ ਲੱਗਦਾ ਵੀ ਇਸ ਤੋਂ ਵਧੀਆ ਹੋਰ ਮੌਕਾ ਹੁੰਦਾ ਨਹੀਂ, ਜਦੋਂ ਅਸੀਂ ਅਲੱਗ-ਅਲੱਗ ਸੂਬਿਆਂ ਤੋਂ ਆ ਕੇ ਇੱਕ ਜਗ੍ਹਾ ਇਕੱਠੇ ਹੁੰਦੇ ਆ। ਹਾਂ ਇੱਕ ਤਰ੍ਹਾਂ ਦੀ ਕਲਚਰਲ ਸੈਲੀਬ੍ਰੇਸ਼ਨ ਵੀ ਹੁੰਦੀ ਆ। ਈਵਨ ਰਿਸ਼ਤੇਦਾਰੀ ਬਣ ਜਾਂਦੀਆਂ ਨੇ। ਹਾਂਜੀ ਹਾਂ ਰਿਸ਼ਤੇਦਾਰੀਆਂ ਬਣ ਜਾਂਦੀਆਂ ਨੇ। ਕਿਉਂਕਿ ਕਿਸੇ ਮਿਲੇ ਇੱਕ ਦਿਨ, ਬਹੁਤ ਸਾਡੇ ਹੈਗੇ ਨੇ 5-7 ਮਿੱਤਰ ਜਿਹੜੇ ਹਰਮਨ ਰੇਡੀਓ ਥਰੂ ਮਿਲੇ, ਔਰ ਅਸੀਂ ਵਰਤਦੇ ਹਾਂ। ਕੀ ਬਾਤ ਹੈ। ਵਰਤਦੇ ਆਂਗੇ ਅਸੀਂ ਬੜੇ ਬੰਦੇ ਹੋਣੇ। ਵਧੀਆ ਲੱਗਿਆ, ਬਹੁਤ ਸੋਹਣਾ ਲੱਗਿਆ ਜੀ। ਛੋਟਾ ਬਰਾਲਾ ਭੈਣ ਮੇਰੀ, ਬਹੁਤ ਵਧੀਆ। ਬਹੁਤ ਧੰਨਵਾਦ। ਹਾਂਜੀ ਦੁਬਾਰਾ ਜੁੜਾਂਗੇ ਤੁਹਾਡੇ ਪਰਿਵਾਰ। ਬਿਲਕੁਲ ਸਾਰੇ ਪਰਿਵਾਰ ਸਮੇਤ ਮਿਲਾਂਗੇ ਜੀ। ਔਰ ਹਰ ਮਰੀਜ਼ ਦਾ ਧੰਨਵਾਦ ਸਾਨੂੰ ਕਵਰੇਜ ਨਹੀਂ ਬਹੁਤ ਧੰਨਵਾਦ, ਕਿਉਂਕਿ ਅਸੀਂ ਤੁਰੇ ਹੀ ਜਾ ਰਹੇ ਸੀਗੇ ਹਨਾ, ਕਈ ਵਾਰ ਪਤਾ ਹੀ ਨਹੀਂ ਹੁੰਦਾ। ਬਿਲਕੁਲ ਕਈ ਵਾਰੀ ਕਿਸੇ ਨੂੰ ਨਹੀਂ ਪਤਾ ਵੀ ਕੌਣ ਸਾਨੂੰ ਜਾਣਦਾ। ਲਿਸਨਰ ਵੀ ਬਹੁਤ ਨੇ ਤੁਹਾਡੇ ਤੇ, ਉਹ ਸਾਰੇ ਮਿਲ ਰਹੇ ਤੇ ਫਿਰ ਗੱਲ ਕਰਾਂਗੇ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਮੈਨੂੰ ਲੱਗਦਾ ਇਹ ਆਵਾਜ਼ ਫਿਰ ਬੰਦ ਹੋ ਗਈ ਹੈ, ਤੇ ਆਪਾਂ ਆਵਾਜ਼ ਚੈੱਕ ਕਰ ਲਈਏ। ਮੈਸੇਜ ਆ ਰਹੇ ਨੇ। ਹਾਂਜੀ ਬਿਲਕੁਲ। ਆਪਾਂ ਇੱਕ ਆਵਾਜ਼ ਆ ਰਹੀ ਹੈ ਜੀ ਸਾਨੂੰ, ਹੁਣ ਆਵਾਜ਼ ਆ ਰਹੀ ਹੈ ਜੀ। 1 2 3 ਓਕੇ। ਹਾਂਜੀ ਠੀਕ ਹੈ। ਓਕੇ ਚਲੋ ਆਪਾਂ ਅੱਗੇ ਵਧਦੇ ਹਾਂ ਜੀ। ਭਾਜੀ ਮੈਨੂੰ ਲੱਗਦਾ ਕਿ ਚਾਹ ਜ਼ਿਆਦਾ ਵਧੀਆ ਹੈਗੀ ਹੈ ਇੱਥੇ। ਦੋ ਗਲਾਸ ਲੱਗੇ ਲਏ ਹੋਏ ਨੇ ਤੁਸੀਂ। ਇੱਕ ਮੇਰੀ ਘਰ ਵਾਲੀ ਖਾਤਰ ਹੈ ਜੀ। ਓਕੇ ਜੀ ਉਹਨਾਂ ਲਈ ਸਪੈਸ਼ਲ ਲੈ ਕੇ ਆਇਆ। ਠੀਕ ਹੈ ਜੀ। ਠੀਕ ਹੈ ਜੀ। ਠੀਕ ਹੈ। ਹਾਂਜੀ ਹੁਣ ਤੁਸੀਂ ਚਾਹ ਦੀ ਗੱਲ ਕਰ ਰਹੇ ਸੀ ਪਰਨੀਤ। ਹਾਂਜੀ। ਔਰ ਤੁਸੀਂ ਦੇਖ ਲਓ ਵੀ ਵਾਕਈ ਹੈ ਨਾ, ਚਾਹ ਜਿਹੜੀ ਆ ਉਹ ਮਿਲਾਉਂਦੀ ਵੀ ਆ ਲੋਕਾਂ ਨੂੰ। ਬਿਲਕੁਲ ਜੀ ਬਿਲਕੁਲ। ਚਾਹ ਦਾ ਗਲਾਸ ਦੇ ਕੇ ਜਿੱਥੇ ਚਾਹ ਤੇ ਉੱਥੇ ਰਾਹ। ਉਹ ਚਾਹ ਅਸੀਂ ਇੱਛਾ ਨੂੰ ਕਹਿੰਦੇ ਆ, ਪਰ ਇਹ ਜਿਹੜੀ ਚਾਹ ਆ
ਇਹ ਗਰਮ ਗਰਮ ਚਾਹ ਜਿਹੜੀ ਮੀਂਹ ਚ ਹੁਣ ਪੂਰਾ ਸਮੇਲ ਬਣਾਈ ਹੈ ਚਾਹ ਪਕੌੜਿਆਂ ਦਾ ਹਨਾ ਜੀ ਬਿਲਕੁਲ। ਤੇ ਦੇਖ ਸਕਦੇ ਹੋ ਲਾਈਨ ਵਾਕਈ ਚਾਹ ਵਾਲੀ ਲਾਈਨ ਲੰਬੀ ਆ। ਤੇ ਤੁਸੀਂ ਦੇਖੋ ਕਿ ਪੂਰੀ ਚਾਹ ਵਾਲੀ ਲਾਈਨ ਇੱਥੇ ਸਭ ਤੋਂ ਲੰਬੀ ਦਿਖਾਈ ਦੇ ਰਹੀ ਹੈ ਇਸ ਟਾਈਮ। ਅਗਰ ਮੈਂ ਕੈਮਰਾ ਅੱਗੇ ਤੱਕ ਲੈ ਕੇ ਜਾਵਾਂ ਤਾਂ ਇੱਕ ਲਾਈਨ ਜਿਹੜੀ ਬਾਕੀ ਲਾਈਨਾਂ ਦੇ ਨਾਲੋਂ ਵੱਖਰੀ ਹੈ, ਲੰਬੀ ਲਾਈਨ ਹੈ ਤੇ ਉਹ ਚਾਹ ਪਕੌੜਿਆਂ ਦੀ ਲਾਈਨ ਹੈ ਜੀ। ਆਪਾਂ ਉਹਨਾਂ ਨੂੰ ਵੀ ਪੁੱਛਦੇ ਆ ਚਾਹ ਹਾਂਜੀ। ਪਕੌੜਿਆਂ ਵਾਲਿਆਂ ਨੂੰ ਵੀ ਇੱਧਰ ਮੇਰਾ ਖਿਆਲ ਚਾਹ ਹਾਂਜੀ ਅੱਗੇ ਹੈ ਜੀ। ਹਾਂਜੀ ਅਸੀਂ ਦੇਖ ਰਹੇ ਸੀਗੇ ਵੀ ਚਾਹ ਦੀ ਲਾਈਨ ਜਿਹੜੀ ਹੈ ਨਾ ਉਹ ਆਮ ਲੰਗਰ ਦੀਆਂ ਲਾਈਨਾਂ ਤੋਂ ਅੱਜ ਬੜੀ ਲੰਬੀ ਆ। ਕੀ ਕਾਰਨ ਹੈ ਅੱਜ? ਤੁਸੀਂ ਤੁਰੇ ਚਾਹ ਸਭ ਪੀਣ ਨਹੀਂ ਸਕਦੇ। ਠੰਡੇ ਮੌਸਮ 'ਚ ਚਾਹ ਨਾ ਪੀਏ ਹੋ ਨਹੀਂ ਸਕਦਾ। ਠੀਕ ਹੈ ਠੀਕ ਹੈ। ਕਿੱਥੋਂ ਆਏ ਹੋ? ਅਸੀਂ ਮੈਲਟਨ ਤੋਂ ਮੈਲਬਨ ਤੋਂ ਹੀ ਹੋ। ਠੀਕ ਹੈ ਠੀਕ ਹੈ। ਤੇ ਖੁਸ਼ੀ ਹੋਈ ਹੈ ਕਿ 6 ਸਾਲਾਂ ਦਾ ਸਾਡੇ ਕੋਲ। ਹਾਂਜੀ ਬਿਲਕੁਲ। ਔਰ ਤੁਹਾਡੇ ਬੱਚੇ ਵੀ ਪਾਰਟਿਸਿਪੇਟ ਕਰ ਰਹੇ? ਨਹੀਂ ਪਾਰਟਿਸਿਪੇਟ ਨਹੀਂ ਕਰ ਰਹੇ ਪਰ ਨਾਲ ਹੀ ਆਏ ਸਾਡੇ ਬੱਚੇ ਇੱਥੇ ਬੈਠੇ। ਠੀਕ ਹੈ ਠੀਕ ਹੈ। ਤੁਸੀਂ ਦੇਖਣ ਆਏ ਹੋ ਖੇਡਾਂ ਮੇਲਾ ਦੇਖਣ ਆਏ ਹੋ ਹਨਾ? ਠੀਕ ਹੈ ਬਹੁਤ ਵਧੀਆ ਲੱਗਦਾ ਸਾਰਾ। ਠੀਕ ਹੈ ਠੀਕ ਹੈ। ਨਹੀਂ ਅਸੀਂ ਵਿਸ਼ੇਸ਼ ਤੌਰ ਤੇ ਚਾਹ ਵਾਲੀ ਲਾਈਨ ਦੇ ਵਿੱਚ ਤਾਂ ਆਏ ਆ ਕਿਉਂਕਿ ਨਾ ਸਵੇਰ ਤੋਂ ਹੀ ਚਾਹ ਵਾਲੀ ਲਾਈਨ ਜਿਹੜੀ ਉਹ ਲੰਬੀ ਲੱਗੀ ਰਹੀ ਆ ਹਨਾ, ਕਿਉਂਕਿ ਸਵੇਰੇ ਮੀਂਹ ਵੀ ਕਾਫੀ ਸੀਗਾ ਔਰ ਆਉਂਦਿਆਂ ਵੀ ਥੋੜੀ ਜਿਹੀ ਤਲਬ ਜਿੱਦਾਂ ਚਾਹ ਦੀ ਹਰ ਬੰਦੇ ਨੂੰ ਹੁੰਦੀ ਆ। ਔਰ ਇੱਥੇ ਬਹੁਤ ਸਾਰੇ ਲੋਕ ਆਏ ਉਸ ਵੇਲੇ ਹਲੇ ਖੇਡਾਂ ਸ਼ੁਰੂ ਹੋ ਗਈਆਂ ਸੀ ਅਰਲੀ ਤੇ ਚਾਹ ਨਹੀਂ ਸੀ ਸ਼ੁਰੂ ਹੋਈ। ਚਾਹ ਬਿਨਾ ਪੰਜਾਬੀ ਗਾਣੇ। ਹਾਂਜੀ ਕੋਈ ਗੱਲ ਨਹੀਂ, ਤੁਸੀਂ ਚਾਹ ਇੰਜੋਏ ਕਰੋ ਜੀ ਤੇ ਨਾਲ ਨਾਲ ਖੇਡਾਂ ਇੰਜੋਏ ਕਰੋ। ਥੈਂਕ ਯੂ। ਚਲੋ ਜੀ ਕਿਉਂ ਤੋੜਤੀ। ਚਲੋ ਚਲੋ ਜੀ ਆਪਾਂ ਅੱਗੇ ਵਧਦੇ ਹਾਂ। ਹਾਂਜੀ ਤੇ ਆਪਾਂ ਇੱਧਰ ਲੰਗਰ ਹਾਲ 'ਚ ਵੀ ਜਾਏਗੇ ਜੀ। ਹਾਂਜੀ ਤੁਸੀਂ ਆ ਫੜੋ ਹੁਣ ਮੈਂ ਤੁਸੀਂ ਰੋਕ। ਓਕੇ ਹਾਂਜੀ ਹਾਂਜੀ ਇਹ ਬੰਦ ਵੀ ਹੋਣ ਵਾਲਾ ਜੀ। ਤੇ ਆਪਾਂ ਅੱਗੇ ਚੱਲਦੇ ਹਾਂ ਜੀ। ਹਾਂਜੀ ਤੁਸੀਂ ਗੱਲ ਕਰਨਾ ਚਾਹੁੰਦੇ ਹੋ? ਹਾਂਜੀ ਮੇਰੀ ਨਾ ਮੈਂ ਤੁਹਾਨੂੰ ਦੱਸਦਾ ਸਿੰਪਲ ਜੀ। ਹਾਂਜੀ ਮੇਰੀ ਰੈਜ਼ੀਡੈਂਸੀ ਕੈਂਸਲ ਹੋਈ, ਮੈਨੂੰ ਹੋਏ 23 ਸਾਲ ਇੱਥੇ ਰਹਿੰਦੇ ਨੂੰ। ਹਾਂਜੀ ਤੇ ਤੁਸੀਂ ਇੱਥੇ ਆਓ ਸਾਡੇ ਨਾਲ। ਹਾਂਜੀ ਸਾਡੇ ਨਾਲ ਦਰਸ਼ਕ ਜੁੜੇ ਆ। ਰਵਿੰਦਰ ਸਿੰਘ ਜੀ ਤੇ ਉਹ ਕੁਝ ਕਹਿਣਾ ਚਾਹੁੰਦੇ ਨੇ ਜੀ। ਹਾਂਜੀ ਹਾਂਜੀ ਤੁਸੀਂ ਕੀ ਸਾਂਝਾ ਕਰਨਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਰਵਿੰਦਰ ਸਿੰਘ ਹੈਗਾ ਜੀ ਤੇ ਮੈਂ ਮੈਲਬੌਰਨ ਤੋਂ ਲਾਸਟ 23 ਸਾਲਾਂ ਤੋਂ ਰਹਿ ਰਿਹਾ। ਮੇਰੀ ਰੈਜ਼ੀਡੈਂਸੀ ਕੈਂਸਲ ਹੋਈ ਹੈ ਜੀ ਪਿਛਲੇ 9 ਸਾਲਾਂ ਤੋਂ ਮੈਂ ਇਮੀਗ੍ਰੇਸ਼ਨ ਲੀਗਲ ਫਾਈਟ ਕਰ ਰਿਹਾ ਤੇ ਉਹਦਾ ਕਰਕੇ ਹੁਣ ਆਪਾਂ ਇੱਕ ਮਿਨਿਸਟਰ ਨੂੰ ਅਪੀਲ ਕੀਤੀ ਹੋਈ ਆ ਮੇਰੀ ਰੈਜ਼ੀਡੈਂਸੀ ਵਾਪਸ ਕਰਨ ਵਾਸਤੇ ਤੇ ਉਹਦੇ ਨਾਲ ਆਪਾਂ ਇੱਕ ਪਟੀਸ਼ਨ ਵੀ ਇਸ਼ੂ ਕੀਤੀ ਹੋਈ ਆ ਚੇਂਜ ਆਊਟ ਆਫ ਤੇ ਉਹਦਾ ਕਰਕੇ ਆਪਾਂ ਅੱਜ ਜਿੰਨੇ ਵੀ ਸਿੱਖ ਜਮਾਤ ਦੇ ਆਪਣੇ ਪੰਜਾਬੀ ਭਾਈਚਾਰਾ ਆਇਆ ਉਹਨਾਂ ਨੇ ਵੱਧ ਤੋਂ ਵੱਧ ਸਾਈਨ ਕਰਾ ਰਿਹਾ ਕਿ ਮੇਰੀ ਰੈਜ਼ੀਡੈਂਸੀ ਜਿਹੜੀ ਉਹ ਵਾਪਸ ਕੀਤੀ ਜਾਵੇ ਕਿਉਂਕਿ ਮੇਰਾ ਇੰਡੀਆ ਵੀ ਕੋਈ ਨਹੀਂ ਰਹਿੰਦਾ। 11 ਸਾਲਾਂ ਤੋਂ ਮੈਂ ਆਸਟ੍ਰੇਲੀਆ ਤੋਂ ਬਾਹਰ ਨਹੀਂ ਗਿਆ। ਮੇਰੇ ਜਿਹੜੇ ਪੇਰੈਂਟਸ ਆ ਬ੍ਰਦਰ ਸਿਸਟਰ ਹੈ ਸਾਰੇ ਕੈਨੇਡਾ ਰਹਿ ਰਿਹਾ ਤੇ ਜਿੰਨਾ ਵੀ ਮੇਰਾ ਫਰੈਂਡ ਸਮਝ ਰਿਹਾ ਉਹ ਸਾਰਾ ਮੈਲਬੌਰਨ ਮੇਰਾ ਹੋਮ ਹੈਗਾ ਉਹ ਲਾਸਟ ਪਹੁੰਚ ਸੀ। ਇਸ ਕਰਕੇ ਮੈਂ ਤੁਹਾਡੇ ਮੀਡੀਆ ਦੇ ਥਰੂ ਜਿੰਨੇ ਵੀ ਲੋਕ ਆ ਪੰਜਾਬੀ ਭਾਈਚਾਰਾ ਜਿਨ੍ਹਾਂ ਤੇ ਆਇਆ ਮੇਰੇ ਸਾਹਮਣੇ ਕਰੋ। ਮੇਰਾ ਸਟਾਲ ਜਿਹੜਾ ਸਿੱਖ ਵਲੰਟੀਅਰ ਦੇ ਲਾਗੇ ਲੱਗਾ ਹੋਇਆ ਤੇ ਲੰਗਰ ਨੂੰ ਰਸਤਾ ਆਉਂਦਾ ਸਟੇਸ਼ਨ ਤੋਂ ਉੱਥੇ ਆਪਣਾ ਸਟਾਲ ਹੈਗਾ ਜੀ ਤੇ ਪਲੀਜ਼ ਉੱਥੇ ਆ ਕੇ ਸਾਈਨ ਕਰਿਓ। 10-15 ਸਕਿੰਟ ਲੱਗਦੇ ਤੇ ਉਹਦਾ ਕੋਈ ਆਪਾਂ ਚਾਰਜ ਨਹੀਂ ਪੇ ਕਰਨਾ। 10-15 ਸਕਿੰਟ ਜਿਹੜੇ ਆ ਤੁਹਾਡੇ ਮੇਰੀ ਲਾਈਫ ਕਰ ਸਕਦੇ। ਥੈਂਕ ਯੂ ਜੀ। ਤੇ ਜਿੰਨੇ ਵੀ ਸਰੋਤੇ ਇਸ ਟਾਈਮ ਸਾਨੂੰ ਸੁਣ ਰਹੇ ਨੇ ਤੇ ਅਪੀਲ ਹੈ ਜੀ ਹੱਥ ਜੋੜ ਕੇ ਬੇਨਤੀ ਹੈ ਰਵਿੰਦਰ ਸਿੰਘ ਜੀ ਨੇ ਜੋ ਆਪਣਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੀ ਹੈਲਪ ਕੀਤੀ ਜਾਵੇ ਤੇ ਉਹ 23 ਸਾਲ ਤੋਂ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ ਤੇ ਮਿਨਿਸਟਰ ਸਿੰਘ ਉਹਨਾਂ ਨੇ ਇੱਕ ਪਟੀਸ਼ਨ ਅਪਲਾਈ ਕੀਤੀ ਹੋਈ ਹੈ ਗਵਰਨਮੈਂਟ ਸਰਕਾਰ ਨੂੰ, ਸਾਡੀ ਲੋਕਲ ਗਵਰਨਮੈਂਟ ਨੂੰ ਅਪਲਾਈ ਕੀਤੀ ਹੋਈ ਹੈ ਕਿ ਪਟੀਸ਼ਨ ਕਿ ਸਾਨੂੰ ਜਿਹੜੀ ਰੈਜ਼ੀਡੈਂਸੀ ਹੈ ਉਹ ਮੈਨੇ ਵਾਪਸ ਕੀਤੀ ਜਾਵੇ ਤੇ ਉਹ 11 ਸਾਲ ਤੋਂ ਇੰਡੀਆ ਤੋਂ ਬਾਹਰ
कैमरा नहीं चल रहा ऑफ तार तो निकल Thank you. मारा एक मिनट ठीक नहीं एक मिनट कोई नहीं करी
Yeah.
Oh, great pass, Dylan.
एक मिनट का मैच हो रहा है तो बहुत बढ़िया काम कर रहा है। मैं मैच के बाद चाह पानी से ठंडी Good. That's fine, hey. Look, hey, good work in there. Good work. Help! Help! Dylan! Hey, let's keep it like that. Come down. Buckle up, guys. Buckle up, pressure. Crossing. Water, and then go back. Thank you.
Armand, whenever you're ready. Armand, Armand.
ਅਸੀਂ ਮੇਰਾ ਪਾਣੀ ਚੱਕ ਲਿਓ ਓਏ। How are we going to get
That one, that's a deep one. My bag. You see Rashil? Grab it.
Hold. Now. You need it. Yes. That's the one. That's it. Oh, yeah. Good save. The boy.
यार इतनी पॉलिटिक्स ना करो बना बुनाए पैगी seconds, time for the start. Thanks, guys. We can wait. We can wait. You done it? No, I haven't. Well, we'll, maybe for a hot minute. It's been a while. Dusting off some cobwebs. Your brother is here playing, right? 11, right?
You know what I mean? Yeah. Jesse! No! You guys, whoever's playing, you pick up that place, yeah? Jimmy's not marking anybody. It's a free defender. You can walk. भाई भज गया कोई दिक्कत नहीं मैं कहीं रोड मार लेंगे एक फॉरवर्ड बाहर कर दो फ्रंट कर दो गेम ਨੂੰ ਬਾਤ गेम चेंज करी फुल बैक पासा जैसी किथे आ गेम चेंज करी फुल बैक पासा ओके Yellow. Number 5. हाँ सुखे नहीं किया मैं चेंज मार लो तेरा वो तो बच्ची खेल
So you'll have to do the culinary. And just because they make it, there is a success sometimes. Speak to Ryan Betts, coach, speak to
ਇੱਕ ਬੰਦਾ ਬਾਤ ਕਿਨਾਰੇ exchange. You've got 11. You need only 10. 10. One off. One off. Sorry, you can only have 10. चलो चलो यार One out, one out, one out, one out. Get it. It's simple, yeah. Thank you. This side, roll it, roll it. Hit that, go back, go down. It is on fire. Hold. Go. Okay, quick. Hold it. Stay down. Hold. Face the ball. Face the ball. Right there, boys. That's it. Keep going, get going. Pass. Move on.
You go, yeah, you go. Oh, no. Oh, number 11. Number 11. Ja. Number 11. Go. Yeah. Pull out. Okay, go. Here. Roll it again. Go forward, get it. Sanjay. It's on target. It's second shot. Jessa, get Sanjay. Sanjay. Outside, who's outside? Come on. Don't go down the middle. The umpires will have to call it. The clock stops. Yes, buddy. No, you have to stick to what we spoke about. Exactly. Pull it out. Just stop the clock. Okay. Just hop. What are you going to do? Randy? Oh, keep going.
मिनट का करोगे Goody, after the corner. After the corner. Come on, Goody, come. Goody, come. Come on. Go. बढ़िया आपका क्वेश्चन मेरे को कोई दिक्कत नहीं है Fantastic. Roll it! Roll it! Roll it! Keep flying, man! Keep flying! Let me go up like that. Chef, I'll give you one more question. Listen, guys. I think that obviously we spoke about we don't want to go through the middle. The only time we have to go through the middle is because the space is there. And it encourages, like, it's inviting, it's an easy option. It's an easy option to just run through the middle pass because the space is there. They're being lazy. When you get the ball, you should know there's space around you. The space around you, take your time to stop. Don't wait till you get close to the person pass. Take your time, move left and right. There's always, especially in the middle, there's always someone coming left, someone coming right, because we are working hard and we're going up and down the pitch. Yeah? Is that fair? Just take our time. We don't know. We just take our time. Well at switching, how go directly. How go one direction. Yes, they don't lose their cool. We need to be better. Go wide. Patient. That's not the fight. Okay. Get up! Higher! Don't have to go! Don't have to go! You don't have to go! You use your skills to get out of trouble, not into trouble. One out.
He's just twisted it. Well done. That's it. Release it. Behind you. Stick to him. One out. Call for the ball. Ball. In the middle. Good. That's it. Here, out here. Yeah, that's it. Barana. Stay there. Stay out. Baat hai 2 low.
Harbinder, don't stand so wide, step in. That's it. Watch the line. Watch your line. Watch your outside line. Harbinder, watch your outside line. Outline. Come on, some more. Come on, some more. When he shift the ball, you come out. Now you can go back in. He's gone the other way. Now go high. Keep going, keep going. Now. Harbinder, post. Well done, good work. Don't go down, right? Still not going down. Come on. No, not you. Not you. Oh, okay. Yeah. Watch the middle. It's a team. Yeah. Then you go outside. Don't even on. Don't take your leg.
ਕਾਲ ਭਰਿਆ ਮੁੰਡਿਆ ਪੰਜਾਬ ਭਰਿਆ ਬਾਈ ਕਾਲ ਭਰਿਆ ਮੈਂ ਲਵੀ ਨੂੰ ਗਿਆ ਫਿਰ ਲਵੀ ਕਹਿੰਦੀ ਨਹੀਂ ਹੁਣੇ ਭਰਿਆ ਬਸ ਜਸਟ ਇਹ ਕਾਲ ਹੋ ਤੇਜ ਰਕ ਨੂੰ ਆਣ ਕੇ ਮੈਂ ਲੈ ਕੇ ਆਵਾਂ ਤੂੰ ਚਲੇ ਆ ਗੇਮ ਚਲ ਠੀਕ ਹੈ ਜ਼ੋਰ ਖੜਕਾ ਕਰਨਾ ਪੈਣਾ ਉਹ ਮੈਂ ਸੀਗਾ ਵੀ ਉਹ ਤੁਸੀਂ ਕਹਿੰਦੇ ਸੀ ਨਾ ਆਹ ਵਾਲਾ ਮੈਚ ਆ ਮੈਂ ਤਾਂ ਸੀਗਾ ਲਵੀ 5 ਮਿੰਟ ਹੁਣੇ ਪਹਿਲਾਂ ਮੁੱਕਿਆ ਲਵੀ ਕਹਿੰਦਾ ਫਿਰ ਹੁਣ ਆ ਜਾਓ ਲੈ ਆਓ ਚਲਾ ਦੇ ਫਿਰ ਉਹ ਲਾਈਵ ਜਲਦੀ ਜਾਣਾ ਇੱਥੇ ਲਵੀ ਆ ਲਾਈਵ 'ਚ ਚੱਲੀ ਜਾਣਾ ਲਾਈਵ ਚੱਲ ਠੀਕ ਹੈ ਲਵੀ ਚੱਲ ਠੀਕ ਹੈ ਫਿਰ ਮੈਂ ਕਰ ਲਵਾਂ ਮੈਂ ਖਾਣਾ ਲੈ ਕੇ ਜਾਣਾ ਸੌਰੀ ਇਹਦੇ ਪਾਇਆ ਹੋਰ ਬੰਦਾ ਇਹਨਾਂ ਪਰ ਨਹੀਂ ਉਹ ਅਮਰੀਕਾ ਦੇ ਲੋਕੀ ਦੇਖ ਰਹੇ ਨੇ ਬੀਜੇਪੀ ਜੀ ਨਹੀਂ ਆਹ ਜਿਹੜੀ ਟੀਮ ਹੈ ਹਾਂ ਅੱਛਾ ਹਾਂ ਸਾਰੇ ਘੁਮਾਉਣਾ ਸ਼ੁਰੂ ਕਰਦੇ ਮੈਂ ਤਾਂ ਖਾਣਾ ਲੈ ਕੇ ਆਉਣਾ ਨਹੀਂ ਕੋਈ ਗੱਲ ਨਹੀਂ पता लग रहा Even if you don't have a practice, Jenny. Oops, sorry. What is it? Just pop it down there. I'll wait for it. Yeah, no. I thought you said steak, right? In the room? There's a vacuum. No vacuum. Is he in the room? It's mine. Thank you very much. Do you need a fresh one? No, that's fine. कोई नहीं भाई रखिए
ਇਹ ਤਾਂ ਜੱਟ ਭਾਈ ਆ ਇਹ ਆਪਾਂ ਇਸ ਤੋਂ ਬਾਅਦ ਅਸੀਂ ਜਾਣਾ ਆਪਣੇ ਮੈਚ ਤੇ ਵੀ ਜਾਣਾ ਹੈ ਤੋਂ ਬਾਅਦ ਇਹ ਸਾਹਿਬ ਦੇ ਆਓ ਇਹ ਲੱਗੇ ਚਲੇ ਤੇ ਲਗੇ ਗਰਮੀ ਬੋਤਲ ਦਾ ਆ ਗਿਆ ਉਹ ਕਰ ਲਓ ਅੱਜ ਉਹ ਕਰੇ ਆਹ ਹੁਣ 2 ਮਿੰਟ ਪਹਿਲਾਂ Did you phone in there? Everything's in there. I'll just start right. I'll go find you. कितने का बैठ गया? My God. इधर आ गए Thank you. I'll catch up with you soon. Okay, bye-bye. मैं ਇੱਥੇ ਨਾ ਬੈਠ ਚਲਾ ਜੀ चला जा स्टार्ट कोई गल कोई लाइट कर देना एक बार फिर तो स्वागत है जी इस पहले दिन दियां 38ਵੀਂ ਆਸਟ੍ਰੇਲੀਅਨ ਸਟੇਟ ਗੇਮਸ ਜੋ ਕਿ ਮੈਲਬੌਰਨ ਦੇ ਵਿੱਚ ਹੋ ਰਹੀਆਂ ਹਾਕੀ ਦੇ ਖੂਬਸੂਰਤ ਮੁਕਾਬਲੇ ਚੱਲ ਰਹੇ ਨੇ ਸਟੇਟ ਹਾਕੀ ਸੈਂਟਰ ਦੇ ਵਿੱਚ ਅੱਜ ਦਾ ਬਹੁਤ ਹੀ ਬਿਹਤਰੀਨ ਮੈਚ ਜਿਹੜਾ ਅੱਜ ਤੁਹਾਨੂੰ ਲਾਈਵ ਟੈਲੀਕਾਸਟ ਦੇ ਰਹੇ ਆ ਮੈਚ ਖੂਬਸੂਰਤ ਮੈਚ ਫੀਨਿਕਸ ਯੂਐਸਏ ਤੋਂ ਟੀਮ ਆਈ ਹੋਈ ਹੈ ਆਈ ਥਿੰਕ ਇਹਨਾਂ ਦਾ ਇਹ ਦੂਸਰਾ ਮੈਚ ਹੈ ਅੱਜ ਦਾ ਤੇ ਨਾਲ ਮੁਕਾਬਲਾ ਚੱਲੇਗਾ ਜੀ ਮੈਲਬੌਰਨ 6 ਯੂਨਾਈਟਿਡ ਦਾ ਅੱਛੀ ਟੀਮ ਹੈ ਜੀ ਇਹ ਹਮੇਸ਼ਾ ਫਾਈਨਲ ਮੁਕਾਬਲਾ ਖੇਲਦੀ ਆ ਸੋ ਤਕਰੀਬਨ 3 ਵਜੇ ਦਾ ਸਮਾਂ ਹੋ ਚੁੱਕਾ ਮੈਲਬੌਰਨ ਦੇ ਵਿੱਚ ਤੇ ਮੈਚ ਦੀ ਸ਼ੁਰੂਆਤ ਹੋ ਚੁੱਕੀ ਆ ਮੈਂ ਹਾਂ ਜੀਤਲ ਸਾੜਾ ਤੇ ਤੁਸੀਂ ਇੰਡੋਸ ਟੀਵੀ ਤੇ ਹਰਮਨ ਰੇਡੀਓ ਦੇ ਉੱਪਰ ਇਸ ਦਾ ਲਾਈਵ ਟੈਲੀਕਾਸਟ ਦੇਖ ਰਹੇ ਹੋ ਸਾਡੀ ਕੋਸ਼ਿਸ਼ ਰਹੇਗੀ ਕਿ ਇਸ ਪੂਰੇ ਮੈਚ ਦਾ ਲਾਈਵ ਟੈਲੀਕਾਸਟ ਤੁਹਾਡੇ ਸਨਮੁਖ ਹੁੰਦਾ ਰਹੇ ਸੋ ਤਕਰੀਬਨ 8 ਮਿੰਟ ਦਾ ਸਮਾਂ ਬਚਿਆ ਪਹਿਲੇ ਕੁਆਟਰ ਦਾ ਹਾਕੀ ਦੇ ਅਗਰ ਆਪਾਂ ਰੂਲਸ ਦੀ ਗੱਲ ਕਰੀਏ ਤਾਂ 4 ਕੁਆਟਰ ਲੱਗਦੇ ਨੇ ਹਾਕੀ ਦੇ ਵਿੱਚ ਤੇ ਇਹਨਾਂ 4 ਕੁਆਟਰਾਂ ਦਾ ਜੇ ਆਪਾਂ ਸਮਾਂ ਦੇਖੀਏ ਤਾਂ ਇਹ 40 ਮਿੰਟ ਦਾ ਸਮਾਂ ਬਣਦਾ ਸੋ ਦੋਨੋਂ ਖੂਬਸੂਰਤ ਟੀਮਾਂ ਚੱਲ ਰਹੀਆਂ ਨੇ ਫੀਨਿਕਸ ਜਿਹੜੀਆਂ ਕਿ ਹਲਕੀਆਂ ਨੀਲੀਆਂ ਵਰਦੀਆਂ ਦੇ ਵਿੱਚ ਨੇ ਮੇਰੇ ਖੱਬੇ ਪਾਸੇ ਤੇ ਲਾਲ ਵਰਦੀਆਂ ਦੇ ਵਿੱਚ ਮੈਲਬੌਰਨ 6 ਯੂਨਾਈਟਿਡ ਦੀ ਟੀਮ ਤੇ ਖੂਬਸੂਰਤ ਮੁਕਾਬਲਾ ਪਹਿਲਾ ਹਾਫ ਚੱਲਦਾ ਹੋਇਆ ਬਾਲ ਇਸ ਵਕਤ ਸੈਂਟਰ ਤੋਂ ਪਾਰ ਹੋ ਚੁੱਕਾ ਜੀ ਯੂਐਸ ਵਾਲੇ ਕੋਸ਼ਿਸ਼ ਕਰ ਰਹੇ ਆ ਕਿ ਮੈਲਬੌਰਨ ਦੇ 25 ਗਜ਼ ਦੇ ਵਿੱਚ ਵੜਿਆ ਜਾਵੇ ਲੇਕਿਨ ਬਾਲ ਹਜੇ ਵੀ ਯੂਐਸ ਵਾਲਿਆਂ ਦੇ ਕੋਲ ਸੈਂਟਰ ਫਾਰਵਰਡ ਨੇ ਲੈਫਟ ਨੂੰ ਬਾਲ ਦਿੱਤਾ ਹੋਇਆ ਹੈ ਥੋੜੀ ਜਿਹੀ ਜਗਲਿੰਗ ਚੱਲ ਰਹੀ ਆ ਸੋ ਮੈਨ ਟੂ ਮੈਨ ਮੁਕਾਬਲਾ ਚੱਲ ਰਿਹਾ ਬਾਲ ਇਸ ਵਕਤ 25 ਗਜ਼ ਤੋਂ ਪਿੱਛੇ ਯੂਐਸਏ ਦੇ ਹੱਕ ਦੇ ਵਿੱਚ ਅਗਰ ਆਪਾਂ
ਗੱਲ ਕਰੀਏ ਹਾਕੀ ਦੀ ਤਾਂ ਮੈਂ ਯਾਦ ਦਿਵਾਉਂਦਾ ਚੱਲਾਂ ਕਿ ਇਹ ਜਿਹੜੀਆਂ ਆਸਟ੍ਰੇਲੀਅਨ ਸਿੱਖ ਗੇਮਸ ਨੇ, ਜਦੋਂ ਇਸ ਦੀ ਸ਼ੁਰੂਆਤ ਹੋਈ ਆ ਤਾਂ ਉਹ ਇਸ ਮਾਂ ਖੇਡ, ਪੰਜਾਬੀਆਂ ਦੀ ਮਾਂ ਖੇਡ ਹਾਕੀ ਤੋਂ ਹੋਈ ਆ। ਮਲੇਸ਼ੀਆ ਤੋਂ ਚੱਲਦੇ ਚੱਲਦੇ ਜਦੋਂ ਇਹ ਐਡਲੇਡ ਦੀ ਧਰਤੀ ਤੇ ਸ਼ੁਰੂਆਤ ਕੀਤੀ ਗਈ ਤਾਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਸਮੇਂ ਇੱਕ ਮੇਲਾ ਕਹਿ ਲਓ ਜਾਂ ਸੰਗਤ ਦਾ ਇਕੱਠ ਕਹਿ ਲਓ ਕਿ ਸ਼ੁਰੂਆਤ ਹੋਈ ਤਾਂ ਉਹਦੇ ਵਿੱਚ ਹਾਕੀ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ। ਸੋ ਇਹ ਫਸਵਾਂ ਮੁਕਾਬਲਾ ਫੀਨਿਕਸ USA ਦੀ ਟੀਮ ਦੇ ਨਾਲ MSU ਮੈਲਬੌਰਨ 6 ਯੂਨਾਈਟਿਡ। ਬਾਲ ਇਸ ਵਕਤ ਮੈਲਬੌਰਨ ਦੇ ਹੱਕ ਦੇ ਵਿੱਚ 25 ਗਜ ਦੇ ਅੰਦਰ ਮੈਲਬੌਰਨ ਦੀ ਟੀਮ। ਬਾਲ 10 ਨੰਬਰ ਕੋਲ ਗਿਆ, ਡੀ ਦੇ ਉੱਪਰ ਖੇਲਦੇ ਹੋਏ ਬਾਲ ਟੂ ਮੈਨ ਕਰਦੇ ਹੋਏ ਨਹੀਂ ਬਈ 25 ਗਜ ਨੂੰ ਪਾਰ ਕਰਦੇ ਹੋਏ US ਦੇ ਖਿਡਾਰੀ, 25 ਗਜ ਦੇ ਅੰਦਰ ਵੜਦੇ ਹੋਏ US ਦੇ ਖਿਡਾਰੀ। ਫਾਉਲ ਇਸ ਵਕਤ USA ਦੇ ਕੋਲ ਹੈ ਜੀ। 25 ਗਜ ਦੇ ਵਿੱਚ ਮੈਨ ਟੂ ਮੈਨ ਮਾਰਕਿੰਗ ਕਰਦੇ ਹੋਏ ਮੈਲਬੌਰਨ ਦੇ ਖਿਡਾਰੀ। ਲਾਲ ਵਾਦੀਆਂ ਦੇ ਵਿੱਚ ਅਗਰ ਆਪਾਂ ਥੋੜਾ ਜਿਹਾ ਵੇਰਵਾ ਦੇਖੀਏ ਕਿ ਕੌਣ ਕੌਣ ਖਿਡਾਰੀ ਇਹਨਾਂ ਦੋਨਾਂ ਟੀਮਾਂ ਦੇ ਵਿੱਚ ਖੇਡ ਰਹੇ ਨੇ, ਸੋ ਉਹ ਵੀ ਤੁਹਾਡੇ ਸਨਮੁਖ ਕਰਦੇ ਆ। ਤੁਸੀਂ ਇਸ ਵਕਤ ਵਿੰਡੋਜ਼ TV ਦੇ ਨਾਲ ਤੇ ਨਾਲ ਦੀ ਨਾਲ ਤੁਸੀਂ ਲਾਈਵ ਟੈਲੀਕਾਸਟ ਦੇਖਦੇ ਹੋ ਹਰਮਨ ਰੇਡੀਓ ਦੇ ਉੱਪਰ। ਮੈਂ ਹਾਂ ਜੀਤ ਲਸਾੜਾ ਤੇ ਮੇਰੇ ਨਾਲ ਕੈਮਰੇ ਦੀਆਂ ਸੇਵਾਵਾਂ ਨਿਭਾ ਰਹੇ ਨੇ ਮਿੰਦੀ। 38ਵੀਂ ਆਸਟ੍ਰੇਲੀਅਨ ਸਿੱਖ ਖੇਡਾਂ 25 ਗਜ ਦੇ ਵਿੱਚ ਬੜੇ ਹੋਏ ਨੇ US ਦੇ ਖਿਡਾਰੀ। ਮੈਲਬੌਰਨ ਦੀ ਡੀ ਦੇ ਵਿੱਚ ਕੋਸ਼ਿਸ਼ ਕਰ ਰਹੇ ਨੇ ਕਿ ਕੋਈ ਪਲੈਂਟੀ ਕਾਰਨਰ ਜਾਂ ਕਾਰਨਰ ਮਿਲ ਜਾਏ, ਲੇਕਿਨ ਬਾਲ ਇਸ ਵਕਤ ਸੇਫ ਸਥਿਤੀ ਦੇ ਵਿੱਚ 50 ਗਜ ਦੀ ਲਾਈਨ ਨੂੰ ਪੂਰਾ ਕਰਦੇ ਹੋਏ ਜੀ ਅੰਪਾਇਰ ਕਾਰਡ ਦਿਖਾਉਂਦੇ ਹੋਏ ਹਰਾ ਕਾਰਡ, ਡੇਂਜਰਸ ਪਲੇ ਦਾ ਇਸ਼ਾਰਾ। ਜੇ ਆਪਾਂ ਇਹਨਾਂ 38ਵੀਂ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਵਿੱਚ ਅੱਜ ਦੇ ਪਹਿਲੇ ਦਿਨ ਦੇ ਵਿੱਚ ਇਸ ਮੈਚ ਦੀ ਗੱਲ ਕਰੀਏ ਤਾਂ ਸਾਡੇ ਕੋਲ 13 ਨੰਬਰ ਦੇ ਵਿੱਚ ਅਮਨ ਗੁਲਾਟੀ, ਇਹ ਬ੍ਰਿਸਬਨ 6 ਯੂਨਾਈਟਿਡ ਦੇ ਪਲੇਅਰ। 74 ਨੰਬਰ ਦੇ ਵਿੱਚ ਅਜੇਪਾਲ ਸਿੰਘ, 40 ਨੰਬਰ ਦੇ ਵਿੱਚ ਅਰਸ਼ਦੀਪ ਸਿੰਘ, ਇਹ ਕੈਪਟਨ ਨੇ ਜੀ। ਤੇ ਸਾਡੇ ਕੋਲ 163 ਨੰਬਰ ਦੇ ਵਿੱਚ ਅੰਮ੍ਰਿਤਪਾਲ ਸਿੰਘ ਰਿਆਰ, 63 ਨੰਬਰ ਦੇ ਵਿੱਚ ਬਿਕਰਮਜੀਤ ਸਿੰਘ, 83 ਨੰਬਰ ਦੇ ਵਿੱਚ ਚੰਨੀ ਢਿੱਲੋਂ, 19 ਨੰਬਰ ਦੇ ਵਿੱਚ ਟੰਡਰਜੀਤ ਸਿੰਘ ਤੇ 103 ਨੰਬਰ ਦੇ ਵਿੱਚ ਇਸ਼ਾਨ ਸਿੰਘ ਸੋਖੀ। ਤੇ ਸਾਡੇ ਕੋਲ 67 ਨੰਬਰ ਦੇ ਵਿੱਚ ਕਰਨਦੀਪ ਸਿੰਘ ਗੋਲਕੀਪਰ ਹੈ ਜੀ। 164 ਦੇ ਵਿੱਚ ਪ੍ਰਭਜੀਤ ਸਿੰਘ, 3 ਨੰਬਰ ਦੇ ਵਿੱਚ ਮਨਜੂਰ ਸਿੰਘ ਗਿੱਲ। ਬਹੁਤ ਹੀ ਖੂਬਸੂਰਤ ਗੋਲ ਆ, ਤੁਸੀਂ ਦੇਖ ਕੇ ਹਟੇ ਹੋ ਯੂਨਾਈਟਿਡ 6 ਵੱਲੋਂ। ਬਹੁਤ ਹੀ ਖੂਬਸੂਰਤ ਗੋਲ ਆ। 1-0 ਦੀ बढ़त ਦੇ ਨਾਲ ਪਹਿਲਾ ਕੁਆਟਰ ਚੱਲ ਰਿਹਾ ਜੀ, 4 ਮਿੰਟ ਦਾ ਸਮਾਂ ਬਚਿਆ। ਸੋ ਫੀਨਿਕਸ USA 0 ਤੇ MSU ਸ਼ਾਇਦ ਗੋਲ ਤਾਂ ਨਹੀਂ ਹੋਇਆ, ਮੇਰੇ ਖਿਆਲ ਇਹ ਬਹੁਤ ਵਧੀਆ ਮੌਕਾ ਗਵਾਇਆ ਯੂਨਾਈਟਿਡ 6 ਨੇ। ਸੋ ਪਲੇਅਰਾਂ ਦੀ ਗੱਲ ਚੱਲ ਰਹੀ ਸੀਗੀ ਜੀ। ਤੇ ਸਾਡੇ ਕੋਲ ਯੂਨਾਈਟਿਡ 6 ਦੇ ਵਿੱਚ ਬਲਰਾਜ ਸਿੰਘ ਵੀ ਖੇਲਦੇ ਨੇ, ਦਿਲਬਾਗ ਸਿੰਘ ਵੀ ਖੇਲਦੇ ਨੇ, ਨਵਪ੍ਰੀਤ ਸਿੰਘ 25 ਨੰਬਰ, 106 ਨੰਬਰ ਤੇ ਅਭਿਜੋਤ ਸਿੰਘ ਗਿੱਲ, 35 ਨੰਬਰ ਦੇ ਉੱਪਰ ਤਰਨਜੀਤ ਸਿੰਘ, 23 ਨੰਬਰ ਨਵਜੋਤ ਸਿੰਘ ਤੇ 1 ਨੰਬਰ ਦੇ ਵਿੱਚ ਲਕਸ਼ ਗੁਲਾਟੀ। ਸੋ ਤਕਰੀਬਨ ਸਾਡੇ ਕੋਲ 3 ਮਿੰਟ 20 ਸਕਿੰਟ ਦਾ ਸਮਾਂ ਬਚਿਆ ਜੀ ਪਹਿਲੇ ਕੁਆਟਰ ਦਾ। ਫੀਨਿਕਸ ਵਰਸਸ MSU, ਫੀਨਿਕਸ USA ਦੀ ਟੀਮ ਤੇ ਸਾਡੇ ਕੋਲ MSU ਮੈਲਬੌਰਨ 6 ਯੂਨਾਈਟਿਡ। ਸੋ 38ਵੀਂ ਆਸਟ੍ਰੇਲੀਅਨ ਸਿੱਖ ਖੇਡਾਂ, ਪਹਿਲਾ ਦਿਨ 3 ਅਪ੍ਰੈਲ 2026 ਤੇ ਤੁਸੀਂ ਸਟੇਟ ਹਾਕੀ ਸੈਂਟਰ ਦੇ ਵਿੱਚੋਂ ਲਾਈਵ ਤਸਵੀਰਾਂ ਦੇਖ ਰਹੇ ਹੋ ਵਿੰਡੋਜ਼ TV ਦੇ ਉੱਪਰ ਤੇ ਨਾਲ ਦੀ ਨਾਲ ਹਰਮਨ ਰੇਡੀਓ ਦੇ ਉੱਪਰ। 25 ਅਗਸਤ ਤੋਂ ਅੱਗੇ ਵਧਦੇ ਹੋਏ ਬਾਲ ਨੂੰ ਯੂਨਾਈਟਿਡ 6 ਦੇ ਪਲੇਅਰ ਮੈਨ ਟੂ ਮੈਨ ਮਾਰਕਿੰਗ ਕਰਕੇ ਲੈ ਕੇ ਜਾਂਦੇ। 19 ਨੰਬਰ ਇੰਦਰਜੀਤ ਦੇ ਕੋਲ ਇਹ ਰਾਈਟ ਲੈਫਟ ਹਾਫ ਹੈ। ਸੋ ਬਾਲ ਘੁੰਮਦੀ ਹੋਈ ਸੈਂਟਰ ਦੇ ਵਿੱਚ 35 ਨੰਬਰ ਪਲੇਅਰ ਸੈਂਟਰ ਫਾਰਵਰਡ ਬਾਲ ਖੋਣ ਦੀ ਕੋਸ਼ਿਸ਼, ਲੇਕਿਨ ਬਾਲ ਇਸ ਵਕਤ ਹੈਗਾ ਜੀ USA ਵਾਲਿਆਂ ਦੇ ਕੋਲ 25 ਗਜ ਵੜਦੇ ਹੋਏ, ਲੇਕਿਨ ਨਾਕਾਮ ਕੋਸ਼ਿਸ਼। ਕਾਊਂਟਰ ਅਟੈਕ ਆ ਚੱਲਿਆ ਮੱਲ, ਸਰਦਾਰ ਮਾਲ ਚੱਲਿਆ 25 ਗਜ ਵੜਦੇ ਹੋਏ USA ਦੇ ਤੇ ਆ ਜੀ ਡੀ ਚ ਵੜਦੇ ਹੋਏ ਟ੍ਰਿਬਲਿੰਗ ਮੈਨ ਟੂ ਮੈਨ 1-1 ਦਾ ਮੁਕਾਬਲਾ ਤੇ ਆ ਮਰੀ ਡਰੈਗ ਫਲਿਕ, ਲੇਕਿਨ ਮੈਨੂੰ ਲੱਗਦਾ ਵੀ ਗੋਲ ਛੋਟੇ ਸੀ, ਪੋਲ ਛੋਟੇ ਸੀ, ਬਾਲ ਅੰਦਰ ਨਹੀਂ ਤਾਂ ਚਲੇ ਜਾਣੀ ਸੀ। ਚੰਨੀ ਆਏ ਨੇ ਬਾਹਰ ਸਾਹ ਲੈਣ ਦੇ ਲਈ ਤੇ 40 ਨੰਬਰ ਮੁੰਡਾ ਸਿੱਖ ਯੂਨਾਈਟਿਡ ਦਾ ਗਿਆ ਹੈ ਜੀ ਮੈਦਾਨ ਦੇ ਵਿੱਚ।
ਸੋ ਤਕਰੀਬਨ ਸਾਡੇ ਕੋਲ 2 ਮਿੰਟ ਦਾ ਸਮਾਂ ਬਚਿਆ ਜੀ ਪਹਿਲੇ ਕੁਆਟਰ ਦਾ। USA ਵਰਸਸ MSU, USA 0 MSU 1। ਹਾਂਜੀ, ਉਹ ਗੋਲ ਹੋ ਚੁੱਕਾ ਸੀ ਲੇਕਿਨ ਸਕੋਰ ਬੋਰਡ ਦੇ ਬਟ ਅਪਡੇਟ ਨਹੀਂ ਹੋਇਆ। ਸੋ ਤੁਸੀਂ ਹਾਕੀ ਵਿਕਟੋਰੀਆ ਦੀ ਇਸ ਖੂਬਸੂਰਤ ਐਸਟ੍ਰੋਟਰਫ ਤੋਂ 38ਵੀਂ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਪਹਿਲੇ ਦਿਨ ਹਾਕੀ ਦੇ ਮੁਕਾਬਲੇ ਦੇਖ ਰਹੇ ਹੋ। ਫੀਨਿਕਸ ਵਰਸਸ MSU। ਲਓ ਜੀ, ਸਕੂਪ ਦਾ ਸਾਰਾ ਲਿਆ, ਥੋੜਾ ਜਿਹਾ ਪ੍ਰੈਸ਼ਰ ਚੱਕਣ ਦੇ ਲਈ 25 ਗਜ ਵੜਦੇ ਹੋਏ ਡੀ 'ਚ ਵੜਦੇ ਹੋਏ ਅੰਪਾਇਰ ਨੇ ਫਾਉਲ ਦਿੱਤਾ ਜੀ। ਇਸ ਵਕਤ ਬਾਲ ਹੈਗਾ ਜੀ USA ਵਾਲਿਆਂ ਦੇ ਕੋਲ, ਜਲਦੀ ਨਾਲ ਡੀ 'ਚ ਬਣਨ ਦੀ ਕੋਸ਼ਿਸ਼, ਟਰਾਈ ਲੈਣ ਦੀ ਕੋਸ਼ਿਸ਼, ਡਰਿਬਲਿੰਗ ਹੋ ਰਹੀ ਹੈ ਜੀ, 1 to 1 ਮਾਰਕਿੰਗ ਹੋ ਰਹੀ ਹੈ ਜੀ। ਇਹ ਲੱਗਦਾ ਕਿ ਪਲੇਅਰ ਲੈ ਕੇ ਚੱਲੂਗਾ ਜੀ ਪਲਾਂਟੀ ਕਾਰਨਰ ਤੱਕ ਗੇੜ, ਪਰ ਕਹਿੰਦੇ ਹੁੰਦੇ ਆ ਜੀ ਜੇ ਜ਼ਿਆਦਾ ਕਟਾਊਆ ਬਣੇ ਨਾ ਇਸ ਗੇਮ ਦੇ ਵਿੱਚ ਫਿਰ ਬਾਲ ਹੱਥ 'ਚ ਨਹੀਂ ਆਉਂਦਾ ਹੈਗਾ। ਸੋ ਮੈਲਬੌਰਨ ਦੇ ਪਲੇਅਰ ਇਸ ਵਕਤ ਥੋੜੇ ਜਿਹੇ ਹਾਵੀ ਚੱਲ ਰਹੇ ਆ, ਬਾਲ ਨੂੰ ਵੀ ਐ ਪੈਣ ਡਿਆ ਜਿੱਦਾਂ ਕੁਕੜੀ ਸਿੰਡ ਨੂੰ ਪੈਂਦੀ ਹੁੰਦੀ ਆ। ਇਹ USA ਵਾਲੇ ਮੇਰੇ ਖਿਆਲ ਸਵੇਰ ਦਾ ਮੁਕਾਬਲਾ ਇੱਕ ਆਪਣਾ ਪਹਿਲਾਂ ਹਾਰ ਵੀ ਚੁੱਕੇ ਆ ਜੀ, ਇਸ ਕਰਕੇ ਕੋਸ਼ਿਸ਼ ਰਹੇਗੀ ਕਿ ਇਹ ਦੂਸਰੇ ਮੁਕਾਬਲੇ ਦੇ ਵਿੱਚ ਜਿਹੜਾ ਜ਼ੋਰ ਪਾਇਆ ਜਾਵੇ ਤੇ ਇਸ ਨੂੰ ਬਰਾਬਰੀ ਜਾਂ ਵਿਜੇਤਾ ਬਣ ਕੇ ਨਿਕਲਿਆ ਜਾ ਸਕੇ। ਬਾਲ ਇਸ ਵਕਤ MSU ਦੇ ਕੋਲ। ਸਕੂਪ ਦੇ ਨਾਲ ਡਿਫੈਂਸ ਤੇ ਖੇਲਦੇ ਹੋਏ 83 ਨੰਬਰ ਚੰਨੀ ਦੇ ਕੋਲ ਬਾਲ ਗਿਆ ਜੀ। ਡਿਫੈਂਸ ਤੋਂ ਆਊਟ ਨੂੰ ਬਾਲ ਦਿੱਤਾ ਜੀ। ਆ ਲਓ ਜੀ, ਆਊਟ ਨੂੰ ਬਾਲ ਗਿਆ। ਚਿਕੜ ਭੂਣੀਆਂ ਕੱਢਦੇ ਹੋਏ 6 ਯੂਨਾਈਟਿਡ ਦੇ 25 ਗਜ ਦੇ ਵਿੱਚ ਵੜਦੇ ਹੋਏ ਹਜੇ ਵੀ ਦੇਖ ਰਹੇ ਨੇ ਕਿ ਬੰਦਾ ਕੋਈ ਲੱਭੇ ਤੇ ਬਾਲ ਦਿੱਤੇ ਜਾਵੇ। ਬਾਲ ਲੈਣ ਦੇ ਵਿੱਚ ਸਫਲ ਜੀ। ਸੋ ਮੈਲਬੌਰਨ 1 ਤੇ ਫੀਨਿਕਸ USA 2। ਪਹਿਲੇ ਕੁਆਟਰ ਦਾ ਸਮਾਂ ਖਤਮ ਹੋ ਚੁੱਕਾ ਹੈ, 10 ਮਿੰਟ ਦਾ ਸਮਾਂ ਹੋ ਚੁੱਕਾ ਹੈ। ਦੂਸਰੇ ਕੁਆਟਰ ਦੇ ਲਈ 5 ਮਿੰਟ ਦੇ ਵਿੱਚ ਤੁਹਾਡੇ ਨਾਲ ਫਿਰ ਤੋਂ ਰਾਬਤਾ ਬਣਾਉਣੇ ਆ। ਤਦ ਤੱਕ ਆਪਾਂ US ਦੀ ਟੀਮ ਦੇ ਖਿਡਾਰੀਆਂ ਦੀ ਥੋੜੀ ਜਿਹੀ ਗੱਲ ਕਰ ਲਈਏ। ਸਾਡੇ ਕੋਲ USA ਦੀ ਟੀਮ ਦੇ ਵਿੱਚ 28 ਨੰਬਰ ਦੇ ਵਿੱਚ ਖੇਡ ਰਹੇ ਸੀਗੇ ਜੀ ਅਰਮਨ ਬਾਗਰੀ, ਤੇ 6 ਨੰਬਰ ਦੇ ਵਿੱਚ ਮਨਵੀਰ, 2 ਨੰਬਰ ਦੇ ਵਿੱਚ ਜੈਵੀਰ ਸਿੰਘ, 3 ਨੰਬਰ ਦੇ ਵਿੱਚ ਨਮਿਤ ਮੰਗਟ, 7 ਨੰਬਰ ਦੇ ਵਿੱਚ ਤਨਵੀਰ ਕਾਨਾ ਤੇ 5 ਨੰਬਰ ਦੇ ਵਿੱਚ ਮਨਦੀਪ ਸਿੰਘ ਖੇਡ ਰਹੇ ਸੀਗੇ ਜੀ US ਦੇ ਵੱਲੋਂ। 11 ਨੰਬਰ ਦੇ ਵਿੱਚ ਜੈਵਨ ਬੈਂਸ, 14 ਨੰਬਰ ਦੇ ਵਿੱਚ ਗੁਰਪਾਨ ਸਿੰਘ ਤੇ 10 ਨੰਬਰ ਦੇ ਵਿੱਚ ਪ੍ਰਾਜੀਤ ਸਿੰਘ, 18 ਨੰਬਰ ਦੇ ਵਿੱਚ ਗਗਨਪਾਲ ਸਿੰਘ ਬਾਜਵਾ, 15 ਨੰਬਰ ਦੇ ਵਿੱਚ ਅਮਨਿੰਦਰਪਾਲ ਸਿੰਘ ਤੇ ਸਾਡੇ ਕੋਲ 15 ਨੰਬਰ ਦੇ ਵਿੱਚ ਅਮਨਿੰਦਰਪਾਲ ਤੇ 13 ਨੰਬਰ ਦੇ ਵਿੱਚ ਪਰਮਾਰ ਬਾਜਵਾ। ਸੋ ਬਾਜਵਾ ਕਾਫੀ ਇਕੱਠੇ ਨੇ USA ਟੀਮ ਦੇ ਵਿੱਚ। ਸੋ ਪਹਿਲਾ ਕੁਆਟਰ ਖਤਮ ਹੋ ਚੁੱਕਾ ਜੀ। ਮਿਲਦੇ ਹਾਂ ਜੀ ਕੁਝ ਹੀ ਪਲਾਂ ਦੇ ਵਿੱਚ ਦੂਜੇ ਕੁਆਟਰ ਦੇ ਨਾਲ। ਮੈਂ ਤਾਂ ਓਕੇ ਜੀ, ਮੈਂ ਤਾਂ ਹੁਣ ਉਹ ਬੰਦ ਕੀਤਾ ਨਹੀਂ, ਉਧਰ ਲਾਈਵ ਜਾਂਦਾ ਪਿਆ। आपने खड़ा है ਲਓ ਜੀ, ਫਿਰ ਤੋਂ ਸਵਾਗਤ ਹੈ ਜੀ ਦੂਜੇ ਕੁਆਟਰ ਦੇ ਵਿੱਚ। ਆਹ ਮਾਰੀ ਜੀ ਰੈਫਰੀ ਨੇ, ਅੰਪਾਇਰ ਨੇ ਬਿਸਲ। ਬਾਲ ਇਸ ਵਕਤ USA ਵਾਲਿਆਂ ਦੇ ਕੋਲ। ਬਾਲ ਮੈਲਬੌਰਨ ਦੇ ਕੰਟਰੋਲ ਦੇ ਵਿੱਚ ਹੈ ਜੀ। 25 ਗਜ ਤੋਂ ਅੰਦਰ ਵੜਦੇ ਹੋਏ 164 ਨੰਬਰ ਖਿਡਾਰੀ, 164 ਨੰਬਰ ਜੀ ਪ੍ਰਭਜੀਤ ਸਿੰਘ ਫਾਉਲ ਲਾਈਨ ਦੇ ਵਿੱਚ ਸਫਲ ਹੋਏ ਆ। 40 ਨੰਬਰ ਦੇ ਵਿੱਚ ਅਰਸ਼ ਕੋਸ਼ਿਸ਼ ਕਰ ਰਿਹਾ ਜੀ 25 ਗਜ ਤੋਂ ਅੰਦਰ ਵੜਨ ਦੇ ਵਿੱਚ, ਵੜ ਚੁੱਕੇ ਨੇ ਜੀ। ਪ੍ਰਭਜੋਤ ਦੇ ਨਾਲ ਥੋੜੀ ਜਿਹੀ ਜੁਗਲਬੰਦੀ ਬਣਾਉਂਦੇ ਹੋਏ 164 ਨੰਬਰ ਦੇ ਪਲੇਅਰ ਨਾਲ ਇੱਧਰ ਗਿਆ ਜੀ 63 ਦੇ ਕੋਲ। 63 ਨੇ ਪੈਰਲਲ ਬਾਲ ਪਰ ਗਲਤ ਦਿੱਤਾ। ਇਸ ਵਕਤ ਬਾਲ ਹੈਗਾ ਜੀ US ਵਾਲਿਆਂ ਦੇ ਕੋਲ, ਸੈਂਟਰ ਲਾਈਨ ਤੋਂ ਅੱਗੇ ਵੱਧਦੇ ਹੋਏ
ਲੇਕਿਨ ਜ਼ਰੂਰਤ ਤੋਂ ਜ਼ਿਆਦਾ ਡਰਿਬਲਿੰਗ ਤੇ ਬਾਲ ਇਸ ਵਕਤ ਮੈਲਬੌਰਨ ਦੇ ਕੋਲ। ਮੈਲਬੌਰਨ ਸੈਂਟਰ ਤੋਂ 25 ਗਜ ਦੇ ਵਿੱਚ ਵੱਢਦੇ ਹੋਏ ਵੱਢ ਚੁੱਕੇ ਆ ਜੀ ਡੀ ਦੇ ਵਿੱਚ। ਇਹ ਡੇਂਜਰਸ ਫਾਉਲ ਜੀ। ਲੌਂਗ ਕਾਰਨਰ ਇਹ ਬੜਿਆ ਜੀ ਮੈਲਬੌਰਨ ਦੇ ਖਾਤੇ ਦੇ ਵਿੱਚ। ਲਓ ਜੀ 25 ਗਜ ਤੋਂ ਫਾਉਲ ਲੈਣ ਦੀ ਤਿਆਰੀ ਦੇ ਵਿੱਚ ਨੇ ਮੈਲਬੌਰਨ ਦੇ ਖਿਡਾਰੀ। ਦੂਸਰਾ ਕੁਆਟਰ 8.5 ਮਿੰਟ ਦਾ ਸਮਾਂ ਬਚਿਆ। ਗੋਲਕੀਪਰ ਦਾ ਬਹੁਤ ਹੀ ਖੂਬਸੂਰਤ ਸੇਵ। ਹਜੇ ਵੀ ਮੈਲਬੌਰਨ ਦੇ ਖਿਡਾਰੀ ਜਦੋਂ ਚ ਲੱਗੇ ਹੋਏ ਨੇ ਡੀ ਦੇ ਵਿੱਚ ਚਿਕਟ ਭੂਣੀਆਂ ਕੱਢਣ ਜਾ ਰਹੇ ਨੇ। ਲੱਗਦਾ ਹੈ ਕਿ ਪਲਾਟੀ ਕਾਰਨਰ ਤੱਕ ਜਾਣਗੇ। ਨਹੀਂ ਵੀ ਫਾਉਲ ਹੋ ਗਿਆ। USA ਦੇ ਖਿਡਾਰੀਆਂ ਦੇ ਕੋਲ ਫ੍ਰੀ ਹਿੱਟ ਆ ਜੀ। ਸੋ ਤੁਸੀਂ ਇਸ ਵਕਤ ਲਾਈਵ ਬਣੇ ਹੋਏ ਇੰਡੋਸ ਟੀਵੀ ਦੇ ਨਾਲ। ਮੈਂ ਹਰਜੀਤ ਲਸਾੜਾ ਤੇ ਕੈਮਰੇ ਦੇ ਉੱਪਰ ਗੁਰਮਿੰਦਰ ਮਿੰਦੀ। ਇੰਡੋਸ ਟੀਵੀ ਤੇ ਹਰਮਨ ਰੇਡੀਓ ਦੇ ਉੱਪਰ ਤੁਸੀਂ ਇਸ ਦਾ ਲਾਈਵ ਟੈਲੀਕਾਸਟ ਦੇਖ ਰਹੇ ਹੋ। 38ਵੀਂ ਆਸਟ੍ਰੇਲੀਅਨ ਸੇ ਖੇਡਾਂ ਪਹਿਲਾ ਦਿਨ ਸਟੇਟ ਹਾਕੀ ਸੈਂਟਰ ਦੇ ਵਿੱਚੋਂ ਹਾਕੀ ਦੇ ਮੁਕਾਬਲੇ। ਬਾਲ ਇਸ ਵਕਤ ਅਰਸ਼ ਦੇ ਕੋਲ 40 ਨੰਬਰ ਆਪਣੀ ਟੀਮ ਦੇ ਬੰਦੇ ਨੂੰ ਟੋਹਦੇ ਹੋਏ 25 ਗਜ ਦੇ ਵਿੱਚ। ਇਹ ਜੀ ਫ੍ਰੀ ਹਿੱਟ ਬਣ ਗਈ ਆ ਜੀ USA ਦੇ ਕੋਲ। USA ਦੇ ਡਿਫੈਂਡਰ ਬਾਲ ਨੂੰ ਅੱਗੇ ਤੋਰਦੇ ਹੋਏ ਰਾਈਟ ਫੁੱਲਬੈਕ ਦਾ ਤਾਲਮੇਲ ਮਾਂਗਟ ਦੇ ਨਾਲ ਬਣਿਆ ਜੀ। ਰਾਈਟ ਫੁੱਲਬੈਕ ਦੇ ਨਾਲ ਲੇਕਿਨ ਬਾਲ ਖੋਲਿਆ ਜੀ 164 ਨੰਬਰ ਖਿਡਾਰੀ ਜਾ ਰਿਹਾ ਜੀ ਪ੍ਰਭਜੋਤ ਸਰਦਾਰ ਖਿਡਾਰੀ। ਆ ਮਾਰਿਆ ਜੀ ਥੋੜੀ ਜੀ ਫਲਿਕ। ਫ੍ਰੀ ਹਿੱਟ USA ਦੇ ਲਈ। ਬਲਰਾਜ ਗਿਆ ਜੀ ਅੰਦਰ ਤੇ ਸਾਡੇ ਕੋਲ 164 ਨੰਬਰ ਖਿਡਾਰੀ ਬਾਹਰ ਆਏ ਨੇ ਜੀ। ਪ੍ਰਭਜੀਤ ਸਿੰਘ ਜੀ। ਸੋ ਖੂਬਸੂਰਤ ਮੁਕਾਬਲਾ ਫੀਨਿਕਸ USA। ਧੰਨਵਾਦ ਕਰਦੇ ਹਾਂ ਕਿ ਐਡੀ ਦੂਰ ਤੋਂ ਇਹ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਵਿੱਚ ਖਾਸ ਕਰਕੇ ਮਾਂ ਖੇਡ ਹਾਕੀ ਦੇ ਲਈ ਆਏ ਨੇ। ਸ਼ੁਕਰੀਆ ਇਹਨਾਂ ਦਾ। ਬਾਲ ਸੈਂਟਰ ਦੇ ਵਿੱਚ ਆਊਟ ਨੂੰ ਪਾ ਦਿੱਤਾ ਗਿਆ ਜੀ US ਦੇ ਖਿਡਾਰੀਆਂ ਦੇ ਵੱਲੋਂ। ਰਾਈਟ ਆਊਟ ਕੋਸ਼ਿਸ਼ ਕਰ ਰਿਹਾ ਕਿ ਕਿਸੇ ਦਾ ਡੀ ਦੇ ਵਿੱਚ ਵੜਿਆ ਜਾਵੇ। ਡੀ ਦੇ ਵਿੱਚ ਵੜ ਚੁੱਕਾ ਆ। ਕੋਸ਼ਿਸ਼ ਕਰ ਰਹੇ ਨੇ ਕਿ ਪਲਾਂਟੀ ਕਾਰਨਰ ਬਣਾਇਆ ਜਾਏ ਲੇਕਿਨ ਹਜੇ ਵੀ ਲਾਓ ਜੀ USA ਨੂੰ ਪਹਿਲਾ ਪਲਾਂਟੀ ਕਾਰਨਰ। ਰੂਲਸ ਇਹੀ ਹੁੰਦੇ ਨੇ ਕਿ ਅਗਰ ਡੀ ਦੇ ਵਿੱਚ ਤੁਸੀਂ ਪੈਰਾਂ ਨੂੰ ਬਾਲ ਛੂਹਦੀ ਹੈ ਤਾਂ ਤੁਹਾਨੂੰ ਪਲਾਂਟੀ ਕਾਰਨਰ ਮਿਲਦਾ ਜੀ। US ਦੇ ਖਿਡਾਰੀ ਪਲਾਂਟੀ ਕਾਰਨਰ ਲਈ ਤਿਆਰ। ਮੁਕਾਬਲਾ 0-1 ਫੀਨਿਕਸ 0 ਮੈਲਬੌਰਨ 1 USA 0 ਮੈਲਬੌਰਨ 1। ਤਕਰੀਬਨ ਸਾਡੇ ਕੋਲ 6.5 ਮਿੰਟ ਦਾ ਸਮਾਂ ਬਚਿਆ ਜੀ ਦੂਜੇ ਕੁਆਟਰ ਦਾ। ਔਰ ਮੈਲਬੌਰਨ ਦੇ ਵਿੱਚ ਇਸ ਸਮੇਂ ਸਮਾਂ ਚੱਲ ਰਿਹਾ ਜੀ 3:31 ਦੁਪਹਿਰ ਦੇ। ਸੋ ਦੋਨੋਂ ਟੀਮਾਂ ਤਿਆਰ ਨੇ ਜੀ। ਗੋਲਕੀਪਰ ਵੀ ਤਿਆਰ ਹੈ ਮੈਲਬੌਰਨ ਦਾ। ਸੋ ਪਲਾਂਟੀ ਕਾਰਨਰ ਦੀ ਸ਼ੁਰੂਆਤ ਹੋਣ ਲੱਗੀ ਹੈ ਜੀ। 4 ਖਿਡਾਰੀ ਗੋਲਕੀਪਰ ਦੇ ਨਾਲ। ਅੰਪਾਇਰ ਨੇ ਮਾਰੀ ਬਿਸਲ ਜੀ। ਆ ਰੋਡ ਦਿੱਤਾ ਬਾਲ। ਆ ਕੀਤਾ ਸਟਾਪ। ਆ ਮਾਰੀ ਡੌਜ। ਆ ਹਲਕਾ ਜਿਹਾ ਵਿੱਚ ਬਾਲ ਪਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਡੇਂਜਰਸ ਪਲੇ। ਦੁਬਾਰਾ ਪਲਾਂਟੀ ਕਾਰਨਰ। ਸੋ USA ਨੂੰ ਦੂਸਰਾ ਪਲਾਂਟੀ ਕਾਰਨਰ ਮਿਲਿਆ ਕੰਟੀਨਿਊ। ਤਾਂ ਮੇਰੇ ਖਿਆਲ 'ਚ ਲਗਾਤਾਰ 5 ਪਲਾਂਟੀ ਕਾਰਨਰ ਮਿਲ ਜਾਣ ਅੱਜ ਦੇ ਹਾਕੀ ਦੇ ਰੂਲਸ ਦੇ ਵਿੱਚ ਤਾਂ ਉਹ ਪਲਾਂਟੀ ਸਟ੍ਰੋਕ ਦੇ ਵਿੱਚ ਬਦਲ ਜਾਏਗਾ। ਖੈਰ ਇੱਥੇ ਤੱਕ ਤਾਂ ਨੌਬਤ ਨਹੀਂ ਜਾਂਦੀ ਲੱਗਦੀ। ਖਿਡਾਰੀ ਤਿਆਰ ਨੇ ਜੀ। ਆ ਬਾਲ ਰੋਡ ਦਿੱਤਾ ਗਿਆ ਜੀ। ਸਟਾਪ ਕੀਤਾ ਗਿਆ ਲੇਕਿਨ ਅੰਪਾਇਰ ਨੇ ਕਿਹਾ ਕਿ ਥੋੜੀ ਜਗਲਿੰਗ ਹੋਈ ਹੈ। ਮੈਨੂੰ ਲੱਗਦਾ ਹੈ ਪਲਾਂਟੀ ਕਾਰਨਰ ਬੇਕਾਰ ਚਲ ਗਿਆ ਜੀ। ਇਹ ਸ਼ਾਇਦ ਕੋਈ ਨਾ ਕੋਈ ਫਾਉਲ ਕੀਤਾ ਜੀ ਇਹ ਮੇਰੇ ਖਿਆਲ US ਦੇ ਖਿਡਾਰੀਆਂ ਦੇ ਨੇ। ਸੋ ਫ੍ਰੀ ਹਿੱਟ ਮਿਲ ਗਈ ਹੈ ਜੀ ਮੈਲਬੌਰਨ ਨੂੰ। ਮੈਲਬੌਰਨ ਦੇ ਡਿਫੈਂਡਰ ਬਾਲ ਨੂੰ ਟੋਹਦੇ ਹੋਏ ਲੈਫਟ ਤੋਂ ਰਾਈਟ ਤੇ ਕੋਸ਼ਿਸ਼ ਕਰ ਰਹੇ ਨੇ ਸਕੂਪ ਦੇ ਨਾਲ ਬਾਲ ਨੂੰ ਕਲੀਅਰ ਕੀਤਾ ਜਾਏ। ਵੱਡਾ ਸਕੂਪ ਲੇਕਿਨ ਬਾਹਰ। ਸੋ 50 ਅਗਸਤ ਤੋਂ ਫਾਉਲ ਲੈਣਗੇ US ਦੇ ਖਿਡਾਰੀ। ਪਿੰਕਾ 83 ਨੰਬਰ ਮੈਲਬੌਰਨ ਤੋਂ ਖੇਡ ਮੈਦਾਨ ਦੇ ਵਿੱਚ ਇਨ ਹੋਇਆ। ਸੋ ਸੈਂਟਰ ਤੋਂ US ਦੇ ਖਿਡਾਰੀ 25 ਗਜ ਵੱਢਦੇ ਹੋਏ ਖਿਡਾਰੀ USA ਦੇ ਇਸ ਵਕਤ ਬਾਲ ਦੇ ਨਾਲ ਚਿਮੜੇ ਹੋਏ ਲੇਕਿਨ ਮੈਲਬੌਰਨ ਦੇ ਖਿਡਾਰੀਆਂ ਦੇ ਕੋਲ ਬਾਲ ਵੱਡਾ ਪਾਸ ਦੀ ਕੋਸ਼ਿਸ਼। ਬਾਲ ਇਸ ਵਕਤ US ਦੇ ਖਿਡਾਰੀਆਂ ਦੇ ਕੋਲ ਲੈਫਟ ਸਾਈਡ ਤੋਂ ਮੂਵ ਬਣਾਉਣ ਦੀ ਕੋਸ਼ਿਸ਼ ਹੋ ਰਹੀ ਆ। ਬਾਲ ਡਿਫੈਂਡਰਾਂ ਦੇ ਕੋਲ
ਲੈਫਟ ਫੁੱਲ ਬੈਕ ਤੋਂ ਰਾਈਟ ਫੁੱਲ ਬੈਕ ਨੂੰ ਖੇਡਿਆ ਗਿਆ, ਹਾਫ ਨੂੰ ਬਾਲ ਦਿੱਤਾ ਗਿਆ, ਹਾਫ ਦੀ ਕੋਸ਼ਿਸ਼ ਕਿ ਇੱਧਰ ਆਊਟ ਨੂੰ ਬਾਲ ਖਿਲਾਇਆ ਜਾਵੇ। ਮੈਲਬੌਰਨ ਦੇ ਖਿਡਾਰੀਆਂ ਦੀ ਥੋੜੀ ਜਿਹੀ ਟੈਕਲਿੰਗ ਦੇ ਵਿੱਚ ਪ੍ਰੋਬਲਮ। 7 ਨੰਬਰ ਖਿਡਾਰੀ 50 ਗਜ ਤੋਂ 25 ਗਜ ਵੱਧਦਾ ਹੋਇਆ, ਬਾਲ ਹਜੇ ਵੀ ਉਸਦੇ ਕੋਲ, ਲੇਕਿਨ ਫਾਉਲ ਦਾ ਇਸ਼ਾਰਾ ਜਲਦੀ ਦੇ ਨਾਲ 25 ਗਜ ਤੋਂ ਫਾਉਲ ਲੈਂਦੇ ਹੋਏ। ਖਤਰਾ ਇਸ ਵਕਤ ਮੈਲਬੌਰਨ ਦੇ ਖਿਡਾਰੀਆਂ ਦੇ ਲਈ। ਬਾਲ ਹਜੇ ਵੀ ਮੈਲਬੌਰਨ ਦੀ ਡੀ ਦੇ ਵਿੱਚ ਚੱਲਦਾ ਹੋਇਆ। ਮੈਲਬੌਰਨ ਦੇ ਖਿਡਾਰੀ ਕੋਸ਼ਿਸ਼ ਕਰ ਰਹੇ ਨੇ ਕਿ ਇਸ ਬਾਲ ਨੂੰ ਕਲੀਅਰ ਕੀਤਾ ਜਾਵੇ। ਬਾਲ ਇਸ ਵਕਤ ਮੈਲਬੌਰਨ ਦੇ ਖਿਡਾਰੀਆਂ ਦੇ ਕੋਲ, ਲੇਕਿਨ ਫਾਉਲ ਦਾ ਇਸ਼ਾਰਾ ਦੁਬਾਰਾ 25 ਗਜ ਤੋਂ। ਫਾਉਲ ਲੈਣਗੇ USA ਦੇ ਖਿਡਾਰੀ। ਦੂਸਰੇ ਕੁਆਟਰ ਦਾ ਸਮਾਂ ਤਕਰੀਬਨ ਸਾਡੇ ਕੋਲ ਸਵਾ 3 ਮਿੰਟ ਦਾ ਬਚਿਆ। ਇਸ ਵਕਤ ਦੋਨੋਂ ਟੀਮਾਂ ਦਾ ਫਸਵਾਂ ਮੁਕਾਬਲਾ ਚੱਲ ਰਿਹਾ, ਲੇਕਿਨ ਮੈਲਬੌਰਨ 1-0 ਦੇ ਨਾਲ ਅੱਗੇ ਵੱਧ ਰਿਹਾ। 25 ਗਜ ਦੇ ਉੱਪਰ ਹਜੇ ਵੀ ਕੋਸ਼ਿਸ਼ US ਦੇ ਖਿਡਾਰੀਆਂ ਦੀ। ਬਾਲ US ਦੇ ਖਿਡਾਰੀਆਂ ਦੇ ਕੋਲ 6 ਨੰਬਰ ਵੱਲੋਂ ਬਿਲਕੁਲ ਆਊਟ ਨੂੰ ਬਾਲ ਦਿੱਤਾ ਗਿਆ। ਕੋਸ਼ਿਸ਼ ਡੀ ਦੇ ਵਿੱਚ, ਬਾਲ ਹਜੇ ਵੀ USA ਨਹੀਂ ਵੀ। ਇਹ ਸੋਹਣਾ ਸੇਵ ਕੀਤਾ ਮੈਲਬੌਰਨ ਦੇ ਖਿਡਾਰੀਆਂ ਵੱਲੋਂ। ਕੋਸ਼ਿਸ਼ ਕਿ ਇਹਨੂੰ 25 ਗਜ ਤੋਂ ਸੈਂਟਰ ਦੇ ਵਿੱਚ ਜਲਦੀ ਦੇ ਨਾਲ ਖਿੱਚਿਆ ਜਾਵੇ, ਲੰਮੀ ਡਰੈਗ, ਲੇਕਿਨ ਬਾਲ ਨੂੰ ਇੰਟਰਸੈਪਟ ਕਰ ਦਿੱਤਾ ਗਿਆ ਮਿਜ਼ਾਈਲਾਂ ਦੇ ਵਾਂਗ ਸਿੱਖ ਯੂਨਾਈਟਿਡ ਵੱਲੋਂ। ਫਸਵਾਂ ਮੁਕਾਬਲਾ 2.5 ਮਿੰਟ ਦਾ ਸਮਾਂ ਬਚਿਆ ਜੀ ਦੂਜੇ ਕੁਆਟਰ ਦਾ। USA ਵਰਸਸ ਮੈਲਬੌਰਨ। ਬਾਲ USA ਵਾਲਿਆਂ ਦੇ ਕੋਲ 25 ਗਜ ਤੋਂ 50 ਗਜ ਦੇ ਵਿੱਚ ਬਾਲ ਘੁੰਮ ਰਿਹਾ ਜੀ। ਬਾਲ ਇਸ ਵਕਤ ਮੈਲਬੌਰਨ ਦੇ ਖਿਡਾਰੀਆਂ ਦੇ ਕੋਲ। US ਦੇ ਖਿਡਾਰੀ ਡੀ ਚ ਵੱਢਦੇ ਹੋਏ, ਲੇਕਿਨ ਬਹੁਤ ਖੂਬਸੂਰਤ ਸੇਵ ਆ ਮੈਲਬੌਰਨ ਦੇ ਗੋਲਕੀਪਰ ਵੱਲੋਂ। खूबसूरत मैच। हंडिया हुआ गोलकीपर किरणदीप सिंह मैलबौਰਨ ਦੀ ਟੀਮ ਤੋਂ। ਕੁਝ ਖਿਡਾਰੀ ਮੈਲਬੌਰਨ ਦੇ ਸਾਹ ਲੈਣ ਦੇ ਲਈ ਬਾਹਰ ਨੂੰ ਆ ਰਹੇ ਨੇ ਤੇ ਕੁਝ ਅੰਦਰ ਜਾ ਰਹੇ ਨੇ। ਸੋ ਇਸ ਵਕਤ ਬਾਲ ਮੈਲਬੌਰਨ ਦੇ ਖਿਡਾਰੀਆਂ ਦੀ ਗ੍ਰਿਫਤ ਦੇ ਵਿੱਚ ਹੈ। 25 ਗਜ ਦੇ ਬਾਲ ਨੂੰ ਲੈ ਕੇ ਫਿਰਦੇ ਹੋਏ ਨੇ। ਆਊਟ ਤੋਂ ਸੈਂਟਰ ਦੇ ਵਿੱਚ ਕੋਸ਼ਿਸ਼ ਕਰ ਰਹੇ ਨੇ ਤੇ ਨਾਲ ਆਪਣੇ ਕੁਝ ਖਿਡਾਰੀ ਨਾਲ ਤਾਲਮੇਲ ਵੱਡੇ ਸਕੂਪ ਦੀ ਚਾਹਨਾ ਸੀ, ਲੇਕਿਨ ਬਾਲ ਡੀ ਦੇ ਵਿੱਚ ਲੈ ਕੇ ਜਾਂਦੇ ਹੋਏ ਮੈਲਬੌਰਨ ਦੇ ਖਿਡਾਰੀ ਸਾਥ ਦੇਣ ਦੇ ਲਈ ਨਾਲ ਕੋਈ ਖਿਡਾਰੀ ਨਹੀਂ ਹੈ। ਦੇਖ ਰਹੇ ਨੇ ਕਿ ਕਿੱਧਰ ਬਾਲ ਪਾਇਆ ਜਾਵੇ। ਨਹੀਂ ਵੀ ਇਕੱਲੇ ਦੀ ਪੇਸ਼ ਨਹੀਂ ਗਈ, ਬਗਾਨੇ ਨਾਲੇ ਕਿੱਥੇ ਖੰਘਣ ਦਿੰਦੇ ਨੇ। ਰੌਲਾ ਵੀ ਪੈ ਰਿਹਾ ਹੈ ਅੰਪਾਇਰ ਦੇ ਨਾਲ, ਕਿੰਤੂ ਪਰੰਤੂ ਨਹੀਂ ਕਰਨਾ ਵੀ ਬਾਹਰ ਬਿਠਾ ਦੂ। ਉਹ ਲਾਲ ਕਾਰਡ ਦਿਖਾ ਕੇ, ਤੁਹਾਨੂੰ ਪਤਾ ਵੀ ਲਾਲ ਫਿਰ ਰੰਗ ਖਤਰੇ ਦੀ ਨਿਸ਼ਾਨੀ ਹੁੰਦੀ ਆ। ਬਾਲ ਮੈਲਬੌਰਨ ਦੇ ਖਿਡਾਰੀ ਕੋਲ 13 ਨੰਬਰ ਨੇ ਡੀ ਦੇ ਵਿੱਚ ਸਕੂਪ ਮਾਰਨ ਦੀ ਕੋਸ਼ਿਸ਼ ਕੀਤੀ ਆ। ਬਾਲ ਪਹੁੰਚ ਜ਼ਰੂਰ ਗਿਆ ਸੀਗਾ ਆਊਟ ਦੇ ਕੋਲ, ਲੇਕਿਨ ਆਊਟ ਦੇ ਕੋਲ ਜੱਜਮੈਂਟ ਨਹੀਂ ਹੋਈ। ਜਿੱਦਾਂ ਫਿਰ ਇਰਾਨ ਦੀਆਂ ਮਿਜ਼ਾਈਲਾਂ ਦੀ ਜੱਜਮੈਂਟ ਅਰਬ ਦੇ ਦੇਸ਼ਾਂ ਦੇ ਵਿੱਚ ਨਹੀਂ ਹੁੰਦੀ ਤੇ ਉਹ ਡਿੱਗ ਪੈਂਦੀਆਂ ਨੇ, ਏਦਾਂ ਹੀ ਫਿਰ ਬਾਲ ਵੀ ਇਹ ਡਿੱਗ ਗਿਆ। ਬਾਲ ਫੁੱਲ ਬੈਕ, ਰਾਈਟ ਫੁੱਲ ਬੈਕ ਵੱਡੇ ਸਕੂਪ ਦੇ ਨਾਲ ਪ੍ਰੈਸ਼ਰ ਨੂੰ ਰਿਲੀਜ਼ ਕਰਦੇ ਹੋਏ 2 ਦਾ ਮੁਕਾਬਲਾ ਚੱਲਦਾ ਪਿਆ ਜੀ ਮੈਲਬੌਰਨ ਦੀ ਡੀ ਦੇ ਉੱਪਰ। ਲੇਕਿਨ ਸੇਫ ਗੇਮ ਮੈਲਬੌਰਨ ਦੇ ਖਿਡਾਰੀ ਖੇਡ ਰਹੇ। ਤਕਰੀਬਨ 18 ਸਕਿੰਟ ਦਾ ਸਮਾਂ ਬਚਿਆ ਦੂਜੇ ਕੁਆਟਰ ਦਾ। ਮੈਲਬੌਰਨ 1-0 ਦੇ ਨਾਲ ਅਜੇ ਵੀ ਅੱਗੇ। ਪ੍ਰੈਸ਼ਰ ਰਿਲੀਜ਼ ਕੀਤਾ ਮੈਲਬੌਰਨ ਦੇ ਖਿਡਾਰੀਆਂ ਨੇ। ਸੋ ਤਕਰੀਬਨ ਸਾਡੇ ਕੋਲ 6 ਸਕਿੰਟ ਬਚੇ ਨੇ ਤੇ ਜਲਦੀ ਮਿਲਦੇ ਆ ਜੀ ਤੁਹਾਡੇ ਨਾਲ ਤੀਸਰੇ ਕੁਆਟਰ ਦੇ ਨਾਲ। ਤੇ ਮੁਕਾਬਲਾ ਇਸ ਵਕਤ USA 0 ਮੈਲਬੌਰਨ 1। Good try. So these guys have a couple of substitutes and press. You got the first. Yeah, I mean 2 games now.
Steve made a comment that we were, the three of us were Larry, Curly and Mo. Okay. In our photos. Which is great. नहीं लगा म्यूट कर दे लैब बड़ी 5 मिनट बारी है Oh, no, stay there. GP. Thank you. Very good team, isn't it? My first agency, they had all 8 kids for VO1, the 2 teams that came out. कोटी का तो पर मंगल वाला नहीं जितनी लाइव स्ट्रीम तो ਜਿਹੜੇ ਕੋਟੀ ਲਾਈਵ ਵਾਲੇ ਉਹਨਾਂ ਨੂੰ ਦੇ ਉਹ ਕਰ ਮੈਨੂੰ ਸਾਡੇ ਚੀਜ਼ ਨਹੀਂ ਨਾ ਕਿ ਅੱਛਾ ਕਹਿੰਦਾ ਇਹ ਨਹੀਂ ਕਬੱਡੀ ਲਾਈਵ ਵਾਲੇ ਕਬੱਡੀ ਲਾਈਵ ਕਰਦੇ ਪਏ ਤੇ ਮੰਗ ਨੂੰ ਪੈਸੇ Negative red and white. Yes. Nice. दाने चिड़िया भी गिराती हैं एक क्वार्टर लंबे करिए यार 5 मिनट की ब्रेक होगी 2 मिनट पिछले 5 मिनट मिलते किसी अगर मैं गड्डी गड्डी नाल Leave the nuts. Got to break in here again. Brain food. I've done a lot of I do a lot of schools. ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਥਰਡ ਕੁਆਟਰ ਦੇ ਵਿੱਚ ਫੀਨਿਕਸ USA ਵਰਸਸ MSU ਮੈਲਬੌਰਨ 6 ਯੂਨਾਈਟਿਡ ਤੀਜੇ ਕੁਆਟਰ ਦਾ ਮੁਕਾਬਲਾ ਮੈਲਬੌਰਨ ਵਾਲੇ 1-0 ਦੇ ਨਾਲ ਅੱਗੇ ਨੇ ਤੇ ਯਕੀਨਨ ਇਸ ਕੁਆਟਰ ਦੇ ਵਿੱਚ USA ਵਾਲਿਆਂ ਨੂੰ ਮਿਹਨਤ ਕਰਨੀ ਪਏਗੀ ਸੋ ਫਸਵਾਂ ਮੁਕਾਬਲਾ ਚੱਲ ਰਿਹਾ ਦੂਸਰਾ ਕੁਆਟਰ ਬਹੁਤ ਖੂਬਸੂਰਤ ਮੁਕਾਬਲਾ ਗਿਆ ਬਿਨਾਂ ਕਿਸੇ ਗੋਲ ਤੋਂ ਲੇਕਿਨ ਸੋਹਣੀ ਗੇਮ ਦਾ ਨਜ਼ਾਰਾ ਖਿਡਾਰੀ ਵਧੀਆ ਗੇਮ ਖੇਡਣ ਸਪੋਰਟਸਮੈਨਸ਼ਿਪ ਦਿਖਾਉਣ ਤੇ ਇਹ ਕੁਛ ਸਾਡੇ ਦਰਸ਼ਕ ਜੋ ਦੇਖ ਰਹੇ ਨੇ ਉੱਪਰ ਸਟੇਡੀਅਮ ਭਰਿਆ ਹੋਇਆ ਹੈ ਤੇ ਇਹ ਚੰਗਾ ਲੱਗਦਾ ਸੋ ਮੈਲਬੌਰਨ ਵਿਕਟੋਰੀਆ ਦੀਆਂ ਸਟੇਟ ਹਾਕੀ ਸੈਂਟਰ ਦੇ ਵਿੱਚੋਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਲਾਈਵ ਵਿੰਡੋਜ਼ ਟੀਵੀ ਦੇ ਉੱਪਰ ਹਮ ਰੇਡੀਓ ਦੇ ਉੱਪਰ ਮੈਂ ਹਰਜੀਤ ਲਸੜ ਤੇ ਮੇਰੇ ਨਾਲ ਕੈਮਰਾਮੈਨ ਗੁਰਮਿੰਦਰ ਮਹਿੰਦੀ ਬਾਲ ਇਸ ਵਕਤ USA ਦੇ ਕੋਲ ਕੋਸ਼ਿਸ਼ ਕਰ ਰਹੇ ਕਿ ਡੀ ਦੇ ਵਿੱਚ ਉਹ
ਫਾਉਲ ਬਣਾਉਣ ਦੇ ਵਿੱਚ ਕਾਮਯਾਬ ਹੋ ਚੁੱਕੇ ਨੇ। ਪਲਾਂਟੀ ਕਾਰਨਰ ਅਗੇਂਸਟ ਦਿੱਤਾ ਗਿਆ ਹੈ ਜੀ ਮੈਲਬੌਰਨ ਦੇ, ਨਹੀਂ ਪਲਾਂਟੀ ਕਾਰਨਰ ਨਹੀਂ ਦਿੱਤਾ ਗਿਆ ਜੀ, ਫ੍ਰੀ ਹਿੱਟ ਦੇ ਦਿੱਤੀ ਗਈ ਆ ਜੀ, ਮਾਫੀ ਚਾਹੁੰਦੇ ਆ ਜੀ। ਸੋ ਤੀਸਰੇ ਕੁਆਟਰ ਦੇ ਵਿੱਚ ਡਿਫੈਂਸ ਕੰਟਰੋਲ ਕਰਦੀ ਹੋਈ ਮੈਲਬੌਰਨ ਦੀ ਵੱਡੇ ਵਾਲ ਦੇ ਨਾਲ 164 ਨੰਬਰ ਪ੍ਰਭਜੀਤ ਕੋਸ਼ਿਸ਼ ਕੀਤੀ, ਪ੍ਰਭਜੀਤ ਨੇ ਬਾਲ ਵੀ ਲੈ ਲਿਆ ਲੇਕਿਨ ਗ੍ਰਿਫਤ ਦੇ ਵਿੱਚ ਨਹੀਂ ਰਿਹਾ। ਮੈਲਬੌਰਨ ਦੇ ਖਿਡਾਰੀ 25 ਗਜ ਤੋਂ ਫਾਉਲ ਲੈਂਦੇ ਹੋਏ 25 ਗਜ ਤੋਂ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਫਾਰਵਰਡ ਨੇ ਤੇ ਜਿਹੜੇ ਇਨਸਾਈਡ ਖੇਲਦੇ ਨੇ ਉਹ ਆਊਟ ਦੇ ਨਾਲ ਤਾਲਮੇਲ ਬਣਾ ਕੇ ਕੋਸ਼ਿਸ਼ ਕਰ ਰਹੇ ਨੇ। ਲਓ ਜੀ 25 ਗਜ ਦੇ ਵਿੱਚ ਬਾਲ ਪਾ ਦਿੱਤੀ ਗਈ, ਲੇਕਿਨ ਬਾਲ ਇਸ ਵਕਤ ਯੂਐਸ ਦੇ ਖਿਡਾਰੀਆਂ ਦੇ ਕੋਲ ਇੱਕ ਦੇ ਨਾਲ ਮੁਕਾਬਲਾ ਚੱਲ ਰਿਹਾ ਜੀ। ਸਰਦਾਰ ਕੋਸ਼ਿਸ਼ 106 ਨੰਬਰ ਦੀ ਕਿ ਬਾਲ ਖੋਹ ਲਿਆ ਜਾਵੇ, ਕਾਮਯਾਬ ਵੀ ਹੋਏ ਨੇ ਤੇ 25 ਗਜ ਦੇ ਵਿੱਚ ਨੇ ਜੀ। ਫ੍ਰੀ ਹਿੱਟ ਲੈਣ ਦੀ ਕੋਸ਼ਿਸ਼ ਮੈਲਬੌਰਨ ਦੇ ਖਿਡਾਰੀਆਂ ਦੀ, ਮੈਲਬੌਰਨ ਦੇ ਖਿਡਾਰੀ ਆਊਟ ਦੇ ਵੱਲੋਂ ਲੈਫਟ ਫੁੱਲਬੈਕ ਨੂੰ ਬਾਲ ਖਿਡਾਇਆ ਗਿਆ, ਲੈਫਟ ਫੁੱਲਬੈਕ ਤੋਂ ਰਾਈਟ ਫੁੱਲਬੈਕ ਨੂੰ ਬਾਲ ਖਿਡਾਇਆ ਗਿਆ। 13 ਨੰਬਰ ਖਿਡਾਰੀ ਰਾਈਟ ਫੁੱਲਬੈਕ ਦੀ ਕੋਸ਼ਿਸ਼ ਕਿ ਸਕੂਪ ਦੇ ਨਾਲ ਆਊਟ ਨੂੰ ਬਾਲ ਖਿਲਾਇਆ ਜਾਵੇ, ਲੇਕਿਨ ਤਾਲਮੇਲ ਦੀ ਕਮੀ ਰਹੀ ਹੈ, ਸਕੂਪ ਵੱਡਾ ਗਿਆ। USA 0 ਮੈਲਬੌਰਨ 1। ਤੀਸਰਾ ਕੁਆਟਰ 10 ਮਿੰਟ ਦੇ ਇਸ ਕੁਆਟਰ ਦੇ ਵਿੱਚੋਂ 2.5 ਮਿੰਟ ਜਾ ਚੁੱਕੇ ਨੇ ਤੇ ਸਮਾਂ 7.5 ਮਿੰਟ ਦਾ ਬਚਿਆ ਹੈ ਤੇ ਮੁਕਾਬਲਾ ਹਜੇ ਵੀ 0-1 ਦੇ ਨਾਲ। ਮੈਲਬੌਰਨ ਦੀਆਂ ਖੂਬਸੂਰਤ ਸਟੇਟ ਹਾਕੀ ਸੈਂਟਰ ਦੀਆਂ ਗਰਾਊਂਡਾਂ ਰਾਈਟ ਫੁੱਲਬੈਕ ਦੇ ਕੋਲ ਬਾਲ ਹੈ ਜੀ USA ਦੇ ਕੋਲ, ਲੈਫਟ ਫੁੱਲਬੈਕ ਨੂੰ ਖਿਲਾਉਂਦੇ ਹੋਏ ਥੋੜੀ ਜਿਹੀ ਜਗਲਿੰਗ ਦੇ ਵਿੱਚ ਫਸੇ ਹੋਏ ਨੇ ਜੀ। 11 ਨੰਬਰ ਸੈਂਟਰ ਫਾਰਵਰਡ ਤੋਂ ਆਊਟ ਨੂੰ ਬਾਲ ਪਾ ਦਿੱਤਾ ਗਿਆ ਜੀ। ਹਾਫ ਦੇ ਵਿੱਚੋਂ ਅੱਗੇ ਵਧਦੇ ਹੋਏ, ਲੇਕਿਨ ਫ੍ਰੀ ਹਿੱਟ ਇਹ ਮਿਲ ਜਾਏਗੀ ਜੀ ਮੈਲਬੌਰਨ ਦੇ ਹੱਕ ਦੇ ਵਿੱਚ। ਬਾਲ ਮੈਲਬੌਰਨ ਦੇ ਫੁੱਲਬੈਕਾਂ ਦੇ ਕੋਲ ਹੈ ਜੀ। ਰਾਈਟ ਫੁੱਲਬੈਕ ਆਊਟ ਨੂੰ ਬਾਲ ਪਾਉਂਦੇ 103 ਨੰਬਰ ਖਿਡਾਰੀ ਆਊਟ। ਬਹੁਤ ਹੀ ਅੱਛੀ ਡ੍ਰਿਬਲਿੰਗ ਦਾ ਮੁਜ਼ਾਹਰਾ, 3 ਦੇ ਨਾਲ ਇੱਕ ਦਾ ਮੁਕਾਬਲਾ, ਬਹੁਤ ਅੱਛਾ ਬਾਲ 163 ਨੰਬਰ ਨੂੰ, ਲੇਕਿਨ ਅਗਰ ਇਹ 163 ਨੰਬਰ ਬੰਦਾ ਮੁੰਡਾ ਆਪਣਾ 163 ਨੰਬਰ ਜੇ ਰੱਬ ਭਲਾ ਕਰੇ ਇਹ ਅੰਮ੍ਰਿਤਪਾਲ ਸੀਗਾ ਜੀ, ਅੰਮ੍ਰਿਤਪਾਲ ਸਿੰਘ ਬਰਾੜ ਰਿਆੜ, ਤੇ ਇਹ ਯਕੀਨਨ ਕੋਈ ਨਾ ਕੋਈ ਕਾਰਾ ਕਰਕੇ ਜਾਂਦੇ ਤੇ ਬਾਲ ਇਸ ਵਕਤ USA ਦੇ ਕੋਲ ਸੈਂਟਰ ਤੋਂ ਅੱਗੇ ਬਾਲ ਦੀ ਕੋਸ਼ਿਸ਼। ਸੋ ਥਰਡ ਕੁਆਟਰ ਦੀ ਆਪਾਂ ਗੱਲ ਕਰੀਏ, ਥਰਡ ਕੁਆਟਰ ਥੋੜਾ ਜਿਹਾ ਪਹਿਲੇ ਨਾਲੋਂ ਦੂਜੇ ਨਾਲੋਂ ਹਲਕਾ ਚੱਲ ਰਿਹਾ, ਧੀਮਾ ਚੱਲ ਰਿਹਾ, ਪਲੇਅਰ ਥੋੜਾ ਟਾਈਮ ਲੈ ਰਹੇ ਨੇ। USA ਦੇ ਖਿਡਾਰੀ ਦੇ ਕੋਲ ਬਾਲ ਹੈ ਜੀ, ਸੈਂਟਰ ਨੂੰ ਟਪਾਉਂਦੇ ਹੋਏ, ਝਕਾਨੀਆਂ ਦਿੰਦੇ ਹੋਏ ਬਾਲ ਨੂੰ ਅੱਗੇ ਤੋਰਦੇ, ਆਊਟ ਨੂੰ ਬਾਲ ਪਾਇਆ ਜੀ ਉਹਨਾਂ ਨੇ 18 ਨੰਬਰ USA ਵਾਲਿਆਂ ਨੂੰ, ਤੇ ਆਊਟ ਕੋਸ਼ਿਸ਼ ਕਰ ਰਿਹਾ ਕਿ ਲੱਤਾਂ ਲੋਤਾਂ ਦੇ ਨਾਲ ਕਿਤੇ ਬਾਲ ਲਗਾ ਲਈ ਜਾਵੇ ਤੇ ਪਲਾਂਟੀ ਕਾਰਨਰ ਬਣੇ, ਪਰ ਇਹ ਪਲਾਂਟੀ ਕਾਰਨਰ ਨਹੀਂ ਜੀ, ਇਹ ਜੀ ਲੌਂਗ ਕਾਰਨਰ ਬਣਿਆ। ਲੌਂਗ ਇਹ ਲੈਚੀਆਂ ਵਾਲਾ ਨਹੀਂ ਹੈਗਾ ਜੀ, ਹਾਕੀ ਵਾਲਾ ਲੌਂਗ ਆ। ਸੋ ਡੀ ਦੇ ਉੱਪਰ ਛੋਟੇ ਜਿਹੇ ਸਕੂਪ ਦੇ ਨਾਲ 11 ਨੰਬਰ ਪਲੇਅਰ ਨੂੰ, ਬਿਲਕੁਲ ਖਾਲੀ ਪਲੇਅਰ ਨੂੰ ਇਹ ਬਾਲ ਮਿਲਿਆ, ਲੇਕਿਨ ਥੋੜੀ ਜਿਹੀ ਡਰੈਗ ਦੇ ਨਾਲ ਕੋਸ਼ਿਸ਼ ਨਹੀਂ ਪਈ, ਥੋੜੀ ਤਾਲਮੇਲ ਦੀ ਕਮੀ। ਬਾਲ ਸੁਰੱਖਿਅਤ ਹੈ ਇਸ ਵਕਤ ਮੈਲਬੌਰਨ ਦੇ ਖਿਡਾਰੀਆਂ ਦੇ ਕੋਲ। ਟੈਨਸ਼ਨ ਨੂੰ ਰਿਮੂਵ ਕੀਤਾ ਛੋਟੇ ਸਕੂਪ ਦੇ ਨਾਲ। ਆ ਲਓ ਜੀ ਆਊਟ ਦਾ ਡਿਫੈਂਡਰ ਦੇ ਨਾਲ ਤਾਲਮੇਲ ਬਣਿਆ ਹੋਇਆ, ਰਾਈਟ ਫੁੱਲਬੈਕ ਤੋਂ ਆਊਟ ਨੂੰ ਬਾਲ ਪਾ ਰਿਹਾ, ਪਰ ਇਹ ਪਿੰਕਾ ਜੀ ਇਹ ਚੰਨੀ ਦੀ ਵਰਦੀ ਪਾ ਕੇ ਗਰਾਊਂਡ ਦੇ ਬਾਹਰੋਂ ਬਾਲ ਨੂੰ ਫੜਦਾ ਦੀ ਕੋਸ਼ਿਸ਼ ਦੇ ਵਿੱਚ ਸੀਗਾ, ਲੇਕਿਨ ਅੰਪਾਇਰ ਉਹਨੂੰ ਪਤਾ ਅੰਪਾਇਰ ਕੱਬੇ ਹੁੰਦੇ ਆ, ਪਤੰਦਰ ਇਹ ਨਹੀਂ, ਇਹ ਸਾਰਾ ਦੇਖਦੇ ਨੇ ਵੀ ਕੀ ਚੱਲਦਾ ਪਿਆ। ਲਓ ਜੀ ਬਾਲ US ਦੇ ਖਿਡਾਰੀਆਂ ਦੇ ਕੋਲ 2 ਨੰਬਰ ਪਲੇਅਰ ਲੁੱਡੀਆਂ ਪਾਉਂਦਾ ਹੋਇਆ, ਲੇਕਿਨ ਸ਼ਾਬਾਸ਼ ਦੇਣੀ ਪਊਗੀ ਮੈਲਬੌਰਨ ਦੇ ਡਿਫੈਂਡਰਾਂ ਨੂੰ। ਤਕੜੀ ਹਿੱਟ 57 ਨੰਬਰ ਪਲੇਅਰ ਦੇ ਕੋਲ, 2 ਦੇ ਨਾਲ ਇੱਕ ਦਾ ਮੁਕਾਬਲਾ, ਬਾਲ ਹਜੇ ਵੀ 57 ਦੇ ਕੋਲ ਨਹੀਂ ਬਈ, ਇਹ ਫਾਉਲ ਅੰਪਾਇਰ ਦਾ ਫੈਸਲਾ ਕਹਿੰਦੇ ਟੱਲ ਹੁੰਦਾ ਤੇ ਬਾਲ ਇਸ ਵਕਤ USA ਦੇ ਕੋਲ। ਸਰਦਾਰ ਖਿਡਾਰੀ ਹਾਫ ਦੇ ਵਿੱਚੋਂ ਅੱਗੇ ਵਧਦੇ ਹੋਏ, ਬਾਲ ਫਿਰ ਸਰਦਾਰ ਖਿਡਾਰੀ ਨੂੰ ਪਾਇਆ ਗਿਆ, ਹਾਫ ਦੇ ਵਿੱਚੋਂ ਵਧਦੇ ਹੋਏ ਹਲਕਾ ਜਿਹਾ ਬਾਲ ਆ ਚੱਕਿਆ ਜੀ ਉਹਨਾਂ ਨੇ 25 ਗਜ ਤੋਂ ਅੰਦਰ ਵੱਧਦਾ ਹੋਇਆ 7 ਨੰਬਰ ਖਿਡਾਰੀ US ਦਾ, ਲੇਕਿਨ ਬਹੁਤ ਸੋਹਣਾ ਟੈਕਲ ਮੈਲਬੌਰਨ ਦੇ ਖਿਡਾਰੀਆਂ ਦਾ। ਤਾਰੀਫ ਕਰਨੀ ਪਊਗੀ ਮੈਲਬੌਰਨ ਦੀ ਡਿਫੈਂਸ ਦੀ,
ਦੋਨੋਂ ਫੁੱਲਬੈਕ ਤੇ ਦੋਨੋਂ ਹਾਫ ਤਕੜੀ ਖੇਡ ਦਾ ਮੁਜ਼ਾਹਰਾ। ਇੱਕ ਦਾ ਇੱਕ ਦੇ ਨਾਲ ਮੁਕਾਬਲਾ ਬਿਲਕੁਲ ਸੈਂਟਰ ਦੇ ਵਿੱਚ ਚਿਕੜ ਭੂੰਡੀਆਂ ਕੱਢੀ ਜਾਂਦੇ ਨੇ। ਪਤੰਦਰ ਚੱਕੀ ਜਾਂਦੇ ਨੇ ਕੰਮ, ਪਰ ਕੰਮ ਹੁਣ ਚੱਕਣਾ ਪੈਣਾ USA ਵਾਲਿਆਂ ਨੂੰ। ਤੇ ਪਤੰਦਰੋ ਜੇ ਤੁਸੀਂ ਹੁਣ ਤੀਜੇ ਕੁਆਟਰ ਦੇ ਵਿੱਚ ਹਿੰਮਤ ਨਾ ਮਾਰੀ ਫਿਰ ਔਖਾ ਹੋ ਜਾਣਾ ਆ। ਅਗਲਿਆਂ ਨੇ ਖੇਤ ਵਾਹ ਕੇ ਲੈ ਜਾਣੇ, 59 ਚੱਕੀ ਫਿਰਦੇ ਆ, ਫਾਲੇ ਉਹਨਾਂ ਨੇ ਡੂੰਘੇ ਫੇਰ ਦੇਣੇ ਆ। USA ਵਾਲੇ ਉਹ ਖਿੱਚ ਦਿਓ ਕੰਮ ਨੂੰ ਜਰਾ, ਆਹ 2 ਦੇ ਨਾਲ ਆਹ 1 ਦੇ ਨਾਲ ਮੁਕਾਬਲਾ। ਸਦਕੇ ਜਾਈਏ ਵੀ USA ਵਾਲੇ ਬਣ ਡਏ ਨੇ, 25 ਗਜ਼ ਤੋਂ ਵਿੱਚ ਵੜ ਚੁੱਕੇ ਆ ਜੀ। ਆਹ ਮੁਕਾਬਲਾ ਸਦਕੇ ਜਾਈਏ ਬਈ ਡਿਫੈਂਸ ਦੇ ਮੈਲਬੌਰਨ ਵਾਲਿਆਂ ਦੇ। ਲਗਾਤਾਰ ਖਿਡਾਰੀ ਵੀ ਚੇਂਜ ਹੋ ਰਹੇ ਆ। ਬਾਲ ਇਸ ਵਕਤ 3 ਨੰਬਰ USA ਦੇ ਕੋਲ ਸੈਂਟਰ ਦੇ ਵਿੱਚੋਂ ਨਿਕਲਦੇ ਹੋਏ 3 ਦਾ 15 ਦੇ ਨਾਲ ਮੁਕਾਬਲਾ। ਆਹ ਲਓ ਜੀ ਆਊਟ ਨੂੰ ਬਾਲ ਪਾਉਣ ਦੀ ਕੋਸ਼ਿਸ਼ ਕੀਤੀ, ਬਾਲ ਆਊਟ ਦੇ ਕੋਲ ਆ ਜੀ। ਲੈਫਟ ਤੋਂ ਕੋਸ਼ਿਸ਼ ਕਰ ਰਹੇ ਆ, ਹਲਕੀ ਜਿਹੀ ਫਲਿੱਕ ਮਾਰਨ ਦੀ, ਲੇਕਿਨ ਬਹੁਤ ਖੂਬਸੂਰਤ ਮੌਕਾ। ਤਕੜੀ ਝਕਾਨੀ ਜਿਹਨੂੰ ਪੰਜਾਬੀ ਚ ਕਹਿੰਦੇ ਹੁੰਦੇ ਆ, ਪਰ ਇਹਦਾ ਫਾਇਦਾ ਨਹੀਂ ਉਠਾ ਸਕੇ। ਫ੍ਰੀ ਹਿੱਟ ਚਲ ਗਈ USA ਦੇ ਕੋਲ। ਤਕਰੀਬਨ 2 ਮਿੰਟ 48 47 46 45 ਸਕਿੰਟ ਰਹਿ ਗਏ ਨੇ ਥਰਡ ਕੁਆਟਰ ਦੇ। ਇਹ ਮੈਨੂੰ ਲੱਗਦਾ ਵੀ ਖਿਡਾਰੀ ਹੁਣ ਕਿਸ ਤਰ੍ਹਾਂ ਪ੍ਰੈਸ਼ਰ ਰਿਲੀਜ਼ ਕਰਨ ਰਹੇ ਨੇ। US ਦਾ 7 ਨੰਬਰ ਖਿਡਾਰੀ ਸੈਂਟਰ ਤੋਂ ਅੱਗੇ ਵਧਣ ਦੀ ਕੋਸ਼ਿਸ਼, ਲੇਕਿਨ ਢਿੱਲੀ ਖੇਡ ਚੱਲ ਰਹੀ ਆ। ਬਾਲ ਇਸ ਵਕਤ ਮੈਲਬੌਰਨ ਦੇ ਖਿਡਾਰੀ ਦੇ ਕੋਲ। ਫਾਉਲ ਹੈ ਬਈ, ਉੱਚਾ ਲੱਗਾ ਹੈ ਸਰੀਰ ਦੇ ਉੱਪਰ ਜਾ ਕੇ। 2 ਨੰਬਰ ਖਿਡਾਰੀ ਸੈਂਟਰ ਤੋਂ ਅੱਗੇ ਵਧਦੇ ਹੋਏ 7 ਨੰਬਰ ਦੇ ਖਿਡਾਰੀ ਦੇ ਸਹਿਯੋਗ ਦੇ ਨਾਲ 25 ਗਜ਼ ਦੇ ਕੋਲ ਜਾ ਚੁੱਕੇ ਨੇ US ਦੇ ਖਿਡਾਰੀ। ਬਾਲ ਹਜੇ ਵੀ 25 ਗਜ਼ ਦੇ ਵਿੱਚ ਹੈ USA ਦੇ ਕੋਲ ਹੈ, ਲੇਕਿਨ 2 ਦਾ ਮੁਕਾਬਲਾ 1 ਦੇ ਨਾਲ ਚੱਲ ਰਿਹਾ ਜੀ। ਤੇ ਕਿੱਥੇ 2 ਤੇ ਕਿੱਥੇ 1, ਐ ਨਹੀਂ ਅਗਲੇ ਹਿੱਲਣ ਦਿੰਦੇ। USA ਵਾਲੇ ਉਹ ਐਡੀ ਦੂਰੋਂ ਆਏ ਆ, ਕਰ ਲਓ ਹੁਣ ਕੁਝ। ਜੇ ਹੁਣ ਨਾ ਕੁਝ ਹੋਇਆ ਫਿਰ ਮੈਨੂੰ ਲੱਗਦਾ ਤੁਹਾਨੂੰ ਚੌਥਾ ਕੁਆਟਰ ਖੇਲਣ ਦੀ ਲੋੜ ਨਹੀਂ ਪੈਣੀ। ਲਓ ਬਈ ਸਾਰੀ USA ਟੀਮ ਸੈਂਟਰ ਦੇ ਵਿੱਚ ਆਈ ਹੋਈ ਆ। ਸੈਂਟਰ ਤੋਂ ਬਾਲ ਫੜਨ ਦੀ ਕੋਸ਼ਿਸ਼, ਲੇਕਿਨ ਨੱਪਿਆ ਨਹੀਂ ਗਿਆ। ਕਿਤੇ ਸਾਈਕਲ ਹੁੰਦਾ ਨਾ 11 ਨੰਬਰ ਵਾਲੇ ਕੋਲ, ਇਹਨੇ ਨੱਪ ਲੈਣਾ ਸੀ। ਇਹਨੇ ਸਾਈਕਲ ਲੈ ਕੇ ਡੀ ਚ ਵੜਨਾ ਸੀ। ਅੰਪਾਇਰ ਕਹਿੰਦਾ ਖੇਡੀ ਜਾਓ, ਜਦੋਂ ਤੱਕ ਵਿਸਲ ਨਹੀਂ ਵੱਜਦੀ ਉਦੋਂ ਤੱਕ ਰੁਕਣਾ ਨਹੀਂ ਹੈਗਾ। ਆਹ ਲਓ ਜੀ ਡ੍ਰਿਬਲਿੰਗ ਕਰਦੇ ਹੋਏ US ਦਾ 7 ਨੰਬਰ ਖਿਡਾਰੀ ਡੀ ਦੇ ਵਿੱਚ ਵੜਦਾ ਹੋਇਆ। ਬਾਹਲੀ ਜ਼ਿਆਦਾ ਝਗੜ ਭੁੰਡੀਆਂ 'ਚ ਪੈ ਜਾਂਦੇ ਨੇ US ਵਾਲੇ ਖਿਡਾਰੀ। ਜੇ ਬਾਲ ਦੇ ਕੇ ਚੱਲਣ ਤਾਂ ਮੌਕੇ ਜ਼ਿਆਦਾ ਬਣ ਜਾਣਗੇ। ਲਓ ਵੀ 25 ਗਜ਼ ਤੋਂ ਫਾਉਲ ਲੈਣ ਲੱਗਿਆ US ਦੇ ਖਿਡਾਰੀ। ਅੰਪਾਇਰ ਕਹਿੰਦਾ ਪੁੱਤਰਾ ਮਾੜੀ ਜਿਹੀ ਬਾਲ ਪਿੱਛੇ ਨੂੰ ਕਰਕੇ ਰੱਖ। ਲਓ ਜੀ ਲੈਫਟ ਤੋਂ ਅਟੈਕ ਦੀ ਦੁਬਾਰਾ ਕੋਸ਼ਿਸ਼ ਕੀਤੀ ਆ। ਆਹ ਲਓ ਜੀ 11 ਨੰਬਰ ਨੂੰ 25 ਗਜ਼ ਦੇ ਉੱਪਰ ਬਾਲ ਪਿਆ। 11 ਤੋਂ ਸਿੱਧਾ ਉਹਨਾਂ ਨੇ ਆਪਣੇ ਡਿਫੈਂਡਰ ਨੂੰ, ਜਿਹੜੇ ਕਿ ਫੁੱਲ ਬੈਕ ਨੇ, ਉਹ ਸੈਂਟਰ 'ਚ ਆ ਚੁੱਕੇ ਨੇ, ਦੇਖ ਰਹੇ ਨੇ ਕਿ ਬਾਲ ਕਿੱਥੇ ਕਢਾਉਣਾ। ਆਊਟ ਨੂੰ ਬਾਲ ਕਢਾ ਦਿੱਤਾ ਗਿਆ। ਬਾਲ ਕੰਟਰੋਲ ਦੇ ਵਿੱਚ ਨਹੀਂ ਆਇਆ। ਬਿੱਲੇ ਕਿੱਦਾਂ ਘੇਰੀ ਦੇ ਨੇ ਇਹ ਤਾਂ ਹੁਣ ਬਿੱਲਿਆਂ ਨੂੰ ਪਤਾ ਹੋਊਗਾ। USA ਵਾਲੇ ਬਾਲ ਛੱਡੀ ਜਾਂਦੇ ਹੋ। ਤੇ ਆ ਜੀ ਮੈਲਬੌਰਨ ਦੇ ਡਿਫੈਂਡਰ ਫਾਉਲ
ਸੋ ਜਿੱਦਾਂ ਆਪਾਂ ਗੱਲ ਕਰਦੇ ਸੀਗੇ ਕਿ USA ਦੇ ਖਿਡਾਰੀਆਂ ਨੂੰ ਅਸਲ 'ਚ ਰਿਪਲੇਸਮੈਂਟ ਹੈ ਨਹੀਂ, ਕਿ ਸਿਰਫ ਉਹਨਾਂ ਦੇ ਕੋਲ 12 ਪਲੇਅਰ ਨੇ, ਜੋ ਸ਼ੀਟ ਮੇਰੇ ਮੂਹਰੇ ਪਈ ਆ। ਲੇਕਿਨ ਉਧਰ ਸਾਡੇ ਕੋਲ ਅਗਰ ਆਪਾਂ ਮੈਲਬੌਰਨ ਦੇ ਖਿਡਾਰੀ ਦੀ ਗੱਲ ਕਰੀਏ ਤਾਂ ਉਹਨਾਂ ਕੋਲ ਤਕਰੀਬਨ 18 ਪਲੇਅਰ ਨੇ ਜੀ। ਇਸ ਕਰਕੇ ਉਹ ਲਗਾਤਾਰ ਸਾਹ ਵੀ ਲੈ ਰਹੇ ਨੇ ਤੇ ਲਗਾਤਾਰ ਰਿਪਲੇਸਮੈਂਟਸ ਵੀ ਕਰ ਰਹੇ ਨੇ। ਤਕੜਾ ਮੁਕਾਬਲਾ, ਲੋਕ ਵੀ ਇਸ ਦਾ ਆਨੰਦ ਮਾਣ ਰਹੇ ਨੇ ਜੋ ਹਾਕੀ ਪ੍ਰੇਮੀ ਜੁੜੇ ਹੋਏ ਨੇ ਸਟੇਡੀਅਮ ਦੇ ਵਿੱਚ। ਮੌਸਮ ਬਹੁਤ ਸੁਹਾਵਣਾ, ਹਲਕੀ ਹਲਕੀ ਅੱਜ ਬੂੰਦਾਬਾਂਦੀ ਸੀ, ਲੇਕਿਨ ਕੀ ਫਰਕ ਪੈਂਦਾ ਇਸ ਹਲਕੀ ਬੂੰਦਾਬਾਂਦੀ ਦਾ। ਕਹਿੰਦੇ ਨਜ਼ਾਰਾ ਵੱਜਿਆ ਰਹਿੰਦਾ ਜਦੋਂ ਮਾੜਾ ਮਾੜਾ ਪਾਣੀ ਉੱਪਰੋਂ ਡਿੱਗਦਾ ਰਵੇ। ਇੱਧਰ ਪਸੀਨੇ ਚੋਂਦੇ ਨੇ ਤੇ ਉੱਪਰ ਪਾਣੀ ਚੋਂਦਾ ਹੈ। ਮੈਲਬੌਰਨ ਦੇ ਖਿਡਾਰੀਆਂ ਦੇ ਕੋਲ ਬਾਲ ਹਲਕੀ ਸਕੂਪ ਦੇ ਨਾਲ 163 ਨੰਬਰ ਪਲੇਅਰ ਨੂੰ ਬਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ 163 ਨੰਬਰ ਆਪਣੇ ਕੋਲ ਅਮਰਤਪਾਲ ਸਿੰਘ ਰਿਆੜ। USA ਵਾਲਿਓ ਟਾਈਮ ਨਾ ਖਰਾਬ ਕਰਿਓ, ਬਾਲ ਨੂੰ ਥੋੜਾ ਜਿਹਾ ਬਣਾ ਕੇ ਬੰਦੇ ਕੇ ਦੇਖ ਕੇ ਚੱਲੋ। ਬਾਲ ਇਸ ਵਕਤ 15 ਨੰਬਰ ਪਲੇਅਰ USA ਦੇ ਕੋਲ 25 ਗਜ਼ ਤੋਂ ਅੰਦਰ ਵੜ ਚੁੱਕੇ ਆ। ਕੋਸ਼ਿਸ਼ ਕਰ ਰਿਹਾ ਕਿ ਡੀ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਜਾਵੇ। ਬਾਲ 5 ਨੰਬਰ ਕੋਲ ਪਾ ਦਿੱਤਾ ਗਿਆ, ਸੈਂਟਰ ਦੇ ਵਿੱਚੋਂ 25 ਗਜ਼ ਤੋਂ ਵੜਦੇ ਹੋਏ। ਲੇਕਿਨ ਸਾਰੀ ਕਹਿੰਦੇ ਟੀਮ ਮੈਲਬੌਰਨ ਦੀ ਡੀ ਦੇ ਵਿੱਚ ਹੀ ਖੜੀ ਆ ਇਹਨਾਂ ਪਤੰਦਰਾਂ ਨੂੰ ਰੋਕਣ ਦੇ ਲਈ। ਕਿੰਤੂ ਪਰੰਤੂ ਕਰਦੇ ਨੇ। ਪੈਰ ਦਾ ਮਿੱਤਰੋ, ਪੈਰ ਦੇ ਨਾਲ ਪੰਗਾ ਨਾ ਲਿਓ, ਕਿਤੇ ਹਰੇ ਰੰਗ ਦੇ ਕਾਰਡ ਤੋਂ ਬਾਅਦ ਕਿਤੇ ਲਾਲ ਬਣ ਗਿਆ ਨਾ, ਇਨੀ ਬਾਹਰ ਬਿਠਾ ਦੇਣਾ ਤੇ ਬਾਹਰੇ ਫਿਰ ਰੋਟੀਆਂ ਛਕੋਗੇ ਤੁਸੀਂ ਆ ਕੇ ਜੀ। 25 ਗਜ਼ ਦੇ ਉੱਪਰ ਫਾਉਲ ਲੈਂਦੇ ਹੋਏ ਹਜੇ ਵੀ ਬਾਲ ਡੀ ਦੇ ਵਿੱਚ, ਲੇਕਿਨ ਅੰਪਾਇਰ ਵੱਲੋਂ ਫਾਉਲ ਦਾ ਇਸ਼ਾਰਾ। ਸੋ ਫ੍ਰੀ ਹਿੱਟ ਬਣ ਗਈ ਹੈ ਜੀ ਮੈਲਬੌਰਨ ਦੇ ਖਿਡਾਰੀਆਂ ਦੇ ਕੋਲ। ਤਕਰੀਬਨ 6 ਮਿੰਟ ਦਾ ਸਮਾਂ ਬਚਿਆ ਜੀ ਚੌਥੇ ਕੁਆਟਰ ਦਾ। ਖੂਬਸੂਰਤ ਮੁਕਾਬਲਾ USA ਵਰਸਸ ਮੈਲਬੌਰਨ। ਮੈਲਬੌਰਨ 0 USA 1। ਲਾਲਵਾਰੀਆਂ ਦੇ ਵਿੱਚ ਨੇ ਜੀ ਮੈਲਬੌਰਨ 6 ਯੂਨਾਈਟਿਡ ਦੇ ਪਲੇਅਰ। ਇਹਨਾਂ ਦੀ ਮਿਹਨਤ ਨੂੰ ਸਲਾਮ ਹੈ, ਜਿਹੜੇ ਹਰ ਵਾਰ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਜ਼ਰੂਰ ਬਣਾਉਂਦੇ ਨੇ। ਤਕਰੀਬਨ ਸਾਡੇ ਕੋਲ ਬਚਿਆ ਜੀ ਸਵਾ 5 ਮਿੰਟ ਦਾ ਸਮਾਂ, ਚੌਥਾ ਕੁਆਟਰ। 38ਵਾਂ ਆਸਟ੍ਰੇਲੀਅਨ ਸੇ ਖੇਡਾਂ ਲਾਈਵ ਤੁਸੀਂ ਇਸ ਹਾਕੀ ਖੂਬਸੂਰਤ ਹਾਕੀ ਮਾਰਕੀਟ ਹਾਕੀ ਦਾ ਮੁਕਾਬਲਾ ਦੇਖ ਰਹੇ ਹੋ ਮੈਲਬੌਰਨ ਦੀਆਂ ਗਰਾਊਂਡਾਂ ਦੇ ਵਿੱਚੋਂ। ਤਕਰੀਬਨ ਸ਼ਾਮ ਦੇ 4 ਵੱਜ ਚੁੱਕੇ ਨੇ। ਹਲਕੀ ਹਲਕੀ ਧੁੱਪ ਤੇ ਹਲਕੇ ਹਲਕੇ ਬੱਦਲ। ਇਸ ਤੋਂ ਵਧੀਆ ਮੌਸਮ ਨਹੀਂ ਹੋ ਸਕਦਾ ਇਸ ਹਾਕੀ ਦੇ ਲਈ। ਧੰਨਵਾਦ ਇਸ ਕੁਦਰਤ ਦਾ। ਮੈਲਬੌਰਨ ਦਾ ਮੁਕਾਬਲਾ ਚੱਲ ਰਿਹਾ USA ਨਾਲ। 5 ਮਿੰਟ ਦਾ ਸਮਾਂ ਬਚਿਆ। ਬਾਲ ਇਸ ਵਕਤ ਮੈਲਬੌਰਨ ਦੇ ਖਿਡਾਰੀਆਂ ਦੇ ਕੋਲ 25 ਗਜ਼ ਦੇ ਉੱਪਰ। ਬਾਲ ਨੂੰ ਘੁਮਾਉਂਦੇ ਹੋਏ, ਥੋੜਾ ਟਾਈਮ ਵੀ ਲੈਂਦੇ ਹੋਏ, ਲੇਕਿਨ ਬਾਲ ਖੋਹ ਲਿਆ ਗਿਆ ਜੀ। ਸੈਂਟਰ ਦੇ ਵਿੱਚੋਂ ਅੱਗੇ ਵਧਦੇ ਹੋਏ US ਦੇ ਖਿਡਾਰੀ। ਬੁਰੀ ਟੈਕਲ ਹੈ ਜੀ, ਕਿਤੇ ਪਲਾਂਟੀ ਕੋਰਨਰ ਨਾ ਕਰਵਾ ਲਿਓ ਮਿੱਤਰੋ। US ਦੇ ਖਿਡਾਰੀ 2 ਨੰਬਰ ਖਿਡਾਰੀ 25 ਗਜ਼ ਤੋਂ ਅੰਦਰ ਬਣਨ ਦੀ ਕੋਸ਼ਿਸ਼ ਕਰਦੇ ਹੋਏ 25 ਗਜ਼ ਤੋਂ ਅੰਦਰ ਤਕਰੀਬਨ ਵੜ ਗਏ ਨੇ। ਹਲਕੀ ਜਿਹੀ ਫਲੈਗ, ਲੇਕਿਨ ਫਾਉਲ ਹੱਕ 'ਚ ਗਿਆ ਜੀ US ਦੇ ਖਿਡਾਰੀ ਦੇ ਕੋਲ। ਤਕਰੀਬਨ ਸਾਡੇ ਕੋਲ 4 ਮਿੰਟ ਦਾ ਸਮਾਂ ਬਚਿਆ। 25 ਗਜ਼ ਤੋਂ ਬਾਲ ਪੈਰਲਲ ਬਾਲ ਦਿੰਦੇ ਹੋਏ ਸਰਦਾਰ ਖਿਡਾਰੀ ਨੂੰ ਦੀ ਕੋਸ਼ਿਸ਼ ਕਿ ਡੀ ਦੇ ਵਿੱਚ ਦਿੱਤਾ ਜਾਏ। ਲੇਕਿਨ ਜੇ ਹੁਣ ਤੁਸੀਂ ਥੋੜਾ ਕੈਮਰੇ ਦੀ ਅੱਖ ਦੇ ਨਾਲ ਦੇਖੋ ਤਾਂ ਖਿਡਾਰੀ ਮੈਲਬੌਰਨ ਦੇ ਤਕਰੀਬਨ ਦੱਬੀ ਬੈਠੇ ਨੇ ਪੂਰੀ ਆਪਣੀ ਡੀ ਨੂੰ।
ਬਾਈਲ ਰਾਈਟ ਆਊਟ ਨੂੰ ਖਿਲਾ ਦਿੱਤਾ ਗਿਆ ਜੀ ਯੂਐਸ ਦੇ ਖਿਡਾਰੀਆਂ ਵੱਲੋਂ। ਰਾਈਟ ਆਊਟ ਦੀ ਕੋਸ਼ਿਸ਼ ਕੇ ਬਾਲ ਕੇਸਾ ਡੀ ਦੇ ਵਿੱਚ ਅਟੈਕ ਦੇ ਲਈ ਪਾਇਆ ਜਾਏ। ਤਕਰੀਬਨ 3 ਮਿੰਟ ਦਾ ਸਮਾਂ। ਖੂਬਸੂਰਤ ਮੈਚ USA ਫੀਨਿਕਸ ਵਰਸਸ ਮੈਲਬੌਰਨ 6 ਯੂਨਾਈਟਿਡਸ। ਬਾਲ ਹਜੇ ਵੀ USA ਦੇ ਕੋਲ 25 ਗਜ ਤੋਂ ਬਾਹਰ ਅੰਦਰ ਜਾ ਚੁੱਕੀ ਹੈ ਜੀ। ਕੋਸ਼ਿਸ਼ ਕਿ ਡੀ ਦੇ ਵਿੱਚ ਡਰਿਬਲਿੰਗ ਦੇ ਨਾਲ ਬਣਾਇਆ ਜਾਵੇ ਜਾਂ ਫਾਉਲ ਬਣਾ ਲਿਆ ਜਾਵੇ। ਫਾਉਲ ਪਲਾਂਟਿਕ ਉਹਨਾਂ ਦੀ ਕੋਸ਼ਿਸ਼ ਕਰ ਰਹੇ ਆ, ਲੇਕਿਨ ਅੰਪਾਇਰ ਵੀ ਕਹਿੰਦਾ ਆ ਉਹ ਵੀ ਛੇਤੀ ਕਿਤੇ ਦੇਣ ਨੂੰ ਰਾਜ ਹੀ ਨਹੀਂ ਲੱਗਦਾ। ਥੋੜੇ USA ਵਾਲੇ ਖਿਡਾਰੀ ਹੰਭੇ ਜਿਹੇ ਲੱਗਦੇ ਆ ਕਿਉਂਕਿ ਰਿਪਲੇਸਮੈਂਟ ਘੱਟ ਹੈ, ਲੇਕਿਨ ਫਿਰ ਵੀ ਹਜੇ ਕੰਟਰੋਲ USA ਦੇ ਕੋਲ ਆ। USA ਵਾਲੇ ਉਹ ਮੌਕਾ ਜਾਣ ਨਾ ਦੇ। ਹੁਣ ਇੱਕ ਅੱਧਾ ਅੰਦਰ ਬਾਲ ਸਿੱਟ ਲਿਓ, ਲੇਕਿਨ ਬਹੁਤ ਸੋਹਣਾ ਟੈਕਲ 35 ਨੰਬਰ ਵੱਲੋਂ। ਹਜੇ ਵੀ ਮੁਕਾਬਲਾ 3 ਪਲੇਅਰਾਂ ਦੇ ਨਾਲ US ਦਾ 7 ਨੰਬਰ ਪਲੇਅਰ ਡੀ ਦੇ ਵਿੱਚ ਵੜਦਾ ਹੋਇਆ ਆ ਮਿਲ ਗਿਆ ਜੀ ਪਲਾਟੀ ਕਾਰਨਰ। ਮੈਲਬੌਰਨ ਦੇ ਖਿਡਾਰੀ ਮੰਗ ਇਹ ਕਰ ਰਹੇ ਆ ਕਿ ਬਾਲ ਉੱਚਾ ਚੱਕ ਕੇ ਮਾਰਿਆ, ਪਰ ਅੰਪਾਇਰ ਕਹਿੰਦਾ ਵੀ ਮੇਰਾ ਫੈਸਲਾ ਟਾਲਿਆ। ਜੇ ਟਾਲਿਆ ਤਾਂ ਫਿਰ ਟਾਲਿਆ। 4 ਖਿਡਾਰੀ ਗੋਲਕੀਪਰ ਦੇ ਨਾਲ ਖੜ ਗਏ ਨੇ। ਤਕਰੀਬਨ ਤਿਆਰੀਆਂ। 2 ਖਿਡਾਰੀ ਕਹਿੰਦੇ ਸਾਨੂੰ ਵੀ ਲਾ ਲੈਣ ਦਿਓ ਛਿੱਕਲੀਆਂ, ਕਿਤੇ USA ਵਾਲੇ ਪਤੰਦਰ ਮਜੈਲਾਂ ਵਾਂਗੂ ਕਿਤੇ ਬਾਲ ਹੀ ਨਾ ਕਿਤੇ ਬੂਥਿਆਂ ਤੇ ਮਾਰ ਦੇਣ। ਲਓ ਵੀ USA ਵਾਲੇ ਵੀ ਤਿਆਰ ਖੜੇ ਆ। 6 ਖਿਡਾਰੀ ਖੜੇ ਨੇ USA ਵਾਲੇ। ਕੋਸ਼ਿਸ਼ ਇਹੀ ਰਹੂਗੀ ਕਿ ਇਸ ਤਕਰੀਬਨ 1.5 ਮਿੰਟ ਦਾ ਜਿਹੜਾ ਸਮਾਂ ਬਚਿਆ ਇਹਦੇ ਵਿੱਚ ਹੁਣ ਬਰਾਬਰੀ ਤੇ ਲੈ ਆਉਣ। ਬਾਲ ਰੋੜ ਦਿੱਤਾ ਗਿਆ, ਬਾਹਰ ਰੋਕਿਆ ਗਿਆ। ਆਹ ਮਾਰੀ ਡਰੈਗ ਆ ਗੋਲਕੀਪਰ ਦਾ, ਬਹੁਤ ਹੀ ਖੂਬਸੂਰਤ ਬਚਾ, ਲੇਕਿਨ ਇਹ ਡੇਂਜਰਸ ਬਚਾ ਬਣਿਆ। ਇਸ ਕਰਕੇ ਪਲਾਂਟੀ ਕਾਰਨਰ ਦੁਬਾਰਾ ਲਗਾਉਣ ਦੀ ਤਿਆਰੀ। ਸਮਾਂ ਚੱਲ ਰਿਹਾ ਆ, ਲੇਕਿਨ ਖਿਡਾਰੀ ਟਾਈਮ ਲੈ ਰਹੇ ਨੇ। US ਵਾਲੇ ਨੇ ਬਾਹਰ ਰੋੜ ਦਿੱਤਾ ਜੀ, ਰੋਕਿਆ। ਆਹ ਮਾਰੀ ਡਰੈਗ। ਮੈਨੂੰ ਲੱਗਦਾ ਬਈ ਇਹ ਖਿਡਾਰੀ ਵੀ ਫੱਟੜ ਹੋਇਆ ਤੇ ਅੰਪਾਇਰ ਨੇ ਫ੍ਰੀ ਹਿੱਟ ਵੀ ਮੈਲਬੌਰਨ ਦੇ ਹੱਕ 'ਚ ਦੇ ਦਿੱਤੀ ਆ। ਜੇ ਮੈਲਬੌਰਨ ਦੇ ਹੱਕ 'ਚ ਦੇ ਦਿੱਤੀ ਆ ਤਾਂ ਉਧਰ ਸਮਾਂ ਚੱਲ ਰਿਹਾ ਆ। ਸੋ ਮੈਨੂੰ ਸਮਝ ਨਹੀਂ ਆਉਂਦੀ ਵੀ ਜੇ ਉਧਰ ਖੇਡ ਰੁਕੀ ਹੋਈ ਆ ਤੇ ਸਮਾਂ ਕਿਉਂ ਚੱਲ ਰਿਹਾ। ਲਓ ਜੀ, ਉਹ ਕਹਿੰਦੇ ਵੀ ਗੇਮ ਨੂੰ ਥੋੜੇ ਜਿਹੇ ਲਈ ਸਟਾਪ ਕਰੋ। ਸੋ 45 44 43 ਹੁਣ ਚਲੋ ਖੈਰ ਮੈਲਬੌਰਨ ਦੇ ਖਿਡਾਰੀ ਦੁਬਾਰਾ ਤਿਆਰ ਹੋ ਰਿਹਾ ਜੀ। ਚਲੋ ਕੋਈ ਡਾਢੀ 60 ਤੋਂ ਬਚਾ ਰਿਹਾ। ਸੋ ਮੈਲਬੌਰਨ ਦੇ ਖਿਡਾਰੀ ਨੂੰ ਹੁਣ ਕੋਸ਼ਿਸ਼ ਰਹੇਗੀ ਕਿ ਇਸ ਖਾਲੀ ਜਿਹੜਾ ਅੱਧੇ ਮਿੰਟ ਦਾ ਸਮਾਂ ਬਚਿਆ ਸਕੂਪ ਸਕਾਪ ਮਾਰ ਕੇ ਇੱਧਰ ਉੱਧਰ ਬਾਲ ਸੱਟ ਕੇ ਥੋੜਾ ਟਾਈਮ ਨੂੰ ਵੀ ਸੇਵ ਕੀਤਾ ਜਾਵੇ ਤੇ ਪ੍ਰੈਸ਼ਰ ਨੂੰ ਰਿਲੀਜ਼ ਕੀਤਾ ਜਾਵੇ। ਲਓ ਜੀ, ਮੈਲਬੌਰਨ ਦੇ ਖਿਡਾਰੀ ਤੋਂ ਬਾਲ ਖੋਹ ਲਿਆ ਗਿਆ। ਸੈਂਟਰ ਤੋਂ 25 ਗਜ ਦੇ ਵਿੱਚ ਵੱਢਦੇ ਹੋਏ ਇੱਧਰ ਸਾਡੇ ਕੋਲ ਆਊਟ ਨੂੰ ਬਾਲ ਮਿਲ ਚੁੱਕਾ ਹੈ ਤੇ ਮਿੱਤਰਾ ਲਾ ਦੇ ਗਿੱਟਿਆਂ ਨੂੰ ਬਾਲ। ਮਿੱਤਰਾ ਲਾ ਦੇ ਗਿੱਟਿਆਂ ਨੂੰ ਬਾਲ। ਉਹ ਜੇ ਤੇ ਕੋ ਬਾਲ ਹੁਣ ਨਾ ਲੱਗੀ ਗਿੱਟਿਆਂ ਨੂੰ, ਨਹੀਂ ਤੁਹਾਡੇ ਨੱਕ ਲਵਾ ਦੇਣੇ ਆ ਥੱਲੇ। ਲਓ ਜੀ, ਮੈਲਬੌਰਨ ਦੇ ਖਿਡਾਰੀ 1-0 ਦੇ ਨਾਲ ਜਿੱਤ ਚੁੱਕੇ ਨੇ ਜੀ। ਖੂਬਸੂਰਤ ਮੁਕਾਬਲਾ ਜੀ। 4:04 ਮੈਲਬੌਰਨ ਦੇ ਵਿੱਚ ਹੋ ਚੁੱਕੇ ਨੇ ਤੇ ਸਾਡੇ ਕੋਲ 0-1 ਦੇ ਨਾਲ ਮੈਲਬੌਰਨ ਦੇ ਖਿਡਾਰੀਆਂ ਨੇ ਇਸ ਮੁਕਾਬਲੇ ਨੂੰ ਜਿੱਤ ਲਿਆ ਜੀ। ਵਧਾਈਆਂ ਦੋਨਾਂ ਟੀਮਾਂ ਨੂੰ ਜਿਨ੍ਹਾਂ ਨੇ ਇਸ ਖੂਬਸੂਰਤ ਖੇਡ ਦਾ ਮੁਜ਼ਾਹਰਾ ਕੀਤਾ। ਅਸਲ 'ਚ ਅੰਦਰ ਜਾਣਾ ਚਾਹੀਦਾ, ਅੰਦਰ ਜਾਣਾ ਚਾਹੀਦਾ। अच्छा मैं ला लेना। ਮੈਲਬੌਰਨ 6 ਯੂਨਾਈਟਿਡ ਦੇ ਪਲੇਅਰ ਇਸ ਮੈਚ ਨੂੰ ਜਿੱਤ ਤੋਂ ਬਾਅਦ ਬਾਹਰ ਆ ਰਹੇ ਨੇ ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿਉਂਕਿ ਅਗਲੇ ਮੈਚ ਦੀ ਵੀ ਤਿਆਰੀ ਹੋ ਰਹੀ ਆ ਤੇ ਇਹਨਾਂ ਦੇ ਸਪੋਰਟਰਸ ਵੀ ਇਹਨਾਂ ਦਾ ਸਵਾਗਤ ਕਰ ਰਹੇ ਆ। ਹਾਂਜੀ ਵੀਰ ਜੀ, ਬਹੁਤ ਬਹੁਤ ਵਧਾਈਆਂ ਜੀ। ਜਾਂਦੇ ਮੈਨੂੰ ਪਤਾ ਤੁਸੀਂ ਥੱਕੇ ਹੋਏ ਹੋਣੇ ਆ। ਹਾਂਜੀ ਚੰਨੀ ਸਿੰਘ ਜੀ, ਖੂਬਸੂਰਤ ਗੇਟ ਦਾ ਨਜ਼ਾਰਾ, ਲੇਕਿਨ ਜਿਹੜਾ ਤੁਹਾਡਾ ਤੀਜਾ ਖਾਬ ਸੀਗਾ ਉਹ ਬੜਾ ਸਲੋ ਚੱਲਿਆ। ਸਲੋ ਫਿਰ ਇਹ ਭਾਜੀ ਟੀਮ ਦੀ ਪਲੈਨਿੰਗ ਹੁੰਦੀ ਥੋੜੀ। ਅਗਲੀ ਟੀਮ ਵੀ ਖੇਡਣ ਆਈ, ਉਹਨਾਂ ਨੇ ਥੋੜਾ ਜਿਹਾ
ਵਧੀਆ ਪਲਾਨ ਕੀਤਾ ਤੇ ਅਸੀਂ ਥੋੜਾ ਡਿਫੈਂਡ ਕੀਤਾ ਉਦੋਂ। ਤੁਹਾਨੂੰ ਇਹ ਨਹੀਂ ਲੱਗਦਾ ਕਿ ਤੁਹਾਡੇ ਮੈਂ ਸ਼ੀਟ ਚੈੱਕ ਕੀਤੀ 18 ਪਲੇਅਰ ਸੀ, ਤੁਸੀਂ ਸਕਿੰਟ ਬਾਅਦ ਬੰਦਾ ਬਦਲ ਕੇ ਸਾਹ ਦਵਾਉਂਦੇ ਸੀ, ਉਹਨਾਂ ਵਿਚਾਰਿਆਂ ਦੇ ਕੋਲ 12 ਪਲੇਅਰ ਸੀਗੇ, ਇਦਾਂ ਕਿਉਂ? ਭਾਈ 18 ਖੇਡਦੇ ਦੇ ਵਿੱਚ 11 ਹੀ ਆ ਨਾ, ਪਰ ਉਹ ਵਧੀਆ ਟੀਮ ਵਧੀਆ ਆਈ ਆ। ਉਹ ਅਮਰੀਕਾ ਤੋਂ ਮੁੰਡੇ ਵਧੀਆ ਚੰਗੀ ਲੀਗਾਂ ਖੇਡਦੇ ਪਏ ਆ, ਕੈਨੇਡਾ ਅਮਰੀਕਾ ਤੋਂ, ਤੇ ਵਧੀਆ ਲੱਗਿਆ ਖੇਡ ਕੇ ਉਹਨਾਂ ਨੂੰ ਜੀ। ਬਿਲਕੁਲ। ਤੇ ਪਰ ਬਹੁਤ ਸਕਿਲਫੁਲ ਮੁੰਡੇ ਸੀਗੇ। ਨਹੀਂ ਗੇਮ ਇਹਨਾਂ ਦੀ ਉਹਨਾਂ ਨੇ ਪਸੰਦ ਕੀਤੀ ਹੈ, ਲੇਕਿਨ ਜਿਹੜੇ ਪ੍ਰਬੰਧਕ ਸੀ ਉਹ ਕਹਿੰਦੇ ਸੀਗੇ ਵੀ ਸ਼ੀਟ ਇਹਨਾਂ ਦੀ 12 ਦੀ ਆਈ ਹੈ ਤੇ ਕਿਹਨੂੰ ਸਾਹ ਦਵਾਉਣ ਤੇ ਕਿਹਨੂੰ ਖੇਲਣ, ਉਹਦੇ ਕਰਕੇ ਵੀ ਥੋੜਾ ਜਿਹਾ ਰਹਿ ਗਿਆ। ਫਿਰ ਦੂਰੋਂ ਟੀਮ ਆਈ ਆ, ਟਰੈਵਲ ਕਰਨ ਦੇ ਵਿੱਚ ਥੋੜੀ ਜਿਹੀ ਜਿੱਦਾਂ ਛੁੱਟੀਆਂ ਉਹਨਾਂ ਨੂੰ ਜ਼ਿਆਦਾ ਲੈਣੀਆਂ ਪਈਆਂ। ਅਸੀਂ ਚਲੋ ਲੋਕਲ ਹਾਂ, ਫਿਰ ਇੱਥੇ ਤਾਂ ਹੁਣ ਸਾਡੀਆਂ ਤਾਂ 5 ਟੀਮਾਂ ਬਣੀਆਂ ਪਈਆਂ। ਕਦੋਂ ਆ ਮੁਕਾਬਲਾ ਤੁਹਾਡਾ ਅਗਲਾ? ਹੁਣ ਅਗਲਾ ਸ਼ਾਮ ਨੂੰ 7 ਵਜੇ ਆ ਜੀ। ਅੱਛਾ, ਹਾਂਜੀ ਹਾਂਜੀ, ਠੀਕ ਹੈ ਜੀ, ਬਹੁਤ ਬਹੁਤ ਵਧਾਈਆਂ। ਆਪਾਂ ਜ਼ਿਆਦਾ ਸਮਾਂ ਨਹੀਂ ਲੈਣਾ ਹੈਗਾ। ਸੋ ਇਹ ਸੀਗੇ ਸਾਡੇ ਕੋਲ ਮੈਲਬੌਰਨ 6 ਯੂਨਾਈਟਿਡ ਦੇ ਪਲੇਅਰ। ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਇਹਨਾਂ ਨੂੰ ਅਸੀਂ ਫਾਈਨਲ ਦੇ ਮੁਕਾਬਲੇ ਦੇ ਵਿੱਚ ਦੇਖਦੇ ਹਾਂ ਤੇ ਇਸ ਹਿਸਾਬ ਦੇ ਨਾਲ ਹੀ ਮਿਹਨਤ ਕਰਕੇ ਆਉਣੇ। ਇਹਨਾਂ ਦੇ ਉੱਪਰ ਸਪੋਰਟਰਸ ਵੀ ਬੈਠੇ ਨੇ, ਉਹਨਾਂ ਵੱਲੋਂ ਤਾੜੀਆਂ ਨਾਲ ਇਹਨਾਂ ਦਾ ਸਵਾਗਤ ਕੀਤਾ ਗਿਆ ਤੇ ਇਹਨਾਂ ਦਾ ਅਗਲਾ ਮੁਕਾਬਲਾ ਇਸੇ ਗਰਾਊਂਡ ਦੇ ਵਿੱਚ ਅੱਜ 7 ਵਜੇ ਹੋਏਗਾ। ਕੋਸ਼ਿਸ਼ ਕਰਾਂਗੇ ਉਸ ਮੁਕਾਬਲੇ ਨੂੰ ਵੀ, ਖੂਬਸੂਰਤ ਮੁਕਾਬਲੇ ਨੂੰ ਤੁਹਾਡੇ ਲਾਈਵ ਨਾਲ ਲੈ ਕੇ ਆਈਏ। ਤੇ ਇਸ ਵਕਤ ਸਾਡੀਆਂ ਮਾਣਮੱਤੀਆਂ ਭੈਣਾਂ ਗਰਾਊਂਡ ਦੇ ਵਿੱਚ ਆ ਚੁੱਕੀਆਂ ਨੇ, ਸੋ ਇਸ ਮੁਕਾਬਲੇ ਨੂੰ ਵੀ ਦੇਖਣਾ ਬਣਦਾ ਜੀ। ਧੰਨਵਾਦ ਜੀ, ਬਣੇ ਰਹੋ ਇੰਡੋਸ ਟੀਵੀ ਦੇ ਨਾਲ। ਮੈਂ ਹਰਜੀਤ ਲਸਾੜਾ, ਹਰਮਨ ਰੇਡੀਓ ਦੇ ਨਾਲ, ਤੇ ਕੈਮਰੇ ਦੇ ਉੱਪਰ ਗੁਰਮਿੰਦਰ ਮਿੰਦੀ। ਉਹ ਟੀਮ ਦੇ ਤਾਂ ਮੈਨੂੰ ਪੜਾ ਰਹੀ ਪੂਰੇ ਨਾਲ।
ਸਹੀ ਕੋਈ ਨਹੀਂ ਜੀ ਮੈਂ ਉਹ ਦੇਖਦਾ ਭਾਈ ਥੋੜਾ ਕੈਮਰਾ ਥੋੜਾ ਉੱਪਰ ਲਾਈਏ ਉੱਪਰ ਪਾਸੇ ਲੋਕ ਦੇਖਦੇ ਆ ਇਹ ਆਹੀ ਸੈਂਟਰ ਦੇ ਉੱਪਰ ਨਾ ਮੈਂ ਉਹਨੂੰ ਕਾਲ ਕਰ ਲਵਾਂ ਆਪਣੇ ਇਹਨੇ ਆਪਣੇ ਉੱਪਰ ਦਾ ਫਿਰ ਨੁਕਸਾਨ ਹੋਣਾ ਤੇਰੀ ਜ਼ਿੰਦਗੀ ਤਾਂ ਵਧੀਆ ਹੋ ਜਾਣੀ ਗੱਲੇ ਤੇ ਗੱਲਬਾਤ ਕਰਨੀ ਆ ਕੈਮਰਾ ਦਾ ਨਹੀਂ ਉਹ ਮੈਨੂੰ ਦੱਸਣਾ ਪੈਗਾ ਕੋਈ ਕੈਮਰਾ ਉੱਪਰ ਚੱਲਦਾ ਐ ਕਰਿਆ ਕਰਕੇ ਕੈਮਰਾ ਨੂੰ ਦੇਖਣਾ ਚਲ ਦੇਖਦੇ ਜਿਹੜਾ 7 ਵਜੇ ਵਾਲਾ ਮੈਚ ਆ ਟਰਾਈ ਕਰਕੇ ਦੇਖਾਂਗੇ ਪਲੇਅਰ ਪਰ ਥੱਲੇ ਬੈਠੇ भाई पास को सानू भी दवा दे गड्डियां आनी भाई दास उधरों तुर के आए थे ओ बड़ा बुरा हाल मैं हंसदा भाई
ਤੂੰ ਇਹਨਾਂ ਦੀ ਕਨੈਕਟੀਵਿਟੀ ਬਣਾ ਦੇ। ਮੈਂ ਪਰ ਬੋਲਣਾ ਨਹੀਂ ਹੈਗਾ ਕਿ ਮੈਂ ਹੁਣ ਕਿਆ ਬੋਲਾਂ। ਅੱਛਾ ਇਹਨੇ ਕੈਚ ਕਰੀ ਜਾਊਗੀ ਆਵਾਜ਼। ਹਾਂ इतना जहाँ भाई लाओ उतर के उधर हवा बहुत चल रही है तो ठंड बहुत
ਹਾਈਵੇ ਤੇ ਜਦੋਂ ਆਪਾਂ ਥੱਲੇ ਉਤਰਦੇ ਆ ਆਹ ਪੂਰਾ ਰੋਡ ਅਕ੍ਰੋਸ ਹੈ ਅਸਲ ਦੇ ਵਿੱਚ ਜਿਹਦੇ ਵਿੱਚ ਖੇਡਦੇ ਹੋਏ ਨਾ ਨਹੀਂ ਆਉਂਦਾ ਕੋਈ ਬਾਹਰ ਬੈਠਾ ਸਿਰਫ ਇੱਕ ਵਾਰ ਹੀ ਹੈ ਜੇ ਬਸ रिकॉर्डिंग करने पर उतने टाइम भी भाई लाइव भी वो था एक और कैमरा चला तो वो करता एक ਤੁਹਾਡੀ ਟੀਮ ਕਿਹੜੀ ਹੈ? ਸਾਡੀ ਕ੍ਰੇਗਮਨ ਫੈਲਕਨਸ ਏ ਆ ਬਲੂ ਵਾਲੀ ਬਲੂ ਹਾਂਜੀ ਕੀ ਪੂਰਾ ਕੀ ਨਾਮ ਹੈ ਦਾ? ਫੈਲਕਨਸ ਕਰੇਗੀ ਬਣਾ ਦੂਜੀ ਟੀਮ ਕਿਹੜੀ ਹੈ? ਇਨਸੈਕਟ ਇਹ ਮੈਂ ਕਹਾਂ ਇਨਸੈਕਟ ਤਾਂ ਹੈ ਕਮੇਟੀ ਨਹੀਂ ਹੈਗੀ ਇਹ ਟੀਮ ਇਕੱਠੀ ਕਰਕੇ ਬਣਾਈ ਹੈ ਦੈਟਸ ਵਾਈ ਕਿ ਕੁਝ ਬੱਚੇ ਇਧਰ ਉਧਰ ਨੇ ਚਲ
थोड़ी जी बाद च हुण क्वेश्चन अंदर जाना पै गया मैं बाद ठीक हो ਹਾਂਜੀ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਮੈਲਬੌਰਨ ਦੀਆਂ ਇਹਨਾਂ ਸਟੇਟ ਹਾਕੀ ਸੈਂਟਰ ਦੀਆਂ ਗਰਾਊਂਡਾਂ ਦੇ ਵਿੱਚੋਂ। ਦੋ ਗਰਾਊਂਡਾਂ ਹਾਕੀ ਦੀਆਂ ਚੱਲ ਰਹੀਆਂ ਜੀ ਤੇ ਇੱਕ ਸਾਡੇ ਪਿਛਲੇ ਪਾਸੇ ਚੱਲ ਰਹੀ ਹੈ, ਉਧਰ ਵੀ ਮੁਕਾਬਲੇ ਚੱਲ ਰਿਹਾ ਤੇ ਇਹ ਸਾਹਮਣੇ ਵਾਲੀ ਗਰਾਊਂਡ ਦੇ ਵਿੱਚ ਇਸ ਵਕਤ ਮੁਕਾਬਲਾ ਚੱਲ ਰਿਹਾ ਐਨਜ਼ੈਕ ਦੀ ਟੀਮ ਤੇ ਕ੍ਰੈਗੀਬਰਨ ਫੈਲਕਨ ਹਾਕੀ ਕਲੱਬ ਜਾਣੀ ਕਿ CFHCB। ਸੋ ਦੂਸਰਾ ਕੁਆਟਰ ਚੱਲ ਰਿਹਾ ਤੇ ਫਿਲਹਾਲ ਸਾਡੇ ਕੋਲ ਕ੍ਰੈਗੀਬਰਨ ਦੀ ਟੀਮ 2-0 ਦੇ ਨਾਲ ਅੱਗੇ ਚੱਲ ਰਹੀ ਹੈ। ਤੇ ਜੇ ਆਪਾਂ ਐਨਜ਼ੈਕ ਲੜਕਿਆਂ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਉਹ 7 ਪਲੇਅਰ ਖੇਡ ਰਹੀਆਂ ਨੇ ਤੇ ਉਹ ਵੀ ਬਿਨਾਂ ਗੋਲਕੀਪਰ ਤੋਂ ਖੇਡ ਰਹੀਆਂ ਨੇ। ਇੱਧਰ ਤਕਰੀਬਨ 10-11 ਪਲੇਅਰ ਹੈਗੇ ਨੇ ਕ੍ਰੈਗੀਬਰਨ ਦੀ ਟੀਮ ਦੇ ਵਿੱਚ ਤੇ 2-0 ਦੀ बढ़त ਦੇ ਨਾਲ ਇਹ ਮੁਕਾਬਲਾ ਚੱਲ ਰਿਹਾ। ਤਕਰੀਬਨ ਸੈਕੰਡ ਕੁਆਟਰ ਦਾ 4.5 ਮਿੰਟ ਦਾ ਸਮਾਂ ਬਚਿਆ ਤੇ ਨੀਲੀਆਂ ਵਰਦੀਆਂ ਦੇ ਵਿੱਚ ਸਾਡੇ ਕੋਲ ਕ੍ਰੈਗੀਬਰਨ ਦੀ ਟੀਮ ਤੇ ਚਿੱਟੀਆਂ ਵਰਦੀਆਂ ਦੇ ਵਿੱਚ ਐਨਜ਼ੈਕ ਦੀ ਇਹ ਲੜਕੀਆਂ ਜੀ। ਲਾਮੇ ਕੋਈ
Did you see her go? Everyone come here. Everyone please come here. अपने ग्रुप क्यों yeah, rotating even at the back. Can you see me, अपने मास्क गाइस अपनी मास्क एकदम मास्क वो नहीं लाने लगे okay go I don't see how much
अभी किस चलते जा रहे हैं? ਸਾਰੇ ਆਪਣੀ ਨੇ ਜੀ ਜਿਹੜਾ ਪਹਿਲਾਂ ਦੀ ਚੀਜ਼ ਵਾਲਾ
ठीक है जैसे बेचा ਸਵਾਗਤ ਹੈ ਜੀ ਮੈਲਬੌਰਨ ਦੀਆਂ ਹਾਕੀ ਦੀਆਂ ਗਰਾਊਂਡਾਂ ਦੇ ਵਿੱਚੋਂ ਖੂਬਸੂਰਤ ਮੁਕਾਬਲਾ ਇਸ ਵਕਤ ਲੜਕੀਆਂ ਦਾ ਚੱਲ ਰਿਹਾ। ਸਾਡੇ ਕੋਲ ਐਨਜ਼ੈਕ ਦੀ ਟੀਮ ਦੇ ਨਾਲ ਮੁਕਾਬਲਾ ਚੱਲ ਰਿਹਾ ਜੀ। ਸਾਡੇ ਕੋਲ ਕਰੇਗੀਵਨ ਫੈਲਕਨ ਹਾਕੀ ਕਲੱਬ ਦਾ ਕਰੇਗੀਵਨ ਵਾਲੇ ਇਸ ਵਕਤ 5 ਗੋਲਾਂ ਦੇ ਨਾਲ ਅੱਗੇ ਨੇ। ਸ਼ਾਇਦ ਐਨਜ਼ੈਕ ਵਾਲੇ ਪਹਿਲਾਂ ਥੋੜੇ ਘੱਟ ਪਲੇਅਰਾਂ ਦੇ ਨਾਲ ਬਿਨਾਂ ਗੋਲਕੀਪਰ ਤੋਂ ਸੀਗੇ, ਇਹ ਫੱਟੇ ਖੜਕਾ ਗਏ ਨੇ ਤੇ ਉਹਨਾਂ ਦੇ ਖਿਡਾਰੀ ਕਹਿ ਲਓ ਜਾਂ ਕੋਚ ਸਾਹਿਬਾਨ ਕਹਿ ਲਓ, ਉਹ ਸਾਡੇ ਨਾਲ ਰਾਬਤਾ ਬਣਿਆ ਜੀ ਗਰਾਊਂਡਾਂ ਦੇ ਨਾਲ ਹੀ। ਧੰਨਵਾਦ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਚੱਲੋ ਜੀ। ਮੇਰਾ ਨਾਮ ਭੁਪਿੰਦਰ ਕੌਰ ਹੈ। ਹਾਂਜੀ ਭੁਪਿੰਦਰ ਕੌਰ ਜੀ, ਪਹਿਲਾਂ ਤਾਂ ਇਹ ਖੂਬਸੂਰਤੀ ਬਹੁਤ ਚੰਗੀ ਲੱਗੀ ਹੈ ਕਿ ਲੜਕੀਆਂ ਨੂੰ ਵੀ ਉਸੇ ਗਰਾਊਂਡ ਦੇ ਵਿੱਚ ਫੁੱਲ ਟਾਈਮ ਦੇ ਨਾਲ ਖਿਡਾਰਿਆ ਜਾ ਰਿਹਾ। ਹਮੇਸ਼ਾ ਇਹ ਹੁੰਦਾ ਹੈ ਕਿ ਜਾਂ ਤਾਂ ਅੱਧਾ ਕੁ ਸਮਾਂ ਹੁੰਦਾ ਜਾਂ 2 ਕੁਆਟਰ ਖਿਲਾ ਕੇ ਲੜਕੀਆਂ ਦੇ ਮੈਚ ਨੂੰ ਪਰੇ ਕਰ ਦਿੱਤਾ ਜਾਂਦਾ ਸੀਗਾ। ਸੋ ਕਿਸ ਤਰ੍ਹਾਂ ਦੇ ਲੱਗ ਰਹੇ ਨੇ ਹਾਕੀ ਦੇ ਪ੍ਰਬੰਧ, ਸਪੈਸ਼ਲੀ ਜੇ ਆਪਾਂ ਲੜਕੀਆਂ ਦੀ ਗੱਲ ਕਰੀਏ? ਹਾਂਜੀ, ਇਸ ਵਾਰੀ ਸਾਡੀ ਮੈਲਬਨ 'ਚ ਜਦੋਂ ਅਸੀਂ ਡਿਸਾਈਡ ਹੋਈਆਂ ਸੀ ਵੀ ਹੋਣੀਆਂ ਸੀ, ਪਹਿਲਾਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਵਿਮਨ ਨੂੰ ਵੀ ਇਕੁਆਲਿਟੀ ਦਿੱਤੀ ਜਾਵੇ, ਓਨਾ ਹੀ ਜ਼ੋਰ ਲਾਇਆ ਜਾਵੇ ਵਿਮਨ ਲਈ। ਸਾਡੇ ਇੱਥੇ ਵਲੰਟੀਅਰਸ ਨੇ ਤੇ ਮੈਨੇਜਰਸ ਨੇ, ਕਲੱਬਸ ਨੇ ਬਹੁਤ ਹਾਰਡ ਵਰਕ ਕੀਤਾ ਇਸ ਚੀਜ਼ ਨੂੰ ਕਰਨ ਲਈ ਵੀ ਵੂਮਨ ਨੂੰ ਵੀ ਓਨਾ ਹੀ ਮੌਕਾ ਦਿੱਤਾ ਜਾਵੇ ਜਿੰਨਾ ਬॉयਜ਼ ਨੂੰ ਮਿਲਦਾ ਜਾਂ ਮੈਨ ਨੂੰ ਮਿਲਦਾ। ਤੇ ਅਸੀਂ ਬਹੁਤ ਖੁਸ਼ ਹਾਂ ਵੀ ਵਿਮਨ ਨੂੰ ਪੂਰਾ ਮੌਕਾ ਮਿਲਿਆ ਹੈ, ਪੂਰਾ ਉਹਨਾਂ ਨੂੰ ਛੋਟੇ ਬੱਚਿਆਂ ਨੂੰ ਜਿਹੜੇ ਯੰਗਸਟਰਸ ਨੇ ਅਪਕਮਿੰਗ ਨੇ ਉਹਨਾਂ ਨੂੰ ਚਾਂਸ ਮਿਲ ਰਿਹਾ ਆਪਣੀ ਗੇਮ ਦਿਖਾਉਣ ਦਾ, ਹਨਾ, ਮੌਕਾ ਪੂਰਾ ਉਹਨਾਂ ਨੂੰ ਮਿਲ ਰਿਹਾ। ਤੁਹਾਡੀ ਜਿਹੜੀ ਇਹ ਟੀਮ ਹੈ ਕਰੇਗੀਵਰਨ ਦੀ ਫਿਲਹਾਲ 5-0 ਦੇ ਨਾਲ ਅੱਗੇ ਚੱਲ ਰਹੀ ਆ, ਤੀਜਾ ਕੁਆਟਰ ਚੱਲ ਰਿਹਾ ਮੇਰੇ ਖਿਆਲ, ਇਹ ਵੀ ਹੁਣ ਤਕਰੀਬਨ ਨੇਪਰੇ ਚੜ੍ਹਨ ਵਾਲਾ ਆ। ਸੋ ਇਹ ਕਿੰਨਾ ਇੱਕ ਪੁਰਾਣੀ ਟੀਮ ਆ ਜਾਂ ਕਲੱਬ ਕਿੰਨੀ ਕੁ ਪੁਰਾਣੀ ਆ ਤੇ ਲੜਕੀਆਂ ਨੇ ਕਦੋਂ ਇਹਦੇ ਵਿੱਚ ਹਾਕੀ ਦੀ ਸ਼ੁਰੂਆਤ ਕੀਤੀ? ਸਾਡਾ ਕਲੱਬ ਕਰੇਗੀਵਨ ਫੈਲਕਨਸ ਐਕਚੁਅਲੀ ਸਟਾਰਟ ਹੋਇਆ ਸੀ 2017 ਤੋਂ, ਬਟ ਉਦੋਂ ਪਹਿਲੇ ਸਾਲ 'ਚ ਇਹਨਾਂ ਕੋਲ ਸਿਰਫ ਮੈਨ ਟੀਮ ਸੀਗੀ ਤੇ ਆਈ ਥਿੰਕ ਮੈਂ ਪਹਿਲੀ ਇੱਕ ਫੀਮੇਲ ਸੀ ਇਹਨਾਂ ਦੇ ਕਲੱਬ 'ਚ ਜਿਹੜੀ ਖੇਡਦੀ ਸੀ, ਕਿਉਂਕਿ ਮੈਂ ਪਹਿਲਾਂ ਇੰਡੀਆ ਖੇਡੀ ਹੋਈ ਸੀਗੀ ਤੇ ਉਹ ਮੈਨੂੰ ਵੀ ਥੋੜਾ ਹੁੰਦਾ ਸੀਗਾ ਵੀ ਮੇਰੇ ਕੋਲ ਹੋਰ ਵਿਮਨ ਹੋਣ ਖੇਡਣ ਲਈ, ਮੈਂ ਆਪਣੀ ਇੱਕ ਅਲੱਗ ਟੀਮ 'ਚ ਖੇਡਾਂ ਮੈਨ ਦੀ ਟੀਮ ਦੇ ਨਾਲੋਂ। ਹਾਲਾਂਕਿ ਇੱਥੇ ਪਰਮਿਸ਼ਨ ਮਿਲ ਜਾਂਦੀ ਹੈ ਮੈਨ ਟੀਮ 'ਚ ਖੇਡਣ, ਬਟ ਫਿਰ ਵੀ ਮੈਨੂੰ ਹੁੰਦਾ ਸੀ ਵੀ ਵਿਮਨ ਟੀਮ ਹੋਣੀ ਚਾਹੀਦੀ ਹੈ। ਉਹ ਫਿਰ ਮੈਂ ਹੌਲੀ ਹੌਲੀ ਇਕੱਠੀਆਂ ਕੀਤੀਆਂ ਨੇ ਲੇਡੀਜ਼, ਅਸੀਂ ਟੀਮ ਬਣਾਈ 2018 'ਚ, ਪਹਿਲੀ ਅਸੀਂ ਲੀਗ ਸ਼ੁਰੂ ਕੀਤੀ ਸੀਗੀ ਉਦੋਂ। ਤੇ ਉਸ ਤੋਂ ਬਾਅਦ ਸਾਡਾ ਕਲੱਬ ਕਾਫੀ ਗਰੋ ਹੋਇਆ। ਸਾਡੇ ਕੋਲ ਹੁਣ 2 ਟੀਮਾਂ ਨੇ, ਵੀਕ ਲੀਗ 2 ਖੇਡਦੀ ਹੈ ਤੇ ਇੱਕ ਰਿਜ਼ਰਵ ਖੇਡਦੀ, ਤੇ ਸਾਡੇ ਕੋਲ ਯੰਗਸਟਰ ਅੰਡਰ 16 ਦੀ ਟੀਮ ਹੈ, ਅੰਡਰ 14 ਦੀ ਟੀਮ ਹੈ, ਅੰਡਰ 12 ਦੀ ਟੀਮ ਹੈ। ਹੁਣ ਕਾਫੀ ਯੰਗ ਬੱਚੀਆਂ ਆ ਰਹੀਆਂ ਨੇ ਖੇਡਣ। ਹਾਂਜੀ, ਜੇ ਮੈਲਬੌਰਨ ਸਿਡਨੀ ਦੀ ਆਪਾਂ ਗੱਲ ਕਰੀਏ, ਖੈਰ ਬਾਕੀ ਸਾਰੇ ਸੂਬਿਆਂ ਦੇ ਵਿੱਚ ਵੀ ਚੱਲਦੀਆਂ ਨੇ, ਟੀਮਾਂ ਆਉਂਦੀਆਂ ਨੇ, ਖਾਸ ਕਰਕੇ ਮੈਨਸ ਦੀਆਂ। ਮੈਨਸ ਦੇ ਵਿੱਚ ਪਲੇਅਰ ਕਾਫੀ ਦੇਖਣ ਨੂੰ ਮਿਲਦੇ ਆ। ਜੇ ਮੈਂ ਇਹ ਪੁੱਛਾਂਗੇ ਲੜਕੀਆਂ ਦੇ ਵਿੱਚ ਤੁਹਾਨੂੰ ਲੜਕੀਆਂ ਉਪਲਬਧ ਹੈਗੀਆਂ ਖੇਡਣ ਦੇ ਲਈ? ਕਿਉਂਕਿ ਟੀਮ ਮੈਂ ਦੇਖੀ ਆ ਕਿ ਇੱਕ ਟੀਮ ਦੇ ਵਿੱਚ ਤਾਂ ਵਿਚਾਰੀਆਂ ਪਹਿਲਾਂ 2 ਕੁਆਟਰ ਦਾ 7 ਲੜਕੀਆਂ ਖੇਲ ਕੇ ਚਲੇ ਗਈਆਂ। ਇਹ ਸਭ ਤੋਂ ਵੱਡੀ ਸਟਰਗਲ ਹੈ ਵਿਮਨ ਲਈ, ਫੀਮੇਲਸ ਲਈ ਵੀ। ਬਹੁਤ ਮੈਨੂੰ ਕਹਿ ਲਓ ਵੀ ਜਦੋਂ ਮੈਂ ਵੀ ਸ਼ੁਰੂ ਕੀਤਾ ਸੀ, ਮੈਨੂੰ ਬਹੁਤ ਐਕਸਟਰਾ ਐਫਰਟ ਲਾਉਣਾ ਪਿਆ ਇਸ ਚੀਜ਼ ਲਈ, ਬੀਇੰਗ ਅ ਵੂਮਨ, ਹੈ ਨਾ। ਮੈਨੂੰ ਆਪਣੇ ਘਰ ਦੇ ਸਾਰੇ ਕੰਮ ਛੱਡ ਕੇ ਫੁੱਲ ਟਾਈਮ ਜੌਬ ਕਰਨ ਦੇ ਨਾਲ ਨਾਲ ਗਰਾਊਂਡ ਆ ਕੇ ਕਮਿਟ ਕਰਨਾ, ਟ੍ਰੇਨਿੰਗ ਕਰਾਉਣਾ, ਹੈ ਨਾ, ਵੋਲੰਟੀਅਰ ਕਰਨਾ, ਉਹ ਇੱਕ ਅਲੱਗ ਤਰ੍ਹਾਂ ਦੀ ਕਮਿਟਮੈਂਟ ਹੋ ਜਾਂਦੀ ਹੈ। ਉਹੀ ਸੇਮ ਫਿਰ ਇਹਨਾਂ ਦੀਆਂ ਬੱਚਿਆਂ ਦੀਆਂ ਮਦਰਸ ਲਈ ਇਹਨਾਂ ਦੀ ਪੜ੍ਹਾਈ ਦੇ ਨਾਲ ਨਾਲ ਇੱਕ ਅਲੱਗ ਕਾਈਂਡ ਆਫ ਕਮਿਟਮੈਂਟ ਕਹਿ ਲਓ, ਇੱਕ ਚੈਲੰਜ ਹੋ ਜਾਂਦਾ। ਸਟਰਗਲ ਬਹੁਤ ਕਰਨੀ ਪੈਂਦੀ ਹੈ, ਬਟ ਹੁਣ ਅਸੀਂ ਦੇਖ ਰਹੇ ਹਾਂ ਵੀ ਬੱਚੇ ਸ਼ਾਇਦ ਇੰਸਪੀਰੇਸ਼ਨ ਲੈ ਰਹੇ ਨੇ ਵੱਡਿਆਂ ਤੋਂ। ਅਸੀਂ ਖੇਡ ਰਹੇ ਹਾਂ, ਅਸੀਂ ਜ਼ੋਰ ਲਾਉਂਦੇ ਹਾਂ, ਜੌਬਸ ਕਰਕੇ ਆਉਂਦੇ ਹਾਂ, ਫਿਰ ਅਸੀਂ ਗਰਾਊਂਡ 'ਚ ਆਉਂਦੇ ਹਾਂ, ਹੈ ਨਾ, ਕਮਿਟਡ ਵੇ ਨਾਲ। ਉਹ ਬੱਚੇ ਦੇਖ ਦੇਖ ਕੇ ਹੁਣ ਇੰਸਪਾਇਰ ਹੋਣੇ, ਕਾਫੀ ਅੱਗੇ ਨਾਲੋਂ ਕਹਿ ਲਓ ਨੰਬਰ ਇਨਕਰੀਜ਼ ਹੋਏ ਨੇ ਇਸ ਚੀਜ਼ 'ਚ। ਤੀਸਰਾ ਕੁਆਟਰ ਖਤਮ ਹੋ ਚੁੱਕਾ ਜੀ, ਮੇਰੇ ਖਿਆਲ ਚੌਥੇ ਕੁਆਟਰ ਦੇ ਲਈ ਇਹ ਉਸ ਤੋਂ ਬਾਅਦ ਖੇਲਣਗੇ ਸਪਰਾਂਡੀ ਕਰਨ ਤੋਂ ਬਾਅਦ। ਜਾਨੋ ਆਪਾਂ ਥੋੜ੍ਹੀਆਂ ਹੋਰ ਗੱਲਾਂ ਬਾਤਾਂ ਕਰਦੇ ਹਾਂ। ਲੜਕੀਆਂ ਅਗਰ ਖੇਲ ਰਹੀਆਂ ਨੇ ਬਹੁਤ ਚੰਗੀ ਗੱਲ ਹੈ, ਤੁਹਾਡੀ ਟੀਮ ਨੇ ਗੋਲ ਹੋਰ ਮਾਰਤਾ ਜਾਂਦੇ ਜਾਂਦੇ।
ਲੱਗਦਾ ਵੀ ਅਗਲੇ ਕੁਆਟਰ 'ਚ ਦੋ ਚਾਰ ਹੋਰ ਵੀ ਠੋਕਣਗੇ ਇਹ। ਐਜ਼ ਏ ਖਿਡਾਰੀ ਜੇ ਲੜਕੀਆਂ ਦੇ ਹਿਸਾਬ ਨਾਲ ਮੈਂ ਗੱਲ ਕਰਾਂ, ਲੜਕੀਆਂ ਦੇ ਵਿੱਚ ਕੋਈ ਪਰਿਵਾਰ ਜਾਂ ਖੁਦ ਲੜਕੀਆਂ ਐਜ਼ ਏ ਖਿਡਾਰੀ ਪ੍ਰੋਫੈਸ਼ਨਲ ਹੋਣ ਵੱਲ ਕੋਈ ਹੈ ਇਹਨਾਂ ਦਾ ਸੰਕੇਤ? ਮੇਰੀ ਬੇਟੀ ਐਕਚੁਅਲੀ ਹੈਗੀ 16 ਈਅਰ 올ਡ ਹੈ, ਬਟ ਉਹ ਇੱਥੇ ਦੀ ਟੌਪ ਲੀਗ ਖੇਡ ਰਹੀ ਹੈ, ਪ੍ਰੀਮੀਅਰ ਲੀਗ। ਇੱਕ 16 ਈਅਰ 올ਡ ਬੱਚੇ ਲਈ ਪ੍ਰੀਮੀਅਰ ਲੀਗ ਖੇਡਣਾ ਬਹੁਤ ਵੱਡਾ ਕਹਿ ਲਓ ਮਾਣ ਵਾਲੀ ਗੱਲ ਹੁੰਦੀ ਹੈ। ਬਹੁਤ ਜ਼ੋਰ ਲਾਇਆ ਕਿਉਂਕਿ ਛੋਟੇ ਹੁੰਦੇ ਤੋਂ ਉਹਨਾਂ ਨੂੰ ਟ੍ਰੇਨਿੰਗ ਸ਼ੁਰੂ ਕੀਤੀ ਸੀਗੀ। ਕਲੱਬ ਦੇ ਵਿੱਚ ਜਿੰਨੇ ਵੀ ਜਿਹੜੇ ਖਿਡਾਰੀ ਰਹੇ ਨੇ ਹਨਾ, ਸਾਰਿਆਂ ਦਾ ਐਫਰਟ ਸੀਗਾ ਬੱਚਿਆਂ ਨੂੰ ਸ਼ੇਪ ਕਰਨ 'ਚ। ਸਾਡੇ ਕਲੱਬ 'ਚ ਹੋਰ ਵੀ ਬੱਚੇ ਨੇ, ਮੁੰਡੇ ਵੀ ਹੈਗੇ ਨੇ, ਬਟ ਕੁੜੀਆਂ 'ਚ ਹਲੇ ਹੌਲੀ ਹੌਲੀ ਕਹਿ ਲਓ ਨੰਬਰ ਅੱਗੇ ਆ ਰਹੇ ਨੇ, ਜਿਹੜੇ ਕਹਿ ਲਓ ਹਾਈ ਲੈਵਲ ਤੱਕ ਖੇਡਣ ਦੀ ਉਮੀਦ ਹੈਗੀ ਉਹਨਾਂ ਦੀ। ਹਾਂਜੀ, ਮਿਹਰਬਾਨੀ ਜੀ, ਤੁਸੀਂ ਸਮਾਂ ਕੱਢਿਆ। ਤੁਸੀਂ ਆਪਣੇ ਖਿਡਾਰੀਆਂ ਦੇ ਨਾਲ ਰਾਬਤਾ ਬਣਾਓ ਤੇ ਸ਼ੁਭ ਕਾਮਨਾਵਾਂ ਤੁਹਾਨੂੰ।